ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੇ ਕੁ ਵੀ ਸਾਡੇ ਦਰਸ਼ਕ ਜਾਂ ਸਰੋਤੇ ਵੱਖਰੇ-ਵੱਖਰੇ ਸਾਧਨਾਂ ਤੋਂ ਸਾਡੇ ਨਾਲ ਜੁੜੇ ਨੇ। ਅੱਜ ਸਾਡਾ ਇੱਕ ਪਲੇਠਾ ਪ੍ਰੋਗਰਾਮ ਔਰ ਸਾਡੀ ਇਹ ਪਹਿਲੀ ਕੋਸ਼ਿਸ਼ ਹੈ ਕਿ ਅੱਜ ਅਸੀਂ ਜੋ ਵੀ ਕਿਸਾਨ ਮੋਰਚਾ ਜਾਂ ਕਿਸਾਨ ਸੰਘਰਸ਼ ਦੇ ਸੰਦਰਭ ਦੇ ਵਿੱਚ ਚੱਲ ਰਿਹਾ ਔਰ ਜੇ ਅੱਜ ਅਸੀਂ ਉਸੇ ਹਾਲਾਤੇ ਹਾਜ਼ਰਾਤ ਦੇ ਉੱਤੇ ਇੱਕ ਨਜ਼ਰੀਆ ਪੇਸ਼ ਕਰਾਂਗੇ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਚੁੱਕਾ ਸੀ ਕਿ ਅਸੀਂ ਆਪਣੀ ਜਿਹੜੀ ਗੱਲਬਾਤ ਹੈਗੀ ਆ ਉਹ ਆਪਣੇ ਸਰੋਤਿਆਂ ਦੇ ਨਾਲ, ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਔਰ ਇਹ ਸਾਡੀ ਕੋਸ਼ਿਸ਼ ਹੈ ਜੇ ਅਸੀਂ ਕੋਈ ਅਜੇ ਇਹ ਸਿਰਫ ਸਾਡਾ ਇੱਕ ਸੰਕਲਪ ਹੈ। ਇਸ ਸੰਕਲਪ ਦੇ ਵਿੱਚ ਅਸੀਂ ਕਿੰਨਾ ਸਕਸੈਸਫੁਲ ਹੁੰਦੇ ਆ, ਕਿੰਨੀ ਸਫਲਤਾ ਸਾਨੂੰ ਮਿਲਦੀ ਆ, ਉਹਦੀ ਅਜੇ ਅਸੀਂ ਕੋਈ ਕਿਆਸ ਰਾਈ ਨਹੀਂ ਲਾਉਂਦੇ, ਪਰ ਅਸੀਂ ਆਪਣੇ ਤੌਰ ਦੇ ਉੱਤੇ ਆਪਣੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਕਿਉਂਕਿ ਬਹੁਤ ਹੀ ਮਹੱਤਵਪੂਰਨ ਇਹ ਈਵੈਂਟ ਹੈ, ਬਹੁਤ ਹੀ ਮਹੱਤਵਪੂਰਨ ਇਹ ਸੰਘਰਸ਼ ਹੈ। ਜੇਕਰ ਅਸੀਂ ਇਸ ਸੰਘਰਸ਼ ਨੂੰ ਆਪਣੀ ਹੋਂਦ ਦਾ ਸੰਘਰਸ਼ ਮੰਨਦੇ ਹਾਂ, ਜੇਕਰ ਅਸੀਂ ਇਸ ਸੰਘਰਸ਼ ਨੂੰ ਆਪਣੀਆਂ ਫਸਲਾਂ ਦਾ ਨਹੀਂ ਆਪਣੀਆਂ ਨਸਲਾਂ ਦਾ ਸੰਘਰਸ਼ ਮੰਨਦੇ ਹਾਂ, ਤੇ ਮੈਨੂੰ ਲੱਗਦਾ ਕਿ ਅੱਜ ਜੋ ਕੁਝ ਵੀ ਸਾਡੇ ਆਲੇ ਦੁਆਲੇ ਵਾਪਰਿਆ ਉਸ ਸੰਘਰਸ਼ ਦੇ ਵਿੱਚ ਵਾਪਰਿਆ, ਸਾਡੀ ਇਹ ਜ਼ਰੂਰਤ ਬਣ ਚੁੱਕੀ ਹੈ ਕਿ ਅਸੀਂ ਸੰਘਰਸ਼ ਦੇ ਬਾਰੇ ਗੱਲਬਾਤ ਕਰੀਏ। ਸੋ ਇਸ ਸੰਘਰਸ਼ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਸਾਡੇ ਵੀਰ ਸਰਦਾਰ ਜਪ ਸਿੰਘ ਔਰ ਸਾਡੇ ਵੀਰ ਸਰਦਾਰ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਔਰ ਸਰਦਾਰ ਜਪ ਸਿੰਘ ਚੀਲੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਦੋਵੇਂ ਵੀਰਾਂ ਦਾ ਸਟੂਡੀਓ ਦੇ ਵਿੱਚ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਜਪ ਸਿੰਘ, ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੁਰੂਆਤ ਇਹ ਕਰਨੀ ਚਾਹਾਂਗਾ ਕਿ ਤੁਹਾਡਾ ਇਸ ਸੰਘਰਸ਼ ਦੇ ਬਾਰੇ ਜਿਹੜਾ ਮੁੱਢਲਾ ਪ੍ਰਤੀਕਰਮ ਜਿਹੜਾ ਹੈਗਾ ਉਹ ਕੀ ਹੈ? ਹਾਂਜੀ, ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੁੱਢਲਾ ਪ੍ਰਤੀਕਰਮ ਤਾਂ ਦੇਖੋ, ਆਪਾਂ ਜਦੋਂ ਇਹ ਸੰਘਰਸ਼ ਸਟਾਰਟ ਹੋਇਆ ਆਪਾਂ ਥੋੜਾ ਚਿਰ ਚੁੱਪ ਰਹੇ ਪਹਿਲਾਂ ਵੀ ਦੇਖੋ ਇੱਕ ਹੋ ਕੀ ਰਿਹਾ ਹਨਾ। ਤੇ ਜਦੋਂ ਇਹ ਸੰਘਰਸ਼ ਪੰਜਾਬ ਦੇ ਵਿੱਚ ਹੀ ਸੀਗਾ 2-3 ਹਫ਼ਤੇ ਆਪਾਂ ਦੇਖਿਆ, ਇਹਨਾਂ ਦੀਆਂ ਗਤੀਵਿਧੀਆਂ ਨੋਟ ਕੀਤੀਆਂ ਵੀ ਸੰਘਰਸ਼ ਨੂੰ ਇਹ ਕਰ ਕੀ ਰਹੇ ਆ, ਕਿੱਧਰ ਨੂੰ ਲਿਜਾ ਰਹੇ ਆ। ਉਹਦੇ ਤੋਂ ਬਾਅਦ ਚਲੋ ਆਪਾਂ ਆਉਂਦੇ ਆ ਵੀ ਜੋ ਪੰਜਾਬ ਦੇ ਵਿੱਚ ਹੋਇਆ, ਆਪਾਂ ਸਿੰਘੂ ਬਾਰਡਰ ਤੇ ਪਹੁੰਚੇ ਆ। ਇਹ ਉਹ ਸਾਰਿਆਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਪਹੁੰਚੇ ਆ। ਤੇ ਅਸੀਂ ਸੰਘਰਸ਼ ਦੇ ਜਿਹੜੇ ਉੱਭਰ ਕੇ ਆ ਰਹੇ ਸੀਗੇ ਆਗੂ, ਉਹਨਾਂ ਉੱਤੇ ਥੋੜੀ ਨਿਗਾਹ ਮਾਰਨੀ ਸ਼ੁਰੂ ਕੀਤੀ ਵੀ ਕਿਹੜੇ ਜਿਹੜੇ ਆਗੂ ਆ ਉਹ ਸੰਘਰਸ਼ ਨੂੰ ਅੱਗੇ ਲਿਜਾ ਰਹੇ ਆ ਤੇ ਕਿਹੜੇ ਉਹਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਆ। ਓਵਰਆਲ ਕਰਾ ਕੇ ਸਾਡੇ ਜਿਹੜੇ ਸਿੱਖ ਵੀਰ ਜਾਂ ਤੁਸੀਂ ਕਹਿ ਲਓ ਵੀ ਸਿੱਖੀ ਸੋਚ ਵਾਲੇ ਵੀਰ ਆ, ਉਹਨਾਂ ਨੇ ਸੰਘਰਸ਼ ਨੂੰ ਪੰਜਾਬ ਤੋਂ ਦਿੱਲੀ ਤੱਕ ਪਹੁੰਚਾਇਆ। ਜੋ ਕੁਝ ਹੋਇਆ ਉਹ ਸਭ ਨੇ ਲਾਈਵ ਵੀ ਦੇਖਿਆ, ਸਾਰਿਆਂ ਨੂੰ ਪਤਾ। ਤੇ ਉਹਦੇ ਤੋਂ ਬਾਅਦ ਜੋ ਉੱਥੇ ਕੰਮ ਇਹਨਾਂ ਨੇ ਸ਼ੁਰੂ ਕੀਤਾ, ਸਟੇਜ ਪਹਿਲਾਂ ਜਿਹੜੀ ਲੱਗੀ ਆ ਉਹ ਸਿੱਖ ਨੌਜਵਾਨਾਂ ਨੇ ਸਟੇਜ ਲਾਈ ਆ। ਜਿਹੜਾ ਕਾਮਰੇਡ ਵਰਗ ਜਾਂ ਜਿਹਨੂੰ ਤੁਸੀਂ ਕਿਸਾਨੀ ਲੀਡਰ ਕਹਿ ਕੇ ਤੁਸੀਂ ਅੱਜ ਕੱਲ੍ਹ ਮਤਲਬ ਤੁਸੀਂ ਇਨ ਦਾ ਸੈਂਸ ਵੀ ਤੁਸੀਂ ਨਹੀਂ ਕਹਿਣ ਤੋਂ ਭਾਵ ਜਿਹੜੇ ਆਪਣੇ ਲੋਕ ਪੰਜਾਬ ਦੇ ਲੋਕ ਆ ਉਹਨਾਂ ਨੂੰ ਕਿਸਾਨੀ ਲੀਡਰ ਕਹਿ ਰਹੇ ਆ, ਪਰ ਅੰਦਰੋਂ ਜਿਹੜੇ ਮੋਸਟਲੀ ਉਹਨਾਂ ਵਿੱਚ ਲੀਡਰ ਆ, ਉਹਨਾਂ ਦੀ ਜਿਹੜੀ ਸੋਚ ਆ ਉਹ ਸਿੱਖੀ ਪ੍ਰਤੀ ਸਾਰਿਆਂ ਦੇ ਸਾਹਮਣੇ ਆ ਚੁੱਕੀ ਆ। ਪਹਿਲੇ ਦਿਨ ਤੋਂ ਹੀ ਉਹਨਾਂ ਨੇ ਇਹ ਹੋਕਾ ਦਿੱਤਾ ਵੀ ਇਹ ਸੰਘਰਸ਼ ਨੂੰ ਜਿਹੜਾ ਹੈ ਕੋਈ ਧਾਰਮਿਕ ਰੰਗਤ ਨਹੀਂ ਦਿੱਤੀ ਜਾਵੇਗੀ। ਆਪਾਂ ਉਸ ਗੱਲ ਨੂੰ ਬਿਲਕੁਲ ਐਕਸੈਪਟ ਕੀਤਾ ਵੀ ਠੀਕ ਆ, ਪੰਜਾਬ ਦਾ ਸੰਘਰਸ਼ ਆ, ਸਾਰੇ ਧਰਮ ਵਸਦੇ ਆ, ਕਿਸਾਨ ਦੂਸਰੇ ਵੀ ਹੈਗੇ, ਦੂਸਰੇ ਧਰਮਾਂ ਦੇ ਲੋਕ ਵੀ ਹੈਗੇ ਆ, ਚੱਲਣ ਦਿਓ। ਜਦੋਂ ਪੰਜਾਬ ਤੋਂ ਦਿੱਲੀ ਆ ਗਿਆ ਸੰਘਰਸ਼, ਬਿਲਕੁਲ ਉਹ ਵੀ ਗੱਲ ਸਹੀ ਆ ਵੀ ਠੀਕ ਆ, ਸਾਰੇ ਧਰਮ ਬਾਕੀ ਵੀ ਆ ਗਏ, ਬਾਕੀ ਕਿਸਾਨ ਵੀ ਆ ਗਏ, ਠੀਕ ਆ, ਇਹਨੂੰ ਧਾਰਮਿਕ ਰੰਗਤ ਨਹੀਂ ਦੇਣੀ। ਪਰ ਉਸੇ ਕਿਸਾਨੀ ਸਟੇਜ ਤੋਂ ਜਿੱਥੋਂ ਇਹ ਅਨਾਉਂਸਮੈਂਟਾਂ ਕੀਤੀਆਂ ਗਈਆਂ ਵੀ ਤੁਸੀਂ ਸੰਘਰਸ਼ ਨੂੰ ਧਾਰਮਿਕ ਰੰਗਤ ਨਾ ਦਿਓ, ਨਿਸ਼ਾਨ ਸਾਹਿਬ ਨਾ ਲਾਓ, ਜੈਕਾਰੇ ਨਾ ਗਜਾਓ, ਨਿਹੰਗ ਸਿੰਘ ਫੌਜਾਂ ਪਿੱਛੇ ਚਲੀਆਂ ਜਾਣ, ਠੀਕ ਆ, ਉਸੇ ਸਟੇਜਾਂ ਤੋਂ ਜਿਹੜਾ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਜਿਹੜਾ ਇਹਨਾਂ ਨੇ ਜ਼ਹਿਰੀਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਜਦੋਂ ਇਹਨਾਂ ਨੇ ਮਾਓਵਾਦੀਆਂ ਦੀਆਂ ਫੋਟੋਆਂ ਫੜਾ ਕੇ ਇਹਨਾਂ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਸਾਨੂੰ ਉਦੋਂ ਮਤਲਬ ਬਿਲਕੁਲ ਉਹ ਗੱਲ ਚੰਗੀ ਨਹੀਂ ਲੱਗੀ ਵੀ ਪੰਜਾਬ 'ਚ ਰਹਿ ਗਏ, ਪੰਜਾਬ ਦਾ ਖਾ ਕੇ, ਪੰਜਾਬ ਦਾ ਪਾਣੀ ਪੀ ਕੇ, ਪੰਜਾਬ ਦੇ ਲੋਕਾਂ ਦੇ ਸਿਰ ਤੇ ਤੁਸੀਂ ਸੰਘਰਸ਼ ਚਲਾ ਕੇ ਤੇ ਤੁਹਾਡੇ
ਇਹ ਗੱਲ ਮਨ ਵਿੱਚ ਕਿਉਂ ਨਹੀਂ ਆਈ ਵੀ ਕਿਸੇ ਪੰਜਾਬ ਦੇ ਜਿਹੜੇ ਨੌਜਵਾਨ, ਜਿਹੜੇ ਨਿਰਦੋਸ਼ ਨੌਜਵਾਨ ਸਰਕਾਰਾਂ ਨੇ ਫੜ ਕੇ ਅੰਦਰ ਕੀਤੇ ਆ, ਵੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ, ਉਹਨਾਂ ਦੀ ਆਜ਼ਾਦੀ ਕਿਉਂ ਨਹੀਂ ਮੰਗੀ। ਤੇ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਦੇ ਕਿਰਦਾਰ ਘੋਖਣੇ ਸ਼ੁਰੂ ਕੀਤੇ ਇਹਨਾਂ ਦੇ ਲੀਡਰਾਂ ਦੇ, ਤੇ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਕੁਲਵੰਤ ਕਾਂਤੀ ਵਰਗੇ ਜਿਹੜੇ ਪੁਲਿਸ ਦੇ ਟਾਊਟ, ਜਿਨ੍ਹਾਂ ਨੇ ਪਹਿਲਾਂ ਸੈਂਕੜੇ ਮੁੰਡੇ ਨੌਜਵਾਨ ਜਿਹੜੇ ਨਿਰਦੋਸ਼ ਘਰਾਂ ਚੋਂ ਚੁੱਕ ਕੇ ਮਰਵਾਏ ਸਰਕਾਰੀ ਜ਼ਬਰ ਦੇ ਨਾਲ, ਸਰਕਾਰੀ ਹਥਿਆਰਾਂ ਦੀ ਨੋਕ ਦੇ ਉੱਤੇ, ਆਪ ਵੀ ਕੋਈ ਗੈਰ ਕਾਨੂੰਨੀ ਕਾਰਵਾਈਆਂ ਕੀਤੀਆਂ, ਉਹਨਾਂ ਬਾਰੇ ਸਾਰਿਆਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਇਹ ਬੰਦੇ ਵੀ ਉਹਦੇ ਵਿੱਚ ਸ਼ਾਮਲ ਆ। ਤੇ ਦੂਸਰਾ ਜਿਹੜਾ ਕਾਮਰੇਡ ਵਰਗ, ਜਿਹੜਾ ਅਜੇ ਤੱਕ 1.5 ਲੱਖ 2 ਲੱਖ ਜਿੰਨੇ ਵੀ ਮਤਲਬ ਨੌਜਵਾਨ ਜਿਨ੍ਹਾਂ ਦੀ ਕੋਈ ਅਜੇ ਤੱਕ ਗਿਣਤੀ ਸਾਡੀ ਕੌਮ ਕੋਲ ਪੂਰੀ ਗਿਣਤੀ ਨਹੀਂ ਆ ਚੁੱਕੀ, ਜਸਵੰਤ ਸਿੰਘ ਖਾਲੜਾ ਦੇ ਉਹਨਾਂ ਦੇ ਜਾਣ ਤੋਂ ਬਾਅਦ, ਉਹਨਾਂ ਦੇ ਕਤਲਾਂ ਨੂੰ ਵੀ ਇਹ ਸਾਰੇ ਜਾਇਜ਼ ਠਹਿਰਾਉਂਦੇ ਰਹੇ ਆ ਆਪਣੀਆਂ ਅਖਬਾਰਾਂ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਜਿੱਥੇ ਵੀ ਇਹਨਾਂ ਦੇ ਲੈਕਚਰ ਚੱਲਦੇ ਸੀ, ਜਾਂ ਜਿੱਥੇ ਵੀ ਇਹ ਸਕੂਲਾਂ ਕਾਲਜਾਂ ਦੇ ਵਿੱਚ ਲੈਕਚਰ ਦਿੰਦੇ ਸੀ, ਜਾਂ ਜਿੱਥੇ ਵੀ ਇਹਨਾਂ ਦੇ ਅਖਬਾਰਾਂ ਵਿੱਚ ਲੇਖ ਛਾਪਦੇ ਸੀਗੇ। ਤੇ ਸਾਨੂੰ ਤੇ ਉਦੋਂ ਹੀ ਸ਼ੱਕ ਪੈਦਾ ਹੋ ਗਿਆ ਸੀਗਾ ਵੀ ਇਹ ਸੰਘਰਸ਼ ਜਿਹੜਾ ਕਿਸਾਨੀ ਸੰਘਰਸ਼ ਦੀ ਆੜ ਦੇ ਵਿੱਚ ਇਹ ਸਿੱਖ ਵਿਰੋਧੀ ਸੰਘਰਸ਼ ਬਣਾਇਆ ਜਾ ਰਿਹਾ। ਤੇ ਇਸ ਗੱਲ ਦਾ ਅਸੀਂ ਵਿਰੋਧ ਵੀ ਕਾਫੀ ਕੀਤਾ ਸੀਗਾ ਵੀ ਤੁਸੀਂ ਜੇ ਸੰਘਰਸ਼ ਨੂੰ ਕੋਈ ਧਾਰਮਿਕ ਰੰਗਤ ਨਹੀਂ ਦੇਣੀ ਤੇ ਸੰਘਰਸ਼ ਨੂੰ ਸਿੱਖ ਵਿਰੋਧੀ ਰੰਗਤ ਵੀ ਨਾ ਦਿਓ। ਪਰ ਜਪ ਸਿੰਘ, ਮੈਂ ਨਾ ਇੱਥੇ ਇੱਕ ਚੀਜ਼ ਥੋੜੀ ਜਿਹੀ ਐਡ ਕਰਨੀ ਚਾਹਾਂਗਾ, ਔਰ ਮੈਂ ਵੀਰ ਅਮਰਤਪਾਲ ਸਿੰਘ ਹੁਣਾਂ ਤੋਂ ਵੀ ਉਹਨਾਂ ਦੇ ਖਿਆਲ ਇਹ ਜਾਣਨੀ ਚਾਹਾਂਗਾ ਕਿ ਅਸੀਂ ਬਾਰ-ਬਾਰ ਇਹ ਗੱਲ ਕਰਦੇ ਹਾਂ, ਤੁਹਾਡੀਆਂ ਗੱਲਾਂ ਦੇ ਵਿੱਚੋਂ ਮੈਨੂੰ ਇੱਕ ਗੱਲ, ਦੋ ਜਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚ ਮੈਂ ਆਪਣੀ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਕਰਾਂਗਾ। ਇੱਕ ਗੱਲ ਤਾਂ ਇਹ ਹੈਗੀ ਆ ਵੀ ਦੇਖੋ, ਜੋ ਸਿੱਖ ਸੰਘਰਸ਼ ਸੀ, ਜਾਂ ਜਿਹੜੀ ਈਵਨ ਸਿੱਖ ਮਾਨਸਿਕਤਾ, ਉਹ ਚਾਹੇ ਲੜਾਈ ਕਿਸੇ ਦੀ ਵੀ ਹੋਵੇ, ਚਾਹੇ ਉਹਨਾਂ ਦੇ ਵਿੱਚ ਨਕਸਲਵਾਦੀ ਹੋਣ, ਚਾਹੇ ਉਹ ਆਪਣੇ ਪੰਜਾਬ ਦੇ ਲੋਕ ਜਿਹੜੇ ਨੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ, ਉਹਨਾਂ ਦੇ ਨਾਲ ਹਮੇਸ਼ਾ ਖੜੀ ਆ। ਔਰ ਅੱਜ ਵੀ ਮਤਲਬ ਕਿ ਸਾਨੂੰ ਬਹੁਤ ਸਾਰੇ ਜਿਹੜੇ ਸਾਡੇ ਉਹ ਵੀਰ ਜਿਹੜੇ ਸਿੱਖ ਸੰਘਰਸ਼ ਨਾਲ ਵੀ ਜੁੜੇ ਰਹੇ ਨੇ ਔਰ ਅੱਜ ਵੀ ਜੁੜੇ ਹੋਏ ਨੇ, ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਕਿਸੇ ਨੂੰ ਵੀ ਇਸ ਗੱਲ ਦੇ ਵਿੱਚ ਦਿੱਕਤ ਨਹੀਂ ਆਈ ਕਿ ਕਿਸੇ ਨੇ ਉਹਨਾਂ ਦੇ ਨਕਸਲਵਾਦੀਆਂ ਦੀ ਗੱਲ ਉਹ ਜਿਹੜੀ ਕਰ ਰਹੇ ਨੇ। ਪਰ ਉੱਥੇ ਸਵਾਲ ਇਹ ਪੈਦਾ ਹੁੰਦਾ ਸੀਗਾ, ਜੇਕਰ ਨਕਸਲਵਾਦੀ ਜਿਹੜੇ ਨੇ ਉਹ ਆਪਣੇ ਲੋਕਾਂ ਦੇ ਲਈ ਲੜ ਰਹੇ ਨੇ, ਬਹੁਤ ਮੁਬਾਰਕ ਨੇ, ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਪਰ ਇਹ ਕੀ ਗੱਲ ਹੋਈ ਕਿ ਉਹਨਾਂ ਦੇ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ, ਕੀ ਉਹ ਆਪਣੇ ਲੋਕਾਂ ਦੇ ਲਈ ਨਹੀਂ ਸੀ ਲੜੇ? ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਸੀ, ਜਾਂ ਉਹਨਾਂ ਦੇ ਇਨਸਾਫ ਦੀ ਮੰਗ ਕਿਤੇ ਦਿਖਾਈ ਨਹੀਂ ਦਿੱਤੀ? ਕਿ ਜਿਹੜੇ ਅੱਜ 20-25 ਸਾਲ ਤੋਂ ਜੇਲ੍ਹਾਂ ਦੇ ਵਿੱਚ ਸਿੱਖ ਕੈਦੀ ਨੇ, ਕੀ ਉਹ ਕ੍ਰਿਮੀਨਲ ਥੋੜੀ ਨੇ? ਉਹ ਵੀ ਉਹਨਾਂ ਦੀ ਰਿਹਾਈ ਦੀ ਵੀ ਗੱਲ ਜਿਹੜੀ ਹੈਗੀ ਉਹ ਕੀਤੀ ਜਾਂਦੀ। ਔਰ ਦੂਸਰੀ ਗੱਲ ਜਿਹੜੀ ਅਸੀਂ ਬਾਰ-ਬਾਰ ਇਹ ਕਰਦੇ ਨੇ, ਔਰ ਇਹ ਜਿਹੜੇ ਲੀਡਰ ਸਾਹਿਬਾਨ ਨੇ ਉਹ ਵੀ ਇਹ ਬਾਰ-ਬਾਰ ਇਹ ਕਰਦੇ ਨੇ ਗੱਲ ਕਿ ਇਹਨੂੰ ਧਾਰਮਿਕ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਕਿ ਜਿਹੜਾ ਉਹ ਜਾਹੋ ਜਲਾਲ ਜਿਨ੍ਹਾਂ ਨੇ ਇਹਨਾਂ ਨੂੰ ਚੁੱਕ ਕੇ ਹਰਿਆਣੇ ਪੰਜਾਬ ਬਾਰਡਰ ਤੋਂ ਚੱਕ ਕੇ ਦਿੱਲੀ ਤੱਕ ਪਹੁੰਚਾਇਆ, ਇਹ ਗੱਲ ਉਦੋਂ ਕਿਉਂ ਨਾ ਕੀਤੀ ਵੀ ਕਿਉਂਕਿ ਉਦੋਂ ਵੀ ਜਿਹੜੇ ਜਜ਼ਬਾਤ ਤਾਂ ਸਿੱਖੀ ਦੇ ਸੀ। ਔਰ ਉਹ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਵੀ ਪਤਾ ਲੱਗੀ ਆ ਕਿ ਜਿਹੜੀਆਂ 12-13 ਜਥੇਬੰਦੀਆਂ ਨੇ ਸਟਾਰਟਿੰਗ ਦੇ ਵਿੱਚ ਗੱਲ ਸਟਾਰਟ ਕੀਤੀ ਨਾ, ਉਹਨਾਂ ਦੀ ਮੀਟਿੰਗ ਵੀ ਜਿਹੜੀ ਗੁਰਦੁਆਰਾ ਆਲਮਗੀਰ ਸਾਹਿਬ ਵਿੱਚ ਹੁੰਦੀ ਆ, ਕਿ ਉਹ ਕਿਉਂ ਨਾ ਕਿਸੇ ਮੰਦਿਰ ਦੇ ਵਿੱਚੋਂ ਕਰ ਲਈ, ਜਾਂ ਉਹ ਕਿਉਂ ਨਾ ਕਿਸੇ ਕਲੱਬ ਦੇ ਵਿੱਚੋਂ ਕਰ ਲਈ। ਜੇ ਤੁਸੀਂ ਆਪਣੀ ਧਾਰਮਿਕ ਭਾਵਨਾ ਦੇ ਨਾਲ ਤੁਸੀਂ ਆਪਣੇ ਸੰਘਰਸ਼ ਦੀ ਸ਼ੁਰੂਆਤ ਹੀ ਆਲਮਗੀਰ ਤੋਂ ਕਰਦੇ ਹੋ, ਤੇ ਕੀ ਉਹ ਇੱਕ ਹਿਸਾਬ ਨਾਲ ਉਦੋਂ ਹੀ ਇਹਨਾਂ ਦੇ ਕਹਿਣ ਮੁਤਾਬਕ ਫਿਰਕੂ ਲਾਈਨ ਤੇ ਨਹੀਂ ਚਲਾ ਜਾਂਦਾ? ਚਲੋ, ਮੈਂ ਅਮਰਤਪਾਲ ਵੀਰ ਤੋਂ ਇਹ ਗੱਲ ਕਰਨੀ ਚਾਹੁੰਦਾ। ਅਮਰਤਪਾਲ ਵੀਰ, ਤੁਸੀਂ ਜਿਹੜੇ ਆਹ ਦੋ ਨੁਕਤੇ ਨੇ, ਇੱਕ ਇਹ ਕਹਿ ਰਹੇ ਨੇ ਉਹ ਵੀ ਜਿਹੜੀ ਸਾਡੀ ਕਿਸਾਨ ਅੰਦੋਲਨ ਹੈ ਉਹਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ, ਇੱਕ ਇਸ ਗੱਲ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈਗਾ? ਔਰ ਦੂਸਰੀ ਗੱਲ ਵੀ ਜਿਹੜੀ ਇਹਨਾਂ ਜੋ ਆਗੂ ਅੱਗੇ ਲੱਗੇ ਹੋਏ ਨੇ, ਉਹਨਾਂ ਦਾ ਕਾਮਰੇਡ ਸੋਚ ਦੇ ਨਾਲ ਸੰਘਰਸ਼ ਨੂੰ ਅੱਗੇ ਲਿਜਾਣ ਦੇ ਨਾਲ ਸਾਡਾ ਸੰਘਰਸ਼ ਕਿੱਥੇ ਪਿੱਛੇ ਪੈ ਰਿਹਾ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹਦੇ ਲਈ ਥੋੜੀ ਜਿਹੀ ਬਰੀਫ ਚ ਆਪਾਂ ਨੂੰ ਗੱਲ ਕਰਨੀ ਪੈਣੀ ਹੈ। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਪਹਿਲਾਂ ਜਦੋਂ ਇਹ ਨਾਅਰਾ ਦਿੱਤਾ ਗਿਆ ਵੀ ਸਾਡੀ ਹੋਂਦ ਦਾ ਸੰਘਰਸ਼ ਹੈ, ਉਦਾਂ ਇਹ ਗੱਲ ਜੇ ਤਰਕ ਨਾਲ ਵੇਖੀ ਜਾਵੇ ਤੇ ਸਿੱਖੀ ਦੀ ਹੋਂਦ ਨਿਰੀਪੁਰੀ ਜਾਂ ਪੰਜਾਬ ਦੀ ਹੋਂਦ ਨਿਰੀਪੁਰੀ ਖੇਤੀਬਾੜੀ ਤੇ ਨਿਰਭਰ ਨਹੀਂ ਕਰਦੀ, ਜੇ ਆਪਾਂ ਉਸ ਤਰੀਕੇ ਨਾਲ ਇਹਨੂੰ ਵੇਖੀਏ। ਪਰ ਫਿਰ ਵੀ ਇਹ ਨਾਅਰਾ ਦਿੱਤਾ ਗਿਆ ਵੀ ਸਾਡੀ ਹੋਂਦ ਦਾ ਸੰਘਰਸ਼ ਹੈ। ਉਹਦਾ ਕਾਰਨ ਇਹ ਹੈ
ਵੀ ਦਿੱਲੀ ਵੱਲੋਂ ਕੀਤੇ ਅਨੇਕ ਹਮਲਿਆਂ ਦੇ ਵਿੱਚ ਇਹ ਵੀ ਇੱਕ ਹਮਲਾ ਸੀ ਜਿਹੜਾ ਸਾਡੀ ਹੋਂਦ ਨੂੰ ਖਤਮ ਕਰਨ ਕਰਕੇ ਸੀ। ਜਿਵੇਂ ਪਹਿਲਾਂ ਸਾਡੇ ਪਾਣੀਆਂ ਦਾ ਮਸਲਾ ਬਣਿਆ, ਫਿਰ 1984 ਦਾ ਮਸਲਾ ਬਣਿਆ, ਫਿਰ ਸਾਡੀ ਬੋਲੀ ਦਾ ਮਸਲਾ ਬਣਿਆ, ਫਿਰ ਸਾਡੇ ਨੌਜਵਾਨਾਂ ਦੇ ਨਸ਼ੇ ਨਾਲ ਹੋ ਰਹੀ ਲਗਾਤਾਰ ਨਸਲਕੁਸ਼ੀ ਦਾ ਮਸਲਾ ਬਣਿਆ। ਉਸੇ ਤਰੀਕੇ ਨਾਲ ਜ਼ਮੀਨਾਂ ਨੂੰ ਅਕਵਾਇਰ ਕਰਨ ਲਈ ਜਾਂ ਪੰਜਾਬ ਦੇ ਵਿੱਚੋਂ ਖੇਤੀਬਾੜੀ ਜਿਹੜੀ ਆ ਉਹਨੂੰ ਮਨਫੀ ਕਰਨ ਲਈ ਜਾਂ ਕਾਰਪੋਰੇਟਾਂ ਦੇ ਹੱਥਾਂ 'ਚ ਦੇਣ ਲਈ ਸਰਕਾਰ ਨੇ ਇਹ ਚੀਜ਼ ਜਿਹੜੀ ਆ ਇਹ ਬਿੱਲ ਲਾਗੂ ਕੀਤੇ। ਨੌਜਵਾਨ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ, ਨੌਜਵਾਨ ਜਾਂ ਆਗੂ, ਇਹਨਾਂ ਨੇ ਇਹੋ ਗੱਲ ਕਹਿ ਕੇ ਪ੍ਰਚਾਰੀ ਹੈ ਵੀ ਇਸ ਤੋਂ ਬਿਨਾਂ ਪੰਜਾਬ ਜਿਹੜਾ ਹੈ ਉਹ ਖਤਮ ਹੋ ਜਾਊਗਾ ਇਹਨਾਂ ਬਿੱਲਾਂ ਤੋਂ ਬਿਨਾਂ। ਹੁਣ ਜਦੋਂ ਆਪਾਂ ਕਿਸੇ ਚੀਜ਼ ਨੂੰ ਹੋਂਦ ਨਾਲ ਜੋੜ ਦਿੰਦੇ ਹਾਂ ਨਾ, ਕਿਸੇ ਚੀਜ਼ ਨੂੰ ਆਪਾਂ ਆਪਣੀ ਹੋਂਦ ਨਾਲ ਪਛਾਣ ਕਰ ਲੈਂਦੇ ਹਾਂ, ਤੇ ਮਨੁੱਖ ਜਿਹੜੀ ਪ੍ਰੇਰਨਾ ਲੈਂਦਾ ਹੈ ਉਹ ਉਸੇ ਤੋਂ ਲੈਂਦਾ ਜਿਹਦੇ ਨਾਲ ਉਹਦੀ ਹੋਂਦ ਜੁੜੀ ਹੈ। ਤੁਸੀਂ ਕਿਸੇ ਬੰਦੇ ਨੂੰ ਸਰਵਾਈਵਲ ਦੀ ਲੜਾਈ ਦੇ ਵਿੱਚ ਭੇਜ ਕੇ ਉਹਦੇ ਕੋਲੋਂ ਇਹ ਨਹੀਂ ਉਮੀਦ ਕਰ ਸਕਦੇ ਵੀ ਉਹ ਆਪਣੇ ਜ਼ਿੰਦਗੀ ਦੇ ਇੱਕ ਜਿਹੜਾ ਏਡਾ ਮਹੱਤਵਪੂਰਨ ਪੱਖ ਹੈ ਉਹਦਾ ਧਰਮ, ਜਿਹਦੇ ਤੋਂ ਉਹ ਸਵੇਰੇ ਸ਼ਾਮ ਸੇਧ ਲੈਂਦਾ ਹੈ, ਜਾਂ ਉਹਦੀ ਜ਼ਿੰਦਗੀ, ਸਿੱਖਾਂ ਦੀ ਜ਼ਿੰਦਗੀ ਦਾ ਕੋਈ ਐਸਾ ਪਹਿਲੂ ਨਹੀਂ ਹੈ ਜਿਹਨੂੰ ਧਰਮ ਨੇ ਛੋਹਿਆ ਨਾ ਹੋਵੇ। ਸੋ ਉਹਨਾਂ ਤੋਂ ਐਸੀ ਉਮੀਦ ਕਰਨੀ ਸਿੱਖਾਂ ਤੋਂ, ਚੇਤਨਤਾ ਚੋਂ ਤੇ ਹੋ ਸਕਦਾ ਹੈ ਤੁਸੀਂ ਕਿਸੇ ਬੰਦੇ ਨੂੰ ਚੇਤਨ ਰੂਪ ਚ ਕਹੋ ਵੀ ਤੂੰ ਧਰਮ ਦੀ ਅੱਜ ਗੱਲ ਨਹੀਂ ਕਰਨੀ, ਤੇ ਉਹ ਮੰਨ ਵੀ ਸਕਦਾ ਹੈ, ਜਿੱਦਾਂ ਰਾਜੇਵਾਲ ਦੇ ਬਿਆਨ ਤੇ ਵਿਰੋਧ ਤੇ ਹੋਇਆ, ਪਰ ਕਈ ਲੋਕਾਂ ਨੇ ਉਹਦੀ ਗੱਲ ਮੰਨ ਵੀ ਲਈ ਵੀ ਇਹ ਨਿਸ਼ਾਨ ਸਾਹਿਬ ਲਾ ਲਓ ਜਾਂ ਇਹ ਕੰਮ ਕਰ ਲਓ, ਤੇ ਲੋਕਾਂ ਨੇ ਉਹਨੂੰ ਡਿਫੈਂਡ ਕੀਤਾ ਵੀ ਸ਼ਾਇਦ ਇਹ ਕਿਸਾਨੀ ਦਾ ਮੁੱਦਾ ਹੈ ਤੇ ਧਰਮ ਦਾ ਮੁੱਦਾ ਨਹੀਂ। ਰੌਲਾ ਕੀ ਪੈਂਦਾ ਹੈ ਵੀ ਜਦੋਂ ਮਨੁੱਖ ਤੇ ਚੇਤਨਤਾ ਚ ਹੈ, ਜਦੋਂ ਕੋਈ ਐਸੀ ਭੜਕਾਟ ਨਹੀਂ, ਜਦੋਂ ਉਹ ਇਕੱਠੇ ਨਹੀਂ, ਜਦੋਂ ਸੰਗਤ ਰੂਪ ਚ ਨਹੀਂ, ਤੇ ਲੋਕ ਇਹ ਗੱਲਾਂ ਮੰਨ ਲੈਂਦੇ ਨੇ। ਪਰ ਜਿਉਂ ਹੀ ਕੋਈ ਐਸੀ ਘਟਨਾ ਵਾਪਰਦੀ ਹੈ ਜਿੱਥੇ ਸਿੱਖ ਨੂੰ ਸੰਘਰਸ਼ ਦੇ ਰੂਪ ਚ ਜਾਣਾ ਪੈਂਦਾ ਹੈ, ਇਹ ਸਾਨੂੰ ਮੰਨਣਾ ਪਊਗਾ ਵੀ ਜਦੋਂ ਇੱਥੋਂ 26 ਨਵੰਬਰ ਨੂੰ ਲੋਕ ਤੁਰੇ ਸਨ, ਉਦੋਂ ਲੋਕ ਜਿਹੜੇ ਸਨ, ਪਹਿਲਾਂ ਸੰਘਰਸ਼ ਚ ਖੜੋਤ ਸੀ, ਉਸ ਤੋਂ ਬਾਅਦ 26 ਨਵੰਬਰ ਨੂੰ ਲੋਕ ਜਿਹੜੇ ਤੁਰੇ ਸਨ, ਸ਼ੰਭੂ ਦੇ ਮੋਰਚੇ ਜਿਹੜੇ ਬੈਰੀਅਰ ਨਾਲ ਪੱਟੇ ਆ ਤੇ ਜਥੇਬੰਦੀਆਂ ਤੋਂ ਬਾਹਰ ਹੋ ਕੇ ਇਹਨਾਂ ਨੇ ਦਿੱਲੀ ਤੱਕ ਪਹੁੰਚੇ ਆ, ਉਦੋਂ ਤਕਰੀਬਨ ਧਰਮ ਜਿਹੜਾ ਸੀ ਉਹਨਾਂ ਦਾ ਮੁੱਖ ਕੇਂਦਰ ਬਣ ਗਿਆ ਨੌਜਵਾਨਾਂ ਦਾ। ਉਹ ਜਿੰਨੀ ਸੇਧ, ਜਿੰਨੀ ਊਰਜਾ ਸਾਰੀ ਸੀ ਧਰਮ ਤੋਂ ਲੈਣ ਡੇ। ਹੁਣ ਜਦੋਂ ਦਿੱਲੀ ਪਹੁੰਚ ਗਿਆ ਤੇ ਇੱਕ ਉੱਥੇ ਜਥੇਬੰਦੀਆਂ ਆਣ ਕੇ ਸਟੇਜ ਤੇ ਕਾਇਮ ਹੋ ਗਈਆਂ, ਕਾਬਜ ਹੋ ਗਈਆਂ, ਤੇ ਨੌਜਵਾਨ ਫਿਰ ਥੋੜੀ ਆਪਣੀ ਚੇਤਨਤਾ ਚ ਆ ਗਿਆ। ਅਵਚੇਤਨਤਾ ਤੋਂ ਵਾਪਸ ਮਨੁੱਖ ਜਦੋਂ ਚੇਤਨਤਾ ਚ ਆਉਂਦਾ ਹੈ, ਉਹ ਹਰ ਜ਼ਿੰਦਗੀ ਦੀਆਂ ਜੋ ਜ਼ਮੀਨੀ ਸੱਚਾਈਆਂ ਨੇ ਉਹਦੇ ਨਾਲ ਜੁੜ ਜਾਂਦਾ ਹੈ। ਉੱਥੇ ਉਹਨਾਂ ਨੌਜਵਾਨਾਂ ਨੂੰ ਕਿਹਾ ਗਿਆ ਵੀ ਧਰਮ ਜਿਹੜਾ ਹੈ ਇਹਦਾ ਕਰਕੇ ਤੁਸੀਂ ਇਹ ਚੀਜ਼ਾਂ ਜਿਹੜੇ ਸੰਘਰਸ਼ ਇਹਦੇ ਪਿੱਛੇ ਪੈ ਜਾਊਗਾ, ਏਦਾਂ ਹੋ ਜਾਏਗਾ, ਓਦਾਂ ਹੋ ਜਾਏਗਾ। ਇਸ ਕਰਕੇ ਨੌਜਵਾਨਾਂ ਨੇ ਕੁਛ ਹੱਦ ਤੱਕ ਉਹ ਗੱਲਾਂ ਸੁਣ ਵੀ ਲਈਆਂ ਤੇ ਬਰਦਾਸ਼ਤ ਵੀ ਕਰ ਲਈਆਂ, ਜਿਹਨੂੰ ਨਹੀਂ ਵੀ ਚੰਗੀਆਂ ਲੱਗੀਆਂ ਉਹਨੇ ਵੀ ਬਰਦਾਸ਼ਤ ਕਰ ਲਈਆਂ। ਰੌਲਾ ਇੱਥੇ ਕੀ ਪੈ ਗਿਆ ਵੀ ਜਦੋਂ ਫਿਰ 26 ਜਨਵਰੀ ਦੀ ਕਾਲ ਦਿੱਤੀ ਹੈ, 26 ਜਨਵਰੀ ਦੀ, ਤੇ ਇਹਨਾਂ ਨੇ ਬਹੁਤ ਭੜਕਾਊ ਕਿਸਮ ਦੇ ਭਾਸ਼ਣ ਦੇ ਦਿੱਤੇ ਉੱਥੇ। ਇਹਨਾਂ ਨੇ, ਜਦੋਂ ਤੁਸੀਂ ਦੇਖੋ ਇੱਕ ਮਸਲੇ ਨੂੰ ਅਸੀਂ ਧਰਮ ਨਾਲ ਨਹੀਂ ਜੋੜਨਾ, ਹੁਣ ਦੂਜੀਆਂ ਸਟੇਟਾਂ ਦੇ ਕਿਸਾਨ ਉੱਥੇ ਆਏ ਆ, ਤੁਸੀਂ ਕਿਸੇ ਸਟੇਟ ਦਾ ਕੋਈ ਕਿਸਾਨ ਇਹ ਗੱਲ ਕਹਿੰਦਾ ਸੁਣਿਆ ਵੀ ਅਸੀਂ ਦਿੱਲੀ ਨੂੰ ਨੱਪ ਲੈਣਾ, ਜਾਂ ਅਸੀਂ ਦਿੱਲੀ ਦੇ ਉੱਤੇ ਕਬਜ਼ਾ ਕਰ ਲੈਣਾ, ਜਾਂ ਅਸੀਂ ਦਿੱਲੀ ਤੋਂ ਕੋਈ ਬਦਲਾ ਲੈਣਾ ਕਿਸੇ ਕਿਸਮ ਦਾ? ਇਹ ਇਕੱਲੇ ਬਿੱਲਾਂ ਦੀ ਗੱਲ ਹੋਵੇ ਤੇ ਕੋਈ ਏਦਾਂ, ਸਿੱਖ ਵੀ ਨਹੀਂ ਏਦਾਂ ਕਰ ਸਕਦੇ, ਜਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਇਕੱਲੇ ਬਿੱਲਾਂ ਕਰਕੇ ਦਿੱਲੀ ਨਾਲ ਐਸਾ ਵੈਰ ਪਾਉਣ ਦੀ ਲੋੜ ਨਹੀਂ ਹੈਗੀ। ਇਸ ਕਰਕੇ ਇਹ ਸਮਝਣਾ ਚਾਹੀਦਾ ਵੀ ਜੋ ਸਾਡੇ ਖੂਨ ਦੇ ਵਿੱਚ ਦਿੱਲੀ ਪ੍ਰਤੀ ਭਾਵਨਾ ਹੈ, ਉਹਨੂੰ ਇਹ ਚੀਜ਼ ਜਿਹੜੀ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ ਵੀ ਉਹ ਨੌਜਵਾਨਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਵਹਿਣ ਹੈਗਾ ਹੈ। ਤੇ ਉਹ ਜਦੋਂ ਵੀ ਨੌਜਵਾਨ, ਕੋਈ ਵੀ ਸਿੱਖ ਹੈ, ਉਹ ਕਿਸੇ ਵੀ ਤਰ੍ਹਾਂ ਦੇ ਸੰਘਰਸ਼ 'ਚ ਜਾਵੇਗਾ ਤੇ ਉਹ ਵਾਪਸ ਉਸੇ ਚੀਜ਼ਾਂ ਨਾਲ ਜੁੜ ਜਾਂਦਾ ਹੈ। ਜਥੇਬੰਦੀਆਂ ਇਹਨੂੰ ਸਮਝਣ 'ਚ ਬਿਲਕੁਲ ਫੇਲ ਰਹੀਆਂ ਨੇ, ਤੇ ਨੌਜਵਾਨਾਂ ਨੇ ਜਦੋਂ 26 ਜਨਵਰੀ ਦੀ ਕਾਲ ਕੀਤੀ ਹੈ, ਉਸ ਤੋਂ ਬਾਅਦ ਨੌਜਵਾਨ, ਜਦੋਂ ਇੱਕ ਜੀਵਨ ਦੀ ਇਹ ਸੱਚਾਈ ਹੈ ਵੀ ਜਦੋਂ ਸਿੱਖ ਕਿਸੇ ਵੀ ਜੰਗ 'ਚ ਉਤਰੇਗਾ, ਤੇ ਇਹ ਜੰਗ ਹੀ ਹੁੰਦੀ ਹੈ ਜਦੋਂ ਦੋ ਧਿਰਾਂ ਆਪਸ 'ਚ ਇੱਕ ਦੂਜੇ ਸਾਹਮਣੇ ਆ ਜਾਣ, ਇੱਕ ਤੁਹਾਡੇ ਅੱਗੇ ਰੋਕਾਂ ਲਾ ਕੇ ਖੜੀ ਹੋਵੇ ਤੇ ਤੁਸੀਂ ਉਹ ਰੋਕਾਂ ਤੋੜਨੀਆਂ ਹੋਣ, ਤੇ ਤੁਸੀਂ ਆਪਣੇ ਧਰਮ ਤੋਂ ਹੀ ਸੇਧ ਲਓਗੇ। ਉਹਦੇ 'ਚ ਮੋਰਚਾ ਜਿਹੜਾ ਵਾ ਉਹ ਧਾਰਮਿਕ ਜਾਂ ਗੈਰ ਧਾਰਮਿਕ ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਕੋਈ ਉੱਥੇ ਹਿੰਦੂ ਹੋਊਗਾ ਤੇ ਉਹ ਆਪਣੇ ਧਰਮ ਤੋਂ ਸੇਧ ਲਊਗਾ, ਜੇ ਕੋਈ ਮੁਸਲਮਾਨ ਹੋਊਗਾ ਤੇ ਉਹ ਆਪਣੇ ਧਰਮ ਤੋਂ ਸੇਧ ਲਊਗਾ। ਇਸ ਕਰਕੇ ਸਿੱਖ ਨੂੰ ਇਹ ਕਹਿਣਾ ਵੀ ਤੂੰ ਜੰਗ ਦੇ ਮੈਦਾਨ 'ਚ ਜਾ ਪਰ ਤੂੰ ਆਪਣੇ ਗੁਰੂ ਤੋਂ ਸੇਧ ਨਾ ਲੈ, ਇਹ ਤੇ ਉਹਨੂੰ ਜੰਗ ਦੇ ਮੈਦਾਨ 'ਚ ਹੱਥ ਬੰਨ੍ਹ ਕੇ ਭੇਜਣ ਵਾਲੀ ਗੱਲ ਹੈ। ਇਹਦੇ 'ਚ ਸਿੱਖ ਦੀ ਹਾਰ ਹੀ ਹਾਰ ਹੈ, ਜਦੋਂ ਮਰਜ਼ੀ ਹੋ ਜਾਵੇ। ਸੋ ਜਦੋਂ ਨੌਜਵਾਨ ਲਾਲ ਕਿਲ੍ਹੇ ਦੇ ਸਾਹਮਣੇ ਗਏ, ਜਿਹੜੀ ਮੁੱਖ ਘਟਨਾ ਤੋਂ ਇਹਨਾਂ ਨੇ ਇਹ ਰੌਲਾ ਪਾਇਆ ਵੀ ਇਹ ਧਰਮ ਦਾ ਸੰਘਰਸ਼ ਨਹੀਂ ਸੀ ਤੇ ਇਹਨੂੰ ਧਾਰਮਿਕ ਬਣਾ ਦਿੱਤਾ। ਹੁਣ ਇਤਫਾਕ ਦੀ ਗੱਲ ਹੈ ਵੀ ਉਹ ਨੌਜਵਾਨ ਜਿਹੜਾ ਕਹਿੰਦੇ ਜਿਹਨੇ ਝੰਡਾ ਝੁਲਾਇਆ ਹੈ ਨਿਸ਼ਾਨ ਸਾਹਿਬ ਕੇਸਰੀ, ਉਹਦਾ ਨਾਮ ਬਘੇਲ ਸਿੰਘ ਹੈ। ਹੁਣ ਉੱਥੇ ਲੱਖਾਂ ਸਿੱਖ ਜਾਂ ਹਜ਼ਾਰਾਂ ਸਿੱਖ ਇਕੱਠਾ ਹੋ ਗਿਆ। ਇੱਕ ਨਾ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਕੌਮਾਂ ਦੀ, ਇੱਕ ਸਾਂਝੀ ਮਾਨਸਿਕਤਾ ਜਦੋਂ ਕੰਮ ਕਰਦੀ ਹੈ ਕੌਮਾਂ ਦੀ। ਜਦੋਂ ਕਿਤੇ 100,000 ਸਿੱਖ ਇਕੱਠੇ ਹੋਣ ਨਾ, ਇਕੱਲਾ ਸਿੱਖ ਕੋਈ ਚੋਰ ਚੱਕਾ ਵੀ ਹੋ ਸਕਦਾ, ਕੋਈ ਮਕਾਰ ਵੀ ਹੋ ਸਕਦਾ, ਜਦੋਂ ਇਕੱਠੇ 1000-2000 ਸਿੱਖ ਸੰਗਤ ਰੂਪ ਚ ਇਕੱਠੇ ਹੋ ਜਾਣ,
ਉਹ ਫਿਰ ਇਹਨਾਂ ਵਕਾਰਾਂ ਤੋਂ ਉੱਪਰ ਉੱਠ ਕੇ ਗੁਰੂ ਨਾਲ ਜੁੜ ਜਾਂਦੇ ਨੇ। ਲਾਲ ਕਿਲੇ ਤੇ ਉਹ ਗਏ ਨੇ, ਇਤਿਹਾਸ ਤੁਸੀਂ ਜਥੇਬੰਦੀਆਂ ਵਾਲੇ ਵੀ ਸਾਰੇ ਬੰਦੇ ਉਹਨਾਂ ਨੂੰ ਸੁਣਾ ਰਹੇ ਨੇ ਵੀ ਬਾਬਾ ਬਘੇਲ ਸਿੰਘ ਨੇ ਇਹ 20 ਵਾਰ ਦਿੱਲੀ ਜਿੱਤ ਲਈ, 19 ਵਾਰ ਦਿੱਲੀ ਜਿੱਤ ਲਈ, ਹਨਾ, ਅਸੀਂ ਦਿੱਲੀ ਦੀ ਧੌਣ ਤੇ ਗੋਡਾ ਧਰ ਦਿਆਂਗੇ। ਤੇ ਉਹਨਾਂ ਨੇ ਜਦੋਂ ਲਾਲ ਕਿਲੇ ਸਾਹਮਣੇ ਹੱਥਾਂ 'ਚ ਉਹਨਾਂ ਦੇ ਨਿਸ਼ਾਨ ਸਾਹਿਬ ਨੇ ਜਦੋਂ ਵੇਖਿਆ, ਤੇ ਉੱਥੇ ਕੋਈ ਵੀ ਸਿੱਖ ਹੁੰਦਾ ਉਹਨਾਂ 'ਚ, ਦੇਖੋ ਜੇ ਗਲਤ ਹੋ ਰਿਹਾ ਸੀ ਤੇ ਉੱਥੇ 10, 20 ਹਜ਼ਾਰ, 50 ਹਜ਼ਾਰ ਸਿੱਖ ਸੀ, ਤੇ ਜੇ ਇੱਕ ਸਿੱਖ ਗਲਤ ਕਰਨ ਲੱਗਾ ਸੀ ਤਾਂ ਦੂਜੇ ਨੂੰ ਰੋਕ ਵੀ ਸਕਦੇ ਸੀ ਜੇ ਕਿਸੇ ਨੂੰ ਲੱਗਦਾ ਵੀ ਇਹ ਵਾਕਿਆ ਗਲਤ ਚੀਜ਼ ਹੈ। ਪਰ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ, ਸਗੋਂ ਸਾਰਿਆਂ ਨੇ ਜਕਾਰੇ ਲਾਏ, ਉਤਸ਼ਾਹਿਤ ਕੀਤਾ। ਈਵਨ ਜਿਹੜੇ ਦੂਜੀਆਂ ਸਟੇਟਾਂ ਤੋਂ ਬੰਦੇ ਆਏ ਸੀ ਉਹਨਾਂ ਵੀ ਇਸ ਚੀਜ਼ ਨੂੰ ਪੋਜ਼ਿਟਿਵਲੀ ਲਿਆ। ਸੋ ਇਸ ਕਰਕੇ ਇਹ ਗੱਲ ਕਹਿਣੀ ਵੀ ਇਹ ਧਰਮ ਦਾ ਸੰਘਰਸ਼ ਨਹੀਂ ਹੈ, ਇਹ ਉਹ ਗੱਲ ਹੈ ਵੀ ਜਿਹੜਾ ਮਨੁੱਖ ਹੈ, ਮਨੁੱਖ ਦੀ ਜਦੋਂ ਅਸੀਂ ਖੇਤੀ ਕਰਨ ਜਾਂਦੇ ਹਾਂ ਜਾਂ ਅਸੀਂ ਕਾਰੋਬਾਰ ਕਰਨ ਜਾਂਦੇ ਹਾਂ, ਕੀ ਅਸੀਂ ਧਰਮ ਜਿਹੜਾ ਆਪਣੀ ਜ਼ਿੰਦਗੀ 'ਚ ਮਨਫੀ ਕਰਕੇ ਉੱਥੇ ਜਾਂਦੇ ਹਾਂ? ਨਹੀਂ। ਧਰਮ ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ ਵੀ ਜਿਹਨੂੰ ਸ਼ਾਮ ਨੂੰ ਤੁਸੀਂ ਸਵੇਰੇ ਫੜ ਲਓ ਤੇ ਜਦੋਂ ਤੁਹਾਨੂੰ ਲੋੜ ਪੈਂਦੀ ਜੇਬ 'ਚ ਪਾ ਲਓ, ਜਾਂ ਤੁਸੀਂ ਇਹਨੂੰ ਕੱਢ ਕੇ ਸਾਈਡ ਤੇ ਰੱਖ ਦਿਓ। ਜੇ ਬਾਕੀ ਹਾਂਜੀ ਅੰਮ੍ਰਿਤਪਾਲ ਵੀਰੇ, ਇੱਕ ਚੀਜ਼ ਹੋਰ ਨਹੀਂ, ਕਿਉਂਕਿ ਜਿਹੜੇ ਸਾਡੇ ਬੁਨਿਆਦੀ ਬਿਰਤਾਂਤ ਸੀ ਜਾਂ ਜਿਹੜੇ ਸਾਡੇ ਬੁਨਿਆਦੀ ਉੱਤੇ ਪ੍ਰਵਚਨ ਸਿਰਜੇ ਗਏ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ, ਦੇਖੋ ਸਟੇਟ ਨੇ ਇਹਨਾਂ ਨੂੰ ਟਾਰਗੇਟ ਕੀਤਾ ਜਦੋਂ ਉਹਨਾਂ ਨੂੰ ਲੱਗਾ ਕਿ ਇਹ ਬਹੁਤ ਵੱਡਾ ਇੱਕ ਜਨ ਸਮੂਹ ਬਣ ਰਿਹਾ, ਬਹੁਤ ਵੱਡਾ ਅੰਦੋਲਨ ਬਣ ਰਿਹਾ, ਤੇ ਉਹਨਾਂ ਨੇ ਬਹੁਤ ਨਿੱਕੇ ਜਿਹੜੇ ਸਵਾਲ ਸੀ ਉਹਨਾਂ ਦੇ ਉੱਤੇ ਇਹਨਾਂ ਨੂੰ ਘੇਰ ਲਿਆ। ਪਹਿਲਾ ਸਵਾਲ ਜਿੱਦਾਂ ਕਿ ਜੀ ਉੱਥੇ ਖਾਲਿਸਤਾਨੀ ਨੇ, ਔਰ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਇਸ ਇੱਕ ਨੈਰੇਟਿਵ ਸਿਰਜੀ ਨਹੀਂ ਸਕੀ, ਇੱਕ ਪ੍ਰਵਚਨ ਉਹ ਸਿਰਜੀ ਨਹੀਂ ਸਕੀ ਆਪਣਾ, ਕਿ ਉਹਨਾਂ ਲੀਡਰਾਂ ਨੂੰ ਇਹ ਕਹਿ ਦੇਣਾ ਸੌਖਾ ਨਹੀਂ ਸੀ ਕਿ ਭਾਈ ਠੀਕ ਆ, ਸਾਡਾ ਲੱਖਾਂ ਦਾ ਸੰਘਰਸ਼ ਹੈ। ਜੇ ਤੁਸੀਂ ਇਹ ਕਹਿੰਦੇ ਹੋ ਕਿ ਖਾਲਿਸਤਾਨ ਦਾ ਮੁੱਦਾ ਹੀ ਉਹਨਾਂ ਨੇ ਇੱਕ ਮੇਨ ਮੁੱਦਾ ਬਣਾਤਾ, ਕਿ ਤੁਹਾਡਾ ਇਹ ਪ੍ਰਵਚਨ ਜਿਹੜਾ ਹੈਗਾ ਤੁਸੀਂ ਨਹੀਂ ਸੀ ਸਿਰਜ ਸਕਦੇ ਵੀ ਲੋਕਾਂ ਨੂੰ ਇਹ ਦੱਸਿਆ ਜਾਂਦਾ, ਤੇ ਜਿਹੜੇ ਸਵਾਲੀ ਨੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਭਾਈ ਠੀਕ ਹੈ, ਸਾਡਾ ਲੱਖਾਂ ਦਾ ਇਕੱਠ ਆ, ਉਹਦੇ ਵਿੱਚ ਜੇ 20, 50, 100 ਹਜ਼ਾਰ ਬੰਦੇ ਨੇ ਖਾਲਿਸਤਾਨ ਜਿੰਦਾਬਾਦ ਕਹਿ ਵੀ ਦਿੱਤਾ, ਉਹ ਅਸੀਂ ਸਟੇਜ ਤੋਂ ਤਾਂ ਸਾਡੀ ਮੰਗ ਨਹੀਂ ਨਾ ਹੈ, ਉਹ ਸਾਡੀ ਮੰਗ ਤੇ ਨਹੀਂ ਨਾ ਹੋ ਸਕਦੀ, ਇਹ ਤੇ ਤਾਂ ਤੁਸੀਂ ਖੜ ਸਕਦੇ ਹੋ। ਪਰ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਵੀ ਉਹਨਾਂ ਦੇ ਅਫੈਂਸ ਨੂੰ ਇਹਨਾਂ ਨੇ ਡਿਫੈਂਸਿਵ ਹੋ ਕੇ ਤੱਕਿਆ। ਹਰ ਵਾਰ ਜਦੋਂ ਵੀ ਗੱਲ ਖਾਲਿਸਤਾਨ ਦੀ ਆਉਂਦੀ ਰਹੀ ਤੇ ਇਹ ਮਿਆਂਕਣਾ ਸ਼ੁਰੂ ਕਰ ਦਿੰਦੇ ਸੀ ਕਿ ਇਹ ਸਵਾਲ ਨਹੀਂ ਸੀ ਉਹਨਾਂ ਨੂੰ ਇਹ ਪੁੱਛ ਸਕਦੇ ਅਗਰੈਸਿਵ ਹੋ ਕੇ ਜਾਂ ਆਫੈਂਸਿਵ ਹੋ ਕੇ ਵੀ ਭਾਈ ਤੁਸੀਂ ਦੱਸੋ ਵੀ ਤੁਹਾਡੇ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਵੀ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦੇ, ਤੁਸੀਂ ਤੁਹਾਡੀਆਂ ਅਦਾਲਤਾਂ ਨੇ ਕਿੱਥੇ ਕਿਸੇ ਨੂੰ ਫਾਂਸੀ ਦਿੱਤੀ ਹੋਵੇ ਵੀ ਜਿਹਨੇ ਖਾਲਿਸਤਾਨ ਜਿੰਦਾਬਾਦ ਕਹਿਣ ਦਾ ਮਤਲਬ ਕਿ ਨਾਅਰਾ ਲਾਇਆ ਹੋਵੇ, ਤੇ ਤੁਹਾਡੀਆਂ ਅਦਾਲਤਾਂ ਨੇ ਕਿੱਥੇ ਉਹਨੂੰ ਸਜ਼ਾ ਦਿੱਤੀ ਆ? ਕੀ ਇਹ ਕਾਨੂੰਨੀ ਤੌਰ ਦੇ ਉੱਤੇ ਗੈਰ ਕਾਨੂੰਨੀ ਆ ਕਿ ਜਾਂ ਇਹ ਸੰਵਿਧਾਨਕ ਤੌਰ ਦੇ ਉੱਤੇ ਗੈਰ ਵਾਜਿਬ ਆ? ਕਿ ਜੇ ਇੰਨਾ ਨੈਰੇਟਿਵ ਸਿਰਜਿਆ ਹੁੰਦਾ ਅਫੈਂਸਿਵ ਹੋ ਕੇ, ਇੱਕ ਹਮਲਾਵਰ ਰੁਖ ਅਖਤਿਆਰ ਕਰਕੇ, ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹ ਤੋਂ ਬਾਅਦ ਉਹਨਾਂ ਦੇ ਸਵਾਲ ਜਿਹੜੇ ਸੀਗੇ ਉਹਨਾਂ ਦੇ ਸਵਾਲਾਂ ਦੇ ਵਿੱਚੋਂ ਖਾਲਿਸਤਾਨ ਮਨਫੀ ਹੋ ਜਾਣਾ ਸੀ? ਸਰਦਾਰ ਜਾਪ ਸਿੰਘ, ਤੁਸੀਂ ਕਹਿਣਾ ਚਾਹੁੰਦੇ ਹੋ ਕੁਝ? ਔਰ ਮੈਂ ਇਸੇ ਚੀਜ਼ ਦੇ ਉੱਤੇ ਅੰਮ੍ਰਿਤਪਾਲ ਵੀਰ ਤੁਹਾਡਾ ਵੀ ਵਿਚਾਰ ਜਿਹੜਾ ਉਹਦੇ ਤੇ ਮੈਂ ਸਾਂਝਾ ਕਰਨਾ ਚਾਹਾਂਗਾ ਲੋਕਾਂ ਦੇ ਨਾਲ। ਹਾਂਜੀ, ਇਹ ਗੱਲ ਬਿਲਕੁਲ ਸਹੀ ਆ ਕਿ ਆਪਾਂ ਬਹੁਤ ਛੇਤੀ ਡਿਫੈਂਸਿਵ ਮੋਡ ਵਿੱਚ ਚੱਲ ਜਾਂਦੇ ਆ, ਤੇ ਇਹਦੇ ਬਾਰੇ ਮੈਂ ਕੁਝ ਲਿਖਿਆ ਵੀ ਸੀਗਾ ਵੀ ਕਿੱਥੋਂ ਤੱਕ ਭੱਜਣਾ। ਜੇ ਉਹਨਾਂ ਨੇ ਸਾਨੂੰ ਖਾਲਿਸਤਾਨੀ, ਇੱਕ ਵਾਰੀ ਉਹਨਾਂ ਨੇ ਕਹਿਤਾ ਵੀ ਇਹ ਜੀ ਮੋਰਚੇ ਦੇ ਵਿੱਚ ਜਿਹੜੇ ਆ ਉਹ ਬਹੁਤ ਖਾਲਿਸਤਾਨੀ ਪਹੁੰਚੇ ਹੋਏ ਆ, ਤੇ ਸਾਰੀ ਕੌਮ ਜਿਹੜੀ ਉਹ ਸਫਾਈਆਂ ਦੇ ਨਾਲ ਤੁਰ ਗਈ, ਅਸੀਂ ਖਾਲਿਸਤਾਨੀ ਨਹੀਂ ਜੀ, ਅਸੀਂ ਜਿੱਦਾਂ ਖਾਲਿਸਤਾਨੀ ਕੋਈ ਗਾਲ ਹੁੰਦੀ ਆ। ਤੇ ਇਹਦੇ ਲਈ ਮੈਂ ਆਪਣਾ ਐਕਸਪੀਰੀਅੰਸ ਲਿਖਿਆ ਸੀਗਾ ਵੀ ਕਈ ਸਾਲ ਜਿੱਦਾਂ ਵੀ ਜਦੋਂ 2001 ਦੇ ਵਿੱਚ ਅਮਰੀਕਾ ਦੇ ਵਿੱਚ ਹਮਲਾ ਹੋਇਆ, ਉਹਦੇ ਤੋਂ ਬਾਅਦ ਵੀ ਮੇਰੀ ਕੀ ਹਾਲਤ ਸੀਗੀ ਉੱਥੇ ਇਕੱਲਾ ਸਿੱਖ ਹੋਣ ਕਰਕੇ। ਮੈਂ ਵੀ ਭੱਜਿਆ ਸੀਗਾ ਆਪਣੀ ਪਛਾਣ ਤੋਂ, ਮੈਂ ਵੀ ਪਿੱਛੇ ਨੂੰ ਵਾਲ ਬੰਨ ਲੈਣੇ ਤੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਨੀ ਆਪਣੇ, ਤਾਂ ਕਿ ਮੈਂ ਹਮਲਿਆਂ ਤੋਂ ਬਚ ਸਕਾਂ, ਹਨਾ। ਉਹਦੇ ਤੋਂ ਬਾਅਦ ਵੀ ਹਮਲੇ ਹੁੰਦੇ ਰਹੇ ਤੇ ਮੈਂ ਉਹਨਾਂ ਨੂੰ ਇਹ ਕੋਸ਼ਿਸ਼ ਕਰਨੀ ਸਮਝਾਉਣ ਦੀ ਵੀ ਮੈਂ ਭਾਰਤੀ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਨਹੀਂ, ਜੇ ਉਹ, ਹਨਾ। ਪਰ ਉਹਨਾਂ ਦੇ ਉੱਤੇ ਕੋਈ ਫਰਕ ਨਹੀਂ ਸੀ ਪੈਂਦਾ। ਤੇ ਉਹਦੇ ਤੋਂ ਬਾਅਦ ਫਿਰ ਜਦੋਂ ਉਹਨਾਂ ਦੇ ਬਰਾਬਰ ਮੈਂ ਖੜਨਾ ਸ਼ੁਰੂ ਕੀਤਾ ਵੀ ਠੀਕ ਆ, ਜੇ ਜਿੱਦਾਂ ਉਹ ਜਵਾਬ ਦਿੰਦੇ ਜਿਹੜੀ ਭਾਸ਼ਾ ਜੀ ਉਸੇ ਭਾਸ਼ਾ 'ਚ ਜਵਾਬ ਦੇਣਾ ਸ਼ੁਰੂ ਕੀਤਾ। ਜੇ ਵਰਬਲੀ ਹਮਲੇ ਹੁੰਦੇ ਸੀ ਤਾਂ ਉਹਨਾਂ ਦਾ ਉਸੇ ਹਿਸਾਬ ਨਾਲ ਜਵਾਬ ਦਿੱਤਾ, ਜੇ ਫਿਜ਼ੀਕਲੀ ਹੁੰਦੇ ਸੀ ਤਾਂ ਉਹਦੇ ਨਾਲ ਜਵਾਬ ਦੇਣਾ ਸ਼ੁਰੂ ਕੀਤਾ। ਤੇ ਫਿਰ ਜਾ ਕੇ ਜਿਹੜਾ ਆ ਉਹ ਘਟਨਾਵਾਂ ਨੂੰ ਥੋੜਾ ਜਿਹਾ ਮੋੜਾ ਪਿਆ। ਕਾਫੀ ਸਾਲ ਮੈਨੂੰ ਲੱਗੇ ਇਸੇ ਜਦੋਜਹਿਦ ਦੇ ਵਿੱਚ, ਤੇ ਸਰਕਾਰ ਜੇ ਉਹ ਸਾਰੇ ਜਿੰਨਾ ਪ੍ਰਸ਼ਾਸਨ ਆ ਸਾਰਿਆਂ ਨੇ ਮਤਲਬ ਮਦਦ ਕਰਨ ਤੋਂ ਨਾ ਕੀਤੀ ਹੋਈ ਸੀਗੀ। ਇਸੇ ਕਰਕੇ ਮੇਰਾ ਉਹ ਐਕਸਪੀਰੀਅੰਸ ਹੋ ਚੁੱਕਾ ਸੀਗਾ ਵੀ ਤੁਸੀਂ ਜਦੋਂ ਤੁਹਾਡੇ ਉੱਤੇ ਕੋਈ ਠੱਪਾ ਲੱਗਦਾ ਜਾਂ ਤੁਹਾਨੂੰ ਕਿਸੇ ਪਾਸੇ ਨੂੰ ਭਜਾਉਂਦੇ ਆ ਤਾਂ ਤੁਸੀਂ
ਉਹ ਸਿਰਫ ਆਪਣੀਆਂ ਸਫਾਈਆਂ ਨਾ ਦਿੰਦੇ ਰਹੋ, ਤੁਸੀਂ ਉਹਨੂੰ ਐਕਸੈਪਟ ਕਰੋ ਉਸ ਚੈਲੰਜ ਨੂੰ, ਕਿਉਂਕਿ ਅਸੀਂ ਸਿੱਖ ਹਾਂ ਤੇ ਸਾਡੀ ਜਿਹੜੀ ਪਛਾਣ ਆ ਉਹ ਤੁਸੀਂ ਲੁਕੋ ਨਹੀਂ ਸਕਦੇ। ਪਛਾਣ ਲੁਕਾਉਣ ਦਾ ਇੱਕੋ ਇੱਕ ਰਾਹ ਆ ਵੀ ਜਾਂ ਤਾਂ ਤੁਸੀਂ ਫਿਰ ਆਪਣੇ ਕੇਸ ਕਟਾ ਦਿਓ ਤੇ ਉਹਨਾਂ ਦੇ ਵਿੱਚ ਉਹਨਾਂ ਵਰਗੇ ਹੋ ਕੇ ਰਹੋ, ਜਿਹੜੇ ਕਿ ਬਹੁਤ ਗਿਣਤੀ ਜਿਹੜੇ ਆਪਣੇ ਸਿੱਖਾਂ ਦੇ ਜਿਹੜੇ ਮੁੰਡੇ ਆ ਉਹ ਇਹੀ ਕੰਮ ਕਰ ਰਹੇ ਆ। ਉੱਥੇ ਵੀ ਇੱਕ ਹੋਰ ਮੁੰਡਾ ਆਇਆ ਸੀਗਾ ਆ 2015-16 ਦੇ ਵਿੱਚ, ਤੇ ਉਹ ਵੀ ਸਰਦਾਰ ਸੀਗਾ। ਤਾਂ ਉਹ ਮੈਨੂੰ ਕਿਸੇ ਨੇ ਦੱਸਿਆ, ਕਿਉਂਕਿ ਮੈਂ ਉਸ ਮੁੰਡੇ ਨੂੰ ਮਿਲਿਆ ਨਹੀਂ, ਤੇ ਮੈਨੂੰ ਉਹ ਦੱਸਿਆ ਵੀ ਕਹਿੰਦਾ ਵੀ ਭਾਜੀ ਉਹ ਮੁੰਡਾ ਆਇਆ ਸੀ ਤਾਂ ਉਹ ਦੂਸਰੇ ਸ਼ਹਿਰ ਸੀਗਾ, ਉੱਥੇ ਇਕੱਲਾ ਸੀ, ਤਾਂ ਉਹ ਬਾਹਰ ਜਾਂਦਾ ਸੀ ਤਾਂ ਉਹਨੂੰ ਗਾਲੀ ਗਲੋਚ ਕਰਦੀ, ਤਾਂ ਉਹ 3 ਦਿਨਾਂ ਦੇ ਵਿੱਚ ਉਹ ਆਪਣੇ ਕੇਸ ਕਟਾ ਗਿਆ। ਤੇ ਮੈਂ ਇਸੇ ਕਰਕੇ ਲਿਖਿਆ ਸੀਗਾ ਵੀ ਆਪਾਂ ਕਿੱਥੇ ਕੁ ਤੱਕ ਭੱਜਾਂਗੇ। ਕੱਲ ਨੂੰ ਅੱਜ ਤੁਹਾਨੂੰ ਉਹਨਾਂ ਨੇ ਖਾਲਿਸਤਾਨੀ ਕਹਿਤਾ ਤੇ ਤੁਸੀਂ ਉਸੇ ਦੀਆਂ ਸਫਾਈਆਂ ਦੇਣ ਬਹਿ ਗਏ, ਨਹੀਂ ਜੀ ਅਸੀਂ ਖਾਲਿਸਤਾਨੀ ਨਹੀਂ ਜੀ, ਅਸੀਂ ਤੁਸੀਂ ਤਿਰੰਗੇ ਚੁੱਕ ਲਏ, ਇਹ ਕਰ ਲਿਆ ਉਹ ਕਰ ਲਿਆ। ਤੇ ਤੁਹਾਨੂੰ ਕੀ ਲੋੜ ਪਈ ਹੈ ਸਫਾਈਆਂ ਦੇਣ ਦੀ? ਜੇ ਉਹ ਤੁਹਾਨੂੰ ਕਹਿੰਦੇ ਖਾਲਿਸਤਾਨੀ ਉਹਨਾਂ ਕੋਲ ਹੈਗੇ ਆ, ਕਰੋ ਤੁਸੀਂ ਕੀ ਕਰਨਾ, ਜਿਹੜਾ ਤੁਸੀਂ ਬੰਬ ਸਿੱਟਣਾ, ਜਿਹੜਾ ਸਿੱਟਣਾ ਸਿੱਟ ਲਓ, ਉਹ ਉਹਨਾਂ ਨੇ ਵੈਸੇ ਵੀ ਸਿੱਟ ਦੇਣਾ, ਚਾਹੇ ਤੁਸੀਂ ਆਪਣੇ ਆਪ ਨੂੰ ਖਾਲਿਸਤਾਨੀ ਕਹਾਓ ਚਾਹੇ ਨਾ ਕਹਾਓ। ਤੇ ਕੱਲ ਨੂੰ ਉਹ ਤੁਹਾਨੂੰ ਤੁਹਾਡੀਆਂ ਦਾੜੀਆਂ ਪੱਗਾਂ ਦੇਖ ਕੇ ਕਹਿ ਦੇਣਗੇ ਵੀ ਭਾਈ ਹਰੇਕ ਦਾੜੀ ਪੱਗ ਵਾਲਾ ਜਿਹੜਾ ਬੰਦਾ ਹੈ ਉਹ ਖਾਲਿਸਤਾਨੀ ਆ। ਫਿਰ ਉੱਥੇ ਕੀ ਕਰੋਗੇ? ਫਿਰ ਆਪਣੀਆਂ ਦਾੜੀਆਂ ਕਟਾਓਗੇ ਜਾਂ ਉੱਥੇ ਫਿਰ ਤੁਸੀਂ ਸਫਾਈਆਂ ਦਿੰਦੇ ਫਿਰੋਗੇ? ਇਸ ਕਰਕੇ ਮੈਂ ਹਮੇਸ਼ਾ ਹੀ ਇਸ ਗੱਲ ਨੂੰ ਚਾਹੁੰਦਾ ਹੁੰਦਾ ਵੀ ਆਪਣੇ ਜਿਹੜੇ ਨੌਜਵਾਨ ਆ ਉਹ ਸਫਾਈਆਂ ਦੇਣ ਦੀ ਬਜਾਏ ਜਾਂ ਡਿਫੈਂਸਿਵ ਮੋਡ ਦੇ ਵਿੱਚ ਹੋਣ ਦੀ ਬਜਾਏ ਅਟੈਕ ਵਾਲੇ ਮੋਡ 'ਚ ਹੋਣ। ਉਹਨਾਂ ਨੂੰ ਉਲਟੇ ਸਵਾਲ ਕਰਨ ਵੀ ਜੇ ਤੁਸੀਂ ਆਪਣੇ ਆਪ ਨੂੰ ਹਿੰਦੁਸਤਾਨੀ ਕਹਾ ਸਕਦੇ ਆ ਤਾਂ ਅਸੀਂ ਖਾਲਿਸਤਾਨੀ ਕਿਉਂ ਨਹੀਂ ਕਹਾ ਸਕਦੇ? ਇਹ ਹਿੰਦੁਸਤਾਨੀ ਹੋਣਾ ਜੁਰਮ ਨਹੀਂ ਤੇ ਖਾਲਿਸਤਾਨੀ ਹੋਣਾ ਜੁਰਮ ਕਿੱਦਾਂ? ਹਾਂਜੀ ਦੂਜੀ ਗੱਲ ਇਹ ਆ ਵੀ ਤੁਸੀਂ ਹਾਂਜੀ ਜਪ ਸਿੰਘ, ਜਿੱਦਾਂ ਹੁਣ ਤੁਸੀਂ ਇੱਥੇ ਇਹ ਕਿਹਾ ਵੀ ਸਾਡੇ ਨੌਜਵਾਨ, ਮੈਨੂੰ ਲੱਗਦਾ ਕਿ ਇਹ ਜਿਹੜੀ ਕਵਾਇਤ ਸ਼ੁਰੂ ਹੋਣੀ ਚਾਹੀਦੀ ਆ ਸਾਡੇ ਆਗੂਆਂ ਤੋਂ ਸ਼ੁਰੂ ਹੋਣੀ ਚਾਹੀਦੀ ਆ, ਕਿਉਂਕਿ ਅਗਵਾਈ ਉਹ ਕਰ ਰਹੇ ਨੇ, ਸਵਾਲ ਉਹਨਾਂ ਨੂੰ ਪੁੱਛੇ ਜਾ ਰਹੇ ਨੇ। ਜਦੋਂ ਉਹ ਸਵਾਲਾਂ ਦੇ ਉੱਤੇ ਮਤਲਬ ਕਿ ਇੰਨੇ ਡਿਫੈਂਸਿਵ ਮੋਡ ਦੇ ਉੱਤੇ ਆ ਜਾਂਦੇ ਨੇ ਤੇ ਇਹ ਬਹੁਤ ਜ਼ਾਹਰਾ ਔਰ ਇਹ ਬਹੁਤ ਕੁਦਰਤੀ ਆ ਕਿ ਜਿਹੜੇ ਪਿਛਲੀ ਆਵਾਮ ਨੇ ਜਾਂ ਜਿਹੜੇ ਲੋਕ ਫੋਲੋ ਕਰ ਰਹੇ ਨੇ ਆਪਣੇ ਆਗੂਆਂ ਨੂੰ, ਉਹਨਾਂ ਦਾ ਨੈਰੇਟਿਵ ਵੀ ਇਸੇ ਤਰੀਕੇ ਨਾਲ ਸਿਰਜਿਆ ਜਾਣਾ। ਪਰ ਮਸਲਾ ਭਾਜੀ ਇਹ ਆ ਵੀ ਉਹ ਜਿਹੜੇ ਆਗੂ ਅੱਗੇ ਇਸ ਵੇਲੇ ਲੱਗੇ ਹੋਏ ਆ ਕਿਸਾਨੀ ਸੰਘਰਸ਼ ਦਾ ਬੁਰਕਾ ਪਾ ਕੇ, ਉਹ ਤਾਂ ਭਾਵੇਂ ਉਹਨਾਂ ਨੇ ਸਰੂਪ ਆਪਣੇ ਕਈਆਂ ਵਿੱਚੋਂ ਕਈਆਂ ਦੇ ਉਹਨਾਂ ਦੇ ਸਿੱਖੀ ਸਰੂਪ ਹੀ ਆ, ਪਰ ਅੰਦਰੋਂ ਜਿਹੜੀ ਉਹਨਾਂ ਦੀ ਮੈਂਟੈਲਿਟੀ ਆ ਉਹ ਬਿਲਕੁਲ ਸਿੱਖ ਵਿਰੋਧੀ ਮਾਨਸਿਕਤਾ, ਉਹੀ ਮਾਨਸਿਕਤਾ ਆ ਜਿਹੜੀ ਬੇਅੰਤ ਸਿੰਘ KPS ਗਿੱਲ ਵਾਲੀ ਸੀ। ਉਹਨਾਂ ਦੇ ਕਾਫੀ ਇਹ ਸਾਥੀ ਰਹੇ ਆ। ਉਸੇ ਟਾਈਮ ਦੇ ਵਿੱਚ ਹੀ ਇਹਨਾਂ ਨੇ ਸਰਕਾਰੀ ਹਥਿਆਰਾਂ ਨਾਲ ਪੰਜਾਬ ਦੇ ਸਿੱਖਾਂ ਤੇ ਜ਼ਬਰ ਕੀਤਾ, ਉਹਨਾਂ ਦੇ ਜਿਹੜੇ ਨਿਰਦੋਸ਼ ਬੱਚੇ ਘਰਾਂ ਤੋਂ ਚੁੱਕ ਕੇ ਮਾਰੇ। ਉਹਦੇ ਤੋਂ ਬਾਅਦ ਉਸੇ ਕਤਲੇਆਮ ਨੂੰ ਇਹ ਜਿਹੜਾ ਆ ਇਹ ਜਾਇਜ਼ ਵੀ ਠਹਿਰਾਉਂਦੇ ਰਹੇ ਤੇ ਸਿੱਖਾਂ ਨੂੰ ਇਹੀ ਕੋਸ਼ਿਸ਼ ਕਰਦੇ ਰਹੇ ਵੀ ਸਿੱਖ ਜਿਹੜੇ ਆ ਇਸ ਗੱਲ ਨੂੰ ਐਕਸੈਪਟ ਕਰਨ ਵੀ ਇਹਦੇ ਵਿੱਚ ਵੀ ਸਾਡਾ ਹੀ ਕਸੂਰ ਸੀ। ਜਿੱਦਾਂ ਉਹ ਕਹਿੰਦੇ ਹੁੰਦੇ ਨਾ ਵੀ ਹੀਣ ਭਾਵਨਾ ਵਾਲੇ, ਆਪਣੇ ਮੂੰਹ ਤੇ ਚਪੇੜਾ ਮਾਰਨ ਵਾਲੇ ਗੁਲਾਮ ਮਾਨਸਿਕਤਾ, ਉਹ ਮਾਨਸਿਕਤਾ ਹੀ ਇਹਨਾਂ ਨੇ ਭਰੀ ਆ ਆਪਣੀ ਕੌਮ ਦੇ ਵਿੱਚ। ਤੇ ਇਸ ਕਰਕੇ ਆਗੂਆਂ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਸੀ, ਇਹਨਾਂ ਆਗੂਆਂ ਤੋਂ, ਕਿ ਕੋਈ ਵੀ ਉਹ ਜਿਹੜਾ ਹੈ ਇਹਨਾਂ ਗੱਲਾਂ ਦਾ ਜਵਾਬ ਦੇਵੇ। ਖੈਰ ਇਹਨਾਂ ਆਗੂਆਂ ਨੂੰ ਤਾਂ ਛੱਡੋ, ਈਵਨ ਜਿਹੜੇ ਹੁਣ ਨਿਸ਼ਾਨ ਸਾਹਿਬ ਦੀ ਜਿਹੜੀ ਉਦਣ ਕਾਰਵਾਈ ਕੀਤੀ ਆ ਨਿਸ਼ਾਨ ਸਾਹਿਬ ਚੜਾਉਣ ਦੀ, ਸਾਡਾ ਤਾਂ ਸੀਨਾ ਜਿਹੜਾ ਆ ਫਖਰ ਨਾਲ ਫੁੱਲਿਆ, ਠੀਕ ਆ। ਪਰ ਸਿੱਖ ਕੌਮ ਦੇ ਕਹਾਉਣ ਵਾਲੇ ਜਿੰਨੇ ਆਗੂ, ਈਵਨ ਅਕਾਲ ਤਖਤ ਸਾਹਿਬ ਦੇ ਜਥੇਦਾਰ, ਚਾਹੇ ਉਹਨਾਂ ਨੂੰ ਤੁਸੀਂ ਸਰਕਾਰੀ ਜਥੇਦਾਰ ਕਹਿ ਲਓ, ਚਾਹੇ ਜਿਹੜੇ ਕੌਮ ਨੇ ਚੁਣੇ ਸੀਗੇ ਉਹ ਜਥੇਦਾਰ ਕਹਿ ਲਓ, ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਕੀਤਾ। ਜਿਹੜੇ ਇਸ ਵੇਲੇ ਮੌਜੂਦਾ ਜਥੇਦਾਰ ਜਿਨ੍ਹਾਂ ਨੂੰ ਤੁਸੀਂ ਬਾਦਲ ਦਲ ਦੇ ਜਥੇਦਾਰ ਕਹਿੰਦੇ ਆ, ਉਹ ਵੀ ਕੱਲ ਬੋਲੇ, ਬਹੁਤ ਢਿੱਲੇ ਆ ਬਿਆਨ ਉਹਨਾਂ ਨੇ ਦਿੱਤੇ ਆ ਨਿਸ਼ਾਨ ਸਾਹਿਬ ਚੜਾਉਣ ਦੇ ਹੱਕ ਵਿੱਚ। ਟਕਸਾਲ ਦੇ ਮੁਖੀ ਬਾਬਾ ਧੁੰਮਾ ਦੇ ਕੋਈ ਬਿਆਨ ਨਹੀਂ ਆਏ। ਬੀਬੀ ਜਗੀਰ ਕੌਰ ਵੀ ਸ਼ਾਇਦ ਕੱਲ ਉਹਨਾਂ ਨੇ ਕੁਝ ਬੋਲੇ ਆ ਉਹ SGPC ਵੱਲੋਂ, ਤੇ ਅੱਜ ਮਜੀਠੀਆ ਹੁਣੇ ਵੀ ਬੋਲੇ ਆ ਕੁਝ ਵੀ ਉਹ ਸ਼ਾਇਦ ਨੌਜਵਾਨਾਂ ਦੇ ਕੇਸ ਲੜਨਗੇ ਉੱਥੇ। ਕਹਿਣ ਤੋਂ ਭਾਵ ਇਹ ਆ ਵੀ ਜਿੰਨੀਆਂ ਫੈਡਰੇਸ਼ਨਾਂ, ਜਿੰਨੇ ਆ ਬਾਬੇ, ਜਿੰਨੇ ਆ ਡੇਰੇਵਾਦ ਵਾਲੇ, ਕਿਸੇ ਵੀ ਬੰਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖੀ ਦਾ ਬਾਣਾ ਪਾ ਕੇ ਬੈਠੇ ਆ ਜੀ ਅਸੀਂ ਸਿੱਖਾਂ ਦੇ ਲੀਡਰ ਆ ਜਾਂ ਅਸੀਂ ਏਦਾਂ, ਈਵਨ ਜਿਹੜਾ ਢੱਡਰੀਆਂ ਵਾਲਾ ਬਾਬਾ ਉਹ ਨਿਸ਼ਾਨ ਸਾਹਿਬ ਦੇ ਖਿਲਾਫ ਬੋਲ ਗਿਆ ਉੱਥੇ, ਨਿਸ਼ਾਨ ਸਾਹਿਬ ਦੀ ਕਾਰਵਾਈ ਕਰਨ ਦੇ ਖਿਲਾਫ, ਹਨਾ। ਤੇ ਕਹਿਣ ਤੋਂ ਭਾਵ ਇਹ ਆ ਵੀ ਅਸੀਂ ਕਿਸੇ ਤੋਂ ਆਸ ਨਹੀਂ ਰੱਖ ਸਕਦੇ, ਕਿਉਂਕਿ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਇਹਨਾਂ ਦੇ ਉੱਤੇ ਆਸ ਰੱਖ ਕੇ ਬੈਠਿਆਂ ਨੂੰ ਵੀ ਇਹ ਵੀ ਕੌਮੀ ਲੀਡਰ ਆ, ਇਹਨਾਂ ਦੇ ਏਡੇ ਏਡੇ ਦਾੜੇ ਪ੍ਰਕਾਸ਼ ਕੀਤੇ ਆ, ਅੰਮ੍ਰਿਤ ਛਕੇ ਹੋਏ ਆ, ਤੇ ਇਹ ਸ਼ਾਇਦ ਕੌਮ ਦੀ ਕੋਈ ਗੱਲ ਕਰਨਗੇ। ਪਰ ਜਦੋਂ ਤੱਕ ਤੁਹਾਡੇ ਸਿਰ ਤੇ ਕੋਈ ਇਹੋ ਜਿਹੀ ਭਾਰੀ ਨਹੀਂ ਪੈਂਦੀ, ਉਦੋਂ ਤੱਕ ਤੁਹਾਨੂੰ ਆਗੂਆਂ ਦਾ ਪਤਾ ਨਹੀਂ ਲੱਗਦਾ। ਹੁਣ ਅਸੀਂ ਉਸ ਤਰੀਕ ਤੋਂ ਵੇਟ ਕਰ ਰਹੇ ਸੀਗੇ
ਭਈ ਇਹ ਜਿਹੜੇ ਲੋਕ ਆ, ਇਹ ਆਪਣੇ ਜਿਹੜੇ ਆਗੂ ਕਹਾਉਣ ਵਾਲੇ ਆ, ਇਹ ਕੀ ਸਟੈਂਡ ਲੈਂਦੇ ਆ। ਤੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਸਾਰਿਆਂ ਦੇ ਵਿੱਚੋਂ ਜਿੰਨੇ ਵੀ ਇਸ ਵੇਲੇ ਆਪਣੇ ਆਪ ਨੂੰ ਆਗੂ ਕਹਾਉਣ ਵਾਲੇ ਆ, ਉਹ ਸਿੱਖਾਂ ਦੇ ਆਗੂ ਬਣਨ ਦੇ ਕਾਬਲ ਹਨ। ਇਹ ਸਾਨੂੰ ਨਵੀਂ ਲੀਡਰਸ਼ਿਪ ਪੈਦਾ ਕਰਨੀ ਪਊਗੀ ਤੇ ਜਿਹੜੀ ਨੌਜਵਾਨਾਂ ਨੂੰ ਹੀ ਅੱਗੇ ਲਾ ਕੇ ਕੀਤੀ ਜਾਊਗੀ, ਕਿਉਂਕਿ ਆ ਜਿੰਨੀ ਬੁੱਢੀ ਲੀਡਰਸ਼ਿਪ ਆ, ਇਹ ਸਾਰੀ ਏਜੰਸੀਆਂ ਦੇ ਪ੍ਰਭਾਵ ਥੱਲੇ, ਇਹ ਸਾਰੀ ਭਾਰਤ ਦੇ ਜਿਹੜਾ ਏਜੰਸੀਆਂ ਦਾ ਪ੍ਰਚਾਰ ਆ, ਸਿੱਖੀ ਖਿਲਾਫ ਕੂੜ ਪ੍ਰਚਾਰ, ਉਹਦੇ ਪ੍ਰਭਾਵ ਥੱਲੇ ਆ ਕੇ ਇਹਨਾਂ ਅੰਦਰ ਪੂਰੀ ਹੀਣ ਭਾਵਨਾ ਭਰ ਚੁੱਕੀ ਹੈ। ਜੀ ਅੰਮ੍ਰਿਤਪਾਲ ਸਿੰਘ, ਤੁਸੀਂ ਕੁਝ ਆਪਣੀ ਗੱਲ ਇਸੇ ਗੱਲ ਦੇ ਵਿੱਚ ਐਡ ਕਰਨੀ ਚਾਹੁੰਦੇ ਹੋ? ਮੈਂ ਇਹ ਕਹਿੰਦਾ ਕਿ ਇਹ ਸਾਡਾ ਕੋਈ ਸਵਾਲ ਜਵਾਬ ਦਾ ਸਿਲਸਿਲਾ ਨਹੀਂ ਹੈਗਾ, ਔਰ ਜਪ ਸਿੰਘ, ਇਹ ਤੁਹਾਨੂੰ ਵੀ ਕਿ ਕੋਈ ਵੀ ਜਦੋਂ, ਕਿਉਂਕਿ ਇਹ ਸਿਰਫ ਇੱਕ ਅਸੀਂ ਰਵਾਨੀ ਦੇ ਵਿੱਚ ਇਹ ਚਲਾਉਣਾ ਕਿ ਅਸੀਂ ਆਪਸ ਦੇ ਵਿੱਚ ਤਿੰਨ ਭਰਾ ਮਿਲ ਕੇ ਗੱਲਾਂ ਬਾਤਾਂ ਕਰ ਰਹੇ ਹਾਂ। ਕੋਈ ਇਹ ਨਹੀਂ ਹੈ ਕਿ ਸਵਾਲ ਕੀਤੇ ਜਾ ਰਹੇ ਨੇ। ਔਰ ਜੇਕਰ ਅੰਮ੍ਰਿਤਪਾਲ ਵੀਰ ਜੀ, ਜੇ ਤੁਸੀਂ ਵੀ ਕੋਈ ਵੀ ਚੀਜ਼ ਐਡ ਕਰਨੀ ਚਾਹੁੰਦੇ ਹੋ ਕਿਸੇ ਵੀ ਟਾਈਮ ਦੇ ਉੱਤੇ, ਤੇ ਤੁਸੀਂ ਗੱਲ ਦੇ ਵਿੱਚ ਆਪਣੀ ਗੱਲ ਜਿਹੜੀ ਹੈਗੀ ਆ ਉਹ ਕਹਿ ਸਕਦੇ ਹੋ। ਸੋ ਜਿਵੇਂ ਜਪ ਸਿੰਘ ਹੁਣਾਂ ਨੇ ਇਹ ਕਿਹਾ ਕਿ ਜਿਹੜੇ ਸਾਡੇ ਯੂਥ ਨੇ, ਮੈਂ ਤਾਂ ਇਹ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਯੂਥ ਨੇ ਨੈਰੇਟਿਵ ਉਹ ਦੇਣਾ ਹੁੰਦਾ, ਯੂਥ ਦੇ ਕੋਲ ਜਜ਼ਬਾ ਹੁੰਦਾ, ਜਜ਼ਬੇ ਨੂੰ ਵੀ ਇੱਕ ਨੈਰੇਟਿਵ ਚਾਹੀਦਾ ਹੁੰਦਾ, ਔਰ ਉਹ ਉਸ ਨੈਰੇਟਿਵ ਦੇ ਲਈ ਆਪਣੇ ਆਗੂਆਂ ਦੇ ਕੰਨੀ ਤੱਕਦਾ। ਪਰ ਜਿਹੜੇ ਸਾਡੇ ਆਗੂਆਂ ਦਾ ਜਿਹੜਾ ਨੈਰੇਟਿਵ ਆ ਬਹੁਤ ਹੀ ਪੇਤਲਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਡੇ ਵੱਡੇ ਅੰਦੋਲਨ ਨੂੰ ਇੰਨੀ ਨਖਿੱਧ ਕਾਰਗੁਜ਼ਾਰੀ ਦਿੱਤੀ ਆ ਆਪਣੀ, ਉਹ ਵੀ ਸਾਡੇ ਸਾਹਮਣੇ ਆ। ਅੰਮ੍ਰਿਤਪਾਲ ਸਿੰਘ, ਇੱਕ ਚੀਜ਼ ਕੀ ਐ ਨਹੀਂ ਲੱਗਦਾ ਕਿ ਜਿਹੜੇ ਸਾਡੇ ਇਹ ਨੈਰੇਟਿਵ ਨੇ ਸਿਰਜ ਹੋਏ, ਅਸੀਂ ਹਰ ਟਾਈਮ ਲੋਕਾਂ ਦੇ ਸਵਾਲਾਂ ਦੇ ਜਵਾਬ ਹੀ ਦੇਈ ਜਾ ਰਹੇ ਹਾਂ। ਹੁਣ ਦੂਸਰੇ ਪਾਸੇ ਤੁਸੀਂ ਇਹ ਦੇਖ ਲਓ ਕਿ ਕੀ ਕਦੀ ਵੀ ਕਿਸੇ ਹਿੰਦੂ ਤੋਂ ਵੀ ਨਹੀਂ। ਹੁਣ ਮੈਂ 26 ਜਨਵਰੀ ਦੀ ਘਟਨਾ ਦੀ ਗੱਲ ਨੂੰ ਮੁੱਖ ਰੱਖ ਕੇ ਇਹ ਹੋਣਾ, ਦੇਖੋ ਮੇਰਾ ਸਵਾਲ ਇਹ ਹੁੰਦਾ ਕਿ ਕੀ ਝੰਡਾ ਚਲਾਉਣਾ ਜਾਂ ਨਿਸ਼ਾਨ ਸਾਹਿਬ ਚਲਾਉਣੇ, ਕੀ ਇਹ ਚੀਜ਼ ਗੈਰ ਕਾਨੂੰਨੀ ਹੈ? ਜੇ ਇਹ ਗੈਰ ਕਾਨੂੰਨੀ ਨਹੀਂ ਤੇ ਫਿਰ ਕਿਉਂ ਇਸ ਚੀਜ਼ ਦੇ ਬਾਰੇ ਇੰਨਾ ਹੱਲਾ ਗੁੱਲਾ ਕੀਤਾ ਗਿਆ? ਪਹਿਲੀ ਗੱਲ। ਦੂਸਰੀ ਗੱਲ, ਕਿ ਜਿਹੜੇ ਇਹਨਾਂ ਦੀ ਜਿਹੜੀ ਤਕਲੀਫ ਆ ਉਹ ਸਿਰਫ ਤੇ ਸਿਰਫ ਇਹ ਆ ਕਿ ਉੱਥੇ ਲੋਕਾਂ ਨੇ ਪੁਲਿਸ ਵਾਲੇ ਕੁੱਟੇ ਨੇ ਜਾਂ ਪੁਲਿਸ ਵਾਲਿਆਂ ਦੇ ਨਾਲ ਅਖੌਤੀ ਹਿੰਸਾ ਕੀਤੀ ਆ। ਜੇਕਰ ਇਹਨਾਂ ਦਾ ਆਪਣੇ ਲੋਕਾਂ ਨੂੰ, ਜਿਹੜੇ ਅੰਦੋਲਨ ਕਰ ਰਹੇ ਲੋਕ ਨੇ, ਉਹਨਾਂ ਨੂੰ ਇੱਕ ਦੇਸ਼ ਧਰੋਹੀ ਕਹਿਣ ਦਾ ਸਬੱਬ ਸਿਰਫ ਇਹੀ ਆ ਕਿ ਉਹਨਾਂ ਨੇ ਪੁਲਿਸ ਵਾਲੇ ਕੁੱਟੇ ਨੇ, ਤਾਂ ਫਿਰ ਸਵਾਲ ਅੱਗੇ ਇਹ ਵੀ ਆਉਂਦਾ ਕਿ ਯੂਪੀ ਦੇ ਵਿੱਚ ਜਿਹੜਾ ਸੁਬੋਧ ਕੁਮਾਰ ਸਿੰਘ ਨਾਂ ਦਾ ਇੱਕ ਇੰਸਪੈਕਟਰ ਆ, ਉਹਦੀ ਬੜੀ ਬੇਰਹਿਮੀ ਦੇ ਨਾਲ ਇਹਨਾਂ ਹਿੰਦੂਤਵੀ ਭੀੜਾਂ ਦੇ ਵੱਲੋਂ ਕਤਲ ਕੀਤਾ ਗਿਆ। ਪਰ ਉਦੋਂ ਕੋਈ ਵੀ ਹਿੰਦੂਤਵੀ ਭੀੜ ਜਾਂ ਹਿੰਦੂਤਵੀ ਜਿਹੜੇ ਬੰਦੇ ਨੇ ਉਹ ਦੇਸ਼ ਧਰੋਹੀ ਨਹੀਂ ਹੋਏ। ਮਤਲਬ ਕਿ ਜਿਹੜਾ ਬੰਦਾ ਉਹਦੇ ਕਤਲ ਦੇ ਵਿੱਚ ਪੁਲਿਸ ਵੱਲੋਂ ਜਾਂ ਕਾਨੂੰਨ ਵੱਲੋਂ ਗ੍ਰਿਫਤਾਰ ਕੀਤਾ ਗਿਆ, ਉਹਦੀ ਰਿਹਾਈ ਦੇ ਉੱਤੇ ਇਹਨਾਂ ਨੇ ਲੱਡੂ ਵੰਡੇ ਨੇ। ਸੋ ਇਹ ਫਰਕ ਕਿੱਥੇ ਆ ਅੰਮ੍ਰਿਤਪਾਲ ਸਿੰਘ? ਫਰਕ ਕਿੱਥੇ ਆ ਕਿ ਲੱਗਦਾ ਕਿ ਇਹ ਇਸੇ ਤਰੀਕੇ ਦੇ ਵਰਤਾਂਤ ਸਿਰਜੇ ਪਏ ਹੁੰਦੇ ਨੇ ਜਦੋਂ ਕੋਈ ਕੌਮ ਆਜ਼ਾਦ ਹੋਵੇ ਤੇ ਜਦੋਂ ਕੋਈ ਕੌਮ ਜਿਹੜੀ ਹੈਗੀ ਆ ਉਹ ਗੁਲਾਮ ਹੋਵੇ? ਦੇਖੋ ਪਿਆਰਿਓ, ਮਸਲਾ ਇਹ ਹੈ ਵੀ ਜਿਹੜੀਆਂ ਦੋ ਧਿਰਾਂ ਹਨ, ਜਦੋਂ ਤੇ ਸਿੱਖ ਸਨ ਡੈਮੋਕ੍ਰੈਟਿਕ ਸਿਸਟਮ ਤੋਂ ਬਾਹਰ, ਉਦੋਂ ਹੁੰਦਾ ਹੈ ਗੁਣਾਂ ਦਾ ਰਾਜ, ਤੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਹੁੰਦਾ ਗਿਣਤੀ ਦਾ ਰਾਜ। ਲੋਕਤੰਤਰ ਦੇ ਵਿੱਚ ਜੰਗਲ ਦੇ ਵਿੱਚ ਜਿਹੜੇ ਸ਼ੇਰ ਨੇ ਉਹ ਰਾਜੇ ਨੇ, ਪਰ ਸ਼ੇਰਾਂ ਦੀ ਗਿਣਤੀ ਜੰਗਲ 'ਚ ਜ਼ਿਆਦਾ ਨਹੀਂ। ਸ਼ੇਰਾਂ ਦੇ ਕੋਲ ਗੁਣ ਹੈ ਰਾਜ ਕਰਨ ਦਾ, ਇਸ ਕਰਕੇ ਕਰਦੇ ਨੇ। ਜੇ ਜੰਗਲ ਦੇ ਵਿੱਚ ਵੀ ਕਿਤੇ ਵੋਟਾਂ ਪੈਣ ਤੇ ਸ਼ੇਰ ਘੱਟ ਗਿਣਤੀ ਹੋ ਜਾਣਗੇ, ਤੇ ਫਿਰ ਜਿਹੜੇ ਹਿਰਨ ਗਿੱਦੜ ਉਹਨਾਂ ਨੂੰ ਦੱਸਣਗੇ ਵੀ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਸੋ ਪਹਿਲੀ ਗੱਲ ਇਹ ਹੈ ਵੀ ਜਦੋਂ ਲੋਕਤੰਤਰ ਦੇ ਵਿੱਚ ਸਿੱਖ ਆ ਗਏ ਨੇ, ਲੋਕਤੰਤਰ ਦੀ ਜਿਹੜੀ ਮੁੱਢਲੀ ਬੁਨਿਆਦ ਹੈ, ਉਹ ਬੁਨਿਆਦ ਬਹੁ ਗਿਣਤੀ ਨੂੰ ਸਪੋਰਟ ਕਰਦੀ ਹੈ। ਉਹਦੇ ਵਿੱਚ ਕੋਈ ਦੂਜਾ ਐਸੀ ਚੀਜ਼ ਨਹੀਂ ਹੈਗੀ ਵੀ ਜਿਹਨੂੰ ਤੁਸੀਂ ਬਦਲ ਕੇ ਘੱਟ ਗਿਣਤੀ, ਭਾਵੇਂ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਹੀ ਘੱਟ ਗਿਣਤੀ ਦੇ ਪੱਖ 'ਚ ਲਿਖਿਆ ਜਾਵੇ, ਜੋ ਕਾਨੂੰਨਾਂ ਦੇ ਵਿੱਚ, ਸੰਵਿਧਾਨ ਦੇ ਵਿੱਚ, ਪਰ ਲੋਕਤੰਤਰ ਦੇ ਵਿੱਚ ਬਹੁ ਗਿਣਤੀ ਤੋਂ ਇਲਾਵਾ ਕੋਈ ਦੂਜੀ ਕੌਮ ਰਾਜ ਨਹੀਂ ਕਰ ਸਕਦੀ। ਇਸ ਮਸਲਾ ਇਸ ਗੱਲ ਤੇ ਬਣਦਾ ਹੈ ਵੀ ਤੁਸੀਂ, ਜਦੋਂ ਅਸੀਂ ਵੇਖਦੇ ਹਾਂ ਵੀ ਜਿਹੜੇ ਗੁਨਾਹ ਵਾਸਤੇ ਸਿੱਖ ਨੂੰ ਸਜ਼ਾ ਹੁੰਦੀ ਹੈ, ਉਸੇ ਗੁਨਾਹ ਵਾਸਤੇ ਹਿੰਦੂ ਨੂੰ ਸਜ਼ਾ ਨਹੀਂ ਹੁੰਦੀ। ਕਿਉਂਕਿ ਜੋ ਅਦਾਲਤਾਂ ਤੋਂ ਲੈ ਕੇ ਕਾਲਜਾਂ, ਯੂਨੀਵਰਸਿਟੀਆਂ, ਸਭ ਕੁਝ ਇਸ ਗੱਲ ਦਾ ਪ੍ਰਭਾਵੀ ਹੈ ਵੀ ਹਿੰਦੂ ਦੇਸ਼ ਨਹੀਂ ਤੋੜ ਸਕਦਾ। ਉਹ ਇਸ ਕਰਕੇ ਨਹੀਂ ਤੋੜ ਸਕਦਾ ਕਿਉਂਕਿ ਹਿੰਦੂ ਨੇ ਆਲਰੇਡੀ ਦੇਸ਼ ਤੇ ਕਬਜ਼ਾ ਕੀਤਾ ਹੋਇਆ। ਸਿੱਖ ਦੇਸ਼ ਤੋਂ ਵੱਖ ਹੋ ਸਕਦਾ ਹੈ ਕਿਉਂਕਿ ਸਿੱਖ ਇਹਦੇ 'ਚ ਗੁਲਾਮ ਹੈ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹਦੇ 'ਚੋਂ ਹੀ ਸਾਨੂੰ ਗੁਲਾਮੀ ਦਾ ਝਲਕਾਰਾ ਜਿਹੜਾ ਮਿਲ ਜਾਂਦਾ ਹੈ ਵੀ ਜਦੋਂ ਹਿੰਦੂ ਤੇ ਇਲਜ਼ਾਮ ਹੀ ਨਹੀਂ ਲੱਗ ਸਕਦਾ ਕਿ ਉਹ ਦੇਸ਼ ਤੋੜ ਸਕਦਾ ਹੈ, ਤੇ ਸਿੱਖ ਤੇ ਲੱਗ ਸਕਦਾ ਵੀ ਉਹ ਦੇਸ਼ ਜਿਹੜਾ ਵਾ ਤੋੜ ਸਕਦਾ।
ਹੁਣ ਜਿਹੜਾ ਇਹ ਕਾਨੂੰਨ ਸੰਵਿਧਾਨ ਦੀਆਂ ਗੱਲਾਂ ਨੇ ਨਾ, ਜੇ ਆਪਾਂ ਉੱਥੇ ਕਹਿ ਵੀ ਦਿੰਦੇ ਆ ਫਰਜ਼ ਕਰੋ ਵੀ ਹਿੰਦੂ ਰਾਸ਼ਟਰ ਮੁਰਦਾਬਾਦ ਕਹਿਣ ਤੇ ਜਾਂ ਜਿੰਦਾਬਾਦ ਕਹਿਣ ਤੇ ਕੋਈ ਸਜ਼ਾ ਨਹੀਂ, ਤੇ ਖਾਲਿਸਤਾਨ ਦੇ ਉੱਤੇ ਸਜ਼ਾ ਕਿਉਂ ਹੈ? ਉਹ ਇਸ ਕਰਕੇ ਹੈ ਵੀ ਇਹ ਜਿਹੜਾ ਨੈਰੇਟਿਵ ਬਣ ਗਿਆ ਹੈ ਵੀ ਮੇਰੀ ਆਵਾਜ਼ ਵਾਪਸ ਆ ਰਹੀ ਹੈ, ਇੱਕ ਮਿੰਟ। ਹਾਂਜੀ ਹਾਂਜੀ ਹਾਂਜੀ, ਆਵਾਜ਼ ਸਹੀ ਤੁਹਾਡੀ। ਠੀਕ। ਫਿਰ ਹੁਣ ਮਸਲਾ ਇੱਥੇ ਆਣ ਕੇ ਖੜ ਜਾਂਦਾ ਹੈ ਵੀ ਜਦੋਂ ਉੱਥੇ ਵੀ ਹੁਣ ਆਪਾਂ ਡਿਫੈਂਸਿਵ ਹੋਣ ਦੀ ਆਪਾਂ ਗੱਲ ਕੀਤੀ ਵੀ ਸਿੱਖ ਡਿਫੈਂਸਿਵ ਕਿਉਂ ਹੁੰਦੇ ਆ। ਜਿਹੜੀ ਕੌਮ ਘੱਟ ਗਿਣਤੀ ਹੋਵੇ ਨਾ, ਤੁਸੀਂ ਇਤਿਹਾਸ ਦਾ ਕੋਈ ਵੀ ਦੁਨੀਆ ਦਾ ਇਤਿਹਾਸ ਫਰੋਲ ਲਓ, ਜਿਹੜੀ ਕੌਮ ਘੱਟ ਗਿਣਤੀ ਹੋਵੇ, ਜਿਹਦੇ ਕੋਲ ਸਾਧਨ ਰਿਸੋਰਸਸ ਘੱਟ ਹੋਣ, ਜਦੋਂ ਉਹ ਡਿਫੈਂਸਿਵ ਹੋ ਜਾਂਦੀ ਹੈ। ਡਿਫੈਂਸਿਵ ਹੋਣ ਦਾ ਭਾਵ ਆਪਣੇ ਆਪ ਨੂੰ ਇੱਕ ਜਗ੍ਹਾ ਤੇ ਕੈਦ ਕਰਕੇ ਤੇ ਅਗਲੇ ਦੇ ਵਾਰਾਂ ਨੂੰ ਡੱਕਣਾ, ਉਹਨੂੰ ਉੱਥੋਂ ਰਿਸਪੌਂਸ ਕਰਨਾ। ਹੁਣ ਫੋਰ ਐਗਜ਼ਾਮਪਲ ਕੋਈ ਬੰਦਾ ਦੂਰੋਂ ਤੁਹਾਡੇ ਤੇ ਤੀਰ ਚਲਾ ਰਿਹਾ, ਤੁਸੀਂ ਇੱਕ ਜਗ੍ਹਾ ਖੜੇ ਹੋ ਕੇ ਉਹ ਤੀਰ ਝੱਲਦੇ ਜਾ ਰਹੇ ਹੋ, ਕੋਈ ਤੁਹਾਡੇ ਕੋਲ ਢਾਲ ਵੀ ਹੈ, ਕੋਈ ਤੁਹਾਡੇ ਕੋਲ ਕੁਛ ਵੀ ਹੈ, ਉਹ ਕਿੰਨਾ ਕੁ ਚਿਰ ਤੁਸੀਂ ਉਹਨਾਂ ਤੋਂ ਬਚੋਗੇ? ਨਹੀਂ ਬਚ ਸਕਦੇ। ਇਹ ਜਿਹੜਾ ਡਿਫੈਂਸਿਵ ਹੋ ਜਾਣਾ, ਉਹ ਇਹ ਸਿਸਟਮ ਹੈ ਵੀ ਤੁਸੀਂ ਉਹਨਾਂ ਕੋਲ ਹਜ਼ਾਰਾਂ ਲੱਖਾਂ ਕਰੋੜਾਂ ਸਾਡੇ ਨਾਲੋਂ ਵੱਧ ਸੋਰਸਸ ਨੇ, ਉਹਨਾਂ ਕੋਲ ਹਜ਼ਾਰਾਂ ਲੱਖਾਂ ਕਰੋੜਾਂ ਸਾਡੇ ਨਾਲੋਂ ਵੱਧ ਸਾਧਨ ਨੇ ਜਿਹਦੇ ਨਾਲ ਉਹ ਸਾਨੂੰ ਸਵਾਲ ਕਰ ਸਕਦੇ ਨੇ। ਜੇ ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲੱਗ ਪਏ ਤੇ ਫਿਰ ਜੋ ਸਾਡਾ ਜ਼ਿੰਦਗੀ ਦਾ ਅਸਲ ਮਕਸਦ ਹੈ ਸਾਡੀ ਦਾ, ਉਹਦੇ ਵੱਲ ਅਸੀਂ ਸੋਚ ਵੀ ਨਹੀਂ ਸਕਾਂਗੇ ਵਧਣ ਦੀ। ਤੇ ਗੱਲ ਦੂਜੀ ਹੈ, ਇਹ ਜਿਹੜਾ ਬਹੁ ਗਿਣਤੀ ਤੇ ਘੱਟ ਗਿਣਤੀ ਦਾ ਫਰਕ ਹੁੰਦਾ ਹੈ ਨਾ, ਇਹੋ ਹੀ ਤੈਅ ਕਰਦਾ ਹੈ ਵੀ ਕੌਣ ਕਿਸੇ ਦੇਖੋ ਹੁਣ ਇੱਕ ਪਿੱਛੇ ਜੇ ਜਿਹੜੀ ਆ ਇਹ ਘਟਨਾ ਵਾਪਰੀ ਹੈ ਯੂਪੀ ਦੇ ਵਿੱਚ, ਉਹਨਾਂ ਨੇ ਹਾਈ ਕੋਰਟ ਦੇ ਉੱਤੇ ਝੰਡਾ ਚੜਾ ਦਿੱਤਾ ਹਿੰਦੂਆਂ ਨੇ ਆਪਣਾ। ਕਿਸੇ ਨੈਸ਼ਨਲ ਮੀਡੀਆ ਦੇ ਮਨ ਦੇ ਵਿੱਚ ਇਹ ਖਬਰ ਨਹੀਂ ਆਈ, ਹਾਲਾਂਕਿ ਇਹ ਨਹੀਂ ਹੈ ਕਿ ਉਹ ਜਾਣਬੁੱਝ ਕੇ ਨਹੀਂ ਖਬਰ ਦਿਖਾਉਂਦੇ, ਪਰ ਜਿਹੜਾ ਹਿੰਦੂ ਦੇ ਪ੍ਰਤੀ ਇਸ ਦੇਸ਼ ਦੇ ਵਿੱਚ ਇਹ ਸੋਚ ਬਣ ਚੁੱਕੀ ਹੈ ਕਿ ਹਿੰਦੂ ਬਾਗੀ ਹੋ ਹੀ ਨਹੀਂ ਸਕਦਾ, ਭਾਵ ਉਹ ਅੱਤਵਾਦੀ ਹੋ ਹੀ ਨਹੀਂ ਸਕਦਾ। ਕਿਉਂਕਿ ਇਹ ਏਦਾਂ ਦੀ ਗੱਲ ਹੈ ਵੀ ਤੁਸੀਂ ਕਿਸੇ ਦੇ ਘਰ 'ਚ ਨੌਕਰੀ ਕਰਦੇ ਜੋ, ਨੌਕਰ ਜੋ ਭਾਵ ਹੈ, ਤੇ ਉਸ ਘਰ ਦਾ ਨੌਜਵਾਨ ਜਿਹੜਾ ਹੈ ਉਹ ਜਦੋਂ ਕੋਈ ਗਲਤੀ ਕਰਦਾ ਤੇ ਉਹਦੇ ਨਾਲ ਉਦੋਂ ਦਾ ਵਤੀਰਾ ਨਹੀਂ ਹੁੰਦਾ ਜਿੱਦਾਂ ਕੋਈ ਨੌਕਰ ਕੋਈ ਗਲਤੀ ਹੋ ਜਾਵੇ। ਹਿੰਦੂ ਜਿਹੜਾ ਹੈ ਇਸ ਘਰ ਦੇ ਵਿੱਚ ਮਾਲਕ ਹੈ, ਸਿੱਖ ਇਸ ਘਰ ਦੇ ਵਿੱਚ ਨੌਕਰ ਹੈ। ਨੌਕਰ ਕੋ ਜਿਹੜੀ ਗਲਤੀ ਹੋਈ ਨਹੀਂ ਹੋਈ, ਕਈ ਵਾਰ ਮਾਲਕਾਂ ਦੀ ਗਲਤੀ ਦਾ ਵੀ ਇਲਜ਼ਾਮ ਨੌਕਰ ਤੇ ਲੱਗ ਜਾਂਦਾ। ਇਹ ਜਿਹੜਾ ਸਾਰਾ ਟੋਟਲ ਨੈਰੇਟਿਵ ਬਣਿਆ ਹੈ ਸਿੱਖਾਂ ਦੇ ਖਿਲਾਫ, ਉਹਦੀ ਮੁੱਖ ਵਜ੍ਹਾ ਇਹ ਹੈ ਵੀ ਹਿੰਦੂ ਬਹੁ ਗਿਣਤੀ 'ਚ ਹੈ, ਰਾਜ ਉਹਦੇ ਕੋਲ ਨੇ, ਫੋਰਸਿਸ ਉਹਦੇ ਕੋਲ ਨੇ। ਤੁਸੀਂ ਕਦੀ ਨਹੀਂ ਵੇਖੋਗੇ ਵੀ ਜਿਹੜਾ ਵਾ ਕੋਈ ਦੂਜੀ ਕੌਮ ਇਹ ਨਾਰਾ ਦੇਵੇ ਵੀ ਹਿੰਦੂਆਂ ਨੂੰ ਕਤਲ ਕਰ ਦਿਓ, ਨਹੀਂ ਦੇ ਸਕਦੀ, ਕਿਉਂਕਿ ਇਹ ਚੀਜ਼ ਇਸ ਨੈਰੇਟਿਵ 'ਚ ਫਿੱਟ ਹੀ ਨਹੀਂ ਬੈਠਦੀ ਜੋ ਕਰੰਟਲੀ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ। ਤੇ ਜੇ ਇਹਨੂੰ ਆਪਾਂ ਜੇ ਸਿੱਖ ਇਸ ਭਰਮ 'ਚ ਹੋਰ ਲੰਬਾ ਚੱਲਦੇ ਆ ਨਾ, ਕਿਉਂਕਿ ਜੇ ਤੁਸੀਂ ਤੁਹਾਡੇ ਕੋਲ ਦੋ ਰਾਹ ਹੁੰਦੇ ਨੇ ਜਦੋਂ ਮਨੁੱਖ ਗੁਲਾਮ ਹੋ ਜਾਏ, ਤੁਹਾਡੇ ਕੋਲ ਦੋ ਰਾਹ ਹੈ। ਗੁਲਾਮ ਕੌਮ ਦੀ ਸਭ ਤੋਂ ਵੱਡੀ ਜਿਹੜੀ ਗਲਤੀ ਉਹ ਹੈ ਵੀ ਰਾਜ ਸੱਤਾ ਨਾ ਪ੍ਰਾਪਤ ਕਰਨੀ ਤੇ ਰਾਜ ਜਿਹੜੇ ਕਰਨ ਵਾਲੇ ਲੋਕ ਨੇ ਉਹਨਾਂ ਦਾ ਭਰੋਸਾ ਪ੍ਰਾਪਤ ਕਰਨ ਦੇ ਯਤਨ ਕਰਨੇ। ਹੁਣ ਸਿੱਖ ਦੀ ਜਿੰਨੀ ਕੋਸ਼ਿਸ਼ ਇਸ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ, ਉਹ ਸਿਰਫ ਇਹ ਕੋਸ਼ਿਸ਼ ਹੈ ਵੀ ਅਸੀਂ ਕਿਤੇ ਨਾ ਕਿਤੇ ਜਿਹੜੇ ਰਾਜੇ ਨੇ, ਸਾਡੇ ਹੁਕਮਰਾਨ ਨੇ, ਇਹਨਾਂ ਨੂੰ ਆਪਣੇ ਭਰੋਸੇ 'ਚ ਲੈ ਲਈਏ, ਅਸੀਂ ਇਹਨਾਂ ਨੂੰ ਜਿਤਾ ਦਈਏ ਵੀ ਅਸੀਂ ਬੜੇ ਚੰਗੇ ਹਾਂ ਜੀ, ਸਾਡੇ ਤੇ ਤਰਸ ਕਰੋ, ਸਾਨੂੰ ਮਾਰੋ ਨਾ, ਹੈ ਅਸੀਂ ਥਾਂ ਤੇ ਲੰਗਰ ਲਾਉਂਦੇ ਹਾਂ ਜਾ ਕੇ। ਸਾਡੇ ਜਿਹੜੇ ਸਿੱਖੀ ਦੇ ਮੂਲ ਸਿਧਾਂਤ ਨੇ, ਜਿਹੜੀਆਂ ਮੂਲ ਰਵਾਇਤਾਂ ਨੇ, ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਵੀ ਆਪਣੀ ਦੁਨੀਆ ਕੋਲੋਂ ਸਿੰਪਥੀ ਲੈਣ ਲਈ ਵਰਤਿਆ, ਚਾਹੇ ਉਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੋਵੇ ਤੇ ਚਾਹੇ ਉਹ ਹੋਵੇ ਭਾਰਤ ਦੇ ਅੰਦਰ ਦੀ ਗੱਲ। ਸੋ ਇੱਕ ਟੋਟਲ ਨੌਜਵਾਨ ਨੂੰ ਡਿਫੈਂਸਿਵ ਅਸੀਂ ਖੁਦ ਕੀਤਾ ਹੈ। ਉਹ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਵੀ ਨੌਜਵਾਨ ਆਪਣੀ ਜਿਹੜੀ ਆਜ਼ਾਦ ਬਿਰਤੀ ਹੁੰਦੀ ਹੈ ਨਾ ਨੌਜਵਾਨਾਂ 'ਚ, ਉਹਦਾ ਝਲਕਾਰਾ ਦੇ ਦਿੰਦੇ ਨੇ। ਪਰ ਆਗੂਆਂ ਤੋਂ ਇਹ ਉਮੀਦ ਕਰਨੀ ਜਿਹੜੇ ਆਗੂ ਉਸ ਸਟਰਕਚਰ ਦੇ ਵਿੱਚ, ਕਿਉਂਕਿ ਹਿੰਦੁਸਤਾਨ ਦੇ ਵਿੱਚ ਕੋਈ ਤੁਹਾਡਾ ਪੋਲੀਟੀਕਲ ਲੀਡਰ ਬਣ ਹੀ ਨਹੀਂ ਸਕਦਾ ਜਿੰਨਾ ਚਿਰ ਉਹ ਸਟਰਕਚਰ ਦੇ ਵਿੱਚ ਢਲਦਾ ਨਹੀਂ। ਇਹ ਉਹ ਗੱਲ ਹੈ ਵੀ ਤੁਸੀਂ ਪਾਣੀ ਤੇ ਇਲਜ਼ਾਮ ਲਾਓ ਵੀ ਤੈਨੂੰ ਜਦੋਂ ਭਾਂਡੇ 'ਚ ਪਾਈਦਾ ਤਾਂ ਤੂੰ ਉਸੇ ਸ਼ੇਪ ਦਾ ਕਿਉਂ ਜਾਂਦਾ। ਪਾਣੀ ਤੇ ਇਲਜ਼ਾਮ, ਕਿਉਂਕਿ ਪਾਣੀ ਜਿਹੜਾ ਉਹ ਭਾਂਡਾ ਹੈ ਨਾ, ਉਹ ਇੱਕ ਉਹਦੀ ਬੇਸਿਕ ਰਿਕੁਆਇਰਮੈਂਟ ਹੈ ਆਗੂ ਬਣਨ ਵਾਸਤੇ। ਤੁਸੀਂ ਉੱਥੇ ਇੱਕ ਇਮਾਨਦਾਰ ਆਗੂ ਨਹੀਂ ਬਣਾ ਸਕਦੇ ਜੇ ਤੁਸੀਂ ਬਣਾ ਦੋਗੇ। ਹੁਣ ਬਹੁਤ ਲੋਕਾਂ ਨੂੰ ਲੱਗਦਾ ਵੀ ਜਿਹੜਾ ਬਾਦਲ ਹੈ, ਜਿਹੜਾ ਕੈਪਟਨ ਹੈ, ਇਹ ਕਿਤੇ ਮਾਂ ਦੇ ਢਿੱਡੋਂ ਜੰਮੇ ਸੀ ਵੀ ਇਹਨਾਂ ਗਦਾਰੀਆਂ ਕਰਨੀਆਂ ਸੀ, ਪਰ ਨਹੀਂ। ਉਸ ਲੈਵਲ ਤੱਕ ਪਹੁੰਚਣ ਵਾਸਤੇ ਦੋ ਡਪਾਰ 'ਚ ਦੋ ਰਾਹ ਨਿਕਲਦੇ ਨੇ, ਜਾਂ ਤੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਣੇ ਦੇ ਰਾਹ ਨੂੰ ਤੁਰ ਪਾਓ, ਜਾਂ ਤੁਸੀਂ ਬਾਦਲਾਂ ਦੇ ਰਾਹ ਨੂੰ ਤੁਰ ਪਾਓ। ਜੇ ਤੁਸੀਂ ਬਾਦਲਾਂ ਦੇ ਰਾਹ ਨੂੰ ਤੁਰਦੇ ਜੋ ਤੇ ਫਿਰ ਉਸ ਤੋਂ ਬਾਅਦ ਤੇ ਉਮੀਦਾਂ ਬਿਲਕੁਲ ਹੀ ਖਤਮ ਹੋ ਜਾਂਦੀਆਂ ਨੇ ਵੀ ਤੁਸੀਂ ਕੌਮ ਦੇ ਹਿੱਤ 'ਚ ਕੁਝ ਸੋਚੋਗੇ। ਕੌਮ ਦੇ ਹਿੱਤ 'ਚ ਸੋਚਣਾ ਜਿਹੜਾ ਹੈ ਉਹ ਉੱਥੇ ਸੀਮਿਤ ਹੋ ਜਾਂਦਾ ਹੈ ਜਿੱਥੇ ਤੁਸੀਂ ਇਹ ਸਮਝੌਤਾ ਕਰ ਲੈਂਦੇ ਹੋ ਵੀ ਸਮਝੌਤਾ ਕੋਈ ਇਹ ਤਾਂ ਨਹੀਂ ਹੈਗਾ ਵੀ ਅੱਜ ਹੀ ਸਾਰਾ ਦੁਨੀਆ ਨੇ, ਕਿਸੇ ਨੇ, ਬਾਦਲ ਨੇ ਪਹਿਲੀ ਵਾਰ ਜ਼ਿੰਦਗੀ ਵਿੱਚ ਇਹੋ ਸਮਝੌਤਾ ਕੀਤਾ ਵੀ ਮੈਂ ਕੌਮ ਖਤਮ ਕਰ ਦੇਣੀ ਹੈ। ਹਰ ਗੱਲ ਛੋਟੀ ਛੋਟੀ ਚੀਜ਼ ਤੋਂ ਸ਼ੁਰੂ ਹੁੰਦੀ ਹੈ। ਜਦੋਂ ਮਨੁੱਖ ਛੋਟੇ ਸਮਝੌਤੇ ਕਰਦਾ ਹੈ ਉਹ ਨੀਂਹ ਬਣਦੇ ਨੇ ਵੱਡੀਆਂ ਚੀਜ਼ਾਂ ਦੀ। ਸੋ ਉੱਥੇ ਜਿਹੜੇ ਬੈਠੇ ਆਗੂ ਉਹ ਤੇ ਸਿੱਖ ਲੀਡਰਸ਼ਿਪ ਹੈ ਹੀ ਨਹੀਂ, ਉਹਨਾਂ 'ਚ ਤਾਂ ਸਿੱਖ ਵੈਸੇ ਲੀਡਰਸ਼ਿਪ ਮੰਨਫੀ ਹੈ। ਜਿਹੜੇ ਸਾਡੀ ਸਿੱਖ ਲੀਡਰਸ਼ਿਪ ਹੈ ਉਹ ਵੀ ਇਸ ਜਿਹੜੀ ਸਿਸਟਮ ਹੈ ਨਾ ਹਿੰਦੁਸਤਾਨ ਦਾ ਕਰੰਟ ਸਿਸਟਮ ਹੈ, ਉਹਦੇ ਹੇਠ ਇੰਨੀ ਪ੍ਰਭਾਵ 'ਚ ਆ ਚੁੱਕੀ ਹੈ ਵੀ ਉਹਨਾਂ ਨੂੰ ਵੀ ਕਿਤੇ ਕਿਤੇ ਸਡਨ ਰਿਐਕਸ਼ਨ 'ਚੋਂ ਲੱਗਦਾ ਹੈ
ਵੀ ਇਹ ਗਲਤ ਕਰ ਬੈਠੇ ਆ। ਉਹ ਡਰ ਹੈ ਉਹਨਾਂ ਦੇ ਅੰਦਰ ਵੀ ਕਿਤੇ ਜਿਹੜੀ ਇਹ ਚੀਜ਼ ਜਿਹੜੀ ਵਾਪਰੀ ਹੈ ਨਾ, ਇਹ ਸਾਡੀ ਨਸਲਕੁਸ਼ੀ ਨਾ ਕਰਵਾ ਦੇ। ਤੇ ਮੈਂ ਕਈ ਵਾਰ ਇਹ ਹੈਰਾਨ ਹੁੰਨਾ ਵੀ ਜਿੱਥੇ ਇੱਕ ਝੰਡਾ ਚਲਾਉਣ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਹੈ ਉਹ ਹੋਣ ਦਾ ਖਤਰਾ ਹੈ, ਉਸ ਦੇਸ਼ ਦੇ ਨਾਲ ਸਾਡੀ ਵਫਾਦਾਰੀ ਕਿਹੜੀ ਗੱਲ ਦੀ? ਹਾਂਜੀ ਅੰਮ੍ਰਿਤਪਾਲ ਸਿੰਘ, ਮੈਂ ਨਾ ਇਸੇ ਚੀਜ਼ ਦੇ ਨਾਲ ਇੱਕ ਮਿਲਦੀ ਜੁਲਦੀ ਜਿਹੜੀ ਉਦਾਹਰਣ ਮੇਰੇ ਜ਼ਿਹਨ ਦੇ ਵਿੱਚ ਜਦੋਂ ਮੈਂ ਇੰਟਰਵਿਊ ਸੁਣ ਰਿਹਾ ਸੀ, ਜੋ ਮਾਝੇ ਵਾਲਿਆਂ ਦਾ ਇੱਕ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੀ ਹੋਈ ਯੂਨੀਅਨ, ਮੇਰੇ ਖਿਆਲ ਕਿਸਾਨ ਮਜ਼ਦੂਰ ਏਕਤਾ, ਉਹਨਾਂ ਦੀ ਇੰਟਰਵਿਊ ਚੱਲ ਰਹੀ ਸੀ। ਮੇਰਾ ਖਿਆਲ ਜੇ ਮੈਂ ਗਲਤ ਨਹੀਂ ਹੈਗਾ ਤੇ ਉਹ ਆਪਣਾ ਪੰਧੇਰ ਸਾਹਿਬ, ਤੁਸੀਂ ਨੋਟ ਕੀਤਾ ਜਦੋਂ ਤਿਰੰਗੇ ਦੀ ਗੱਲ ਆਈ ਤੇ ਉਹਨੇ ਪਹਿਲਾਂ ਇਹ ਕਿਹਾ ਦੇਖੋ ਜੀ ਸਾਡੇ ਬਾਹਰ ਤਿਰੰਗਾ ਲੱਗਾ ਪਿਆ, ਫਿਰ ਉਹ ਤੋਂ ਬਾਅਦ ਕੈਮਰੇ ਦੇ ਉੱਤੇ ਹੀ ਉਹ ਤਿਰੰਗਾ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਲਿਆ ਕੇ ਖੜਾ ਕਰ ਦਿੱਤਾ ਜਾਂਦਾ, ਔਰ ਉਹ ਇਹ ਕਹਿ ਰਿਹਾ ਕਿ ਸਾਡਾ ਜਿਹੜਾ ਹੈਗਾ ਆ ਤਿਰੰਗੇ ਦੇ ਲਈ ਤਾਂ ਅਸੀਂ ਜਾਨਾਂ ਦਿੱਤੀਆਂ ਨੇ, ਕਿਉਂ ਪ੍ਰੂਵ ਕਰਨਾ ਪੈ ਰਿਹਾ ਤੁਹਾਨੂੰ? ਫਿਰ ਤੁਸੀਂ ਇਹ ਦੇਖ ਲਓ ਵੀ ਜਿਹੜਾ ਮੋਦੀ ਆ, ਚਾਹੇ ਹੁਣ ਉਹਦੀਆਂ ਤਸਵੀਰਾਂ ਵੀ ਆਈਆਂ, ਉਹਦੇ ਤੇ ਕੇਸ ਵੀ ਇਸ ਗੱਲ ਦੇ ਉੱਤੇ ਹੋਇਆ। ਮਿਸਟਰ ਸ਼ਰਮਾ ਜਿਨ੍ਹਾਂ ਨੇ ਕੇਸ ਕੀਤਾ, ਉਹਨੂੰ ਬਹੁਤ ਵਾਰ ਉਹਨੂੰ ਧਮਕੀਆਂ ਵੀ ਮਿਲੀਆਂ ਨੇ ਇਸ ਚੀਜ਼, ਔਰ ਉਹਦੀ ਕੁੱਟਮਾਰ ਵੀ ਹੋਈ ਆ। ਹੁਣ ਉਹ ਚਾਹੇ ਆਪਣਾ ਨੱਕ ਪੂੰਝੇ ਉਸੇ ਝੰਡੇ ਦੇ ਨਾਲ, ਤੇ ਚਾਹੇ ਉਹ ਆਪਣਾ ਪਸੀਨਾ ਪੂੰਝੇ, ਮੁੜਕਾ ਪੂੰਝੇ ਉਸ ਝੰਡੇ ਨਾਲ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਪਰ ਉਹ ਪ੍ਰੋਬਲਮ ਉਦੋਂ ਹੀ ਆਉਂਦੀ ਆ ਜਦੋਂ ਜਿਹੜਾ ਸਿੱਖ ਆ, ਜਦ ਕਿ ਸਿੱਖ ਨੇ ਕਿਤੇ ਵੀ ਜਿਹੜਾ 26 ਜਨਵਰੀ ਉੱਤੇ ਝੰਡੇ ਦੇ ਨਾਲ ਰਿਲੇਟਡ ਜੋ ਵੀ ਇਵੈਂਟ ਹੋਇਆ, ਉਹਦੇ ਵਿੱਚ ਕਿਤੇ ਨਹੀਂ ਆਉਂਦਾ ਕਿ ਕਿਸੇ ਨੇ ਉਹ ਝੰਡਾ ਪਾੜਿਆ ਹੋਵੇ, ਤਿਰੰਗੇ ਨੂੰ ਕੋਈ ਥੱਲੇ ਸੁੱਟਿਆ ਹੋਵੇ ਜਾਂ ਕਿਵੇਂ ਵੀ ਆ। ਪਰ ਉਹ ਇਹਨਾਂ ਨੇ ਇੱਕ ਚੀਜ਼ ਲਿਆਤੀ, ਉਹਨਾਂ ਨੇ ਇੱਕ ਇਸ਼ੂ ਬਣਾਤਾ। ਹੁਣ ਮੈਂ ਇਹ ਚਾਹੁੰਦਾ ਵੀ ਚਲੋ ਇੱਕ ਚੀਜ਼ ਹੋਈ, ਆਹ ਵਾਲੀ ਚੀਜ਼ ਹੋਈ ਵੀ ਉਹ ਝੰਡੇ ਦੀ ਗੱਲ ਹੋਈ, ਉੱਥੇ ਨਿਸ਼ਾਨ ਸਾਹਿਬ ਦੀ ਗੱਲ ਹੋਈ, ਉੱਥੇ ਇੱਕ ਇਸ਼ੂ ਜਿਹੜਾ ਹੈਗਾ ਆ ਉਹ ਆਇਆ। ਤੁਹਾਡੇ ਹਿਸਾਬ ਦੇ ਨਾਲ ਜਿਹੜੇ ਲੀਡਰ ਸੀਗੇ ਉਹਨਾਂ ਦਾ ਪ੍ਰਤੀਕਰਮ ਜਾਂ ਉਹਨਾਂ ਦਾ ਉਹਦੇ ਤੇ ਡਿਫੈਂਸ ਨਹੀਂ ਮੈਂ ਕਹਾਂਗਾ ਕਿ ਉਹਦੇ ਤੇ ਉਹਨਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਸੀ, ਉਹਨਾਂ ਦੇ ਜਵਾਬ ਕਿਹੋ ਜਿਹੇ ਹੋਣੇ ਚਾਹੀਦੇ ਸੀ ਤੁਹਾਡੇ ਹਿਸਾਬ ਨਾਲ? ਦੇਖੋ, ਜੇ ਤੇ ਅਸੀਂ ਜਿਹੜੇ ਸਿਸਟਮ 'ਚ ਰਹਿਣ ਡਏ ਆਗੂ, ਜਿਹੜੇ ਸਾਡੇ ਸਿਸਟਮ 'ਚ ਰਹਿ ਰਹੇ ਆ, ਉਹਦੇ 'ਚ ਰਹਿੰਦਿਆਂ ਉਹਨਾਂ ਦੀਆਂ ਕੁਝ ਮਜਬੂਰੀਆਂ ਤੇ ਹਨ, ਇਹਦੇ ਤੋਂ ਤਾਂ ਮੁੱਕਰਿਆ ਨਹੀਂ ਜਾ ਸਕਦਾ ਵੀ ਉਹ ਹਰ ਬੰਦਾ ਇੱਕ ਐਸੇ ਸੁਭਾਅ ਦਾ ਨਹੀਂ ਹੋ ਸਕਦਾ ਜਿਹੜਾ ਸ਼ਰੇਆਮ ਸੱਚ ਨੂੰ ਬੋਲ ਸਕੇ। ਸੱਚ ਬੜੀ ਖਤਰਨਾਕ ਚੀਜ਼ ਹੈ, ਉਹ ਆਪਣਾ ਵੀ ਉਹਨਾਂ ਨੁਕਸਾਨ ਕਰਾਉਂਦਾ ਜਿੰਨਾ ਅਗਲੇ ਦਾ ਕਰਾਉਂਦਾ। ਇਸ ਕਰਕੇ ਜੇ ਆਗੂਆਂ ਨੇ ਇਹਨੂੰ ਸਹੀ ਤਰੀਕੇ ਦੇ ਨਾਲ ਇਹਦਾ ਵਿਸ਼ਲੇਸ਼ਣ ਕਰਨਾ ਹੁੰਦਾ, ਜੋ ਇਹ ਘਟਨਾ ਵਾਪਰੀ ਹੈ, ਤੇ ਪਹਿਲੀ ਗੱਲ ਤੇ ਆਗੂ ਇਹ ਕਹਿੰਦੇ, ਸਭ ਨਾਲੋਂ ਵੱਡਾ ਇਹਨਾਂ ਦੇ ਕੋਲ ਇਹ ਹਥਿਆਰ ਸੀ, ਇਹ ਕਹਿੰਦੇ ਵੀ ਜੇ ਇਹ ਝੰਡਾ ਚੀਨ ਦੇ ਸਰਹੱਦਾਂ ਤੇ ਝੂਲ ਸਕਦਾ ਹੈ, ਜਾਂ ਤੁਸੀਂ ਇਹ ਕਹਿੰਦੇ ਵੀ ਅਸੀਂ ਝੰਡੇ ਦੀ ਗਲਤੀ ਮੰਨ ਲਾਂਗੇ, ਤੁਸੀਂ ਸਿੱਖ ਰੈਜੀਮੈਂਟ ਨੂੰ ਇਹ ਗੱਲ ਕਹਿ ਦਿਓ ਵੀ ਇਹ ਝੰਡਾ ਅੱਜ ਤੋਂ ਬਾਅਦ ਨਹੀਂ ਲਾਉਣਾ, ਫਿਰ ਅਸੀਂ ਇਹ ਲਾਲ ਕਿਲੇ ਦੇ ਝੰਡੇ ਝੂਲੇ ਦੀ ਗਲਤੀ ਅਸੀਂ ਮੰਨਣ ਨੂੰ ਤਿਆਰ ਆ। ਜੇ ਪਹਿਲੀ ਉਹਨਾਂ ਨੇ ਕਦੀ ਵੀ ਇਹ ਗੱਲ ਨਹੀਂ ਸੀ ਕਰਨੀ ਵੀ ਸਿੱਖ ਰੈਜੀਮੈਂਟ, ਕਿਉਂਕਿ ਉਹਨਾਂ ਨੂੰ ਪਤਾ ਜੇ ਝੰਡਾ ਲਾ ਦਿੱਤਾ ਤੇ ਸਿੱਖ ਰੈਜੀਮੈਂਟ ਤੇ ਬਾਕੀ ਰੈਜੀਮੈਂਟ ਅਰਗੀ ਹੋ ਗਈ, ਇਹਨਾਂ ਨੇ ਫਿਰ ਜਿਹੜੇ ਚੀਨ ਦੀ ਜਿਹੜੀ ਬਾਰਡਰਾਂ ਦੀ ਰਾਖੀ ਕਰਨੀ ਇਹਨਾਂ ਵਾਸਤੇ ਵਸ ਦੀ ਗੱਲ ਨਹੀਂ ਰਹਿਣੀ। ਸੋ ਦੂਜੀ ਗੱਲ ਇਹ ਹੋ ਸਕਦੀ ਸੀ ਵੀ ਜੇ ਆਗੂ ਇਹ ਗੱਲ ਕਹਿੰਦੇ ਵੀ ਠੀਕ ਹੈ, ਜੇ ਤੁਹਾਨੂੰ ਲੱਗਦਾ ਗਲਤ ਹੋ ਗਿਆ ਤੁਸੀਂ ਸਾਡੇ ਤੇ ਕੇਸ ਕਰ ਦਿਓ ਇਹਨਾਂ ਚੀਜ਼ਾਂ ਦੇ, ਅਸੀਂ ਉਹ ਕੇਸ ਜਿਹੜੇ ਆ ਕਾਨੂੰਨੀ ਤੌਰ ਤੇ ਰਜਿਸਟਰ ਨੂੰ ਤਿਆਰ ਆ ਵੀ ਉਹਦੇ ਚ ਕੀ ਬਣਦਾ ਹੈ। ਤੀਜੀ ਇਹ ਗੱਲ ਸੀ ਵੀ ਜੇ ਕਿਤੇ ਵੀ ਫਿਰ ਵੀ ਇੰਨੀ ਮਿਲਤਾਂ ਨਹੀਂ ਸੀ ਭਾਰ ਚੱਲਦੀਆਂ, ਤੇ ਇਹ ਕਹਿੰਦੇ ਸੀ ਵੀ ਅਸੀਂ ਤੇ ਭਾਈ 2 ਮਹੀਨੇ ਤੋਂ ਤੁਹਾਨੂੰ ਕਹਿ ਰਹੇ ਹਾਂ ਵੀ ਲੋਕ ਸਾਡੇ ਕਾਬੂ ਚ ਬਾਹਰ ਹੋ ਰਹੇ ਨੇ, ਇੱਥੇ ਕਈ ਕੁਝ ਹੋ ਸਕਦਾ ਹੈ, ਤੁਸੀਂ 2 ਮਹੀਨੇ ਤੋਂ ਸਾਨੂੰ ਇੱਥੇ ਲਟਕਾ ਕੇ ਰੱਖਿਆ ਹੈ, ਤੇ ਨੌਜਵਾਨਾਂ ਨੂੰ ਅਸੀਂ ਕਿੰਨਾ ਕੁ ਚਿਰ ਸਾਂਭਾਂਗੇ? ਜੋ ਘਟਨਾ ਵਾਪਰੀ ਹੈ ਚਲੋ ਠੀਕ ਹੈ, ਅਸੀਂ ਮੰਨਦੇ ਵੀ ਨਹੀਂ ਵਾਪਰਨੀ ਚਾਹੀਦੀ ਸੀ, ਪਰ ਹੁਣ ਜੋ ਵਾਪਰਿਆ ਹੈ ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੈਗਾ। ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਵੀ ਇਹ ਗੱਲ ਇੱਥੋਂ ਤੱਕ ਪਹੁੰਚ ਕਿੱਦਾਂ ਗਈ ਹੈ। ਸੋ ਇਹ ਆਗੂਆਂ ਦੀ ਸਭ ਨੂੰ ਜਿਹੜਾ ਝੰਡਾ ਤੁਸੀਂ ਕਹਿੰਦੇ ਤਿਰੰਗਾ ਲਿਆ ਕੇ ਪਿੱਛੇ ਲਾ ਦਿੱਤਾ ਉਹਨਾਂ ਨੇ, ਇਹ ਨਾ ਇੱਕ ਬਹੁਤ ਮਿਸ ਕਨਸੈਪਸ਼ਨ ਜੀ ਹੈ ਵੀ ਜਿਹੜੇ ਨਾ ਸਾਨੂੰ ਸ਼ਾਇਦ ਤਿਰੰਗੇ ਨੇ ਬਚਾ ਲੈਣਾ, ਇਹ ਇੱਕ ਨਾ ਭਾਵਨਾ ਬਣ ਗਈ ਹੈ। ਹੁਣ ਕੋਈ ਕਾਤਲ ਤੇ ਕਿਸੇ ਬੰਦੇ ਦੇ ਵਿੱਚ ਐਗਰੀਮੈਂਟ ਹੋ ਜੇ, ਉਹ ਤੁਹਾਨੂੰ ਕਾਗਜ਼ ਤੇ ਲਿਖ ਕੇ ਦੇ ਦੇ ਵੀ ਜੇ ਫਲਾਣਾ ਝੰਡਾ ਤੂੰ ਲੈ ਕੇ ਤੁਰਿਆ ਫਿਰੇਂਗਾ ਤੇ ਮੈਂ ਤੈਨੂੰ ਨਹੀਂ ਮਾਰੂੰਗਾ, ਜੇ ਤੇ ਕੋਈ ਏਦਾਂ ਦੀ ਗੱਲ ਹੈ। ਤੇ ਪਰ ਉਹ ਜੇ ਦੇਖੋ, ਜੇ ਕਾਤਲ ਤੁਹਾਨੂੰ ਮਾਰਨ ਦੀ ਤਾਕਤ ਰੱਖਦਾ ਹੈ, ਜੇ ਉਹਦੇ ਕੋਲ ਤਾਕਤ ਹੈ ਤੁਹਾਨੂੰ ਕਤਲ ਕਰਨ ਦੀ ਤੁਹਾਡਾ, ਤੇ ਫਿਰ ਨਾ ਤੇ ਕੋਈ ਝੰਡਾ ਬਚਾ ਸਕਦਾ, ਨਾ ਕੋਈ ਤੁਹਾਨੂੰ ਲਿਖਤ ਬਚਾ ਸਕਦੀ ਹੈ, ਨਾ ਕੋਈ ਕਾਨੂੰਨ ਬਚਾ ਸਕਦਾ। ਔਰ ਇਹ ਗੱਲ ਅੰਮ੍ਰਿਤਪਾਲ ਸਿੰਘ ਸਾਹਮਣੇ ਆਈ ਵੀ ਆ ਵੀ ਜਦੋਂ ਤਾਂ ਇਹਨਾਂ ਦੇ ਆਪਣੇ ਸਿਪਾਹੀ ਜਾਂ ਆਪਣੇ ਇਹਨਾਂ ਦੇ ਸੈਨਾ ਦੇ ਅਰਧ ਸੈਨਾ ਜਿਹੜੀ ਹੈਗੀ ਸੈਨਿਕ ਬਲ,
ਉਹ ਜਦੋਂ ਝੰਡੇ ਦੇ ਉੱਤੇ ਡੰਡੇ ਮਾਰਦੇ ਪਏ ਸੀ, ਕਿਸ ਤਰੀਕੇ ਦੇ ਨਾਲ ਟਰੈਕਟਰ ਦੇ ਉੱਤੇ ਉਹਨੂੰ ਝੰਡਾ ਲਾਇਆ ਗਿਆ, ਪਰ ਕਿਸੇ ਵੱਲੋਂ ਕੋਈ ਵੀ, ਨਾ ਕਿਸੇ ਮੀਡੀਆ ਨੇ, ਨਾ ਕਿਸੇ ਲੀਡਰ ਨੇ, ਨਾ ਕਿਸੇ ਨੇ ਸਵਾਲ ਕੀਤਾ, ਨਾ ਈਵਨ ਆਮ ਲੋਕਾਂ ਨੇ ਸਵਾਲ ਕੀਤਾ ਵੀ ਹਾਂ ਜੀ ਇਹ ਬੇਹੁਰਮਤੀ ਹੋਈ। ਵੈਸੇ ਝੰਡੇ ਦੀ ਬੇਹੁਰਮਤੀ ਇਹਨਾਂ ਦੇ 2002 ਦਾ ਜਿਹੜਾ ਇੱਕ ਝੰਡੇ ਵਾਲੀ ਇਹਨਾਂ ਦਾ ਕਾਨੂੰਨ ਹੈਗਾ, ਉਹ ਇਹ ਵੀ ਕਹਿ ਰਿਹਾ ਵੀ ਪਲਾਸਟਿਕ ਦਾ ਝੰਡਾ ਤੁਸੀਂ ਜੇ ਵਰਤੋਗੇ ਤੇ ਉਹ ਵੀ ਬੇਹੁਰਮਤੀ ਆ ਝੰਡੇ ਦੀ। ਪਰ ਉਹ ਤੁਸੀਂ ਉਹ ਦੇਖ ਲਓ ਵੀ ਹੱਥ 'ਚ ਉਹਨਾਂ ਨੇ ਪਲਾਸਟਿਕ ਦੇ ਉਹ ਝੰਡੇ ਫੜੇ ਪਏ ਨੇ, ਪਰ ਕੋਈ ਵੀ ਨੈਰੇਟਿਵ ਜਿਹੜਾ ਹੈਗਾ ਉਹ ਨਹੀਂ ਬਣਦਾ ਇਸ ਚੀਜ਼ ਦੇ ਉੱਤੇ ਵੀ ਹਾਂ ਵੀ ਉਹ ਝੰਡੇ ਦੀ ਦੇਖੋ, ਜੇ ਕਾਨੂੰਨ ਆ ਵੀ ਹਾਂ ਆਹ ਝੰਡਾ ਜਿਹੜਾ ਹੈਗਾ ਆ ਉਹ ਐਡਾ ਸਾਈਜ਼ ਹੋਣਾ ਚਾਹੀਦਾ, ਉਹ ਕੱਪੜੇ ਦਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਉਹਦੇ ਰੰਗ ਏਦਾਂ ਦੇ ਹੋਣੇ ਚਾਹੀਦੇ ਆ। ਹੁਣ ਉਸੇ ਝੰਡੇ ਦੇ ਉੱਤੇ ਇਹ ਵੀ ਹੈਗਾ ਵੀ ਤੁਸੀਂ ਉਹਨੂੰ ਡਿਫੇਸ ਨਹੀਂ ਕਰ ਸਕਦੇ ਝੰਡੇ ਨੂੰ। ਮਤਲਬ ਜਿੱਥੇ ਅਸ਼ੋਕਾ ਚੱਕਰ ਆ, ਮਤਲਬ ਅਸ਼ੋਕਾ ਚੱਕਰ ਆ, ਪਰ ਹੁਣ ਬਹੁਤ ਸਾਰੀਆਂ ਉਦਾਹਰਨਾਂ ਉਹਦੇ 'ਚ ਇਹ ਵੀ ਮਿਲਦੀਆਂ ਨੇ। ਹੁਣ ਜਿਹੜਾ ਕਾਂਗਰਸ ਦਾ ਝੰਡਾ, ਉਹਦੇ ਅਸ਼ੋਕਾ ਚੱਕਰ ਦੀ ਥਾਂ ਹੱਥ ਦਾ ਆਮ ਹੀ ਜਿਹੜਾ ਹੈਗਾ ਅਸੀਂ ਦੇਖ ਲੈਂਦੇ ਆ। ਹੁਣ ਜਿਹੜੇ ਬੀਜੇਪੀ ਵਾਲਾ ਹੈਗਾ ਉਹ ਵੀ ਇਹੀ ਚੀਜ਼ਾਂ ਕਰਦੇ ਨੇ। ਬੀਜੇਪੀ ਵਾਲੇ ਜਿਹੜੇ ਹੈਗੇ ਉਹ ਚਾਹੇ ਆਪਣੇ ਝੰਡੇ ਨੂੰ ਦੂਸਰੇ ਝੰਡੇ ਦੇ ਉੱਤੇ ਲਾਉਣ। ਔਰ ਦੂਸਰੀ ਗੱਲ, ਇਹ ਕਿਤੇ ਵੀ ਨਹੀਂ ਕਿਹਾ ਹੈਗਾ ਵੀ ਤੁਸੀਂ ਝੰਡਾ ਕਿਸੇ ਇਮਾਰਤ ਦੇ ਉੱਤੇ ਖਾਸ ਕਰਕੇ ਉਹ ਝੰਡਾ ਜਿਹੜਾ ਕਿਸੇ ਧਰਮ ਦਾ ਪ੍ਰਤੀਕ ਹੋਵੇ, ਉਹ ਤੁਸੀਂ ਕਿਸੇ ਇਮਾਰਤ ਤੇ ਨਹੀਂ ਲਾ ਸਕਦੇ, ਖਾਸ ਕਰਕੇ ਉਸ ਇਮਾਰਤ ਤੇ ਜਿਹੜੀ ਇਮਾਰਤ ਰਾਸ਼ਟਰ ਦੀ ਹੋਵੇ, ਜਿਹੜੀ ਇਮਾਰਤ ਜਿਹੜੀ ਆ ਉਹ ਦੇਸ਼ ਦੀ ਸੰਪਤੀ ਹੋਵੇ। ਮਤਲਬ ਕਿ ਹੁਣ ਇਹਨੂੰ ਇਹ ਕਿਹਾ ਜਾਂਦਾ ਕਿ ਇਹ ਹਿਸਟੋਰੀਕਲ ਮੋਨੂਮੈਂਟ ਆ, ਔਰ ਜੇ ਹਿਸਟੋਰੀਕਲ ਮੋਨੂਮੈਂਟ ਹੈਗਾ ਤੇ ਉਹ ਠੇਕੇ ਤੇ ਦੇ ਦਿੱਤਾ ਜਾਣਾ ਵੀ ਕਿੱਡੀ ਸ਼ਰਮ ਵਾਲੀ ਗੱਲ ਆ। ਔਰ ਉਹਦੇ ਤੇ ਹੁਣ ਇਹ ਲਿਖਿਆ ਵੀ ਪਿਆ, ਉਹਨਾਂ ਨੇ ਡਾਲਮੀਆ ਮੋਨੂਮੈਂਟ, ਉਹਨਾਂ ਨੇ ਆਪਣਾ ਨਾਂ ਲਿਖਿਆ ਪਿਆ ਉਹਦੇ ਤੇ ਬਕਾਇਦਾ ਤੌਰ ਦੇ ਉੱਤੇ। ਜੇ ਉਹਨਾਂ ਨੇ ਨਾਂ ਲਿਖਿਆ ਪਿਆ, ਫਿਰ ਇਹ ਕਲੇਮ ਕਿਵੇਂ ਕਰ ਸਕਦੇ ਆ ਕਿ ਨਹੀਂ ਉਹ ਤਾਂ ਦੇਸ਼ ਦੀ ਧਰੋਹਰ ਆ, ਉਹਦੇ ਉੱਤੇ ਜਿਹੜਾ ਝੰਡਾ ਹੈਗਾ ਸਿਰਫ ਉਹ ਤਿਰੰਗਾ ਹੀ ਲੱਗ ਸਕਦਾ? ਇਹ ਕਿਤੇ ਵੀ ਨਹੀਂ ਹੈਗਾ। ਔਰ ਦੂਸਰੀ ਗੱਲ, ਉਹ ਵੀ ਤੁਹਾਡੀ ਗੱਲ ਬਿਲਕੁਲ ਵਾਜਿਬ ਆ ਵੀ ਜੇਕਰ ਚੀਨ ਦੀ ਸਰਹੱਦ ਦੇ ਉੱਤੇ ਕੋਈ ਫੌਜੀ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਉੱਤੇ ਉਹ ਝੰਡਾ ਲਹਿਰਾ ਸਕਦਾ, ਤੇ ਫਿਰ ਇੱਥੇ ਕਿਉਂ ਨਹੀਂ ਲਹਿਰਾ ਸਕਦਾ? ਹੁਣ ਆਹ ਜਿਹੜੀਆਂ ਚੀਜ਼ਾਂ ਹੈਗੀਆਂ, ਮੈਂ ਸਵਾਲ ਨਹੀਂ ਇਹ ਹੁਣ ਕਰ ਰਿਹਾ, ਮੈਂ ਇਸੇ ਚੀਜ਼ ਦੇ ਵਿੱਚ ਐਡ ਅਪ ਇਹ ਕਰ ਰਿਹਾ। ਜੇ ਤੁਹਾਨੂੰ ਯਾਦ ਹੋਵੇ, ਐਚ.ਐਸ. ਪਨਾਗ ਨੇ, ਔਰ ਐਚ.ਐਸ. ਪਨਾਗ ਬੜੇ ਉੱਚੇ ਰੈਂਕ ਦੇ ਆਫੀਸਰ ਨੇ, ਮੇਰਾ ਖਿਆਲ ਲੈਫਟੀਨੈਂਟ ਕਰਨਲ ਜਾਂ ਜਨਰਲ ਲੈਵਲ ਦੇ ਉਹ ਜਿਹੜੇ ਇਹਨਾਂ ਦੀ ਫੌਜ ਦੇ ਵਿੱਚੋਂ ਰਿਟਾਇਰ ਹੋਏ ਨੇ, ਜਿਨ੍ਹਾਂ ਨੂੰ ਅੱਤ ਵਿਸ਼ੇਸ਼ ਸੇਵਾ ਪਦਕ ਵੀ ਮਿਲਿਆ, ਜਿਹੜਾ ਇਹਨਾਂ ਦੀ ਸਰਵਿਸ ਅਵਾਰਡ ਹੈਗਾ। ਹੁਣ ਔਰ ਗੁਲ ਪਨਾਗ ਦੇ ਪਿਤਾ ਨੇ ਸਿਰਫ ਇੱਕ ਗੱਲ ਇਹ ਹੋਈ ਆ ਕਿ ਕਸ਼ਮੀਰ ਦੇ ਵਿੱਚ ਜਦੋਂ ਕਿਸੇ ਨੂੰ ਹਿਊਮਨ ਸ਼ੀਲਡ ਬਣਾ ਕੇ ਜਿਹੜੇ ਇਹਨਾਂ ਦੇ ਫੌਜੀ ਸੀਗੇ ਉਹ ਭੀੜ ਚੋਂ ਨਿਕਲ ਰਹੇ ਸੀ, ਜਿਹਦੇ ਵਿੱਚ ਬੰਦਾ ਉਹਨਾਂ ਨੇ ਅੱਗੇ, ਇੱਕ ਨਿਰਦੋਸ਼ ਬੰਦਾ, ਜਿਹਦਾ ਇੱਕ ਆਮ ਬੰਦਾ ਜਿਹੜਾ ਹੈਗਾ ਜੀਪ ਦੇ ਉੱਤੇ ਅੱਗੇ ਬੰਨ ਕੇ ਉਹ ਭੀੜ ਦੇ ਵਿੱਚੋਂ ਕੱਢਿਆ ਜਾ ਰਿਹਾ ਸੀਗਾ, ਤਾਂ ਵੀ ਭੀੜ ਜਿਹੜੀ ਹੈਗੀ ਉਹਨਾਂ ਤੇ ਹਮਲਾ ਨਾ ਕਰੇ। ਔਰ ਇਸ ਗੱਲ ਦੀ ਜਿਹੜੀ ਤੋਏ ਹੋਈ, ਉਹ ਪੂਰੀ ਦੁਨੀਆ ਦੇ ਵਿੱਚ ਹੋਈ। ਔਰ ਉਸੇ ਤੋਏ ਦੇ ਵਿੱਚੋਂ ਇੱਕ ਜਿਹੜਾ ਉਹ ਬੰਦਾ ਜਿਹਨੂੰ ਲੜਨਾ ਜਾਣਦਾ ਹੁੰਦਾ, ਉਹਨੇ ਇਹ ਗੱਲ ਇਹ ਕਹੀ ਆ ਕਿ ਭਾਈ ਇਹ ਫੌਜ ਦਾ ਕੰਮ ਨਹੀਂ ਹੈ ਕਿ ਤੁਸੀਂ ਆਪਣੀਆਂ ਜਾਨਾਂ ਬਚਾਉਣ ਦੇ ਲਈ ਤੁਸੀਂ ਲੋਕਾਂ ਦੇ ਵਿੱਚੋਂ ਕਿਸੇ ਬੇਦੋਸ਼ੇ ਨੂੰ, ਕਿਸੇ ਆਮ ਬੰਦੇ ਨੂੰ ਆਪਣੀ ਸ਼ੀਲਡ ਦੇ ਰੂਪ ਦੇ ਵਿੱਚ ਉਥੋਂ ਬਾਹਰ ਕੱਢੋ। ਔਰ ਇੰਨੀ ਕੁ ਗੱਲ ਦੇ ਉੱਤੇ ਐਚ.ਐਸ. ਪਨਾਗ ਜਿਹੜਾ ਹੈਗਾ ਆ ਉਹ ਖਾਲਿਸਤਾਨੀ ਹੋ ਜਾਂਦਾ, ਉਹ ਅੱਤਵਾਦੀ ਹੋ ਜਾਂਦਾ, ਉਹ ਦੇਸ਼ ਧਰੋਹੀ ਹੋ ਜਾਂਦਾ, ਔਰ ਪਾਕਿਸਤਾਨੀ ਹੋ ਜਾਂਦਾ। ਇਹ ਇੱਕ ਐਗਜ਼ਾਮਪਲ। ਦੂਸਰੀ ਐਗਜ਼ਾਮਪਲ ਇਦਾਂ ਦੀ, ਜਿਹੜੀ ਗੁਰਮੇਰ ਕੌਰ, ਇੱਕ ਬੱਚੀ ਜਿਹੜੀ 20 ਸਾਲ ਦੀ ਬੱਚੀ ਜਿਹੜੀ ਆ, ਉਹਨੇ ਦੇਖੋ ਕਿੰਨੀ ਜੈਨੇਰਿਕ ਉਹਨੇ ਇੱਕ ਸਟੇਟਮੈਂਟ ਦਿੱਤੀ ਆ, ਕਿਉਂਕਿ ਉਹ ਆਪਣੇ ਪਿਓ ਦਾ ਖਲਾ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰ ਰਹੀ ਆ। ਔਰ ਉਹਨੇ ਇੱਕ ਬੜੀ ਜੈਨੇਰਿਕ ਇਹ ਸਟੇਟਮੈਂਟ ਦੇ ਦਿੱਤੀ ਵੀ ਭਾਈ ਜਿਹੜਾ ਮੇਰੇ ਪਿਓ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰੇ ਪਿਓ ਨੂੰ ਇੱਕ ਜੰਗ ਨੇ ਮਾਰਿਆ। ਜਿਹੜਾ ਕਿ ਕੋਈ ਵੀ ਜਿਸ ਬੰਦੇ ਦਾ ਦਿਮਾਗ ਕਿਸੇ ਸੈੱਟ ਜਗ੍ਹਾ ਦੇ ਉੱਤੇ ਹੈਗਾ, ਉਹ ਇਸ ਗੱਲ ਨੂੰ ਸਮਝੂਗਾ ਵੀ ਵਾਕਈ ਯਾਰ ਲੜਾਈਆਂ ਨਹੀਂ ਹੋਣੀਆਂ ਚਾਹੀਦੀਆਂ, ਵਾਰ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ। ਤੇ ਜੇ ਤੁਸੀਂ ਹੁਣ ਵਾਰ ਕਰਨੀ ਆਏ, ਔਰ ਇਹ ਵੀ ਹਮੇਸ਼ਾ ਉਹ ਬੰਦਾ ਲੱਭਦੇ ਨੇ ਜਿਹੜਾ ਇਹਨਾਂ ਨੂੰ ਲੱਗਦਾ ਵੀ ਕਮਜ਼ੋਰ ਆ। ਹੁਣ ਚੀਨ ਦੇ ਬਾਰਡਰ ਦੇ ਉੱਤੇ ਉਹਨਾਂ ਨੇ ਘਰ ਬਣਾ ਲਿਆ, ਹੁਣ ਕਦੀ ਕਿਸੇ ਨੇ ਕੋਈ ਨਹੀਂ ਕੋਇਆ ਉਸ ਚੀਜ਼ ਦੇ ਬਾਰੇ। ਹਮੇਸ਼ਾ ਗੱਲ ਚੱਲਦੀ ਆ ਪਾਕਿਸਤਾਨ ਦੀ, ਪਰ ਇਹ ਗੱਲ ਜਿਹੜੀ ਹੈਗੀ ਆ ਇਸ ਚੀਜ਼ ਦੇ ਨਾਲ ਮੈਂ ਰਿਲੇਟ ਨਹੀਂ ਕਰਨੀ ਚਾਹੁੰਦਾ। ਮੈਂ ਸਿਰਫ ਇਹੀ ਕਹਿਣਾ ਇਹ ਚਾਹੁੰਦਾ ਸੀਗਾ ਵੀ ਜਿਹੜਾ ਇਹਨਾਂ ਨੇ ਨੈਰੇਟਿਵ ਸੈੱਟ ਕੀਤਾ ਪਿਆ,
ਉਹ ਇਹੀ ਕੀਤਾ ਪਿਆ ਵੀ ਜੇ ਤੁਸੀਂ ਕੋਈ ਵੀ ਹਰਕਤ ਕਰੋਗੇ ਅਸੀਂ ਬਿਲਕੁਲ ਤੁਹਾਨੂੰ ਉਸੇ ਤਰੀਕੇ ਦੇ ਨਾਲ ਮਾਰਾਂਗੇ ਜਿਸ ਤਰੀਕੇ ਨਾਲ ਸ਼ੇਰ ਨੇ ਲੇਲੇ ਨੂੰ ਮਾਰਿਆ ਸੀਗਾ, ਬਹਾਨੇ ਬਣਾ ਕੇ ਵੀ ਭਾਈ ਤੂੰ ਮੇਰੇ ਪਾਣੀ ਨੂੰ ਝੂਠਾ ਕੀਤਾ। ਉਹ ਇਹ ਜਿੰਨਾ ਮਰਜ਼ੀ ਕਹੀ ਜਾਵੇ ਸ਼ੇਰ ਨੂੰ ਵੀ ਪਾਣੀ ਤਾਂ ਤੁਹਾਡੇ ਵੱਲੋਂ ਮੇਰੇ ਵੱਲ ਨੂੰ ਆ ਰਿਹਾ, ਤੇ ਫਿਰ ਅਗਲਾ ਬਹਾਨਾ ਉਹਦਾ ਹੋਊਗਾ ਵੀ ਤੂੰ ਨਹੀਂ ਤਾਂ ਤੇਰੇ ਪਿਓ ਨੇ ਇਹ ਝੂਠਾ ਕੀਤਾ ਸੀਗਾ। ਔਰ ਇਹੀ ਚੀਜ਼ ਜੋ ਹਾਲਾਤ ਅੱਜ ਉੱਥੇ ਵਾਪਰ ਰਹੇ ਨੇ, ਜਿਸ ਤਰੀਕੇ ਦੇ ਨਾਲ ਹੁਣ ਇਹ ਜਿਹੜੇ ਲੀਡਰ ਸਹਿਬਾਨ ਨੇ ਉਹਨਾਂ ਨੇ ਤਾਂ ਇਹ ਕਹਿਤਾ ਕਿ ਅਸੀਂ ਖਾਲਿਸਤਾਨੀ ਨਹੀਂ ਹੈਗੇ, ਪਰ ਜਿਹੜੀਆਂ ਭੀੜਾਂ ਇਹਨਾਂ ਨੂੰ ਗਾਲਾਂ ਕੱਢ ਰਹੀਆਂ ਨੇ, ਜਿਹੜੇ ਲੀਡਰ ਬੀਜੇਪੀ ਦੇ ਆਪਣੇ ਗੁੰਡਿਆਂ ਸਮੇਤ ਇਹਨਾਂ ਨੂੰ ਗਾਲਾਂ ਕੱਢ ਰਹੇ ਨੇ, ਉਹ ਇਹੀ ਗਾਲਾਂ ਕੱਢ ਰਹੇ ਨੇ ਕਿ ਇਹ ਖਾਲਿਸਤਾਨੀ ਨੇ। ਔਰ ਜਦੋਂ ਉਹਨਾਂ ਨੇ ਬੜਾਂਗਾ ਫੇਰਨਾ ਤੇ ਉਦੋਂ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਕਿਹਨੇ ਹਰਾ ਝੰਡਾ ਫੜਿਆ, ਕਿਹਨੇ ਕੇਸਰੀ ਝੰਡਾ ਫੜਿਆ, ਕਿਹਨੇ ਤਿਰੰਗਾ ਝੰਡਾ ਫੜਿਆ, ਔਰ ਕਿਹਨੇ ਕਮੀਜ਼ਾਂ ਪਾਈਆਂ ਜਾਂ ਮੂੰਹ ਆਪਣਾ ਜਿਹੜਾ ਹੈਗਾ ਉਹ ਤਿਰੰਗੇ ਦੇ ਵਿੱਚ ਪ੍ਰਿੰਟ ਕੀਤਾ ਹੋਇਆ। ਇਹ ਅਸੀਂ ਸ਼ਾਹੀਨ ਬਾਗ ਦੇ ਜਿਹੜੇ ਮੋਰਚੇ ਦੇ ਵਿੱਚ ਅਸੀਂ ਬੜੀ ਭਲੀ ਭਾਂਤ ਸਾਡੇ ਅੱਗੇ ਉਹ ਚੀਜ਼ਾਂ ਆਈਆਂ ਨੇ ਵੀ ਹਾਂ ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਤਿਰੰਗਾ ਜਿਹੜਾ ਹੈਗਾ ਸਾਡਾ ਬਚਾਅ ਕਰ ਦੇਵੇਗਾ। ਔਰ ਇਹ ਇਸੇ ਤਰੀਕੇ ਨਾਲ ਮੈਂ ਇਹਦੇ ਤੇ ਸਰਦਾਰ ਜਪ ਸਿੰਘ ਹੁਣਾਂ ਦਾ ਪ੍ਰਤੀਕਰਮ ਚਾਹਾਂਗਾ। ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਦੇ ਨਾਲ 84 ਵਾਪਰੀ, 84 ਦੇ ਵਿੱਚ ਹਿੰਦੂ ਤਵੀਆਂ ਦੀਆਂ ਹਿੰਦੂ ਭੀੜਾਂ ਨੇ ਇਹ ਨਹੀਂ ਦੇਖਿਆ ਕਿਤੇ ਵੀ ਕੋਈ ਮੋਨਾ ਆ ਜਾਂ ਕੋਈ ਕਾਂਗਰਸੀ ਆ ਜਾਂ ਕੋਈ ਅਖੰਡ ਕੀਰਤਨੀ ਆ ਜਾਂ ਕੋਈ ਟਕਸਾਲੀ ਆ। ਉਹਨਾਂ ਨੇ ਇਹ ਦੇਖਿਆ ਕਿ ਕਿਹਦੇ ਗੁੱਟ ਦੇ ਵਿੱਚ ਕੜਾ, ਜੇ ਕਿਤੇ ਉਹਨੇ ਕੇਸ ਕਤਲ ਕਰਾਏ ਤੇ ਜਿਹੜੇ 50 ਦੇ ਨਿਸ਼ਾਨ ਸੀਗੇ ਉਹ ਦੇਖ ਕੇ ਉਹਨਾਂ ਦੇ ਉਹ ਕਤਲ ਕੀਤੇ ਨੇ। ਜਾਪ ਸਿੰਘ, ਤੁਹਾਨੂੰ ਇਹ ਲੱਗਦਾ ਕਿ ਜੇ ਹੁਣ ਉਹਨਾਂ ਨੇ ਇਸ ਗੱਲ ਦੇ ਉੱਤੇ ਮਤਲਬ ਨਿਸ਼ਾਨਦੇਹੀ ਤਾਂ ਉਹਨਾਂ ਨੇ ਕਰਨੀ ਕਿਸੇ ਦੀ ਨਹੀਂ, ਉਹ ਤਾਂ ਜਿਹੜਾ ਅੱਗੇ ਆ ਗਿਆ ਉਹਨਾਂ ਨੂੰ ਮਾਰਨਾ ਹੀ ਮਾਰਨਾ। ਤੁਹਾਨੂੰ ਇਹ ਲੱਗਦਾ ਵੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਇਹ ਫੋਰਸਸ ਨੇ ਜਿਹੜੀਆਂ ਉੱਥੇ ਵੱਟੇ ਚਲਾ ਰਹੀਆਂ ਨੇ ਜਾਂ ਜਿਹੜੀਆਂ ਵੱਖਰੇ ਵੱਖਰੇ ਬਹਾਨੇ ਬਣਾ ਕੇ ਉਹਨਾਂ ਦਾ ਇਹ ਕਹਿ ਲਓ ਇਕੱਠ ਤੋੜਨ ਦਾ ਯਤਨ ਕਰ ਰਹੀਆਂ ਨੇ। ਹੁਣ ਸਾਡੇ ਸਾਹਮਣੇ ਇਹ ਵੀ ਵੀਡੀਓਜ਼ ਆਈਆਂ ਹੀ ਨੇ ਵੀ ਕਿੱਦਾਂ ਟਰੈਕਟਰ ਦੇ ਥੱਲਿਓਂ ਵੀ ਸਾਡੀਆਂ ਬਜ਼ੁਰਗ ਮਾਤਾਵਾਂ ਜਿਹੜੀਆਂ ਹੈਗੀਆਂ ਉਹ ਰੋਂਦੀਆਂ ਗਈਆਂ। ਸਾਡੇ ਜਿਹੜੇ ਉੱਤੇ ਆਪਣੇ ਨੌਜਵਾਨ ਸੀਗੇ ਉਹਨਾਂ ਨੂੰ ਕੁੱਟਿਆ ਗਿਆ ਔਰ ਪੁਲਿਸ ਨੇ ਕੁੱਟ ਕੇ ਦੰਗਾਈਆਂ ਨੂੰ ਫੜਾਇਆ। ਤੁਹਾਨੂੰ ਇਹ ਲੱਗਦਾ ਕਿ ਇਹਨਾਂ ਜਥੇਬੰਦੀਆਂ ਦਾ ਜੋ ਉਹਨਾਂ ਦਾ ਨੈਰੇਟਿਵ ਹੈਗਾ ਉਹ ਕਿਸੇ ਵੀ ਤਰੀਕੇ ਸਾਡੀ ਜਿਹੜੀ ਐਡੀ ਵੱਡੀ ਆਵਾਮ ਹੈਗੀ, ਐਡਾ ਵੱਡਾ ਅੰਦੋਲਨ ਜਿਹਦੇ ਬਾਰੇ ਇਹ ਕਹਿ ਰਹੇ ਨੇ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਮਾਤਾ ਦੇ ਜਾਂ ਕਿਸੇ ਮਾਂ ਦਾ ਜਿਹੜਾ ਹੈਗਾ ਪੋਤਿਆ ਇਹਦੇ ਵਿੱਚ ਮਾਰਿਆ ਜਾਵੇ, ਤੁਹਾਨੂੰ ਇਹ ਲੱਗਦਾ ਵੀ ਕਿਸੇ ਵੀ ਤਰੀਕੇ ਆਪਣੀਆਂ ਇਹੋ ਜਿਹੀਆਂ ਜਬਲੀਆਂ ਦੇ ਨਾਲ, ਇਹੋ ਜਿਹੀਆਂ ਜਿਹੜੀਆਂ ਪੇਤਲੀਆਂ ਜਿਹੀਆਂ ਗੱਲਾਂ ਦੇ ਨਾਲ ਉਸ ਪੂਰੇ ਦੇ ਪੂਰੇ ਇਕੱਠ ਨੂੰ ਬਚਾ ਸਕਣਗੀਆਂ? ਜਾਂ ਤੁਹਾਨੂੰ ਇਹ ਲੱਗਦਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨਰਸੰਘਾਰ ਜਿਹੜਾ ਹੈਗਾ ਉੱਥੇ ਹੋ ਸਕਦਾ? ਦੇਖੋ, ਇਹ ਗੱਲ ਤਾਂ ਬਿਲਕੁਲ ਸਹੀ ਆ ਵੀ ਇਹ ਜਿਹੜੇ ਡਿਫੈਂਸਿਵ ਮੋਡ ਦੇ ਵਿੱਚ ਬੈਠੇ ਆ ਆਪਣੇ ਆਪ ਨੂੰ ਪੂਰੇ ਰਾਸ਼ਟਰਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ। ਜੇਕਰ ਤੁਸੀਂ ਵੀਡੀਓ ਦੇਖੋ ਜਿੰਨੀਆਂ ਇਹ ਲਾਲ ਕਿਲੇ ਨੂੰ ਜਾਣ ਵਾਲੀਆਂ, ਜਿੰਨੇ ਟਰੈਕਟਰਾਂ ਦੇ ਉੱਤੇ ਡਾਂਗਾ ਮਾਰੀਆਂ ਉਹ ਪੁਲਿਸ ਵਾਲੇ ਨੇ ਮਾਰੀਆਂ। ਈਵਨ ਜਿੱਥੇ ਉਹ ਧੂਏ ਉਹ ਮਾਰਦਾ, ਜਿਹੜੇ ਫਾਇਰਿੰਗ ਕਰਦਾ ਧੂਏ ਦੇ ਬੰਬਾਂ ਦੀ, ਉਹ ਪਿੱਛੇ ਟਰਾਲੀ ਪਾਈ ਆ ਉਹਦੇ ਟਰੈਕਟਰ ਦੇ, ਤੇ ਉਹਦੇ ਉੱਤੇ ਵੀ ਜਿਹੜੇ ਆ ਉਹ ਤਿਰੰਗੇ ਹੀ ਲੱਗੇ ਹੋਏ ਆ। ਤੇ ਹੋਰ ਵੀਡੀਓ ਹੈਗੀਆਂ ਜਿੱਥੇ ਪੁਲਿਸ ਵਾਲੇ ਤਿਰੰਗਿਆਂ ਦੇ ਉੱਤੇ ਡਾਂਗਾ ਮਾਰਦੇ। ਕਹਿਣ ਤੋਂ ਭਾਵ ਜਿੱਦਾਂ ਤੁਸੀਂ ਦੱਸਿਆ ਵੀ ਜਿੱਥੇ ਤਿਰੰਗਾ ਲੱਗਾ ਸੀ ਉੱਥੇ ਪੁਲਿਸ ਨੇ ਪੂਰਾ ਆਪਣਾ ਜਿਹੜਾ ਆ ਉਹ ਤਸ਼ੱਦਦ ਕੀਤਾ। ਦੂਜੇ ਪਾਸੇ ਜਦੋਂ ਤੁਸੀਂ ਲਾਲ ਕਿਲੇ ਦੀਆਂ ਦੇਖਦੇ ਆ ਜੋ ਵੀ ਉੱਥੇ ਕਾਰਵਾਈ ਹੋਈ ਆ, ਉੱਥੇ ਕਿਸੇ ਨੇ ਵੀ ਤਿਰੰਗੇ ਦੀ ਕੋਈ ਵੀ ਬੇਅਦਬੀ ਨਹੀਂ ਕੀਤੀ। ਈਵਨ ਇੱਕ ਅੱਜ ਵੀਡੀਓ ਦੁਆਰਾ ਉਹ ਆਈ ਆ, ਉੱਥੇ ਦਿਖਾਇਆ ਗਿਆ ਕਿ ਕੇਸਰੀ ਨਿਸ਼ਾਨ ਸਾਹਿਬ ਚੜਾਉਣ ਤੋਂ ਬਾਅਦ ਕੇਸਰੀ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਜਦੋਂ ਉੱਤੇ ਉਹਨਾਂ ਨੇ ਝੁਲਾਇਆ, ਉਹਦੇ ਤੋਂ ਬਾਅਦ ਉਹਨਾਂ ਨੇ ਤਿਰੰਗਾ ਵੀ ਝੁਲਾਇਆ ਉੱਤੇ ਵੱਡਾ ਕਰਕੇ। ਪਰ ਉਹ ਤਿਰੰਗਾ ਝੁਲਾਉਣ ਵਾਲੀ ਵੀਡੀਓ ਜਿਹੜੀ ਆ ਉਹ ਕਿਸੇ ਮੀਡੀਆ ਨੇ ਨਹੀਂ ਦਿਖਾਈ। ਉਹ ਸਿਰਫ ਕਿਸੇ ਨੇ ਵੈਸੇ ਪ੍ਰਾਈਵੇਟ ਵੀਡੀਓ ਬਣਾਈ ਸੀ ਤਾਂ ਉਹਨਾਂ ਨੇ ਟਿਕਟੌਕ ਬਣਾ ਕੇ ਸ਼ੇਅਰ ਕੀਤੀ ਆ। ਤੇ ਇਹ ਜਿੰਨੇ ਮਰਜ਼ੀ ਆਪਣੇ ਆਪ ਨੂੰ ਇੱਧਰ ਕਰੀ ਜਾਣ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬਹਾਨਾ ਬਣਾਇਆ। ਜਦੋਂ ਹਿੰਦੂ ਤਵੀ ਭੀੜਾਂ ਨੂੰ ਪੁੱਛਿਆ ਗਿਆ ਵੀ ਭਾਈ ਤਿਰੰਗੇ ਦੀ ਤਾਂ ਉੱਥੇ ਬੇਅਦਬੀ ਨਹੀਂ ਹੋਈ, ਤਾਂ ਉਹਨਾਂ ਕੋਲ ਬਹਾਨਾ ਸੀ ਵੀ ਜਦੋਂ ਉਹ ਇੱਕ ਬੰਦਾ ਉਹ ਪੋਲ ਦੇ ਉੱਤੇ ਝੰਡਾ ਚੜਾਉਣ ਜਾ ਰਿਹਾ ਸੀਗਾ, ਇੱਕ ਸਿੰਘ, ਤੇ ਉਹਨੂੰ ਤਿਰੰਗਾ ਫੜਾਇਆ ਗਿਆ ਵੀ ਲੈ ਤਿਰੰਗਾ ਵੀ ਕਰ ਦੇ, ਤਾਂ ਉਹਨੇ ਹੱਥ ਨਾਲ ਇਹਦਾ ਤਿਰੰਗਾ ਜਿਹੜਾ ਪਰੇ ਨੂੰ ਵਗਾਤਾ, ਮਤਲਬ ਥੱਲੇ ਤਾਂ ਨਹੀਂ ਉਹਨੇ ਸੁੱਟਿਆ, ਉਹਨੇ ਹੱਥ ਮਾਰ ਦਿੱਤਾ। ਕਿਉਂਕਿ ਹੁਣ ਇੱਕ ਬੰਦੇ ਨੇ ਪੂਰਾ ਜ਼ੋਰ ਲਾ ਕੇ ਉੱਤੇ ਪੋਲ ਤੇ ਚੜ੍ਹਨਾ, ਉਹ ਕਿੰਨੇ ਕੁ ਝੰਡੇ ਲਿਜਾ ਸਕਦਾ, ਉਹ ਵੀ ਇਸ ਲਈ ਉਹਨੇ 1-2 ਝੰਡੇ ਲਿਜਾਣੇ ਸੀਗੇ, ਉਹਨਾਂ ਨੇ ਉਹ ਲੈ ਗਏ। ਮਤਲਬ ਉਸ ਗੱਲ ਨੂੰ ਇਹਨਾਂ ਨੇ ਬਹਾਨਾ ਬਣਾਇਆ। ਤੇ ਇਹ ਗੱਲ ਜਿਹੜੀ ਆ ਤੁਸੀਂ 84 ਦੇ ਵਿੱਚ ਵੀ ਦੇਖ ਚੁੱਕੇ ਆ
ਜਿੱਦਾਂ ਖੁਸ਼ਵੰਤ ਸਿੰਘ ਸੀ, ਆਪਣੇ ਆਪ ਨੂੰ ਪੂਰਾ ਰਾਸ਼ਟਰਵਾਦੀ ਉਹ ਸਾਬਤ ਕਰਦਾ, ਐਂਡ ਤੱਕ ਉਹ ਸਾਬਤ ਕਰਦਾ ਰਿਹਾ ਆਪਣੇ ਆਪ ਨੂੰ ਕਿ ਮੈਂ ਭਾਰਤੀ ਰਾਸ਼ਟਰਵਾਦੀ ਹਾਂ ਜੀ, ਮੈਂ ਭਾਰਤੀ ਹਾਂ। ਤੇ ਉਹ ਖੁਸ਼ਵੰਤ ਸਿੰਘ ਉਹਨਾਂ ਨੂੰ ਵੀ ਲੁੱਕ ਕੇ ਜਿਹੜੀ ਆ ਉਹ ਜਾਨ ਬਚਾਉਣੀ ਪਈ। ਤੇ ਹੋਰ ਜਿਹੜੇ ਬਾਕੀ ਦੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਜਿਹੜੇ ਜਨਰਲ ਭਾਰਤ ਅਰੋੜਾ ਸੀਗੇ ਉਹਨਾਂ ਦੇ ਵਿੱਚ, ਹਾਂਜੀ ਜਨਰਲ ਅਰੋੜਾ ਸੀਗੇ ਉਹਨਾਂ ਦੇ ਵਿੱਚ, ਹਾਂਜੀ ਜਨਰਲ ਅਰੋੜਾ ਜਾਂ ਹੋਰ ਇੰਡੀਆ ਨੇ। ਬਿਲਕੁਲ ਇਹਦੇ ਚ ਹਾਂਜੀ ਇਹਦੇ ਜਨਰਲ ਅਰੋੜਾ ਦੇ ਨਾਲ ਗਿਆਨੀ ਜੈਲ ਸਿੰਘ ਦੀ ਕਾਰ ਤੇ ਵੀ ਹਮਲਾ ਹੋਇਆ ਸੀ, ਉਸ ਸਮੇਂ ਰਾਸ਼ਟਰਪਤੀ ਸਨ। ਸੋ ਜਿਹੜੀ ਇਹ ਸੋਚ ਆਪਾਂ ਨੇ ਲੋਕ ਬਿਠਾ ਕੇ ਬਹਿ ਜਾਂਦੇ ਆ ਨਾ, ਦੇਖੋ ਹਕੂਮਤ ਦੇ ਕੋਲ ਇਹ ਸਿਰਫ ਸਾਧਨ ਹੁੰਦੇ ਨੇ, ਜਿਹੜੀ ਦੇਸ਼ ਭਗਤੀ ਹੈ, ਝੰਡੇ ਹੈ, ਕੋਈ ਵੀ ਹਕੂਮਤ ਦਾ ਸਾਧਨ ਹੈ। ਏਦਾਂ ਦੀ ਗੱਲ ਹੈ ਵੀ ਤੁਹਾਡੇ ਘਰ ਦੇ ਵਿੱਚ ਕੋਈ ਐਸੀ ਫਾਲਤੂ ਚੀਜ਼ ਪਈ ਹੈ ਜਿਹਨੂੰ ਤੁਸੀਂ ਭਾਵੇਂ ਕਦੀ ਜ਼ਿੰਦਗੀ 'ਚ ਹੱਥ ਨਾ ਲਾਇਆ ਹੋਵੇ, ਤੇ ਉਹ ਕੋਈ ਬਾਹਰੋਂ ਬੰਦਾ ਆਣ ਕੇ ਉਹਨੂੰ ਛੇੜ ਦੇਵੇ ਮਾੜਾ ਜਿਹਾ, ਤੇ ਉਹ ਤੁਹਾਡੇ ਵਾਸਤੇ ਭਾਵੇਂ ਕੰਮ ਦੀ ਨਾ ਹੋਵੇ, ਪਰ ਤੁਸੀਂ ਲੜਾਈ ਦਾ ਬਹਾਨਾ ਬਣਾ ਲਓ ਵੀ ਇਸ ਬੰਦੇ ਨੇ ਸਾਡੀ ਚੀਜ਼ ਛੇੜੀ ਹੈ। ਇਸ ਕਰਕੇ ਜਿੰਨੇ ਰਾਸ਼ਟਰ ਭਗਤੀ ਦੇ, ਦੇਸ਼ ਭਗਤੀ ਦੇ ਇਹ ਸਾਰਾ ਸਾਧਨ ਹੈ ਨਾ, ਕਿਉਂਕਿ ਇਹਨਾਂ ਨੂੰ ਅਲਟੀਮੇਟਲੀ ਪਤਾ ਹੈ ਵੀ ਘੱਟ ਗਿਣਤੀਆਂ ਜਿਹੜੀਆਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਨੇ, ਉਹ ਤਿਰੰਗੇ ਦੇ ਹੇਠ ਤੇ ਆਪਣੀ ਲੜਾਈ ਲੜ ਨਹੀਂ ਸਕਦੀਆਂ। ਇਹ ਜੇ ਘੱਟ ਗਿਣਤੀ ਨੇ ਆਪਣੇ ਆਪ ਨੂੰ ਬਚਾਉਣਾ ਹੈ ਤੇ ਉਹ ਉਸੇ ਤਿਰੰਗੇ ਤੋਂ ਬਚਾਉਣਾ ਪਏਗਾ ਜਿਹੜਾ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਹੁਣ ਜੇ ਘੱਟ ਗਿਣਤੀ ਵੀ ਤਿਰੰਗਾ ਫੜ ਕੇ ਉੱਥੇ ਜਾ ਵੜੂਗੀ ਤੇ ਫਿਰ ਉਹ ਕਿਹੜੀ ਹੋਂਦ ਦੀ ਲੜਾਈ ਲੜ ਰਹੀ ਹੈ? ਇਹ ਤੇ ਬਿਲਕੁਲ ਕੰਟਰਾਡਿਕਟਰੀ ਗੱਲ ਹੈ ਨਾ ਆਪਸ ਦੇ ਵਿੱਚ। ਹੁਣ ਉੱਥੇ ਜਦੋਂ ਸਿੱਖ ਗਏ ਨੇ, ਪਹਿਲੀ ਗੱਲ ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਲੋਕਾਂ ਦੀ ਮਾਨਸਿਕਤਾ ਖੜ ਕਿੱਥੇ ਗਈ ਹੈ। ਇੱਕ ਪਾਸੇ ਅਸੀਂ ਦਾਅਵਾ ਕਰ ਰਹੇ ਹਾਂ ਵੀ ਮੋਦੀ ਨੇ ਜਿਹੜੀ ਡੈਮੋਕ੍ਰੇਸੀ ਕਤਲ ਕਰ ਦਿੱਤੀ ਹੈ, ਡੈਮੋਕ੍ਰੇਸੀ ਡੈਡ ਹੋ ਗਈ ਆਲਰੇਡੀ। ਉਹਨੇ ਪ੍ਰੂਫ ਵੀ ਕਰਤਾ, ਸੰਵਿਧਾਨ ਦੇ ਵਿੱਚ ਆਰਟੀਕਲ 370 ਸੀ ਕਸ਼ਮੀਰ ਦਾ, ਉਹਨੇ ਖਤਮ ਕਰ ਦਿੱਤਾ ਹੈ। ਬਾਬਰੀ ਮਸਜਿਦ ਉਹਨੇ ਫੈਸਲਾ ਜਿਹੜੇ ਹਿਸਾਬ ਨਾਲ ਅਦਾਲਤਾਂ ਚਲਾਈਆਂ ਉਹਨੇ ਪਿਛਲੇ 8 ਸਾਲ 6 ਸਾਲ ਚੋਂ, ਉਹ ਸਾਨੂੰ ਪਤਾ ਲੱਗ ਗਿਆ ਵੀ ਡੈਮੋਕ੍ਰੇਸੀ ਉੱਥੇ ਹੈ ਨਹੀਂ ਹੈ। ਜੇ ਡੈਮੋਕ੍ਰੇਸੀ ਹੈ ਨਹੀਂ ਹੈ, ਜੇ ਉਹਨੇ ਬਿੱਲ ਪਾਸ ਕਰਨ ਲੱਗੇ ਡੈਮੋਕ੍ਰੇਸੀ ਨਹੀਂ ਵੇਖੀ, ਤੇ ਤੁਸੀਂ ਆਪਣਾ ਡੈਮੋਕ੍ਰੇਸੀ ਦਾ ਕਿਹੜਾ ਰਾਈਟ ਪ੍ਰੋਟੈਸਟ ਜਿਹੜਾ ਵਾ ਉੱਥੇ ਪ੍ਰੈਕਟਿਸ ਕਰਨ ਚਲ ਗਏ? ਜਦੋਂ ਤੁਹਾਨੂੰ ਪਤਾ ਹੈ ਡੈਮੋਕ੍ਰੇਸੀ ਐਗਜ਼ਿਸਟ ਹੀ ਨਹੀਂ ਕਰ ਰਹੀ, ਖਤਮ ਹੀ ਕਰ ਦਿੱਤੀ ਉਹਨੇ, ਤੇ ਤੁਸੀਂ ਉੱਥੇ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰਨ ਚਲ ਗਏ ਜੋ। ਫਿਰ ਉੱਥੇ ਜੇ ਤੁਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਉੱਥੇ ਪ੍ਰੋਟੈਸਟ ਕਰਨ ਗਏ ਜੋ, ਤੇ ਇਹ ਜਿਹੜਾ ਤਿਰੰਗਾ ਹੈ, ਤਿਰੰਗਾ ਹਮੇਸ਼ਾ ਜੋ ਦੇਸ਼ ਦਾ ਕੋਈ ਵੀ ਚੀਜ਼ ਹੈ ਨਾ, ਜੋ ਦੇਸ਼ ਦੀ ਜਿਹਨੂੰ ਉਹ ਆਪਣਾ ਕਹਿੰਦੇ ਨੇ ਵੀ ਸਾਡੀ ਸ਼ਾਨ ਇਹਦੇ ਤੋਂ ਬਣਦੀ ਹੈ, ਉਹ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਉਹ ਹੁਣ ਉਹਨਾਂ ਨੇ ਰਫਾਲ ਖਰੀਦਿਆ ਹੈ ਬਾਹਰੋਂ, ਉਹਨਾਂ ਨੇ ਉਹਦੇ ਤੇ ਤਿਲਕ ਲਾਏ ਨੇ ਆਪਣੇ ਹਿੰਦੂ ਰੀਤੀ ਰਿਵਾਜਾਂ ਨਾਲ। ਹਾਲਾਂਕਿ ਉਹ ਕਹਿੰਦੇ ਦੇਸ਼ ਸੈਕੂਲਰ ਹੈ, ਪੂਰਾ ਦੇਸ਼ ਸਾਰੇ ਲੋਕਾਂ ਦਾ ਹੈ। ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣਦੀ ਹੈ, ਉਹ ਹਿੰਦੂ ਆਪਣੀ ਪੂਜਾ ਕਰਦੇ ਨੇ ਹਿੰਦੂ ਰੀਤੀ ਰਿਵਾਜਾਂ ਦੇ ਨਾਲ। ਤੇ ਦੇਸ਼ ਉਹ ਕਹਿੰਦੇ ਜਿਹੜੀ ਚੀਜ਼ਾਂ ਦੀ ਬੁਨਿਆਦ ਉਹ ਬਣਾ ਰਹੇ ਨੇ, ਉਹ ਹੈ ਹੀ ਬੁਨਿਆਦ ਹੀ ਉਸ ਚੀਜ਼ ਤੇ ਬਣ ਰਹੀ ਹੈ। ਤੇ ਜਦੋਂ ਫਿਰ ਇਸੇ ਹੁਣ ਤਿਰੰਗਾ ਜਿਹੜਾ ਹੈ, ਤਿਰੰਗਾ ਉਹਨਾਂ ਵਾਸਤੇ ਕੁਛ ਵੀ ਨਾ ਹੋਵੇ, ਉਹਨਾਂ ਵਾਸਤੇ ਬੇਸ਼ੱਕ ਉਹ ਜਦੋਂ ਮਰਜ਼ੀ ਬੇਅਦਬੀ ਕਰ ਦੇਣ, ਕੋਈ ਫਰਕ ਨਹੀਂ ਪੈਂਦਾ। ਪਰ ਤਿਰੰਗਾ ਇੱਕ ਸਾਧਨ ਹੈ, ਕਿਉਂਕਿ ਜਦੋਂ ਸਿੱਖ ਤਿਰੰਗੇ ਦੇ ਨਾਲ ਆਪਣੇ ਆਪ ਨੂੰ ਐਫੀਲੀਏਟ ਨਹੀਂ ਨਾ ਕਰੂਗਾ, ਆਪਣੇ ਆਪ ਨੂੰ ਨਹੀਂ ਜੋੜ ਕੇ ਵੇਖੂਗਾ, ਤਾਂ ਉਹਨਾਂ ਨੂੰ ਇੱਕ ਮੌਕਾ ਮਿਲੂਗਾ ਵੀ ਹਾਂ ਵੀ ਅਸੀਂ ਜਿਹੜਾ ਇਹਨਾਂ ਦੀ ਨਸਲਕੁਸ਼ੀ ਕਰ ਸਕਦੇ ਹਾਂ। ਇਹ ਵੀ ਇੱਕ ਬਹੁਤ ਵੱਡਾ ਇੱਕ ਨਾ ਭਰਮ ਹੈ ਜਿਹੜਾ, ਦੇਖੋ ਜੇ ਕੋਈ ਇਹ ਸੋਚੇ, ਕੋਈ ਨੌਕਰ ਮਾਲਕ ਦੇ ਪ੍ਰਤੀ, ਤੁਹਾਡੇ ਕੋਈ ਨੌਕਰ ਹੋਵੇ ਕਿਸੇ ਦੇ ਘਰ 'ਚ, ਤੇ ਨੌਕਰ ਇਹ ਸੋਚੇ ਵੀ ਸ਼ਾਇਦ ਮੈਂ ਜੇ ਆਹ ਗਲਤੀ ਨਾ ਕਰਾਂ ਤੇ ਮੈਨੂੰ ਮਾਰਨੀ ਪਊਗੀ, ਸ਼ਾਇਦ ਮੈਂ ਜੇ ਆਹ ਗਲਤੀ ਨਾ ਕਰਾਂ ਮੈਨੂੰ ਮਾਰਨੀ ਪਊਗੀ। ਅਸਲ 'ਚ ਸੱਚਾਈ ਇਹ ਹੈ ਵੀ ਜਿੱਦਣ ਮਾਲਕ ਨੂੰ ਗੁੱਸਾ ਆ ਗਿਆ ਨਾ, ਉਹਨੇ ਤੁਹਾਡੀਆਂ ਗਲਤੀਆਂ, ਤੁਹਾਡੇ ਗੁਣ, ਤੁਹਾਡੇ ਨਫੇ ਸਭ ਕੁਝ ਭੁੱਲ ਜਾਣੇ, ਕਿਉਂਕਿ ਉਹਦੇ ਕੋਲ ਮਾਰਨ ਦੀ ਸ਼ਮਤਾ ਹੈ, ਤਾਕਤ ਹੈ, ਉਹ ਤੁਹਾਨੂੰ ਮਾਰ ਸਕਦਾ ਹੈ। ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ ਜਿੱਥੇ ਤੁਹਾਡੇ ਕੋਲ ਤਾਕਤ ਨਹੀਂ? ਇਹ ਗੱਲ ਹੈ ਵੀ ਮੋਦੀ ਕਸਾਈ ਹੈ ਜਾਂ ਉਹ ਹਕੂਮਤ ਕਸਾਈਆਂ ਦੀ ਹੈ, ਤੇ ਸਿੱਖ ਬੱਕਰਾ ਬਣ ਕੇ ਉਹਦੇ ਅੱਗੇ ਗਏ ਨੇ। ਉਹ ਤੁਸੀਂ ਇੱਕ ਨਾ ਵੇਖੋ ਕਿੱਡੀ ਸੋਹਣੀ ਚੀਜ਼ ਵਾਪਰੀ ਹੈ। ਇਹ ਉਹ ਹਕੂਮਤ ਹੈ ਜਿਹੜੀ ਨੱਥੂ ਰਾਮ ਗੋਡਸੇ ਨੂੰ ਆਪਣਾ ਬੜਾ ਪ੍ਰਿਯ ਮੰਨਦੀ ਆਗੂ ਵੀ ਸਾਡਾ ਉਹ ਜਿਹੜਾ ਵਾ ਹੋਇਆ ਵਾ ਸਾਡਾ ਬੰਦਾ, ਉਹਨੇ ਗਾਂਧੀ ਨੂੰ ਕਤਲ ਕੀਤਾ। ਤੇ ਜਿਹੜੇ ਉਹਨਾਂ ਕੋਲ ਇਨਸਾਫ ਮੰਗਣ ਗਏ ਨੇ, ਉਹ ਕਹਿੰਦੇ ਸੀ ਕਿ ਗਾਂਧੀ ਦੇ ਮਰਨ ਵਰਤ ਤੇ ਅਸੀਂ ਇੱਕ ਦਿਨ ਦਾ ਵਰਤ ਰੱਖਣਾ ਹੈ। ਭਾਵ ਜਿਹੜਾ ਗੋਡਸੇ ਹੈ, ਉਹਨੇ ਪਰਵਾਹ ਨਹੀਂ ਕੀਤੀ ਵੀ ਗਾਂਧੀ ਕੌਣ ਹੈ, ਤੇ ਤੁਸੀਂ ਅੱਜ ਗਾਂਧੀ ਬਣ ਕੇ ਉਹਦੇ ਸਾਹਮਣੇ ਖੜ ਗਏ ਜੋ, ਉਹ ਫਿਰ ਤੁਹਾਡਾ ਕਤਲ ਕਰ ਦੇਵੇ। ਇਹ ਕਰਕੇ ਆਪ ਤੇ ਉੱਥੇ ਗਏ ਨੇ, ਨਾਲ ਸਾਡੀਆਂ ਧੀਆਂ ਭੈਣਾਂ ਬੀਬੀਆਂ ਦੀ ਇਹ ਬੇਪਤੀ ਵੀ ਕਰਾਉਣਗੇ, ਇਹ ਉੱਥੇ ਨੌਜਵਾਨਾਂ ਨੂੰ ਮਰਵਾਉਣਗੇ ਵੀ। ਕਿਉਂਕਿ ਜਦੋਂ ਬਾਰ-ਬਾਰ ਤੁਸੀਂ ਨੌਜਵਾਨਾਂ ਨੂੰ ਇੱਕੋ ਗੱਲ ਕਰੀ ਜਾਣੀ ਹੈ ਵੀ ਤੁਸੀਂ ਅੱਜ ਤੁਹਾਡੇ ਕੋਈ ਸਿਰ 'ਚ ਛਿੱਤਰ ਵੀ ਮਾਰੇ, ਤੁਸੀਂ ਆਹ ਨਹੀਂ ਕਰਨਾ, ਫਲਾਣੀ ਸਟੇਜ ਤੇ ਹੋ ਰਿਹਾ, ਤੁਸੀਂ ਉੱਧਰ ਨਹੀਂ ਜਾਣਾ, ਇਹ ਗੱਲਾਂ ਨੌਜਵਾਨਾਂ ਨੂੰ ਢਹਿੰਦੀ ਕਲਾ 'ਚ ਲੈ ਕੇ ਜਾਂਦੀਆਂ ਨੇ। ਕਿਉਂਕਿ ਇੱਕ ਪਾਸੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਮੂਲ ਸੁਭਾਅ ਹੈ ਸਿੱਖਾਂ ਦਾ, ਸਿੱਖ ਦਾ ਮੂਲ ਸੁਭਾਅ ਸ਼ੇਰ ਵਾਲਾ ਹੈ, ਉਹ ਬਹਿ ਕੇ ਡਾਂਗਾ ਨਹੀਂ ਖਾ ਸਕਦਾ। ਜੋ ਕੁਛ ਉੱਥੇ ਹੋਇਆ ਲਾਲ ਕਿਲ੍ਹੇ ਨੂੰ ਜਾਂਦਿਆਂ, ਉਹਦਾ ਪ੍ਰਗਟਾਵਾ ਸੀ। ਕਿਉਂਕਿ ਜੇ ਦੇਖੋ ਨਾ ਉੱਥੇ ਕੋਈ ਸ਼ਹੀਨ ਬਾਗ ਵਾਲੀ ਗੱਲ ਬਣੂਗੀ, ਉਹ ਨਹੀਂ ਬਣ ਸਕਦੀ। ਪਰ ਆਗੂਆਂ ਨੇ ਕੀ ਕੀਤਾ ਵਾ, ਸਿੱਖ ਨੂੰ ਐਕਚੁਅਲ ਦੇ ਵਿੱਚ ਕਨਫਿਊਜ਼ ਕਰ ਦਿੱਤਾ।
ਵੀ ਉਹ ਆਪਣੇ ਮੂਲ ਸੁਭਾਅ ਤੋਂ ਕੰਮ ਲਵੇ ਜਾਂ ਉਹ ਆਗੂਆਂ ਦੀਆਂ ਦਲੀਲਾਂ ਪਿੱਛੇ ਜਾਵੇ ਵੀ ਅਸੀਂ ਕੁੱਟ ਖਾਣੀ ਹੈ ਬਹਿ ਕੇ। ਤੇ ਇਹਦੇ ਚ ਹੁੰਦਾ ਕੀ ਹੈ ਵੀ ਅਲਟੀਮੇਟਲੀ ਜਦੋਂ ਬੰਦੇ ਦੇ ਉੱਤੇ ਹਮਲਾ ਹੁੰਦਾ ਨਾ, ਉਹ ਫਿਰ ਸਾਰੀਆਂ ਦਲੀਲਾਂ ਦੁਲੀਲਾਂ ਭੁੱਲ ਜਾਂਦਾ। ਉਹ ਫਿਰ ਜੋ ਉਹਦੇ ਨਾਲ ਵਾਪਰ ਰਿਹਾ ਉਹਨੂੰ ਟੈਕਲ ਕਰਦਾ। ਤੇ ਹੁਣ ਜਦੋਂ ਉਹਦੇ ਲਾਲ ਕਿਲੇ ਨੂੰ ਜਾਂਦੇ ਆ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰ ਗਈਆਂ, ਤੇ ਇਹ ਆਗੂਆਂ ਨੂੰ ਇਸ ਗੱਲ ਦਾ ਪਤਾ ਸੀ ਵੀ ਜੋ ਇਹ ਅਸੀਂ ਜੋ ਇਹ ਇੱਥੇ ਲੈ ਕੇ ਆਏ ਆ ਨਾ, ਜੋ ਸਿੱਖਾਂ ਨੂੰ ਲੈ ਕੇ ਆਏ ਆ, ਇਹ ਕੰਮ ਪੀਸਫੁਲੀ ਨਹੀਂ ਰਹਿਣਾ। ਹਾਂ, ਇਹਨਾਂ ਨੂੰ ਇੱਕ ਬਹਾਨਾ ਜ਼ਰੂਰ ਮਿਲ ਗਿਆ ਵੀ ਇਹ ਲਾਲ ਕਿਲੇ ਦੇ ਚੜੇ ਨਿਸ਼ਾਨ ਸਾਹਿਬ ਦਾ ਕਰਕੇ ਆ, ਇਹ ਫਲਾਣੀ ਚੀਜ਼ ਦਾ ਕਰਕੇ ਆ। ਇਹ ਗੱਲਾਂ ਜਿਹੜੀਆਂ ਸੀ ਇਹਦੇ ਚ ਕੋਈ ਬਹੁਤੇ ਮਾਇਨੇ ਨਹੀਂ ਸੀ ਰੱਖਦੇ, ਪਰ ਇਹ ਬੈਕਫੁੱਟ ਤੇ ਚਲ ਗਏ। ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਵੀ ਜੇ ਤੋਂ ਅਸੀਂ 3-4 ਲੱਖ ਟਰੈਕਟਰ 26 ਤਰੀਕ ਨੂੰ ਪੰਜਾਬ ਤੋਂ ਮੰਗਾ ਕੇ ਤੁਸੀਂ ਉਸ ਦਿਨ ਵੀ ਜੇ ਸਰਕਾਰ ਦੇ ਦਬਾਅ ਹੇਠ ਆਣ ਕੇ ਰੂਟ ਬਦਲ ਲਿਆ, ਤੇ ਫਿਰ ਅੱਗੋਂ ਪਿੱਛੋਂ ਤੁਹਾਡੇ ਕੋਲ ਕਿਹੜੀ ਸੰਭਾਵਨਾ ਸੀ ਸਰਕਾਰ ਤੇ ਦਬਾਅ ਪਾਉਣ ਦੀ? ਦੇਖੋ, ਇੱਕ ਚੀਜ਼ ਹੋਰ ਵੀ ਨਿਕਲਦੀ ਆ ਅਮਰਤਪਾਲ ਸਿੰਘ ਇੱਥੋਂ ਸਾਹਮਣੇ, ਬਈ ਜਿਸ ਵੀ ਤੁਹਾਡੇ ਨਿਜ਼ਾਮ ਦੇ ਨਾਲ ਤੁਹਾਡੀ ਲੜਾਈ, ਔਰ ਤੁਸੀਂ ਇਹ ਕਹਿ ਰਹੇ ਹੋ ਜਦੋਂ ਤੁਸੀਂ ਲੈ ਕੇ ਆਉਂਦੇ ਹੋ ਬੜੇ ਤੁਹਾਡੇ ਜਿਹੜੇ ਨਾਅਰੇ ਵੀ ਨੇ ਉਹ ਵੀ ਬਹੁਤ ਇੰਸਪਾਇਰਿੰਗ ਨੇ, ਬੜੇ ਮੋਟੀਵੇਸ਼ਨਲ ਨੇ, ਉਤਸ਼ਾਹ ਕਰਨ ਵਾਲੇ ਹੈਗੇ ਨੇ। ਔਰ ਜਿਹੜੇ ਲੋਕ ਜੁੜਦੇ ਹੁੰਦੇ ਨੇ ਉਹ ਹਮੇਸ਼ਾ ਇੱਕ ਇਹ ਚੀਜ਼ ਤਾਂ ਹੈ ਕਿ ਉਹ ਖੜਦੇ ਉਦੋਂ ਨੇ ਜਦੋਂ ਉਹਨਾਂ ਦੀ ਗਰਾਊਂਡ ਰਿਐਲਿਟੀ ਜਿਹੜੀ ਹੈਗੀ ਆ ਉਹ ਉਹਨਾਂ ਦੇ ਅੱਗੇ ਮੂੰਹ ਅੱਡ ਕੇ ਖੜ ਜਾਵੇ। ਜਿਵੇਂ ਅੱਜ ਪੰਜਾਬ ਦੇ ਵਿੱਚ ਪਾਣੀਆਂ ਦੀ ਜਿਹੜੀ ਅਸਲੀਅਤ ਆ ਉਹਨਾਂ ਦੇ ਮੂੰਹ ਅੱਡ ਕੇ ਉਹਨਾਂ ਨੇ ਇਹ ਅੱਗੇ ਉਹਨਾਂ ਨੇ ਖਿਲਾਰ ਦਿੱਤੀ ਆ। ਪਰ ਜਦੋਂ ਅਸੀਂ 10 ਸਾਲ ਹੋ ਗਏ, ਘੱਟੋ ਘੱਟ ਮੈਨੂੰ 10 ਸਾਲ ਹੋ ਗਏ ਨੇ ਇਹ ਗੱਲ ਕਰਦਿਆਂ ਵੀ ਪਾਣੀ ਪਾਣੀ ਪਾਣੀ, ਪੰਜਾਬ ਦਾ ਪਾਣੀ ਉੱਜੜ ਰਿਹਾ, ਪੰਜਾਬ ਦਾ ਪਾਣੀ ਉੱਜੜ ਰਿਹਾ। ਪਰ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਲੋਕੀ ਇਹ ਸੋਚਦੇ ਸੀਗੇ ਕਿ ਅਸੀਂ ਅਨਨੈਸੈਸਰਲੀ, ਕਿਉਂਕਿ ਸਾਡੇ ਤੇ ਵੀ ਇੱਕ ਟੈਗ ਲਾਤਾ ਗਿਆ ਕਿ ਤੁਸੀਂ ਖਾਲਿਸਤਾਨੀ ਹੋ, ਤੁਸੀਂ ਤੁਹਾਡਾ ਤਾਂ ਕੰਮ ਹੀ ਇਹੀ ਆ। ਭਾਵੇਂ ਕਿ ਉਦੋਂ ਵੀ ਅਸੀਂ ਇਹੀ ਸੋਚਦੇ ਕਿ ਪੰਜਾਬ ਜਿਹੜਾ ਹੈਗਾ ਸਾਡਾ ਬਚਿਆ ਰਵੇ। ਉਦੋਂ ਇਹ ਦੱਸਿਆ ਗਿਆ ਵੀ ਭਾਈ ਜੇ ਤੁਸੀਂ ਝੋਨਾ ਕਣਕ ਬੀਜਣਾ ਤੇ 6-7 ਫੁੱਟ ਪਾਣੀ ਥੱਲੇ ਜਾਣਾ ਹੀ ਜਾਣਾ, ਕਿਉਂਕਿ ਤੁਹਾਡੀ ਜਿਹੜਾ ਤੁਹਾਡਾ ਸਬ ਸੋਇਲ ਵਾਟਰ ਹੈਗਾ ਆ ਉਹ ਰੀਚਾਰਜ ਨਹੀਂ ਹੋ ਪਾ ਰਿਹਾ, ਕਿਉਂਕਿ ਤੁਸੀਂ ਪਾਣੀ ਕੱਢ ਰਹੇ ਹੋ, ਤੁਹਾਡੀਆਂ ਨਹਿਰਾਂ ਦਾ ਪਾਣੀ ਤੁਹਾਨੂੰ ਨਹੀਂ ਮਿਲ ਰਿਹਾ। ਵੱਡਾ ਹਿੱਸਾ ਜਿਹੜਾ 75 ਤੋਂ 80% ਹਿੱਸਾ ਜਿਹੜਾ ਹੈਗਾ ਆ ਤੁਹਾਡੇ ਹੀ ਪਾਣੀਆਂ ਦਾ, ਜਿਹੜਾ ਤੁਸੀਂ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਜ਼ਮੀਨ ਸਿੰਜਣੀ ਸੀਗੀ, ਉਹ ਤੁਸੀਂ ਜਿਹੜਾ ਹੈਗਾ ਆ ਬਿਨਾਂ ਇੱਕ ਪੈਸੇ ਲਏ ਰਾਜਸਥਾਨ ਨੂੰ, ਹਰਿਆਣੇ ਨੂੰ, ਤੁਸੀਂ ਦਿੱਲੀ ਨੂੰ ਦੇ ਰਹੇ ਹੋ। ਠੀਕ ਆ, ਪਰ ਉਹ ਜਿਹੜਾ ਪਾਣੀ ਤੁਹਾਨੂੰ ਉਹਦਾ ਅਹਿਸਾਸ ਨਹੀਂ ਹੋ ਰਿਹਾ, ਕਿਉਂਕਿ ਤੁਹਾਡੀ ਟੂਟੀ 'ਚ ਪਾਣੀ ਆ ਰਿਹਾ, ਤੁਹਾਡੇ ਨਲਕਿਆਂ ਦੇ ਵਿੱਚ ਪਾਣੀ ਆ ਰਿਹਾ। ਪਰ ਅੱਜ ਉਹ ਜਿਹੜਾ ਅਹਿਸਾਸ ਆ ਤੁਹਾਡੇ ਜਿਹੜੇ ਸਮਰਸੀਬਲਾਂ ਦੇ ਵਿੱਚ ਜਿਹੜੇ 300-300 ਫੁੱਟ ਡੂੰਘੇ ਚਲੇ ਗਏ ਨੇ, ਉਹ ਪੀਲਾ ਪਾਣੀ ਕੱਢ ਰਹੇ ਨੇ। ਅੱਜ ਤੁਹਾਨੂੰ ਉਹ ਜ਼ਮੀਨੀ ਸੱਚਾਈਆਂ ਜਿਹੜੀਆਂ ਤੁਹਾਡੇ ਅੱਗੇ ਆ ਰਹੀਆਂ ਨੇ। ਦੂਸਰਾ, ਤੁਹਾਡੀਆਂ ਜ਼ਮੀਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਇੱਕ ਸਮਰੱਥਾ ਆ ਆਪਣੇ ਅੰਨ ਪੈਦਾ ਕਰਨ ਦੀ, ਉਹ ਘਟ ਰਹੀ ਆ। ਤੁਹਾਡਾ ਜਿਹੜਾ ਹੈਗਾ ਕਰਜ਼ਿਆਂ ਦੇ ਵਿੱਚ, ਤੁਸੀਂ ਇਹਨਾਂ ਗੱਲਾਂ ਕਰਕੇ ਕਰਜ਼ਿਆਂ ਦੇ ਵਿੱਚ ਪਏ ਹੋ ਨਾ। ਬਿਜਲੀ ਤੁਹਾਡੀ ਜ਼ਿਆਦਾ ਲੱਗ ਰਹੀ ਆ, ਡੀਜ਼ਲ ਤੁਸੀਂ ਫੂਕ ਰਹੇ ਹੋ, ਔਰ ਕਾਹਦੇ ਲਈ? ਝੋਨਾ ਦੇਣ ਦੇ ਲਈ। ਝੋਨਾ ਤੁਹਾਡੀ ਖੁਰਾਕ ਨਹੀਂ, ਨਾ ਹੀ ਤੁਹਾਡੀ ਜ਼ਮੀਨ ਝੋਨੇ ਦੇ ਲਈ ਬਣੀ ਸੀਗੀ। ਮੈਂ ਬਹੁਤ ਦਫਾ ਇਹ ਗੱਲ ਆਪਣੇ ਲੋਕਾਂ ਦੇ ਅੱਗੇ ਲੈ ਕੇ ਆਇਆ ਕਿ ਭਾਈ ਵੀਰੋ, ਜੇਕਰ ਤੁਸੀਂ 1 ਪੈਸੇ ਨੂੰ ਵੀ 1 ਲੀਟਰ ਪਾਣੀ ਦਿੰਦੇ ਆ, ਤੇ ਜਿੰਨਾ ਪਾਣੀ ਜੇ ਅਸੀਂ 1966 ਨੂੰ ਵੀ ਆਧਾਰ ਮੰਨ ਲਈਏ ਤੇ 1 ਪੈਸੇ ਉਹਦਾ ਮੁੱਲ ਲਾਈਏ ਪਾਣੀ ਦਾ, ਤੇ ਅੱਜ 2020 ਦੇ ਵਿੱਚ, ਮੈਂ 2020 ਦੀ ਗੱਲ ਕਰਦਾ, ਤੁਸੀਂ 8,01,292 ਕਰੋੜ ਰੁਪਏ ਦਾ ਪਾਣੀ ਇਹਨਾਂ ਨੌਨ ਰਾਈਪੇਰੀਅਨ ਸਟੇਟਸ ਨੂੰ ਦੇ ਚੁੱਕੇ ਹੋ। ਹੁਣ ਹੋ ਸਕਦਾ ਇਸ ਗੱਲ ਦੀ ਸਮਝ ਲੱਗੇ ਕਿਤੇ ਲੋਕਾਂ ਨੂੰ ਅੱਗੇ ਜਾ ਕੇ, ਪਰ ਮੈਂ ਇਹ ਗੱਲ ਇਹ ਕਰ ਰਿਹਾ ਸੀਗਾ ਕਿ ਲੋਕੀ ਇਕੱਠੇ ਕਦੋਂ ਹੁੰਦੇ ਆ? ਜਦੋਂ ਜ਼ਮੀਨੀ ਸੱਚਾਈਆਂ ਉਹਨਾਂ ਦੇ ਅੱਗੇ ਆਪਣੇ ਦੰਦ ਕੱਢ ਕੇ ਜਾਂ ਆਪਣਾ ਮੂੰਹ ਖੋਲ ਕੇ ਖੜੀਆਂ ਹੋ ਜਾਣ। ਤੇ ਦੂਸਰੀ ਗੱਲ, ਉਹ ਉਦੋਂ ਹੁੰਦੇ ਆ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਜਿਹੜਾ ਸਾਡਾ ਲੀਡਰ ਆ, ਉਸ ਲੀਡਰ ਦੇ ਜਿਹੜੇ ਨਾਅਰੇ ਨੇ ਵੀ ਉਹ ਲੱਗੇ ਕਿ ਉਹ ਸਮਰੱਥ ਨੇ। ਜਿਸ ਤਰੀਕੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਉਹ ਬੰਦਾ ਆ ਜਿਹੜਾ ਜਦੋਂ ਉਹਨਾਂ ਨੇ ਇਹ ਕਹਿਤਾ ਨਾ ਵੀ ਮੈਂ ਜਿਹੜਾ ਜ਼ਿੰਦਗੀ ਹੈਗੀ ਆ, ਜ਼ਿੰਦਗੀ ਮਤਲਬ ਕਿ ਸਰੀਰਕ ਮੌਤ ਮੇਰੇ ਲਈ ਮੌਤ ਨਹੀਂ, ਪਰ ਜਿਹੜੀ ਜ਼ਮੀਰ ਦੀ ਮੌਤ ਉਹ ਮੇਰੇ ਲਈ ਮੌਤ ਆ। ਔਰ ਇਸੇ ਤਰੀਕੇ ਨਾਲ ਜਿਹੜੇ ਇਹਨਾਂ ਲੀਡਰਾਂ ਨੇ ਨਾਅਰੇ ਲਾਏ, ਚਾਹੇ ਦਿੱਲੀ ਚਲੋ ਤੋਂ ਬਾਅਦ, ਚਾਹੇ ਹੋਂਦ ਦੀ ਲੜਾਈ, ਚਾਹੇ ਨਸਲਾਂ ਫਸਲਾਂ ਦੀ ਲੜਾਈ, ਉਹਦੇ ਨਾਲ ਇੱਕ ਨਾਅਰਾ ਹੋਰ ਸੀ, ਉਹ ਸੀ ਲੜਾਂਗੇ,
ਮਰਾਂਗੇ ਜਿੱਤਾਂਗੇ। ਹੁਣ ਮੇਰੇ ਇੱਥੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਇੱਕ ਸੰਕਲਪ ਲਿਆ ਗਿਆ, ਜਿਹੜਾ ਇੱਕ ਟੀਚਾ ਲਿਆ, ਬਹੁਤ ਵੱਡਾ ਟੀਚਾ ਸੀ, ਜਾਂ ਮੈਂ ਇਹਨੂੰ ਐਂ ਕਹਾਂ ਕਿ ਜਿਹੜਾ ਸਾਡਾ ਫਾਇਦਾ ਹੋਣਾ ਸੀ ਉਹ ਬਹੁਤ ਵੱਡਾ। ਜੇ ਮੈਂ ਇੱਕ ਵਪਾਰਕ ਰੂਪ ਦੇ ਵਿੱਚ ਵੀ ਇਹ ਗੱਲ ਕਰਾਂ ਵੀ ਜਿਹੜਾ ਸਾਡਾ ਮਨਸ਼ਾ ਇੱਕ ਬਹੁਤ ਵੱਡੇ ਲਾਭ ਲੈਣ ਦਾ, ਅਸੀਂ ਇਹ ਸੋਚ ਰਹੇ ਹਾਂ ਕਿ ਉਹਨੂੰ ਬਿਨਾਂ ਇਨਵੈਸਟਮੈਂਟ ਤੋਂ ਅਸੀਂ ਉਹ ਜਿਹੜਾ ਟੀਚਾ ਜਾਂ ਉਹ ਲਾਭ ਜਿਹੜਾ ਹੈਗਾ ਉਹ ਪ੍ਰਾਪਤ ਕਰ ਲਵਾਂਗੇ। ਔਰ ਇਹੀ ਲੋਕ, ਇਹੀ ਲੀਡਰ ਸਹਿਬਾਨ ਇੱਕ ਪਾਸੇ ਇਹ ਕਹਿ ਰਹੇ ਨੇ ਜਾਂ ਲੜਾਂਗੇ ਮਰਾਂਗੇ ਜਿੱਤਾਂਗੇ, ਦੂਸਰੇ ਪਾਸੇ ਉਹ ਇਹ ਕਹਿ ਰਹੇ ਨੇ ਕਿ ਮੈਂ ਕਿਸੇ ਵੀ ਮਾਂ ਦੇ ਪੁੱਤ ਦੇ ਸਰੀਰ ਦੇ ਉੱਤੇ ਝਰੀਟ ਨਹੀਂ ਹੋਣ ਦੇਣੀ। ਉਹਨਾਂ ਲੀਡਰਾਂ ਦੇ ਸਾਹਮਣੇ ਇਹ ਗੱਲ ਅੱਜ ਸਾਡੇ ਵੀਡੀਓਜ਼ ਵੀ ਉੱਥੇ ਅੱਗੇ ਆ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਦੀਆਂ ਝਰੀਟਾਂ ਤਾਂ ਕੀ ਮਾਰਨੀਆਂ, ਉਹਨਾਂ ਦੇ ਫੱਟ ਮਾਰੇ ਨੇ। ਜਿਹੜੀਆਂ ਅੱਜ ਵੀਡੀਓ ਸਾਡੇ ਸਾਹਮਣੇ ਜੋ ਉਹਨਾਂ ਨੇ ਹਾਲਾਤ ਜਾਂ ਜੋ ਉਹਨਾਂ ਨੇ ਅੱਗੇ ਕਾਰੇ ਕੀਤੇ ਨੇ ਉਹ ਸਾਡੇ ਸਾਹਮਣੇ ਨੇ। ਪਰ ਇਹ ਲੀਡਰ ਸਹਿਬਾਨ ਪਤਾ ਨਹੀਂ ਕਿਹੜੀਆਂ ਝਰੀਟਾਂ ਨੂੰ ਮੰਨਦੇ ਨੇ ਕਿ ਉਹ ਝਰੀਟਾਂ ਹੁੰਦੀਆਂ ਨੇ ਤੇ ਜਿਹੜੇ ਇਹ ਫੱਟ ਨੇ ਉਹ ਫੱਟ ਨਹੀਂ ਹੁੰਦੇ। ਇਹਦੇ ਪਾਸੇ ਨਾ ਇੱਕ ਇਤਿਹਾਸਕ ਪੱਖ ਸਾਨੂੰ ਜਾਣਨਾ ਪੈਣਾ ਹੈ। ਜਦੋਂ ਸਾਡੇ ਨੌਜਵਾਨ 84 ਤੋਂ ਲੈ ਕੇ 94 ਤੱਕ ਹਕੂਮਤ ਨੇ ਗੋਲੀ ਨਾ ਮਾਰੇ ਨਾ, ਸ਼ਹੀਦ ਕੀਤੇ ਗੋਲੀ ਦੇ ਨਾਲ, ਉਹ ਸਾਰੀ ਕੌਮ ਅੱਜ ਉਹਨਾਂ ਬਾਰੇ ਗੱਲ ਕਰਦੀ ਹੈ। ਅੱਜ ਸਾਰੀ ਕੌਮ ਕਹਿੰਦੀ ਵੀ ਅਸੀਂ ਨੁਕਸਾਨ, ਕੋਈ ਕਹਿੰਦੇ ਨੁਕਸਾਨ ਕਰਾ ਲਿਆ, ਕੋਈ ਕਹਿੰਦੇ ਵੀ ਚਲੋ ਚੜ੍ਹਦੀ। ਉਹ ਵੱਖਰੇ ਵੱਖਰੇ ਲੋਕਾਂ ਦੇ ਆਪਣੇ ਇੱਕ ਉਹਨਾਂ ਦੀ ਸੋਚਣ ਦਾ ਤਰੀਕਾ ਹੈ। ਪਰ ਤੁਸੀਂ ਕਦੀ 2000 ਤੋਂ ਲੈ ਕੇ 2020 ਤੱਕ ਲੱਖਾਂ ਹੀ ਨੌਜਵਾਨ ਜਿਹੜੇ ਨਸ਼ੇ ਨਾਲ ਮਾਰੇ ਗਏ ਆ, ਉਹਨਾਂ ਦੀ ਗੱਲ ਕਰਦੇ ਲੋਕਾਂ ਨੂੰ ਨਹੀਂ ਸੁਣਦੇ, ਕਿਉਂਕਿ ਉਹ ਲੋਕ ਇਸ ਤਰੀਕੇ ਨਾਲ ਗੱਲ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਹ ਸੁਭਾਵਕ ਸੀ ਉਹਨਾਂ ਦਾ ਮਰ ਜਾਣਾ। ਜਿਹੜਾ ਗੋਲੀ ਨਾਲ ਮਰਦਾ ਬੰਦਾ ਉਹੀ ਵਾਇਲੈਂਸ ਹੈ। ਹੁਣ 200 ਦੇ ਕਰੀਬ ਉੱਥੇ ਮੋਰਚੇ ਦੇ ਵਿੱਚ ਲੋਕ ਮਰ ਚੁੱਕੇ ਆ। ਕੋਈ ਠੰਡ ਨਾਲ ਮਰ ਚੁੱਕਾ, ਕੋਈ ਖੁਦਕੁਸ਼ੀਆਂ ਕਰ ਚੁੱਕਾ। ਹੈਰਾਨੀ ਦੀ ਗੱਲ ਤੁਸੀਂ ਇਹ ਵੇਖੋ ਵੀ ਜਿਹੜੇ ਮੋਰਚੇ ਦੀ ਇਹ ਗੱਲ ਕਹੀ ਜਾਂਦੀ ਵੀ ਉੱਥੇ ਚੜ੍ਹਦੀ ਕਲਾ ਵਰਤ ਰਹੀ ਹੈ, ਉਹਦੇ ਵਿੱਚ ਵੀ ਲੋਕ ਖੁਦਕੁਸ਼ੀਆਂ ਕਰ ਰਹੇ। ਕਾਰਨ ਇਹ ਸੀ ਵੀ ਜਦੋਂ ਇੱਥੋਂ ਪੰਜਾਬ 'ਚ ਲੋਕ ਗਏ ਆ ਨਾ, ਉਹ ਡਿਫੈਂਸਿਵ ਰੂਪ 'ਚ ਨਹੀਂ ਗਏ, ਉਹ ਇੱਥੋਂ ਓਫੈਂਸਿਵ ਰੂਪ 'ਚ ਉੱਥੇ ਗਏ ਆ। ਤੇ ਜਦੋਂ ਬਾਰਡਰ ਤੇ ਜਾ ਕੇ ਖੜ ਗਏ ਆ, ਉੱਥੇ ਕੀ ਹੋਇਆ ਵੀ ਲੀਡਰਸ਼ਿਪ ਨੇ ਕੰਟਰੋਲ ਲੈ ਲਿਆ ਲੋਕਾਂ ਦੇ ਹੱਥਾਂ 'ਚੋਂ। ਜਦੋਂ ਲੀਡਰਸ਼ਿਪ ਨੇ ਕੰਟਰੋਲ ਲੈ ਲਿਆ ਨਾ, ਤੇ ਸਰਕਾਰ ਨਾਲ ਮੀਟਿੰਗਾਂ ਸ਼ੁਰੂ ਹੋਈਆਂ। ਤੁਸੀਂ 100 ਵਾਰੀ ਕਹੋ ਵੀ ਅਸੀਂ ਉੱਥੇ 6 ਮਹੀਨੇ ਦਾ ਰਾਸ਼ਨ ਲੈ ਕੇ ਗਏ, ਅਸੀਂ 10 ਮਹੀਨੇ ਦਾ ਰਾਸ਼ਨ ਲੈ ਕੇ ਗਏ ਆ। ਪੰਜਾਬ ਤੋਂ ਇੰਨੀ ਦੂਰ ਤੁਸੀਂ ਬੈਠੇ ਹੋ, ਉੱਥੇ ਲੋਕਾਂ ਦੇ ਵਿੱਚ, ਤੇ ਖਾਸ ਕਰ ਦੂਜੀ ਇਹ ਗੱਲ ਆ, ਜਿਹੜੀ ਉੱਥੇ ਦੇ ਲੋਕਾਂ ਦੀ ਊਰਜਾ ਵਾ ਜਿਹੜੀ ਆਪਣੀ ਸਿੱਖਾਂ ਦੀ, ਉਹਦੇ ਨਾਲੋਂ ਤੋੜ ਕੇ ਤੁਸੀਂ ਉਹਨਾਂ ਨੂੰ ਇੱਕ ਸਿਰਫ ਕਿਸਾਨੀ ਦੇ ਮੁੱਦੇ ਨਾਲ ਜੋੜਨਾ ਚਾਹੁੰਦੇ ਹੋ ਵੀ ਸਿਰਫ ਕਿਸਾਨੀ ਦਾ ਮਸਲਾ ਹੈ, ਇਹ ਸਿਰਫ ਆਰਥਿਕਤਾ ਦਾ ਮਸਲਾ ਹੈ। ਤੇ ਆਰਥਿਕਤਾ ਦੇ ਮਸਲੇ ਦੇ ਪਿੱਛੇ ਲੋਕ ਏਡੇ ਵੱਡੇ ਸੰਘਰਸ਼ ਨਹੀਂ ਵਿੱਢਦੇ। ਇਹ ਦੁਨੀਆ ਦੇ ਇਤਿਹਾਸ 'ਚ ਕਿਤੇ ਨਹੀਂ ਹੋਇਆ ਵੀ ਲੋਕਾਂ ਨੇ ਖਾਲੀ ਆਰਥਿਕਤਾ ਦੀ ਖਾਤਰ ਇਹ ਜਿਹੜੀ ਚੀਜ਼ ਹੈ ਏਡੀ ਕਰਤੀ ਹੋਵੇ। 200 ਬੰਦਾ ਉੱਥੇ ਬੈਠਿਆ ਬੈਠਿਆ ਮਰਾ ਲਿਆ। ਤੇ ਰਾਜੇਵਾਲ ਸਾਹਿਬ ਸਟੇਜ ਤੇ ਚੜ੍ਹ ਕੇ ਕਹਿੰਦੇ ਆ ਵੀ ਅਸੀਂ ਝਰੀਟ ਨਹੀਂ ਆਉਣ ਦੇਣੀ ਕਿਸੇ ਤੇ। ਵੀ ਜਿਹੜਾ ਉਹ 200 ਬੰਦਾ ਮਰ ਚੁੱਕਾ ਵਾ, ਵੀ ਅਜੇ ਤੱਕ ਉਹ ਝਰੀਟ ਆਉਣ ਦਾ ਕੋਈ ਰਹਿ ਗਿਆ ਵਾ? ਕੁਛ ਬੰਦੇ ਇਹਦੀ ਦਲੀਲ ਦਿੰਦੇ ਆ ਵੀ ਉਹ ਠੰਡ ਨਾਲ ਮਰ ਗਏ। ਮੈਂ ਵੀ ਇਹ ਕਿੱਡੀ ਹਾਸੋਹਣੀ ਦਲੀਲ ਆ ਵੀ ਠੰਡ ਨਾਲ, ਇਹ ਬਜ਼ੁਰਗ ਸੀ ਠੰਡ ਨਾਲ ਮਰ ਗਏ। ਚਲੋ ਉੱਥੇ 12-13 ਬੰਦੇ ਦੇ ਮੇਰੇ ਖਿਆਲ ਨਾਲ ਜ਼ਹਿਰ ਖਾ ਕੇ ਮਰ ਗਏ, ਕਿਸੇ ਨੇ ਗੋਲੀ ਮਾਰ ਲਈ ਆਪਣੇ ਆਪ ਨੂੰ, ਕੋਈ ਜ਼ਹਿਰ ਖਾ ਕੇ ਮਰ ਗਿਆ, ਇੱਕ ਖੁਦਕੁਸ਼ੀਆਂ ਹੋ ਗਈਆਂ, ਕੁਛ ਐਕਸੀਡੈਂਟ 'ਚ ਮਰ ਗਏ। ਠੰਡ ਨਾਲ ਵੀ ਜਿਹੜੇ ਬੰਦੇ ਮਰੇ ਆ, ਉਹ ਬੰਦੇ ਆਪਣੇ ਘਰ ਮਾਰਨ। ਫਰਜ਼ ਕਰੋ ਕਿਸੇ ਦਾ ਬਜ਼ੁਰਗ ਜਿਹੜਾ ਹੈ ਉਹ ਬੁੱਢਾ ਹੋਇਆ ਹੋਵੇ, ਤੇ ਉਹਨੂੰ ਉਹ ਬਾਹਰ ਧੱਕਾ ਥੋੜੀ ਦੇ ਦਿੰਦੇ ਵੀ ਤੂੰ ਤੇ ਮਰ ਹੀ ਜਾਣਾ ਹੋਰ 2 ਮਹੀਨਿਆਂ ਨੂੰ। ਉੱਥੇ ਜਿਹੜੇ ਠੰਡ ਨਾਲ ਲੋਕ ਮਰ ਗਏ, ਆਗੂ ਕਿਉਂ ਨਹੀਂ ਮਰ ਗਏ? ਨਾਲ ਇਹ ਵੀ ਸਵਾਲ ਆ ਨਾ ਵੀ ਆਗੂ ਵੀ ਬਜ਼ੁਰਗ ਆ, 10-12-20 ਜਿਹੜੇ ਆਗੂ ਆ, ਇਹਨਾਂ ਨੂੰ ਠੰਡ ਨਹੀਂ ਲੱਗੀ ਕਿਤੇ ਵੀ ਜਾਂ ਇਹ ਰਾਤ ਨੂੰ ਜਾ ਕੇ ਹੋਟਲਾਂ 'ਚ ਪੈ ਜਾਂਦੇ? ਉਹ ਕੁੱਟ ਵੀ ਨਹੀਂ ਹੋਏ। ਉਹ ਜਿਹੜੇ ਆਗੂ ਨੇ ਜਿਹੜੇ ਦੂਸਰਿਆਂ ਨੂੰ ਸਲਾਹਾਂ ਦਿੰਦੇ ਪਏ ਨੇ ਵੀ ਭਾਈ ਤੁਸੀਂ ਕਿਸੇ ਦੇ ਹੱਥ ਨਹੀਂ ਚੱਕਣਾ, ਬੜੀ ਹੈਰਾਨੀ ਆ ਵੀ ਉਹ ਕੁੱਟ ਵੀ ਨਹੀਂ ਹੋਏ ਅਜੇ ਤੱਕ। ਜਦ ਕਿ ਜਿਹੜਾ ਲੋਕਾਂ ਦਾ ਰੋਹ, ਜਿਹੜੇ ਦੂਸਰੇ ਪਾਸੇ ਦੇ ਲੋਕ ਨੇ, ਜਿਹੜੇ ਗੁੰਡੇ ਨੇ, ਉਹਨਾਂ ਦਾ ਤਾਂ ਰੋਹ ਹੈਗਾ ਹੀ ਲੀਡਰਾਂ ਦੇ ਉੱਤੇ ਨੇ। ਉਹ ਤਾਂ ਇਹ ਕਹਿ ਰਹੇ ਨੇ ਅੱਤਵਾਦੀ ਤਾਂ ਇਹੀ ਨੇ, ਪਰ ਉਹ ਅੱਜ ਤੱਕ ਕੁੱਟੇ ਨਹੀਂ ਗਏ। ਉਹ ਮੈਨੂੰ ਇਹ ਲੱਗਦਾ ਕਿ ਜਿੰਨੀ ਦੇਰ ਤੱਕ ਜਾਂ ਤਾਂ ਇਹ ਉਸ ਚੀਜ਼ ਨੂੰ ਉਡੀਕਦੇ ਪਏ ਨੇ ਕਿ ਹਾਂ ਭਾਈ ਉਹ ਕੁੱਟੂਗੇ ਤੇ ਸ਼ਾਇਦ ਫੇਰ ਅਸੀਂ ਕਵਾਂਗੇ ਵੀ ਭਾਈ ਤੁਸੀਂ ਅਗਰੈਸਿਵ ਹੋ ਲਓ। ਨਹੀਂ, ਉਹ ਨਹੀਂ ਇਹ ਨਹੀਂ, ਆਗੂ ਨਹੀਂ ਸਾਡੇ ਇਹ ਕਹਿਣਗੇ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਇਹ ਹੈ ਵੀ ਇਹ ਜਿਹੜੇ ਬੰਦੇ ਸਟੇਟ ਤੋਂ ਪਹਿਲਾਂ ਹੀ ਡਰ ਜਾਣ, ਇੰਨੀ ਲੋਕਾਂ ਦੀ ਪਾਵਰ ਤੁਹਾਡੇ ਹੱਥ 'ਚ ਹੋਣ ਦੇ ਬਾਵਜੂਦ ਤੁਸੀਂ ਸਟੇਟ ਕੋਲੋਂ ਡਰ ਜਾਓ, ਤੁਸੀਂ ਡਿਫੈਂਸਿਵ ਮੋਡ 'ਚ ਚਲੇ ਜਾਓ। ਜਿੱਥੇ ਇਹਨਾਂ ਦੀ ਲੱਤ ਸਟੇਟ ਦੇ ਉੱਤੇ ਸੀ ਨਾ, ਵੀ ਇਹਨਾਂ ਨੇ ਜਦੋਂ 26 ਜਨਵਰੀ ਦੀ ਕਾਲ ਕੀਤੀ ਸੀ, ਬਾਅਦ 'ਚ ਇਹਨਾਂ ਦੀ ਪਤਾ ਨਹੀਂ ਕਿਹੜੀ ਗੱਲੋਂ ਮੀਟਿੰਗ ਹੋਈ ਹੈ ਜਾਂ ਕੀ ਹੋਇਆ ਜਾਂ ਡਰ ਕਿਉਂ ਗਏ ਨੇ। ਜਦੋਂ ਤੁਹਾਡਾ ਮਕਸਦ ਇਹ ਹੈ ਵੀ ਤੁਸੀਂ ਸਰਕਾਰ ਦੇ ਖਿਲਾਫ ਲੜਨ ਗਏ ਜੋ, ਉੱਥੇ ਉਹਦੇ ਫੈਸਲਿਆਂ ਦੇ ਖਿਲਾਫ ਲੜਨ ਗਏ ਜੋ, ਫਿਰ ਸਰਕਾਰ ਵੱਲੋਂ ਦਿੱਤੇ ਰੂਟਾਂ ਤੇ ਰੈਲੀਆਂ ਕਰਨ ਦਾ ਸਰਕਾਰੀ ਜਿਪਸੀਆਂ ਅੱਗੇ ਲੱਗੀਆਂ ਤੁਹਾਡੇ, ਪੁਲਿਸ ਤੁਹਾਨੂੰ ਪ੍ਰੋਟੈਕਟ ਕਰ ਰਹੀ ਹੈ।
ਤੁਸੀਂ ਕਦੀ ਸੁਣਿਆ ਵੀ ਇਤਿਹਾਸ ਦੇ ਵਿੱਚ ਇਹ ਕੰਮ ਵਾਪਰ ਗਿਆ ਹੋਵੇ ਵੀ ਕੋਈ ਐਡਾ ਵੱਡਾ ਪ੍ਰੋਟੈਸਟ ਕਿਤੇ ਗਿਆ ਹੋਵੇ ਤੇ ਉਹ ਸਰਕਾਰ ਦੀ ਕੋਆਰਡੀਨੇਸ਼ਨ ਨਾਲ ਚੱਲ ਰਿਹਾ ਹੋਵੇ ਪ੍ਰੋਟੈਸਟ, ਉਹਨੂੰ ਕੰਟਰੋਲ ਕਰਨਾ ਜਾਂ ਉਹਨੂੰ ਮੈਨੇਜ ਕਰਨਾ, ਸਰਕਾਰ ਉਹਦੇ 'ਚ ਹੈਲਪ ਕਰ ਰਹੀ ਹੋਵੇ? ਤੇ ਫਿਰ ਉਹਨਾਂ ਨੇ ਅਸਲ 'ਚ ਆਗੂਆਂ ਨੂੰ ਕਿਸੇ ਗੱਲੋਂ ਕਾਣੇ ਕੀਤਾ ਹੈ, ਤਾਂ ਕਰਕੇ ਇਹਨਾਂ ਨੇ ਐਟ ਦਾ ਮੂਮੈਂਟ ਜਿਹੜਾ ਹੈ ਨਾ ਉਹ ਇਹਨਾਂ ਨੇ ਰੂਟ ਚੇਂਜ ਕਰਤਾ ਹੈ। ਹੁਣ ਜਿਹੜਾ ਰੂਟ ਚੇਂਜ ਇਹਨਾਂ ਨੇ ਕੀਤਾ ਹੈ, ਬਹੁਤੇ ਲੋਕਾਂ ਨੂੰ ਕਨਫਿਊਜ਼ਨ 'ਚੋਂ ਪਤਾ ਨਹੀਂ ਲੱਗਾ ਵੀ ਉਹ ਰੂਟ ਕੀ ਹੈ। ਉਹ ਤੋਂ ਬਾਅਦ ਜਦੋਂ ਇਹ ਤੁਸੀਂ 100 ਦਲੀਲਾਂ ਦਿਓ, ਤੁਸੀਂ ਕੁੱਤੇ ਦੇ ਵੀ ਡਾਂਗ ਮਾਰੋ ਨਾ ਤੇ ਕੁੱਤੇ ਨੂੰ ਮਤਲਬ ਕੁੱਤਾ ਵੀ ਗਾੜੀਆਂ ਪੈ ਜਾਂਦਾ ਹੈ। ਤੇ ਇਹ ਤੇ ਜੀਂਦੇ ਜਾਗਦੇ ਮਨੁੱਖ ਨੇ ਤੇ ਖਾਸ ਕਰਕੇ ਸਿੱਖ ਨੇ, ਸਿੱਖਾਂ ਦੀ ਇੱਕ ਇਹ ਜਿਹੜੀ ਹੈਗੀ ਬਿਰਤੀ ਹੈ ਵੀ ਉਹ ਇੱਕ ਲੰਮੇ ਸਮੇਂ ਤੱਕ ਇਹ ਕੰਮ ਨਹੀਂ ਕਰ ਸਕਦੇ ਜਿਹੜਾ ਜ਼ੁਲਮ ਬਰਦਾਸ਼ਤ ਕਰਨਾ ਨਾ, ਜਾਂ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਉਹ ਲੜ ਨਹੀਂ ਸਕਦੇ। ਜਿੱਥੇ ਤੇ ਇਹ ਹੋਵੇ ਨਾ ਵੀ ਉੱਥੇ ਲੜ ਨਹੀਂ ਸਕਦੇ ਜਿਸੇ ਬੰਦੇ ਨਾਲ, ਉੱਥੇ ਤੇ ਬਹਿ ਕੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਉਹ ਸ਼ਹਾਦਤਾਂ ਦੇ ਦੇਣ ਜਾਂ ਕੁੱਟ ਖਾ ਲੈਣ, ਹਨਾ। ਪਰ ਜਿੱਥੇ ਉਹਨਾਂ ਨੂੰ ਲੱਗਦਾ ਵੀ ਯਾਰ ਕੋਈ 4 ਬੰਦੇ ਗੁੰਡੇ ਆਣ ਕੇ ਸਾਡੀਆਂ ਧੀਆਂ ਭੈਣਾਂ ਨੂੰ ਬੇਇੱਜ਼ਤ ਕਰਨਗੇ, ਉੱਥੇ ਸਿੱਖ ਨੂੰ ਇਹ ਕਹਿਣਾ ਵੀ ਤੁਸੀਂ ਗਾੜੀਆਂ ਕੁਛ ਨਹੀਂ ਕਰਨਾ, ਇਹ ਵੀ ਇੱਕ ਬੜੀ ਬੇਗੈਰਤੀ ਵਾਲੀ ਗੱਲ ਹੈ। ਇਹਦੇ 'ਚ ਮੈਨੂੰ ਤਾਂ ਕੋਈ ਲੌਜਿਕ ਲੱਭਾ ਨਹੀਂ। ਜਾਪ ਸਿੰਘ, ਕੋਈ ਗੱਲ ਐਡ ਕਰਨੀ ਚਾਹੁੰਦੇ ਹੋ? ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਸਿਰਫ ਸਿੱਖਾਂ ਨੂੰ ਰੋਕ ਹੀ ਨਹੀਂ ਰਹੇ, ਇਹਦਾ ਅਪੀਲਾਂ ਵੀ ਉਹੀ ਕਰ ਰਹੇ ਆ ਵੀ ਪੰਜਾਬ ਤੋਂ ਤੁਰਨ ਵਕਤ ਵੀ ਤੁਸੀਂ ਆਪਣਾ ਕੋਈ ਸ਼ਸਤਰ ਨਹੀਂ ਨਾਲ ਲੈ ਕੇ ਆਉਣਾ। ਮੈਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇਹ ਉੱਥੇ ਸਿੱਖ ਕੌਮ ਦਾ ਕਤਲੇਆਮ ਕਰਵਾਉਣ ਲਈ ਉਹਨਾਂ ਨੂੰ ਮੰਗਵਾ ਰਹੇ ਆ ਜਾਂ ਉੱਥੇ ਦਿੱਲੀ ਖਿਲਾਫ ਸੰਘਰਸ਼ ਲੜਨ ਲਈ ਮੰਗਵਾ ਰਹੇ ਆ। ਧੀਆਂ ਭੈਣਾਂ ਸਾਰੀਆਂ ਉੱਥੇ ਬੈਠੀਆਂ, ਬੱਚੇ ਵੀ ਸਾਡੇ ਉੱਥੇ ਬੈਠੇ ਆ, ਤੇ ਇਹ ਜੇਕਰ ਉਹ ਭੀੜਾਂ ਜਿੱਦਾਂ ਹੁਣ ਪਹਿਲੇ ਦਿਨ ਉਹ 250 ਬੰਦਾ ਆਇਆ ਸੀ, ਕੱਲ ਉਹਨਾਂ ਦਾ ਤਕਰੀਬਨ 3000 ਬੰਦਾ ਜਿਹੜਾ ਆ ਉਹ ਆਇਆ ਅਟੈਕ ਕਰਨ ਇਹਨਾਂ ਦੇ ਉੱਤੇ, ਤੇ ਅੱਜ 250 ਤੋਂ 3000 ਹੋ ਗਿਆ, ਕੱਲ ਤੋਂ 3 ਤੋਂ 30,000 ਹੋਣ ਦੇ ਵਿੱਚ ਵੀ ਦੇਰ ਨਹੀਂ ਲੱਗਣੀ। ਤੇ ਜੇ ਇਹ ਸੋਚਦੇ ਆ ਵੀ ਸ਼ਾਇਦ ਸਾਨੂੰ ਪਿੰਡਾਂ ਵਾਲੇ ਬਚਾ ਲੈਣਗੇ, ਪਿੰਡਾਂ ਵਾਲੇ ਕਿਸੇ ਨੇ ਨਹੀਂ ਬਚਾਉਣਾ। ਉਹ ਸਿਰਫ ਖੜ ਕੇ ਤਮਾਸ਼ਾ ਦੇਖਣਗੇ ਜਾਂ ਬਾਅਦ ਵਿੱਚ ਅਫਸੋਸ ਕਰ ਦੇਣਗੇ ਵੀ ਨਹੀਂ ਯਾਰ ਬੰਦੇ ਚੰਗੇ ਸੀਗੇ, ਇਹਨਾਂ ਦਾ ਧੱਕਾ ਹੋ ਗਿਆ। ਨਹੀਂ, ਪਿੰਡਾਂ ਵਾਲਿਆਂ ਤੇ ਨਾ ਇਹ ਸਾਡੇ ਜਪ ਭਾਜੀ ਪਿੰਡਾਂ ਵਾਲਿਆਂ ਦੇ ਬਾਰੇ ਤੇ ਇਹਨਾਂ ਨੂੰ ਗੱਲ ਸੋਚਣੀ ਚਾਹੀਦੀ ਹੈ। ਜਿਹੜੀ ਹਿੰਦੂ ਕੌਮ ਹੈ ਜਾਂ ਇੱਕ ਹਿੰਦੂ ਹੈ ਨਾ, ਉਹ ਇੰਡੀਵਿਜੂਅਲ ਤੌਰ ਤੇ ਚੰਗਾ ਮਾੜਾ ਹੋ ਸਕਦਾ ਹੈ, ਇੰਡੀਵਿਜੂਅਲ ਤੌਰ ਤੇ ਇਕੱਲੇ ਤੌਰ ਤੇ ਇੱਕ ਇਮਾਨਦਾਰ ਵੀ ਹੋ ਸਕਦਾ, ਕੋਈ ਚੋਰ ਵੀ ਹੋ ਸਕਦਾ, ਬਹੁਤ ਇਮਾਨਦਾਰ ਵੀ ਹੋ ਸਕਦਾ ਕੋਈ। ਪਰ ਜਦੋਂ ਕਲੈਕਟਿਵ ਰੂਪ 'ਚ ਉਹ ਭੀੜ 'ਚ ਇਕੱਠਾ ਹੁੰਦਾ ਹੈ ਨਾ, ਉਹਦੀ ਇੱਕ ਬਿਰਤੀ ਹੈ, ਉਹ ਬਿਰਤੀ ਹੈਗੀ ਹੈ। ਤੁਸੀਂ ਕੋਈ ਦੰਗਾ ਨਹੀਂ ਵੇਖੋਗੇ ਅੱਜ ਤੱਕ ਜਿੱਥੇ ਵੀ ਹਿੰਦੂ ਭੀੜ ਇਕੱਠੀ ਹੋਈ ਹੈ ਉਹਨਾਂ ਦੰਗਾ ਫਸਾਦ ਕੀਤਾ ਹੈ। ਹੁਣ ਸਿੱਖ ਉੱਥੇ ਇਹ ਸਾਡੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਵੀ ਇਹ ਲੋਕ ਤੇ ਸਾਡੇ ਕੋਲ ਲੰਗਰ ਖਾਂਦੇ ਨੇ, ਇਹ ਤੇ ਸਾਡੀਆਂ ਦੇਖੋ ਜੀ ਸਿਫਤਾਂ ਕਰਦੇ ਨੇ। ਇਹ ਠੀਕ ਹੈ, ਉਹ ਲੋਕ ਆਪਣੀ ਚੇਤਨਤਾ ਚੋਂ ਇਹ ਸਭ ਕੁਝ ਕਰਦੇ ਨੇ, ਹਿੰਦੂ ਚੇਤਨਤਾ ਚੋਂ ਕਹਿੰਦਾ ਵੀ ਸਿੱਖਾਂ ਨੇ ਵੇਖੋ ਲੰਗਰ ਲਾਇਆ। ਜਿਹੜੇ ਲੋਕ ਤੁਹਾਡੇ ਕੋਲ ਲੰਗਰ ਖਾਣ ਆਉਂਦੇ ਨੇ ਨਾ, ਜਦੋਂ ਭੀੜ ਬਣ ਗਏ ਨਾ ਉਹੀ ਲੋਕ ਤੁਹਾਡਾ ਕਤਲੇਆਮ ਕਰਨਗੇ। ਵੱਖਰੇ ਲਿਆਉਣ ਦੀ ਲੋੜ ਨਹੀਂ ਸਰਕਾਰਾਂ ਨੂੰ ਵੀ ਗੁੰਡੇ ਲਿਆਂਦੇ ਨੇ ਕਿਤੋਂ ਜੀ, ਨਾ। ਉਹ ਉਹਨਾਂ ਨੂੰ ਇੱਕ ਚੀਜ਼ ਡਰਾਈਵ ਕਰਦੀ ਹੈ, ਜਿੱਥੇ 1000-1200 ਸਿੱਖ ਇਕੱਠਾ ਹੋਏਗਾ ਨਾ, ਉੱਥੇ ਉਹ ਉੱਥੇ ਦੇਖੋ ਆਮ ਮੈਂ ਕਰਦਾ ਹੁੰਦਾ ਗੱਲ, ਆਮ ਹਾਲਾਤਾਂ 'ਚ ਕੋਈ ਮੁੰਡੇ ਜਿਹੜੇ ਆ ਨਾ ਪੰਜਾਬ ਦੇ ਵਿੱਚ, ਤੁਸੀਂ ਆਮ ਵੇਖਿਆ ਹੋਣਾ ਵੀ ਕੁੜੀਆਂ ਮਗਰ ਗੇੜੀਆਂ ਵੀ ਮਾਰਦੇ ਨੇ, ਹਨਾ। ਉਹਨਾਂ ਦੀ ਇੱਕ ਜਿਹੜੀ ਜਵਾਨੀ ਦੇ ਦੌਰ ਦੇ ਵਿੱਚ ਇਹ ਕੰਮ ਕਰਦੇ ਨੇ। ਪਰ ਤੁਸੀਂ ਕਦੀ ਵੇਖਿਆ ਵੀ ਉੱਥੇ ਮੋਰਚੇ 'ਚ ਗਏ ਕਿਸੇ ਸਿੱਖ ਮੁੰਡੇ ਨੇ, ਭਾਵੇਂ ਉਹ ਜਿੱਦਾਂ ਦਾ ਮਰਜ਼ੀ ਹੈ, ਉਹਨੇ ਕਿਸੇ ਦੀ ਧੀ ਭੈਣ ਨੂੰ ਛੇੜਿਆ ਹੋਵੇ? ਨਹੀਂ, ਕਿਉਂਕਿ ਉੱਥੇ ਸਿੱਖਾਂ ਦੀ ਇੱਕ ਕਲੈਕਟਿਵ ਊਰਜਾ ਕੰਮ ਕਰਦੀ ਹੈ। ਸਿੱਖਾਂ ਦੀ ਕਲੈਕਟਿਵ ਜਿਹੜੀ ਸੋਚ ਹੈ, ਕੌਮੀ ਸੋਚ ਹੈ ਜਿਹੜੀ ਇਕੱਠੀ, ਉਹਦੇ ਜਿੱਤੇ ਹਿੰਦੂਆਂ ਦੀ ਕੌਮੀ ਸੋਚ 'ਚ ਬੜਾ ਫਰਕ ਹੈ। ਤੇ ਜਦੋਂ ਸਾਡੇ ਸਿੱਖ ਸਾਡੇ ਗਲਤੀ ਕੀ ਕਰਦੇ ਆ, ਇਹ ਹਿੰਦੂ ਨੂੰ ਇੰਡੀਵਿਜੂਅਲ ਦੇ ਤੌਰ ਤੇ ਜੱਜ ਕਰਨ ਲੱਗ ਪੈਂਦੇ ਆ ਵੀ ਮੇਰੇ ਨਾਲ ਦੇਖੋ ਜੀ ਮੇਰਾ ਦੋਸਤ ਬੜਾ ਚੰਗਾ ਹੈ ਹਿੰਦੂ, ਮੇਰਾ ਫਲਾਣਾ ਬੰਦਾ ਚੰਗਾ। ਅਸੀਂ ਇਹ ਨਹੀਂ ਕਹਿੰਦੇ ਵੀ ਮਾੜਾ ਹੈ, ਪਰ ਅਸੀਂ ਇਹ ਗੱਲ ਕਹਿੰਦੇ ਵੀ ਉਹਦੇ ਮੂਲ ਦੇ ਵਿੱਚ ਇਹ ਚੀਜ਼ ਪਈ ਹੈ ਵੀ ਉਹ ਤੁਹਾਨੂੰ ਸਿੱਖ ਦੇ ਰੂਪ 'ਚ ਸਵੀਕਾਰ ਨਹੀਂ ਕਰਦਾ। ਉਹ ਕਹਿੰਦਾ ਜਾਂ ਤੁਸੀਂ ਬਿਲਕੁਲ ਮੈਂ ਤੁਹਾਡੀ ਮੈਂ ਗੱਲ ਕੱਟ ਰਿਹਾ। ਮੈਂ ਇਹਦੇ ਤੇ ਮੈਂ ਤੁਹਾਨੂੰ ਐਗਜ਼ਾਮਪਲ ਉਦਾਹਰਨ ਦੇਣੀ ਚਾਹੁੰਦਾ ਵੀ ਜਦੋਂ WhatsApp ਦਾ ਦੌਰ ਆਇਆ ਤੇ ਹੌਲੀ ਹੌਲੀ ਕਰਦਿਆਂ ਕਰਾਉਂਦਿਆਂ ਸਾਨੂੰ ਵੀ ਸਾਡਾ ਕਾਲਜ ਦਾ ਗਰੁੱਪ ਜਿਹੜਾ ਉਹ ਲੱਭ ਗਿਆ, ਕੁੜੀਆਂ ਮੁੰਡੇ ਸਾਰੇ, ਹਨਾ। ਜਿੰਨੀ ਸਾਡੀ ਕਲਾਸ ਸੀਗੀ ਆਲਮੋਸਟ ਅਸੀਂ ਸਾਰੀ ਕਲਾਸ ਇਕੱਠੇ ਹੋਏ ਸੀ, ਗਰੁੱਪ ਬਣਾ ਲਿਆ। ਗਰੁੱਪ ਦੇ ਵਿੱਚ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ, ਹਨਾ। ਤੇ ਇੱਕ ਦਿਨ ਕੋਈ ਸਾਡੇ ਕਿਸੇ ਮਤਲਬ ਉਹ ਬਾਹਮਣਾ ਦੇ ਮੁੰਡੇ ਸੀਗੇ, ਸਾਡੇ ਨਾਲ ਭਰਾਵਾਂ ਵਾਂਗੂ ਉਹਨਾਂ ਦਾ ਪਿਆਰ ਸੀਗਾ ਜਦੋਂ ਪੜ੍ਹਦੇ ਹੁੰਦੇ ਸੀ। ਉਦੋਂ ਖੈਰ ਸਾਨੂੰ ਇੰਨੇ ਆਪਣੇ ਹੱਕਾਂ ਬਾਰੇ ਪਤਾ ਵੀ ਨਹੀਂ ਸੀ ਹੁੰਦਾ। ਉੱਥੇ ਕਰਦਿਆਂ ਕਰਾਉਂਦਿਆਂ ਉਹਨਾਂ ਚੋਂ ਕਿਸੇ ਨੇ 26 ਜਨਵਰੀ ਖਰੇ 15 ਅਗਸਤ ਦੀਆਂ ਕੋਈ ਵਧਾਈਆਂ ਦੇ ਦਿੱਤੀਆਂ, ਤੇ ਅਸੀਂ ਉਹਦਾ ਥੋੜਾ ਜਿਹਾ ਕਹਿ ਦਿੱਤਾ ਵੀ ਭਾਈ ਸਾਡੇ ਤਾਂ ਇੰਨੇ ਬੰਦੇ ਵਰ ਗਿਆ 15 ਅਗਸਤ ਦੇ ਉੱਤੇ, ਤੇ ਸੰਵਿਧਾਨ ਸਾਡਾ ਜਿਹੜਾ ਆ ਉਹ ਸਾਡੀ ਰੱਖਿਆ ਨਹੀਂ ਕਰਦਾ, ਤੇ ਸਾਡੇ ਲਈ ਤਾਂ ਕੋਈ ਵਧਾਈਆਂ ਨਹੀਂ, ਹਨਾ, ਵੀ ਅਸੀਂ ਨਹੀਂ ਵਧਾਈਆਂ ਨੂੰ ਮੰਨਦੇ। ਇੰਨੀ ਗੱਲ ਦੇ ਉੱਤੇ ਏਡਾ ਤਗੜਾ ਵਿਵਾਦ ਹੋਇਆ ਵੀ ਅਸੀਂ 3-3 ਸਾਲ ਆਪਾਂ ਇਕੱਠੇ ਭਰਾਵਾਂ ਵਾਂਗੂ ਰਹਿੰਦੇ ਰਹੇ ਆ, ਹਿੰਦੂਆਂ ਦੇ ਮੁੰਡਿਆਂ ਨਾਲ, ਬਾਹਮਣਾਂ ਨਾਲ। ਉਹ ਮਤਲਬ ਇਹ ਇੱਥੇ ਆ ਕੇ ਸਾਡੇ ਜਿਹੜੇ ਆ ਉਹ ਉਸੇ ਗਰੁੱਪ ਦੇ ਵਿੱਚ ਕਲਾਸ ਦੇ 2 ਗਰੁੱਪ ਬਣ ਗਏ। ਹਿੰਦੂ ਮੈਂਟੈਲਿਟੀ ਇੱਕ ਪਾਸੇ ਹੋ ਗਈ,
ਸਿੱਖਾਂ ਵਾਲੀ ਮੈਂਟੈਲਿਟੀ ਇੱਕ ਪਾਸੇ ਹੋ ਗਈ, ਤੇ ਸਿੱਖਾਂ ਦੇ ਵਿੱਚੋਂ ਵੀ ਜਿਹੜੇ 60% 65% ਆਪਾਂ ਕਹਿ ਸਕਦੇ ਹਾਂ ਵੀ ਸਾਡੇ ਜਿਹੜੇ ਕਲਾਸਮੇਟ ਹੀ ਸੀਗੇ ਸਿੱਖਾਂ ਦੇ ਮੁੰਡੇ ਸੀ, ਉਹ ਹਿੰਦੂਆਂ ਨਾਲ ਜਾ ਖੜੇ, ਤੇ ਹਿੰਦੂਆਂ ਵਿੱਚੋਂ ਇੱਕ ਵੀ ਮੁੰਡਾ ਜਿਹੜਾ ਆ ਉਹ ਸਾਡੀ ਸਪੋਰਟ ਤੇ ਨਹੀਂ ਆਇਆ। ਤੇ ਇਹ ਜਿਹੜੀ ਮਤਲਬ ਮੈਂਟੈਲਿਟੀ ਆ ਹਿੰਦੂਆਂ ਦੀ, ਇਹ ਉਦੋਂ ਤੱਕ ਹੀ ਤੁਹਾਡੇ ਨਾਲ ਭਾਈਚਾਰਾ ਰੱਖਦੀ ਹੈ ਜਦੋਂ ਤੱਕ ਤੁਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਕਰਦੇ। ਇਸ ਗੱਲ ਦਾ ਆਪਾਂ ਨੂੰ ਬਿਲਕੁਲ ਕਲੀਅਰ ਪਤਾ ਆ। ਤੇ ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਵੀ ਇਹ ਉਹੀ ਹਰਿਆਣਾ ਆ ਜਿੱਥੇ ਹੋਂਦ ਚੱਲੜ ਵਰਗੇ ਜਿਹੜੇ ਆ ਉਹ ਸਾਕੇ ਵਾਪਰੇ ਆ। ਹੋਂਦ ਚੱਲੜ ਪਿੰਡ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਸਿੱਖਾਂ ਦਾ। ਇਹਦੇ ਚ ਨਾ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ, ਜਿਹੜਾ ਮੋਰਚੇ ਦੇ ਇੱਕ ਬੜੀ ਗਲਤ ਪਰਸੈਪਸ਼ਨ ਬਣ ਗਈ ਹੈ ਨਾ ਮੋਰਚੇ ਦੇ ਪ੍ਰਤੀ, ਉਹ ਇਹ ਹੈ ਵੀ ਉੱਥੇ ਹਿੰਦੂ ਵੀ ਬੈਠੇ ਆ, ਉੱਥੇ ਮੁਸਲਮਾਨ ਵੀ ਬੈਠੇ ਆ, ਉੱਥੇ ਫਲਾਣਾ ਵੀ ਬੈਠਾ, ਉੱਥੇ ਢਿੰਗੜਾ ਵੀ ਬੈਠਾ। ਇਹ ਗੱਲ ਜੇ ਤੁਸੀਂ ਇਹਨੂੰ ਡੀਕੋਡ ਕਰੋ ਨਾ ਬਾਈ ਚਾਂਸ, ਉੱਥੇ ਸਿੱਖ ਬੈਠੇ ਆ ਮੈਜੋਰਿਟੀ ਦੇ ਵਿੱਚ, ਉਸ ਤੋਂ ਬਾਅਦ ਬੈਠਿਆ ਜਾਟ ਉਹ ਵਰਗ ਆ ਜਿਹੜਾ ਆਪਣੀ ਜਾਤ ਨਾਲ ਜ਼ਿਆਦਾ ਆਪਣੇ ਆਪ ਨੂੰ ਐਫੀਲੀਏਟ ਕਰਦਾ ਤੇ ਆਪਣੇ ਧਰਮ ਨਾਲ ਘੱਟ ਕਰਦਾ। ਭਾਵ ਉਹ ਆਪਣੇ ਨੂੰ ਹਿੰਦੂ ਕਹਾਉਣ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਜਾਟ ਕਹਿਣਾ ਪਸੰਦ ਕਰਦੇ। ਉੱਥੇ ਯੂਪੀ ਦੇ ਜਾਟ ਹੈ, ਹਰਿਆਣੇ ਦੇ ਜਾਟ ਹੈ, ਉੱਥੇ ਤਾਮਿਲ ਦੇ ਲੋਕ ਹੈ, ਤਾਮਿਲਨਾਡੂ ਦੇ, ਉਹ ਆਪਣੀ ਆਇਡੈਂਟੀਟੀ ਨੂੰ ਜ਼ਿਆਦਾ ਮੰਨਦੇ, ਉਹ ਆਪਣੇ ਧਰਮ ਨੂੰ। ਕਿਉਂਕਿ ਹੁਣ ਦੇਖੋ ਤਾਮਿਲ ਦਾ ਹਿੰਦੂ ਤੇ ਦਿੱਲੀ ਦਾ ਹਿੰਦੂ ਕਿਉਂ ਲੜਦਾ ਆਪਸ ਚ? ਉਹਨਾਂ ਦੀ ਬੋਲੀ ਦਾ ਮਸਲਾ, ਉਹਨਾਂ ਦੀ ਪਛਾਣ ਦਾ ਮਸਲਾ। ਇਸ ਕਰਕੇ ਮੋਰਚੇ ਦੇ ਵਿੱਚ ਉਹ ਬੰਦੇ ਜ਼ਿਆਦਾ ਨੇ ਜਿਹੜੇ ਜਾਂ ਤੇ ਆਪਣੇ ਆਪ ਨੂੰ ਹਿੰਦੂ ਆਇਡੈਂਟੀਟੀ ਨਾਲ ਘੱਟ ਲਿੰਕ ਕਰਦੇ ਨੇ, ਜਾਂ ਬਿਲਕੁਲ ਉਹਦੇ ਵਿਪਰੀਤ ਨੇ, ਜਿਵੇਂ ਥੋੜੇ ਬਹੁਤ ਮੁਸਲਮਾਨ ਨੇ ਤੇ ਬਕਾਇਦਾ ਸਿੱਖ ਨੇ। ਬਾਕੀ ਕੁੱਲ ਹਿੰਦੂ ਹਿੰਦੁਸਤਾਨ ਦਾ ਉਹ ਮੋਦੀ ਦੀ ਪਿੱਠ ਪਿੱਛੇ ਖੜਾ ਹੈ। ਇਹ ਭੁਲੇਖਾ ਜਦੋਂ ਸਾਡੇ ਮਨ ਚ ਪਾ ਲਈ ਨੇ ਨਾ ਅਸੀਂ ਵੀ ਉੱਥੇ ਹਿੰਦੂ ਵੀ ਬੈਠਾ, ਉੱਥੇ ਸਿੱਖ ਵੀ ਬੈਠਾ, ਉੱਥੇ ਮੁਸਲਮਾਨ ਵੀ ਬੈਠਾ ਤੇ ਭਾਈਚਾਰਕ ਸਾਂਝ ਚ ਬੈਠਾ। ਠੀਕ ਹੈ, ਮੈਂ ਕਹਿੰਦਾ ਵੀ ਉੱਥੇ ਬੈਠਾ ਵਾ। ਇਹ ਗੱਲਾਂ ਤੁਸੀਂ ਕਾਗਜ਼ੀ ਪੱਤਰੀ ਠੀਕ ਲੱਗਦੀਆਂ, ਸਾਨੂੰ ਵੇਖ ਕੇ ਵੀ ਪਤਾ ਨਹੀਂ ਲੱਗਦੀਆਂ, ਪਰ ਜੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਸਮਝੋ ਵੀ ਜਿਹੜਾ ਹਿੰਦੂ, ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਹਿੰਦੂ ਨੈਰੇਟਿਵ ਨੂੰ ਡਰਾਈਵ ਕਰਦਾ, ਜਿਹਦਾ ਉੱਤੇ ਡੋਮੀਨੈਂਟ ਹੈ, ਜਿੱਤੇ ਹਿੰਦੂ ਨੈਰੇਟਿਵ, ਉਹ ਬੰਦਾ ਤੇ ਡੀਮੋਨੇਟਾਈਜੇਸ਼ਨ ਤੋਂ ਬਾਅਦ ਚ ਉਹ ਬੰਦਾ ਜਿੱਥੋਂ ਲੱਗਦਾ ਹੈ ਨਾ ਨੋਟਬੰਦੀ ਤੋਂ ਬਾਅਦ ਵੀ ਮੋਦੀ ਦੀ ਜ਼ਮਾਨਤ ਜ਼ਬਤ ਹੋ ਜਾਣੀ ਹੈ, ਮੋਦੀ ਨੂੰ ਐ ਹੋ ਜਾਣਾ ਹੈ, ਉਹਨਾਂ ਨੇ ਤਾਂ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਵਾਸਤੇ ਆਰਥਿਕਤਾ ਵੀ ਸਕੈਂਡਰੀ ਹੋ ਗਈ ਹੈ, ਉਹਨਾਂ ਵਾਸਤੇ ਸਾਰਾ ਕੁਝ ਸਕੈਂਡਰੀ ਹੋ ਗਿਆ ਹੈ, ਕਿਉਂਕਿ ਮੋਦੀ ਨੂੰ ਉਹਨਾਂ ਨੇ ਆਪਣਾ ਪ੍ਰੋਟੈਕਟਰ ਮੰਨ ਲਿਆ ਵੀ ਜਿਹੜਾ ਮੋਦੀ ਸਾਡਾ ਰਾਖਾ ਹੈ। ਜਦੋਂ ਉਹ ਕੌਮ ਨੂੰ ਇੱਕ ਖਾਸ ਕਰ ਹਿੰਦੂ ਕੌਮ ਇਹਨਾਂ ਨੂੰ ਇੱਕ ਪ੍ਰੋਟੈਕਟਰ ਦੀ ਸਦੀਵੀ ਲੋੜ ਹੈ। ਜਿਹੜਾ ਬੰਦਾ ਇਹਨਾਂ ਦੇ ਸਾਹਮਣੇ ਨਸ਼ਲਕੁਸ਼ੀਆਂ ਕਰੇ ਘੱਟ ਗਿਣਤੀਆਂ ਦੀਆਂ, ਇਹ ਉਸ ਬੰਦੇ ਨੂੰ ਆਪਣਾ ਆਈਡਲ ਬਣਾ ਲੈਂਦੇ ਨੇ। ਇਹੋ ਹੀ ਕੰਮ ਹੋ ਰਿਹਾ ਹੁਣ। ਮੋਦੀ ਚਾਹੇ ਉਹਨਾਂ ਦੀ ਚੁੱਲ੍ਹਿਆਂ 'ਚ ਰੋਟੀ ਸਾਰੀ ਖੋਹ ਲਵੇ, ਸਾਡੇ ਲੋਕਾਂ ਨੂੰ ਲੱਗਦਾ ਨਾ ਵੀ ਮੋਦੀ ਨੇ ਆਰਥਿਕਤਾ ਨਹੀਂ ਖਰਾਬ ਕਰ ਦਿੱਤੀ ਹੈ ਕਰੋਨਾ ਦੇ ਵਿੱਚ, ਤੇ ਇਹ ਵੋ, ਤੇ ਲੋਕਾਂ ਨੇ ਉਹਦੇ ਖਿਲਾਫ ਹੋ ਜਾਣਾ। ਨਹੀਂ, ਲੋਕਾਂ ਉਹਦੀ ਪਪੂਲੈਰਿਟੀ, ਇੱਕ ਇੰਟਰਨੈਸ਼ਨਲ ਅਖਬਾਰ ਨੇ ਸਰਵੇ ਕੀਤਾ ਸੀ, ਤੇ ਉਹਦੀ ਪਪੂਲੈਰਿਟੀ ਵੱਧ ਰਹੀ ਹੈ। ਤੇ ਕਈ ਵਾਰ ਆਪਾਂ ਪਤਾ ਕੀ ਗਲਤ ਨੈਰੇਟਿਵ ਪਾਲ ਕੇ ਬਹਿ ਜਾਂਦੇ ਆ ਵੀ ਉਹ ਲੋਕ ਅੰਧ ਭਗਤ ਨੇ, ਉਹ ਮੂਰਖ ਨੇ ਲੋਕ। ਹਾਈ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ, IAS ਅਫਸਰ, ਇਹ ਬੰਦੇ ਮੂਰਖ ਥੋੜੀ ਹੁੰਦੇ ਨੇ। ਇਹ ਉਸੇ ਕੋਰਸ ਚੋਂ ਲੰਘ ਆਏ ਨੇ ਜਿਹਦੇ ਚ ਤੁਹਾਨੂੰ ਲੰਘ ਕੇ ਜਾਣਾ ਪੈਂਦਾ ਹੈ ਇਹਨਾਂ ਪੋਜੀਸ਼ਨਾਂ ਤੇ ਜਾਣ ਵਾਸਤੇ। ਇਹਨਾਂ ਨੇ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਪਰ ਇਹ ਜਿਹੜੀ ਚੀਜ਼ ਹੈ, ਇਹ ਜਿਹੜਾ ਉਹਦਾ ਮੋਦੀ ਨਾਲ ਐਫੀਲੀਏਸ਼ਨ ਹੈ ਨਾ ਲੋਕਾਂ ਦੀ, ਹਿੰਦੂਆਂ ਦੀ, ਉਹ ਸੋਰਲੀ ਜਿਹੜੀ ਹੈ ਇਸ ਚੀਜ਼ ਤੇ ਬੇਸਡ ਹੈ ਵੀ ਮੋਦੀ ਅਨਡਿਫੀਟਡ ਹੈ, ਮੋਦੀ ਨੂੰ ਹਰਾ ਕੋਈ ਨਹੀਂ ਸਕਦਾ। ਅਮਰਤਪਾਲ ਵੀਰ, ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਆਧਾਰ ਪਤਾ ਕੀ ਆ ਵੀ ਜਿਹੜਾ ਅਨਡਿਫੀਟਡ, ਦੇਖੋ ਜੇ ਹੁਣ ਅਸੀਂ ਇਹਨਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਜਾਂਦੇ ਆ ਤੇ ਮੋਦੀ ਮੇਰੇ ਖਿਆਲ 30-35% ਤੋਂ ਜ਼ਿਆਦਾ ਵੋਟਾਂ ਦੇ ਨਾਲ ਨਹੀਂ ਬਣਿਆ। ਇਹਦਾ ਮਤਲਬ ਇਹ ਆ ਵੀ ਜੇ ਉਹ 30-35% ਵੋਟਾਂ ਦੇ ਨਾਲ ਬਣਿਆ ਜਾਂ ਬਣਾਇਆ ਗਿਆ ਕਿਸੇ ਵੀ ਤਰੀਕੇ ਦੇ ਨਾਲ, ਜੇ ਅੱਜ ਵੀ ਤੁਸੀਂ ਉਹ ਦੇਖਦੇ ਹੋ, ਤੇ ਉਹ ਜੇ ਬੀਜੇਪੀ ਐਜ਼ ਅ ਗਰੁੱਪ ਉਹ 30-35% ਵੋਟਾਂ ਦੇ ਨਾਲ ਹੀ ਬਣੀਆਂ। ਇਹ ਤੋਂ ਜ਼ਿਆਦਾ ਵੋਟਾਂ ਤਾਂ ਰਾਜੀਵ ਗਾਂਧੀ ਲੈ ਗਿਆ ਸੀਗਾ। ਪੋਪੂਲਰ ਵੋਟ ਦੀ ਮੈਂ ਇਹ ਗੱਲ ਕਰ ਰਿਹਾ। ਰਾਜੀਵ ਗਾਂਧੀ ਨੂੰ 49.6% ਵੋਟਾਂ ਪਈਆਂ ਸੀਗਾ 1984 ਦੇ ਵਿੱਚ। ਸੋ ਪਰ ਉਹਨਾਂ ਨੇ ਇੱਕ ਨੈਰੇਟਿਵ ਇਹੋ ਜਿਹਾ, ਇੱਕ ਬਿਰਤਾਂਤ ਇਹੋ ਜਿਹਾ ਸਿਰਜਿਆ ਪਿਆ ਕਿ ਉਹਨਾਂ ਨੇ 35%, ਉਹਨਾਂ ਨੇ ਉਹ ਆਵਾਜ਼ ਇੰਨੀ ਕੁ ਉੱਚੀ ਕਰ ਦਿੱਤੀ ਵੀ 65% ਵਾਲਿਆਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਵੀ ਉਹ ਖਰੇ 35% ਨੇ, ਤੇ 35% ਵਾਲਿਆਂ ਨੂੰ ਐ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਵੀ ਜਿਹੜਾ ਮੋਦੀ ਆ ਉਹ ਜੇਤੂ ਆ, ਉਹ ਇਨਵਿੰਸੀਬਲ ਆ, ਉਹਨੂੰ ਜਿੱਤਿਆ ਨਹੀਂ ਜਾ ਸਕਦਾ। ਉਹਦੇ ਵਿੱਚ ਇਹਦੇ ਚ ਮੈਂ ਤੁਹਾਡੀ ਗੱਲ ਇਸ ਚੀਜ਼ ਤੇ ਕੱਟਣਾ। ਇਹਦੇ ਚ ਬਹੁ ਗਿਣਤੀ ਅੱਜ ਵੀ ਜਿਹੜੀ ਜਾਣੀ ਕਿ ਬਹੁ ਗਿਣਤੀ ਆ, ਉਹਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਵੀ ਖਰੇ ਅਸੀਂ ਮਾਈਨੋਰਿਟੀ 'ਚ ਆ। 65% ਇਹ ਸੋਚਦਾ ਵੀ ਸ਼ਾਇਦ ਅਸੀਂ 12-13% ਹੀ ਆ, ਪਰ 35% ਇਹ ਸੋਚਦਾ ਪਿਆ ਸ਼ਾਇਦ ਅਸੀਂ 75-80% ਆ। ਨਹੀਂ, ਇਹਦੇ ਚ ਸਾਨੂੰ ਜਿਹੜਾ ਨਾ ਇੱਕ ਥੋੜੀ ਜਿਹੀ ਚੀਜ਼ ਸੋਚਣੀ ਪਊਗੀ। ਇਹਦੇ ਚ ਮੈਨੂੰ ਲੱਗਦਾ ਵੀ ਆਪਾਂ ਇਹਨੂੰ ਚੀਜ਼ ਨੂੰ ਗਲਤ ਜੱਜ ਕਰ ਰਹੇ ਹਾਂ। ਇਸ ਸਿਸਟਮ ਨੂੰ ਆਪਾਂ ਵੇਖਦੇ ਹਾਂ ਮੋਦੀ ਨੂੰ 35% ਵੋਟ ਪਈ ਹੈ, ਪਰ ਜੇ ਆਪਾਂ ਵੇਖੀਏ ਵੀ ਮੋਦੀ ਦੇ ਵਿਰੋਧ ਚ ਕੌਣ ਖੜਾ ਸੀ,
ਮੋਦੀ ਦੇ ਵਿਰੋਧ 'ਚ ਜੇ ਕੇਜਰੀਵਾਲ ਜਾਂ ਦੂਜੇ ਲੋਕ ਖੜੇ ਸੀ ਤੇ ਉਹ ਵੀ ਇੱਕ, ਦੇਖੋ ਮੈਂ ਇਹ ਗੱਲ ਸਮਝਦਾ ਵੀ ਇੱਥੇ ਹਿੰਦੂ ਚਾਹੇ ਇੱਧਰ ਛੱਡ ਕੇ ਉੱਧਰ ਲੱਗ ਜਾਵੇ, ਉਹ ਕੋਈ ਵੀ ਹਕੂਮਤ ਜਿਹੜੀ ਹੈ ਨਾ ਉਹ ਸਿੱਖਾਂ ਦੇ ਖਿਲਾਫ ਹੀ ਹੈ, ਸਿੱਖਾਂ ਦੇ ਖਿਲਾਫ ਹੀ ਹੈ। ਸੋ ਇਸ ਕਰਕੇ ਇਹ ਸੋਚ ਲੈਣਾ ਵੀ ਮੋਦੀ ਨੂੰ ਸਿਰਫ 35% ਵੋਟਾਂ ਪੜੀਆਂ, ਜਿਹੜੇ ਮੋਦੀ ਦੇ ਵਿਰੋਧੀ ਆ ਸਿੱਖਾਂ ਦੇ ਮਸਲੇ ਤੇ ਉਹ ਵੀ ਮੋਦੀ ਦੇ ਨਾਲ ਹੈ, ਜਾਂ ਮੋਦੀ ਹੋ ਗਿਆ ਜਾਂ ਕੋਈ ਹੋ ਗਿਆ। ਹੁਣ ਇਹੋ ਲੋਕ ਜਿਹੜੇ ਇੰਦਰਾ ਨੂੰ ਦੁਰਗਾ ਕਹਿੰਦੇ ਸਨ, ਇੰਦਰਾ ਗਾਂਧੀ ਨੂੰ, ਉਹਨਾਂ ਲੋਕਾਂ ਨੇ ਮੋਦੀ ਨੂੰ ਭਗਵਾਨ ਰਾਮ ਬਣਾ ਦਿੱਤਾ। ਇਹ ਲੋਕ ਜਿਹੜੇ ਨੇ, ਇਹ ਲੋਕ ਕਿਸੇ ਬੱਝੀ ਪਾਰਟੀ ਨਾਲ ਨਹੀਂ, ਇਹ ਲੋਕ ਸਿਰਫ ਹਿੰਦੂ ਨੈਰੇਟਿਵ ਨਾਲ ਜੁੜੇ ਨੇ। ਹਾਂ, ਇਹਨਾਂ ਲੋਕਾਂ ਵਾਸਤੇ ਇਹੀ ਗੱਲ ਮੈਂ ਅੱਗੇ ਇਹ ਕਰਨੀ ਚਾਹੁੰਦਾ ਸੀਗਾ ਅਮਰਤਪਾਲ ਸਿੰਘ, ਵੀ ਚਾਹੇ ਅਸੀਂ ਜੇ ਇਸ ਸਾਰੇ ਸੀਨ ਦੇ ਵਿੱਚੋਂ ਸਿੱਖਾਂ ਨੂੰ ਮਨਫੀ ਵੀ ਕਰ ਲਈਏ, ਅਸਲ 'ਚ ਸਕੇ ਉਹ ਹਿੰਦੂਆਂ ਦੇ ਵੀ ਨਹੀਂ ਹੈਗੇ। ਜੇ ਤੁਸੀਂ ਇਹ ਕਹੋ ਨਾਬ ਦਾ ਸਾਡੇ ਸਾਹਮਣੇ ਹੈਗਾ, ਚਲੋ ਐ ਨਹੀਂ ਹੋ, ਉਹ ਸਾਡਾ ਇਸ਼ੂ ਨਹੀਂ ਹੈਗਾ। ਮੈਂ ਕੁਛ ਇੱਕ ਗੱਲਾਂ ਜਿਹੜੀਆਂ ਹੈਗੀਆਂ ਹੁਣ ਜਿਹੜਾ ਇਸ ਸਾਰੇ ਇਵੈਂਟ ਦੇ ਵਿੱਚੋਂ ਦੂਸਰਾ ਇੱਕ ਪੱਖ ਜਿਹੜਾ ਹੈਗਾ ਸਾਹਮਣੇ ਆਉਂਦਾ, ਉਹ ਜੇ ਨਾਮ ਲਵਾਂਗੇ ਤਾਂ ਉਹ ਲੱਖਾ ਸਿਧਾਣਾ ਤੇ ਦੀਪ ਸਿੱਧੂ ਦਾ ਆਉਂਦਾ, ਕਿ ਕਿਸ ਤਰੀਕੇ ਦੇ ਨਾਲ ਜਿਨ੍ਹਾਂ ਲੋਕਾਂ ਨੇ ਜਾਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ, ਅਸੀਂ ਉਹਨਾਂ ਨੂੰ ਨਕਾਰ ਤਾਂ ਨਹੀਂ ਸਕਦੇ ਕਿ ਅਸੀਂ ਇਹ ਕਹੀਏ ਵੀ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦੀਆਂ ਕੋਸ਼ਿਸ਼ਾਂ ਦਾ ਕੋਈ ਅਸਰ ਇਸ ਪੂਰੇ ਦੇ ਪੂਰੇ ਅੰਦੋਲਨ ਦੇ ਵਿੱਚ ਨਹੀਂ। ਜੇ ਅਸੀਂ ਇਹ ਮੈਨੂੰ ਲੱਗਦਾ ਕਿ ਜੇ ਅਸੀਂ ਇਹ ਕਹੀਏ ਕਿ ਇਹ ਦੋ ਖਾਸ ਕਰਕੇ ਜਿਹੜੇ ਚਾਹੇ ਸਾਡੇ ਕਲਾਕਾਰ ਆਪਣੇ ਹੈਗੇ ਨੇ, ਚਾਹੇ ਲੱਖੇ ਹੁਣੀ ਨੇ, ਔਰ ਬੜੀ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਸੀਨ ਤੋਂ ਪਾਸੇ ਜਿਹੜਾ ਕੀਤਾ ਗਿਆ। ਮੈਨੂੰ ਲੱਗਦਾ ਕਿ ਸਾਡੇ ਕੋਲ ਸਾਨੂੰ ਉਹਨਾਂ ਦੇ ਬਾਰੇ ਵੀ ਗੱਲ ਜਿਹੜੀ ਹੈਗੀ ਆ ਥੋੜੀ ਦੇਰ ਕਰਨੀ ਚਾਹੀਦੀ ਆ, ਵੀ ਉਹਨਾਂ ਦਾ ਕੀ ਇਸ ਪੂਰੇ ਦੇ ਪੂਰੇ ਜੋ ਸੀਨ ਸਾਹਮਣੇ ਆਉਂਦਾ, ਉਹਨਾਂ ਦੀ ਪ੍ਰਾਪਤੀ ਜਾਂ ਉਹਨਾਂ ਦੀਆਂ ਜਿਹੜੀਆਂ ਅਸਫਲਤਾਵਾਂ ਨੇ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਜਿਹੜਾ ਇਹ ਮਸਲਾ ਹੈ ਨਾ ਲੱਖੇ ਸਿਧਾਣੇ ਦਾ ਤੇ ਦੀਪ ਸਿੱਧੂ ਦਾ, ਦੇਖੋ ਜਦੋਂ ਦਾ ਮੋਰਚਾ ਸ਼ੁਰੂ ਹੋਇਆ, ਪਹਿਲੀ ਗੱਲ ਤੇ ਇਹ ਸਮਝਣੀ ਪੈਣੀ ਵੀ ਇਹ ਇਕੱਲੇ ਇਸ ਤੋਂ ਪਹਿਲਾਂ ਵੀ ਐਕਟਿਵ ਸਨ ਤੇ ਸਿਰਫ ਕਿਸਾਨੀ ਮੁੱਦੇ ਨਾਲ ਨਹੀਂ ਜੁੜੇ। ਲੱਖੇ ਸਿਧਾਣੇ ਨੇ ਪੰਜਾਬੀ ਬੋਲੀ ਵਾਸਤੇ ਕਾਫੀ ਸੰਘਰਸ਼ ਪਿਛਲੇ ਲੰਮੇ ਸਮੇਂ ਤੋਂ ਕੀਤਾ। ਪੰਜਾਬੀ ਬੋਲੀ ਵਾਸਤੇ, ਪੰਜਾਬ ਦੇ ਪਾਣੀਆਂ ਵਾਸਤੇ ਉਹਨੇ ਮਤਲਬ ਲੋਕਾਂ ਨੂੰ ਜਾਗਰਤ ਕੀਤਾ। ਜਿੱਥੇ ਲੋੜ ਪਈ ਹੈ ਜ਼ਮੀਨੀ ਤੌਰ ਤੇ ਐਕਟਿਵ ਹੋ ਕੇ ਬੋਰਡ ਕਾਲੇ ਕਰਨ ਦਾ ਮਸਲਾ ਸੀ, ਜਾਂ ਸਰਕਾਰਾਂ ਨੂੰ ਕਿਸੇ ਵੀ ਤਰੀਕੇ ਨਾਲ ਇਸ ਚੀਜ਼ ਤੋਂ ਵਾਰਨ ਕਰਨ ਦਾ ਮਸਲਾ ਸੀ ਵੀ ਅਸੀਂ ਪੰਜਾਬੀ ਬੋਲੀ ਵਾਸਤੇ ਅਸੀਂ ਜਿਹੜੇ ਚਿੰਤਤ ਹਾਂ ਤੇ ਅਸੀਂ ਇਹ ਜਿਹੜਾ ਤੁਹਾਡਾ ਹਮਲਾ ਨਹੀਂ ਸਮਾਂਗੇ। ਲੱਖੇ ਸਿਧਾਣੇ ਦੀ ਜ਼ਮੀਨੀ ਤੌਰ ਤੇ ਬੜੀ ਮਿਹਨਤ ਹੈ। ਜਦੋਂ ਉਹਦੇ ਪਿਛੋਕੜ ਦੀ ਗੱਲ ਕੀਤੀ ਜਾਂਦੀ ਹੈ ਤੇ ਪਿਛੋਕੜ ਦੇ ਵਿੱਚ ਲੱਖਾ ਸਿਧਾਣਾ ਕੋਈ ਇੱਕ ਗੈਂਗਸਟਰ ਹੈ, ਤੇ ਪਰ ਜੇ ਤੇ ਲੱਖਾ ਸਿਧਾਣਾ ਝੂਠ ਬੋਲ ਕੇ ਤੇ ਸਾਹਮਣੇ ਆਇਆ ਹੋਵੇ ਤੇ ਉਹਨੇ ਕਿਹਾ ਹੋਵੇ ਵੀ ਮੈਂ ਪਹਿਲਾਂ ਬੜਾ ਸਿਆਣਾ ਬੰਦਾ ਸੀ ਤੇ ਹੁਣ ਮੈਂ ਜਿਹੜਾ ਵਾ ਵੀ ਤਾਂ ਮੈਨੂੰ ਤੁਸੀਂ ਤਾਂ ਪਸੰਦ ਕਰੋ, ਇਹ ਦੁਨੀਆ ਦੇ ਕਿਸੇ ਬੱਚੇ ਨੂੰ ਵੀ ਪਤਾ ਵੀ ਲੱਖਾ ਕੌਣ ਸੀ ਤੇ ਹੁਣ ਕੀ ਕਰ ਰਿਹਾ ਪੰਜਾਬ ਦੇ ਵਿੱਚ, ਸਾਰੀ ਦੁਨੀਆ ਨੂੰ ਇਹ ਪਤਾ ਹੈ। ਇਹ ਚੀਜ਼ ਜਿਹੜੀ ਕਾਮਰੇਡਾਂ ਨੇ ਨੈਰੇਟਿਵ ਚਲਾਤਾ ਵੀ ਲੱਖਾ ਫਰੌਤੀਆਂ ਲੈਂਦਾ ਸੀ, ਸਾਰਾ ਕੁਝ ਕਰਦਾ ਸੀ, ਠੀਕ ਹੈ ਵੀ ਉਹ ਲੈਂਦਾ ਸੀ, ਜੋ ਵੀ ਕੁਝ ਕਰਦਾ ਸੀ ਉਹਦਾ ਪਾਸਟ ਹੈ। ਜੇ ਕਰੰਟਲੀ ਉਹ ਕਰਦਾ ਹੈ ਕੰਮ ਤੇ ਉਹਨੂੰ ਕ੍ਰਿਟਿਸਾਈਜ਼ ਕੀਤਾ ਜਾ ਸਕਦਾ ਹੈ। ਪਾਸ ਜੋ ਕੁਛ ਕਰਦਾ ਸੀ, ਉਹ ਅਦਾਲਤਾਂ 'ਚ ਕੇਸ ਚੱਲ ਰਹੇ ਆ, ਅਦਾਲਤਾਂ ਨੇ ਉਹਨੂੰ ਸਜ਼ਾ ਦੇ ਦੇਣੀ ਹੈ। ਇਸ ਕਰਕੇ ਸਟੇਜਾਂ ਤੋਂ ਦੂਜਾ ਜਿਹੜਾ ਦੀਪ ਸਿੱਧੂ ਦਾ ਮਸਲਾ ਹੈ, ਉਹ ਮਸਲਾ ਇਹ ਸੀ ਵੀ ਜਦੋਂ ਉਹਨੇ ਇਹ ਗੱਲ ਸ਼ੁਰੂ ਕੀਤੀ ਮੋਰਚੇ ਦੇ ਉੱਤੇ, ਸ਼ੰਭੂ ਮੋਰਚੇ ਦੇ ਉੱਤੇ, ਉਹ ਥੋੜਾ ਜਿਹਾ ਇਹ ਜਿਹੜੇ ਮਸਲੇ, ਹੁਣ ਦੇਖੋ ਆਪਾਂ ਜੇ ਬਿੱਲਾਂ ਦੀ ਗੱਲ ਕਰੀਏ, ਆਪਾਂ ਨੂੰ ਜੇ ਮੋਦੀ ਤੇ ਭਰੋਸਾ ਨਹੀਂ, ਇਨ ਕੇਸ ਜੇ ਮੋਦੀ ਤੇ ਆਪਾਂ ਕਹਿੰਦੇ ਵੀ ਸਾਨੂੰ ਭਰੋਸਾ ਨਹੀਂ, ਜਥੇਬੰਦੀਆਂ, ਉਹ ਮੋਦੀ ਨੇ ਕਿਹਾ ਸੀ ਨਾ ਵੀ ਮੈਂ ਲਿਖ ਕੇ ਟਵੀਟ ਕਰ ਦਿੰਦਾ ਵੀ MSP ਨਹੀਂ ਜਾਊਗੀ ਕਿਤੇ, ਮੋਦੀ ਕਹਿ ਰਿਹਾ ਸਾਰਾ ਕੁਛ ਇਹ ਚੀਜ਼ਾਂ, ਫਿਰ ਆਪਾਂ ਉੱਤੇ ਭਰੋਸਾ ਕਿਉਂ ਨਹੀਂ ਕਰ ਰਹੇ? ਉਹ ਕਹਿੰਦੇ ਵੀ ਮੋਦੀ ਮੁੱਕਰ ਸਕਦਾ ਇਹਨਾਂ ਚੀਜ਼ਾਂ ਤੋਂ। ਤੇ ਜੇ ਫਰਜ਼ ਕਰੋ ਮੋਦੀ ਕਸ਼ਮੀਰ ਦਾ 370 ਆਰਟੀਕਲ ਰਿਵੋਕ ਕਰ ਸਕਦਾ ਹੈ ਸੰਵਿਧਾਨ ਚੋਂ, ਤੇ ਉਹ ਤੁਹਾਡੇ ਬਿੱਲ ਜੇ ਕੈਂਸਲ ਵੀ ਕਰ ਦੂਗਾ ਤੇ ਫਿਲਹਾਲ, ਤੇ ਫਿਰ 2-4 ਮਹੀਨੇ ਬਾਅਦ ਲਾਗੂ ਕਰ ਦੂਗਾ, ਤੇ ਫਿਰ ਤੁਸੀਂ ਲੋਕ ਇਕੱਠੇ ਕਰਕੇ ਉੱਥੇ ਜਾਓਗੇ। ਭਾਵ ਜਿਹੜੇ ਬੰਦੇ ਤੇ ਸਾਨੂੰ ਭਰੋਸਾ ਨਹੀਂ, ਉਹਦੇ ਕਾਨੂੰਨ ਰੱਦ ਕਰਨ ਤੇ ਸਾਨੂੰ ਕੀ ਭਰੋਸਾ ਹੈ? ਤੇ ਦੀਪ ਸਿੱਧੂ ਦਾ ਇਹ ਸੀ ਵੀ ਅਸੀਂ ਜਿੰਨਾ ਚਿਰ ਕਾਨੂੰਨ ਬਣਾਉਣ ਦੀ ਤਾਕਤ ਆਪਣੇ ਹੱਥ 'ਚ ਨਹੀਂ ਲੈਂਦੇ, ਭਾਵ ਉਹ ਫੈਡਰਲਿਜ਼ਮ ਦਾ ਤਰੀਕਾ ਹੋਵੇ ਜਾਂ ਉਹ ਪੂਰਨ ਆਜ਼ਾਦੀ ਦਾ ਤਰੀਕਾ ਹੋਵੇ, ਜਿੰਨਾ ਚਿਰ ਅਸੀਂ ਕਾਨੂੰਨ ਘੜਨ ਦੀ ਤਾਕਤ ਆਪਣੇ ਹੱਥ 'ਚ ਨਹੀਂ ਲੈਂਦੇ, ਅਸੀਂ ਸਫਰ ਕਰਾਂਗੇ। ਕਿਉਂਕਿ ਉਹ ਤੇ 5 ਮਿੰਟ ਦਾ ਕੰਮ ਹੈ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾ ਦਿਓ, ਕਾਨੂੰਨ ਜਿਹੜਾ ਰੱਦ ਕਰਨਾ ਕਰ ਦਿਓ, ਜਾਂ ਪੰਜਾਬ ਦੀ ਸਟੇਟ ਨੂੰ ਹੀ ਖਤਮ ਕਰ ਦਿਓ। ਇਹ ਸਾਰਾ ਕੁਝ ਹਕੂਮਤ ਦੇ ਹੱਥ 'ਚ ਹੈ। ਤਾਂ ਦੀਪ ਨੇ ਜਿਹੜਾ ਨੈਰੇਟਿਵ ਚਲਾਇਆ ਉੱਥੇ, ਦੀਪ ਨੇ ਜਿਹੜਾ ਉੱਥੇ ਗੱਲ ਕੀਤੀ, ਉਹ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਸੀ। ਉਹਦੇ 'ਚ ਪੰਜਾਬ ਨੂੰ ਵੱਧ ਅਧਿਕਾਰ ਮਿਲਣ, ਜਿੱਥੇ ਵੀ ਪੰਜਾਬ ਦੇ ਲੋਕਾਂ ਨੇ ਪੰਜਾਬ ਵਾਸਤੇ ਕੀ ਕਰਨਾ ਹੈ, ਉਹਦੇ ਪੰਜਾਬ ਦੇ ਲੋਕ ਤੈਅ ਕਰਨ, ਨਾ ਕਿ ਦੁਨੀਆ ਦੇ ਦੂਜੀਆਂ ਸਟੇਟਾਂ ਦੇ ਲੋਕ ਵੀ ਇਹਦੇ 'ਚ ਭਾਗੀਦਾਰ ਬਣਨ ਕਿ ਪੰਜਾਬ ਕੀ ਚਾਹੁੰਦਾ ਜਾਂ ਕੀ ਨਹੀਂ ਚਾਹੁੰਦਾ ਹੈ।
ਉਹ ਚੀਜ਼ ਜਿਹੜੀ ਸੀ, ਕਾਮਰੇਡ ਹਮੇਸ਼ਾ ਇਸ ਗੱਲ ਤੋਂ ਭੱਜਦੇ ਰਹੇ ਆ, ਕਿਉਂਕਿ ਕਾਮਰੇਡਾਂ ਦਾ ਜਿਹੜਾ ਸੈਂਟਰ ਦੇ ਨਾਲ ਰਿਸ਼ਤਾ ਹੈ, ਜਿਹੜੀ ਸੈਂਟਰ ਦੇ ਨਾਲ ਇਹਨਾਂ ਦੀ ਭਾਈਵਾਲੀ ਹੈ, ਪੰਜਾਬ ਦੇ ਵਿੱਚ ਰਹਿੰਦੇ ਆ, ਉਹ ਭਾਈਵਾਲੀ ਇਸ ਕਰਕੇ ਹੈ ਵੀ ਇਹ ਸਿੱਖ ਵਿਰੋਧੀ ਨੇ ਤੇ ਸੈਂਟਰ ਵੀ ਸਿੱਖ ਵਿਰੋਧੀ ਹੈ। ਤੇ ਜੇ ਪੰਜਾਬ ਦੇ ਵਿੱਚ ਕੋਈ ਇੰਡੀਪੈਂਡੈਂਟ ਐਸੀ ਜਿਹੜੀ ਗਵਰਨੈਂਸ ਆ ਜਾਂਦੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੰਮ ਕਰਦੀ ਹੈ, ਤੇ ਕਾਮਰੇਡਾਂ ਦਾ ਵਜੂਦ ਨਹੀਂ ਬਚ ਸਕਦਾ, ਕਿਉਂਕਿ ਫਿਰ ਉਹ ਜਿਹੜੀ ਗਵਰਨੈਂਸ ਆ ਉਹ ਕਮ ਸੇ ਕਮ ਜਿਹੜੇ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਹੋ ਰਿਹਾ ਸਿੱਖੀ ਦੇ ਖਿਲਾਫ, ਉਹਨੂੰ ਨੱਥ ਪਾਊਗੀ। ਤੇ ਪਹਿਲਾ ਜਿਹੜਾ ਨਿਸ਼ਾਨਾ ਕਾਮਰੇਡ ਹੀ ਹੋਣਗੇ ਉਹਦਾ। ਹੁਣ ਮਸਲਾ ਕੀ ਸੀ ਵੀ ਜਦੋਂ ਦੀਪ ਸਿੱਧੂ ਨੇ ਉਹ ਗੱਲ ਜਿਹੜੀ ਹੈ ਉਹ ਸ਼ੁਰੂ ਕੀਤੀ ਸ਼ੰਭੂ ਦੇ ਮੋਰਚੇ ਤੋਂ, ਤੇ ਇਹ ਪਹਿਲਾਂ ਤੇ ਇਕੱਠੇ ਹੋ ਗਏ ਆਪਸ 'ਚ, ਬਾਅਦ 'ਚ ਇਹ ਫਿਰ ਉੱਥੋਂ ਡਿਪਾਰਚਰ ਕਰ ਗਏ, ਕਿਉਂਕਿ ਇਹਨਾਂ ਨੂੰ ਐਂ ਲੱਗਦਾ ਸੀ ਵੀ ਇਹ ਸਾਡਾ ਮਸਲਾ ਨਹੀਂ, ਕਿਉਂਕਿ ਇਹ ਉਹ ਮਸਲਾ ਬਹੁਤ ਲੰਮਾ ਸੰਘਰਸ਼ ਮੰਗਦਾ ਹੈ, ਉਹ ਸੱਚਾਈ ਹੈ। ਫੈਡਰਲਿਜ਼ਮ ਹੋ ਗਿਆ ਜਾਂ ਆਜ਼ਾਦੀ ਹੋ ਗਈ, ਉਹ ਕੋਈ ਇਦਾਂ ਦੀ ਹੈਗੀ ਨਹੀਂ ਵੀ ਤੁਸੀਂ 4 ਬੰਦੇ ਇਕੱਠੇ ਕਰੋ ਤੇ ਉਹ ਅੰਦੋਲਨ ਕਰਨ ਲੱਗ ਪਓ, ਇਦਾਂ ਦੀ ਗੱਲ ਬਣਦਾ। ਉਹਦੇ 'ਚ ਬੜੇ ਤਰੀਕਿਆਂ ਦਾ ਸੰਘਰਸ਼ ਤੁਹਾਨੂੰ ਕਰਨਾ ਪੈਂਦਾ। ਜਦੋਂ ਪ੍ਰਦੀਪ ਸਿੱਧੂ ਨੇ ਕਿਤੇ ਵੀ ਅੱਜ ਤੱਕ ਇਹ ਗੱਲ ਨਹੀਂ, ਕਿਸਾਨੀ ਅੰਦੋਲਨ ਪ੍ਰਤੀ ਕੋਈ ਮਾੜੀ ਗੱਲ ਨਹੀਂ ਕਹੀ, ਨਾ ਉਹਨੇ ਇਹ ਗੱਲ ਕਹੀ ਹੈ ਵੀ ਇਹਦਾ ਸਾਨੂੰ ਫਾਇਦਾ ਨਹੀਂਗਾ, ਠੀਕ ਹੈ, ਨਾ ਉਹਨੇ ਇਹ ਗੱਲ ਕਹੀ ਹੈ ਵੀ ਸਾਨੂੰ ਉੱਥੇ ਜਾਣਾ ਨਹੀਂ ਚਾਹੀਦਾ। ਵੱਧ ਚੜ ਕੇ ਉਹ ਜੇ ਦਿੱਲੀ ਜਾਣ ਦੀ ਗੱਲ ਸੀ ਤੇ ਪਹਿਲੇ ਬੈਰੀਅਰ ਤੋੜਨ ਦੇ ਵਿੱਚ ਉਹਦਾ ਹੱਥ ਸੀ, ਜਦੋਂ ਜਥੇਬੰਦੀਆਂ ਇੱਕ ਸਾਈਡ ਤੇ ਇਹ ਬਿਆਨ ਦੇ ਰਹੀਆਂ ਸਨ ਵੀ ਇਹ ਜਿਹੜੇ ਬੈਰੀਅਰ ਤੋੜਨ ਵਾਲੇ ਜਿਹੜੇ ਨੌਜਵਾਨ ਆ ਇਹ ਆਰਐਸਐਸ ਦੇ ਬੰਦੇ ਆ, ਗਰਾਹਾਂ ਦਾ ਇਹ ਬਿਆਨ ਰਿਕਾਰਡਡ ਪਿਆ ਹੈ। ਦੂਜੀ ਜਥੇਬੰਦੀਆਂ ਨੇ, ਕਿਉਂਕਿ ਜਥੇਬੰਦੀਆਂ ਦੀ ਕਾਲ ਇਹ ਸੀ ਵੀ ਸਾਨੂੰ ਜਿੱਥੇ ਰੋਕਣਗੇ ਅਸੀਂ ਰੁਕ ਜਾਣਾ। ਇਹਦਾ ਭਾਵ ਇਹ ਸੰਘਰਸ਼ ਪੰਜਾਬ ਚੋਂ ਬਾਹਰ ਕਦੀ ਨਾ ਜਾਂਦਾ ਜੇ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਗਾੜੀ ਬੈਰੀਅਰ ਨਾ ਤੋੜਦੇ ਤੇ ਜਾਂ ਉਹ ਦਿੱਲੀ ਨਾ ਪਹੁੰਚਦੇ। ਫਿਰ ਦੂਜੀ ਗਲਤੀ ਜਥੇਬੰਦੀਆਂ ਦੀ ਇਹ ਸੀ, ਜਦੋਂ ਇਹ ਦਿੱਲੀ ਪਹੁੰਚ ਗਏ, ਇਹ ਜਾਣਾ ਚਾਹੁੰਦੇ ਸੀ ਉੱਥੇ ਰਾਮਲੀਲਾ ਤੇ ਬਰਾੜੀ ਮੈਦਾਨ 'ਚ ਵੜ ਜਾਣਾ ਚਾਹੁੰਦੇ ਸੀ। ਉਹਨਾਂ ਨੌਜਵਾਨਾਂ ਨੇ ਗਾੜੀ ਖਲੋ ਕੇ ਇਹ ਗੱਲ ਕਹੀ ਵੀ ਏਦਾਂ ਸਾਨੂੰ ਘੇਰਾ ਪੈ ਜਾਊਗਾ, ਸਾਨੂੰ ਓਪਨ ਜੇਲ੍ਹ ਦੇ ਵਿੱਚ ਇਹ ਕਨਵਰਟ ਕਰ ਦੇਣਗੇ, ਇਹਦਾ ਚੰਗਾ ਸਾਨੂੰ ਦਿੱਲੀ ਨੂੰ ਘੇਰਾ ਪਾਉਣਾ ਚਾਹੀਦਾ। ਚਲੋ ਉੱਥੇ ਇਹਨਾਂ ਨੇ ਫਿਰ ਜਦੋਂ ਦੇਖੋ ਜਿਹੜੇ ਨੌਜਵਾਨ ਜਥੇਬੰਦੀਆਂ ਤੋਂ ਸੂਝਵਾਨ ਨੇ, ਤੁਸੀਂ ਉਹਨਾਂ ਦੀ ਮੰਨਣੀ ਪੈ ਰਹੀ ਹੈ ਤੁਹਾਨੂੰ, ਤੇ ਘੱਟੋ ਘੱਟ ਤੁਸੀਂ ਇੰਨੀ ਤੇ ਖੁੱਲ੍ਹਦਲੀ ਵਿਖਾਉਂਦੇ ਵੀ ਪੰਜਾਬ ਦਾ ਮਸਲਾ ਹੀ, ਤੁਹਾਡੀਆਂ ਨਿੱਜੀ ਕਿਹੜਾਂ ਜੋ ਮਰਜ਼ੀ ਹੋਣ, ਉਹਨਾਂ ਦੋਵਾਂ ਨੌਜਵਾਨਾਂ ਨੂੰ ਤੁਸੀਂ ਜਥੇਬੰਦੀਆਂ 'ਚ ਸ਼ਾਮਲ ਕਰਦੇ, ਉਹਨਾਂ ਨੌਜਵਾਨਾਂ ਦੀ ਤੁਸੀਂ ਮਦਦ ਲੈਂਦੇ, ਕਿਉਂਕਿ ਉਹ ਸਮਝਦੇ ਨੇ ਜ਼ਮੀਨ ਦੇ ਹਾਲਾਤਾਂ ਨੂੰ। ਲੱਖੇ ਦੀ ਨੌਜਵਾਨਾਂ ਦੇ ਉੱਤੇ ਬੜੀ ਪਕੜ ਹੈ, ਲੱਖੇ ਦੀ ਗੱਲ ਉਹ ਸੁਣਦੇ ਨੇ। ਦੀਪ ਸਿੱਧੂ ਟੈਕਨੀਕਲੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦਾ, ਉਹ ਸਮਝਦਾ ਵੀ ਕਾਨੂੰਨ ਕਿੱਦਾਂ ਕੰਮ ਕਰਦੇ ਨੇ, ਖੁਦ ਉਹ ਵਕੀਲ ਹੈ ਇੱਕ। ਉੱਥੇ ਜਦੋਂ ਦਿੱਲੀ ਵਿੱਚ ਇਹ ਜਦੋਂ ਤੁਸੀਂ ਆਮ ਵੇਖਿਆ ਨਾ, ਜਦੋਂ ਭੋਜਨ ਕਰਨ ਜਾਂਦੇ ਸੀ ਪਹਿਲਾਂ ਸਰਕਾਰਾਂ ਨਾਲ ਬਹਿ ਕੇ ਕਰਦੇ ਸੀ ਲੀਡਰਾਂ ਦੇ ਨਾਲ, ਦੀਪ ਸਿੱਧੂ ਨੇ ਇੱਕ ਲਾਈਵ ਹੋ ਕੇ ਕਿਹਾ ਸੀ ਵੀ ਪ੍ਰੀਤੀ ਭੋਜ ਇੱਕ ਬੰਦ ਕਰੋ ਤੁਸੀਂ, ਵੀ ਜੇ ਅਸੀਂ ਸਰਕਾਰ ਦੇ ਖਿਲਾਫ ਇਹਨੇ ਰੋਸ ਹਰ ਤਰੀਕੇ ਨਾਲ ਜਿਤਾਉਣਾ ਪੈਣਾ। ਤੇ ਇਹਨਾਂ ਨੇ ਫਿਰ ਬੰਦ ਤੇ ਕਰਤਾ, ਪਰ ਦੀਪ ਸਿੱਧੂ ਨੂੰ ਉਹਦਾ ਕ੍ਰੈਡਿਟ ਦੇਣ ਦੀ ਬਜਾਏ, ਆਪਣੇ ਆਪ 'ਚ ਸ਼ਰਮ ਕਰਨ ਦੀ ਬਜਾਏ, ਉਹਨੂੰ ਹੋਰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰਤਾ। ਸਟੇਜਾਂ ਤੋਂ ਇਹ ਨੈਰੇਟਿਵ ਚਲਾਇਆ ਵੀ ਦੀਪ ਸਿੱਧੂ ਜਿਹੜਾ ਵਾ ਇਹ ਖਾਲਿਸਤਾਨੀ ਆ, ਇਹ ਫਲਾਣਾ ਵਾ, ਇਹ ਢੀਂਗੜਾ ਵਾ। ਹਾਲਾਂਕਿ ਦੀਪ ਸਿੱਧੂ ਨੇ ਸਿਰਫ ਇਹ ਗੱਲ ਕਹੀ ਹੈ ਵੀ ਇਹ ਮੋਰਚੇ ਨੂੰ ਅਕਾਲ ਪੁਰਖ ਦੀ ਰਜਾ 'ਚ ਮੋਰਚਾ ਚੱਲ ਰਿਹਾ, ਸਾਨੂੰ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਆ। ਇਹਨਾਂ ਗੱਲਾਂ ਦੇ ਵਿੱਚ ਕਿਹੜੀ ਕਿਸਾਨੀ ਵਿਰੋਧੀ ਗੱਲ ਸੀ? ਵੀ ਜੇ ਕੋਈ ਕਿਸਾਨ ਵਿਰੋਧੀ ਗੱਲ ਹੁੰਦੀ ਤੇ ਫਿਰ ਦੀਪ ਸਿੱਧੂ ਨੂੰ ਪੁੱਛਿਆ ਜਾ ਸਕਦਾ ਸੀ। ਪਰ ਐਟ ਦਾ ਐਂਡ ਇਹਨਾਂ ਨੂੰ ਜਿਹੜਾ 26 ਤਰੀਕ ਨੂੰ ਮੌਕਾ ਮਿਲਿਆ ਨਾ, 26 ਤਰੀਕ ਨੂੰ ਜਦੋਂ 4 ਵਜੇ ਤੱਕ, ਸ਼ਾਮ ਨੂੰ 4-4:30 ਵਜੇ ਤੱਕ ਜਦੋਂ ਨਿਸ਼ਾਨ ਸਾਹਿਬ ਝੂਲ ਗਿਆ, ਸਾਰੀ ਦੁਨੀਆ ਦੇ ਵਿੱਚ ਇਸ ਚੀਜ਼ ਦਾ ਬੜਾ ਪੋਜ਼ਿਟਿਵ ਮੈਸੇਜ ਗਿਆ ਸੀ। ਸਾਰੀ ਦੁਨੀਆ ਦੇ ਵਿੱਚ, ਖਾਸ ਕਰ ਜਿਹੜੇ ਮੋਰਚੇ 'ਚ ਲੋਕ ਸਨ, ਉਹਨਾਂ ਨੇ ਇਹਨੂੰ ਬੜੀ ਜਿੱਤ ਦੇ ਰੂਪ 'ਚ ਸਮਝਿਆ ਸੀ ਵੀ ਅਸੀਂ ਦੇਖੋ, ਜਦੋਂ ਹੁਣ ਨਿਸ਼ਾਨ ਸਾਹਿਬ ਵੀ ਚਲਾ ਦਿੱਤਾ ਤੇ ਫਿਰ ਹੋਂਦ ਦਰਸਾਉਣ ਹੀ ਗਏ ਸੀ ਨਾ ਦਿੱਲੀ ਦੇ ਵਿੱਚ, ਹੋਂਦ ਖਤਰੇ 'ਚ ਹੀ, ਦਿੱਲੀ ਨੂੰ ਦਿਖਾਉਣ ਗਏ ਸੀ ਵੀ ਸਾਡੀ ਹੋਂਦ, ਅਸੀਂ ਮਰੇ ਨਹੀਂ, ਅਸੀਂ ਜਿਉਂਦੇ ਹਾਂ। ਤੇ ਅਸੀਂ ਆਪਣੀ ਹੋਂਦ ਤਿਰੰਗੇ ਨਾਲ ਦਰਸਾਉਣੀ ਸੀ ਕਿ ਨਿਸ਼ਾਨ ਸਾਹਿਬ ਨਾਲ ਦਰਸਾਉਣੀ ਸੀ? ਨਿਸ਼ਾਨ ਸਾਹਿਬ ਨਾਲ ਹੋਂਦ ਦਰਸਾ ਦਿੱਤੀ। ਮੋਰਚੇ 'ਚ ਬੜਾ ਪੋਜ਼ਿਟਿਵ ਮੈਸੇਜ ਚਲਾ ਗਿਆ। 4 ਵਜੇ ਸ਼ਾਮਾਂ ਨੂੰ ਯੂਨੀਅਨ ਦੇ ਲੀਡਰ ਆਪ ਰਿੰਗ ਰੋਡ ਤੇ ਚਲੇ ਗਏ। ਇਹਨਾਂ ਨੂੰ ਲੱਗਦਾ ਸੀ ਵੀ ਉੱਧਰ ਹੀ ਹੈ ਸਾਰਾ ਕੁਝ, ਅਸੀਂ ਜਿਹੜੀ ਰੈਲੀ ਕਰ ਰਹੇ ਹਾਂ ਇਹਦੇ 'ਚ ਪੱਲੇ ਕੁਝ ਨਹੀਂ ਹੈਗਾ। ਕੁਛ ਲੀਡਰ ਇਹਨਾਂ ਦੇ ਚਲੇ ਗਏ, ਉਦੋਂ ਕੇ ਸਾਹਿਬ ਨੇ ਉਹ ਲਾਈਵ 'ਚ ਦੱਸਿਆ ਕਿਹੜੇ ਕਿਹੜੇ ਬੰਦੇ ਗਏ ਆ। ਉਹ ਤੋਂ ਬਾਅਦ ਜਦੋਂ ਸ਼ਾਮਾਂ ਨੂੰ ਇਹਨਾਂ ਦੀ ਆਪਸੀ, ਕਿਉਂਕਿ ਮੀਡੀਆ ਤੇ ਜਿਹੜਾ ਗੋਦੀ ਮੀਡੀਆ ਹੈ ਉਹ ਤੇ ਪਹਿਲੇ ਦਿਨ ਤੋਂ ਇਹ ਚਲਾ ਰਿਹਾ ਵੀ ਖਾਲਿਸਤਾਨੀ, ਅੱਤਵਾਦੀ, ਦੂਜੇ ਤੀਜੇ ਢੀਂਗੜੇ, ਹਨਾ, ਉਹਨਾਂ ਦੀ ਤੇ ਕੋਈ ਹੈ ਨਹੀਂ ਸਾਨੂੰ ਜਿਹੜੀ ਪਰਵਾਹ ਕਰਨੀ ਚਾਹੀਦੀ। ਪਰ ਜਥੇਬੰਦੀਆਂ ਨੂੰ ਜਦੋਂ ਸਰਕਾਰ ਨੇ ਦਬਾਅ ਪਾਇਆ ਇਸ ਚੀਜ਼ ਦਾ ਵੀ ਉੱਥੇ ਖਾਲਿਸਤਾਨ ਦਾ ਝੰਡਾ ਝੂਲ ਗਿਆ, ਉੱਥੇ ਇਹ ਹੋ ਗਿਆ, ਇਹਨਾਂ ਨੂੰ ਦੋ ਉਹਦੇ ਚੋਂ ਚੀਜ਼ਾਂ ਲੱਭ ਗਈਆਂ। ਇੱਕ ਤੇ ਇਹਦਾ ਇਲਜ਼ਾਮ ਦੀਪ ਸਿੱਧੂ ਤੇ ਲੱਖੇ ਦੇ ਸੁੱਟ ਕੇ ਉਹਨਾਂ ਦੋਵਾਂ ਨੌਜਵਾਨਾਂ ਨੂੰ ਪਾਸੇ ਕੀਤਾ ਜਾ ਸਕਦਾ ਜਿਹੜੇ ਇਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਸੀ, ਜਿਹੜੇ ਇਹਨਾਂ ਦੇ ਜਿਹੜੀਆਂ ਹਰਕਤਾਂ ਕਰਦੇ ਸੀ ਉਹਨਾਂ ਦੇ ਸਵਾਲ ਚੁੱਕਦੇ ਸੀ। ਦੂਜਾ ਇਹ ਹੁੰਦਾ ਵੀ ਉਹਦੇ ਚੋਂ ਸਿੱਖੀ ਸਪਿਰਿਟ ਵੀ ਮਨਫੀ ਕੀਤੀ ਜਾ ਸਕਦੀ ਉਸ ਮੋਰਚੇ ਦੇ ਵਿੱਚੋਂ। ਉਹ ਇਹਨਾਂ ਦੋਵੇਂ ਕੰਮ ਕਰ ਦਿੱਤੇ ਤੇ ਉਹ ਅਲਟੀਮੇਟਲੀ ਹੋਇਆ ਕੀ ਹੈ ਵੀ ਇਹਦੇ 'ਚ ਜਥੇਬੰਦੀਆਂ ਨੇ ਆਪਣੇ ਵੱਲੋਂ ਤੇ ਸਿਆਣਪ ਖੇਡੀ ਹੈ, ਪਰ ਉਲਟੀ ਖੇਡ ਇਹ ਪੈ ਗਈ ਹੈ ਵੀ ਜਿਹੜੀ ਸਿੱਖੀ ਸਪਿਰਿਟ ਜਦੋਂ ਖਤਮ ਹੋਈ ਹੈ ਤੇ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਗਏ ਨੇ। ਹੁਣ ਦੇਖੋ ਜਿਹੜੇ ਲੋਕ ਆਪ ਮਾਰੇ ਆ ਰਹੇ ਸੀ ਉਹਨਾਂ ਨੂੰ ਕਾਲਾਂ ਕਰ ਕਰਕੇ ਸੱਦ ਰਹੇ ਨੇ, ਪਰ ਆਉਣਾ ਕੋਈ ਨਹੀਂ ਚਾਹੁੰਦਾ। ਇਹ ਈਵਨ ਦੋ ਇੱਥੋਂ ਤੱਕ ਵੀ ਟਕੈਤ ਦੇ ਕੋਲ ਸਿੱਖ ਚਲੇ ਗਏ ਨੇ
ਇਧਰੋਂ ਛੱਡ ਕੇ, ਮਤਲਬ ਉਹ ਇੱਥੇ ਨਹੀਂ ਰਹਿਣਾ ਚਾਹੁੰਦੇ, ਉਹ ਕਹਿੰਦੇ ਵੀ ਇਸ ਲੀਡਰਸ਼ਿਪ ਦੇ ਅੰਡਰ ਅਸੀਂ ਨਹੀਂ ਰਹਿਣਾ। ਸੋ ਇਹਨਾਂ ਨੇ ਜਿਹੜੀ ਖੇਡ ਖੇਡੀ ਸੀ, ਉਹ ਗੁਰੂ ਸਾਹਿਬ ਕਹਿੰਦੇ ਨੇ ਕੂੜ ਨਖੱਟੇ ਨਾਨਕਾ ਓੜਕ ਸੱਚ ਰਹੇ, ਉਹ ਹੋਣਾ ਤੇ ਹੈ, ਸੱਚ ਨੇ ਤੇ ਸਾਹਮਣੇ ਆਉਣਾ, ਪਰ ਇਹ ਛੇਤੀ ਆ ਗਿਆ, ਜਿਹੜਾ ਕਾਮਰੇਡਾਂ ਨੇ ਜਿਹੜੀ ਖੇਡ ਖੇਡੀ ਸੀ ਉਹਦਾ ਸੱਚ ਛੇਤੀ ਬਾਹਰ ਆ ਗਿਆ ਲੋਕਾਂ ਦੇ ਵਿੱਚ। ਆਪਣਾ ਜਪ ਸਿੰਘ, ਤੁਸੀਂ ਕੋਈ ਚੀਜ਼ ਹੋਰ ਐਡ ਕਰਨੀ ਚਾਹੁੰਦੇ ਹੋ? ਔਰ ਅੱਜ ਜਿੱਦਾਂ ਤੁਸੀਂ ਅੰਮ੍ਰਿਤਪਾਲ ਸਿੰਘ ਕਿਹਾ ਨਾ ਕਿ ਉਹਨਾਂ ਦੇ ਵੀ ਵਾਕਈ ਉਹਨਾਂ ਦੇ ਵੀ ਬਹੁਤ ਸਾਰੇ ਲੀਡਰ ਸੀਗੇ, ਮੇਰਾ ਖਿਆਲ ਜੇ ਮੈਂ ਗਲਤ ਨਹੀਂ, ਕੋਈ ਫੁੱਲੇਵਾਲ ਲੱਠੇਵਾਲ ਕੇ ਕਿਹੜਾ ਲੀਡਰ ਹੈ ਉਹਨਾਂ ਦਾ? ਨਹੀਂ, ਲੱਖੇਵਾਲ ਨਹੀਂ, ਲੱਖੋਵਾਲ ਨਹੀਂ, ਇੱਕ ਫੂਲਾ, ਇੱਕ ਡੱਲੇਵਾਲ ਮੈਨੂੰ ਲੱਗਦਾ। ਜਪ ਸਿੰਘ, ਤੁਹਾਨੂੰ ਕੋਈ ਉਹਨਾਂ ਦਾ ਨਾਂ ਯਾਦ ਆ? ਪਤਾ ਨਹੀਂ ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਆ। ਇੱਕ ਤਾਂ ਡੱਲੇਵਾਲ ਵਾ, ਇੱਕ ਫੂਲ ਹਨ ਜਿਹਨਾਂ ਦੇ ਪਿੱਛੇ ਫੂਲ। ਉਹ ਬੰਦਾ ਵੀ ਜਿਹੜਾ ਹੈਗਾ ਆ, ਉਹ ਕਿਉਂਕਿ ਉਹ ਇਹਨਾਂ ਦੀਆਂ ਜਥੇਬੰਦੀਆਂ ਦਾ ਹੀ ਹਿੱਸਾ, ਉਹ ਵੀ ਰਿੰਗ ਰੋਡ ਦੇ ਉੱਤੇ ਜਾਂਦਾ। ਔਰ ਹੁਣ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ, ਔਰ ਇੱਕ ਹੋਰ ਵੀਡੀਓ ਜਿਹੜੀ ਹੈਗੀ ਆ ਉਹ ਸਾਹਮਣੇ ਆਈ ਆ, ਜਿਹਦੇ ਵਿੱਚ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਜਿਹੜਾ ਸੰਘਰਸ਼ ਯੈਸ ਔਰ ਨੋ ਦੇ ਉੱਤੇ ਚਲਿਆ ਗਿਆ ਸੀਗਾ, ਔਰ ਜਿਹਦੇ ਕਰਕੇ ਦੀਪ ਸਿੱਧੂ ਨੇ, ਮਤਲਬ ਕਿ ਮੈਂ ਕਹਿੰਦਾ ਬੜਾ ਵੱਡਾ ਉਹਨੇ ਜੇਰਾ ਕੀਤਾ। ਉਹਨੇ ਜਦੋਂ ਇਸ ਸੰਘਰਸ਼ ਨੂੰ ਆਪਣੇ ਸ਼ਬਦੀ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਭਾਈ ਜਿਹੜੇ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਆ ਕਿ ਕਾਨੂੰਨ ਰੱਦੀ ਕਰਵਾਉਣਾ ਚਾਹੁੰਦੇ ਹੋ। ਜੇ ਤੁਹਾਨੂੰ ਯਾਦ ਹੋਵੇ ਤੇ ਬੜੀ ਦੀ ਇਸ ਗੱਲ ਦੀ ਬੜੀ ਵਿਰੋਧਤਾ ਹੋਈ ਸੀ ਵੀ ਨਹੀਂ, ਅਸੀਂ ਰੱਦ ਹੀ ਕਰਾਉਣਾ ਚਾਹੁੰਦੇ ਆ, ਰੱਦੀ ਨਹੀਂ ਅਸੀਂ ਕਰਾਉਣਾ ਚਾਹੁੰਦੇ, ਕਿਉਂਕਿ ਰੱਦੀ ਦੇ ਉੱਤੇ ਫੇਰ ਵੀ ਉਹ ਕਿਤੇ ਨਾ ਕਿਤੇ ਉਹਦੇ ਨਿਸ਼ਾਨ ਜਿਹੜੇ ਉਹ ਰਹਿ ਜਾਂਦੇ ਆ। ਅਸੀਂ ਕਾਨੂੰਨ ਰੱਦ ਹੀ ਕਰਾਉਣੇ ਆ। ਔਰ ਇਹ ਦੀਪ ਸਿੱਧੂ ਦੀ ਬੜੀ, ਮੈਂ ਕਹਿੰਦਾ, ਫਰਾਖ ਦਿਲੀ ਆ ਕਿ ਉਹਨੇ ਆਪਣੀ ਗਲਤੀ ਮੰਨੀ ਆ ਔਰ ਅਗਲੇ ਦਿਨ ਗਲਤੀ ਇਹ ਮੰਨੀ ਆ। ਔਰ ਇਹ ਜਿਹੜੀ ਚੀਜ਼ ਗਲਤੀ ਨਾ ਮੰਨਣ ਦੀ ਜਿਹੜੀ ਆਦਤ ਆ, ਉਹ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੇ ਵਿੱਚ ਬੜੇ ਜਿੱਦਾਂ ਨਹੀਂ ਕਹਿੰਦੇ ਵੀ ਗ੍ਰਾਸ ਰੂਟ ਲੈਵਲ ਤੱਕ ਉਹਨਾਂ ਦੇ ਉਹ ਚੀਜ਼ ਉਹ ਬੀਜ ਹੋਈ ਪਈ ਆ ਵੀ ਉਹ ਕਿਸੇ ਵੀ ਚੀਜ਼ ਨੂੰ ਗਲਤੀ ਨਹੀਂ ਮੰਨਦੇ। ਹੁਣ ਕੀ ਆ, ਜਿਹੜੀ ਵੀਡੀਓ ਨਵੀਂ ਉਹ ਸਾਹਮਣੇ ਆਈ ਆ, ਉਹਦੇ ਵਿੱਚ ਉਹ ਆਪ ਦੱਸ ਰਿਹਾ ਬੰਦਾ ਕਿ ਕੁੱਲ ਟੋਟਲ ਜਿਹੜੇ ਹੈਗੇ ਇਹਨਾਂ ਦੇ 27 ਬੰਦੇ ਜਿਹੜੇ ਸੀਗੇ ਉਹ ਅਲਟੀਮੇਟਲੀ ਰਹਿ ਗਏ, ਕਿਉਂਕਿ ਉਗਰਾਹਾਂ ਹਮੇਸ਼ਾ ਇਹਨਾਂ ਤੋਂ ਬਾਹਰ ਹੀ ਰਹਿੰਦਾ। ਔਰ ਜਿਹੜੀਆਂ ਦੋ ਜਥੇਬੰਦੀਆਂ ਨੇ, ਜਿਹੜੀ ਕਿਸਾਨ ਮਜ਼ਦੂਰ ਏਕਤਾ, ਜਿਹੜੀ ਮਾਝੇ ਵਾਲਿਆਂ ਦੀ ਜਥੇਬੰਦੀ ਆ, ਉਹ ਵੀ ਇਸ ਪੂਰੀਆਂ ਜਥੇਬੰਦੀਆਂ ਉਹਨਾਂ ਤੋਂ ਬਾਹਰ ਨੇ। ਹੁਣ ਉਹਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਗਈ ਆ ਕਿ ਜਿਹੜੀ ਅਮਿਤ ਸ਼ਾਹ ਨੇ ਜਾਂ ਜਿਹੜੀ ਤੋਮਰ ਹੁਣਾਂ ਨੇ ਇਹ ਪ੍ਰਪੋਜ਼ਲ ਦਿੱਤਾ ਸੀ ਵੀ ਭਾਈ ਤੁਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈਗੀ ਆ, ਵੀ ਜਿਹੜਾ ਉਹਨਾਂ ਨੇ ਇੱਕ ਪ੍ਰੋਗਰਾਮ ਜਾਂ ਇੱਕ ਉਹਨਾਂ ਨੇ ਆਫਰ ਕੀਤੀ ਆ ਵੀ 1.5 ਸਾਲ ਅਸੀਂ ਜਿਹੜਾ ਹੈਗਾ ਇਹਨੂੰ ਲਟਕਾ ਕੇ ਰੱਖਦੇ ਆ ਕਾਨੂੰਨ, ਉਹ ਤੋਂ ਬਾਅਦ ਸਾਡੀ ਕਮੇਟੀ ਦੇਖੂਗੀ ਵੀ ਕੀ ਫੈਸਲਾ ਕਰਨਾ ਕੀ ਨਹੀਂ। ਔਰ ਇਹਦੇ 'ਚ ਇਹ ਗੱਲ ਹੋਈ ਆ ਕਿ ਉਹ ਕਮੇਟੀਆਂ ਜਿਹੜੀਆਂ ਇਹ ਕਹਿ ਰਹੀਆਂ ਸੀ ਕਿ ਕਾਨੂੰਨ ਸਿਰਫ ਰੱਦ ਕਰਾਉਣ ਹੀ ਸਾਡਾ ਸੰਘਰਸ਼ ਹੈ, ਰੱਦ ਕਰਾਉਣ ਤੋਂ ਬਗੈਰ ਕਿਸੇ ਵੀ ਘੱਟ ਗੱਲ ਦੇ ਉੱਤੇ ਗੱਲ ਨਹੀਂ ਕੀਤੀ ਜਾਵੇਗੀ। ਹੁਣ ਇਸ ਵੀਡੀਓ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਹੁਣ ਉੱਥੇ ਜਿਹੜੀਆਂ ਵੋਟਾਂ ਸੀਗੀਆਂ ਉਹ ਪਵਾਈਆਂ ਗਈਆਂ, ਔਰ ਉਹਨਾਂ ਵੋਟਾਂ ਦੇ ਵਿੱਚ ਅਗੇਂਸਟ 12 ਸੀ ਤੇ ਪ੍ਰੋ ਦੇ ਵਿੱਚ 15 ਸੀ। ਮਤਲਬ ਕਿ ਜਿਹੜੇ ਉਹ ਲੋਕ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਜਿਹੜਾ 1.5 ਸਾਲ ਵਾਲਾ ਇਹਨਾਂ ਨੇ ਸਾਡੇ ਅੱਗੇ ਆਫਰ ਪਾਈ ਆ ਉਹ ਅਸੀਂ ਨਹੀਂ ਮੰਨਣੀ। ਹੁਣ ਤੁਸੀਂ ਜਸਟ ਇਮੇਜਿਨ ਕਰੋ ਵੀ ਜੇ ਉਹ 15-12 ਹੁੰਦਾ ਤੇ ਫਿਰ ਕੀ ਹਾਲਾਤ ਪੈਦਾ ਹੁੰਦੇ, ਵੀ ਕੀ ਫਿਰ ਇਹ ਕਹਿੰਦੇ ਵੀ ਸਾਰੇ ਕਿਸਾਨਾਂ ਨੂੰ ਵੀ ਚਲੋ ਭਾਈ ਵੀ ਚਲੋ ਵਾਪਸ ਚਲੀਏ, ਕਿਉਂਕਿ ਜਿਹੜਾ ਸਾਡਾ ਫੈਸਲਾ ਹੈਗਾ, ਜਿਹੜਾ ਜਿਵੇਂ ਡੈਮੋਕ੍ਰੈਟਿਕਲੀ ਇਹ ਬਾਰ-ਬਾਰ ਕਰ ਰਹੇ ਨੇ ਕਿ ਜਿਹੜਾ ਸਾਡਾ ਬਹੁਤ ਲੋਕਾਂ ਦਾ ਫੈਸਲਾ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਉੱਤੇ ਹੋਇਆ ਕਿ ਅਸੀਂ ਸਾਰੇ ਦੀ ਸਾਰਾ ਜਿਹੜਾ ਇਹ ਅੰਦੋਲਨ ਆ ਹੁਣ ਬੰਦ ਕਰਕੇ 1.5 ਸਾਲ ਬਾਅਦ ਫੇਰ ਸ਼ੁਰੂ ਮਤਲਬ ਕਿ ਉਸ ਚੀਜ਼ ਨੂੰ ਕਰਾਂਗੇ। ਹੁਣ ਇਹ ਚੀਜ਼ ਜਿਹੜੀ ਸਾਡੇ ਕਿਸਾਨ ਆਗੂ ਨੇ, ਹੁਣ ਉਹ ਇਹ ਚੀਜ਼ ਵੀ ਨਹੀਂ ਮੰਨਣਗੇ ਕਿ ਹਾਂ ਤੁਸੀਂ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਕੀ ਜਵਾਬ ਦੇਣਾ। ਹੁਣ ਲੋਕਾਂ ਦਾ ਵੀ ਬਹੁਤ ਵੱਡਾ ਪ੍ਰੈਸ਼ਰ ਹੈਗਾ ਵੀ ਉਹ ਲੋਕਾਂ ਨੂੰ ਬਾਅਦ ਚੋਂ ਕੀ ਜਵਾਬ ਦੇਣਗੇ ਜਦੋਂ ਉਹ ਕਹਿਣਗੇ ਵੀ ਚਲੋ ਹੁਣ ਤੁਸੀਂ ਵਾਪਸ। ਲੋਕੀ ਕੀ ਕਹਿਣਗੇ, ਜਿਹੜਾ ਸੀ ਅਰਬਾਂ ਖਰਬਾਂ ਰੁਪਈਆ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਸਾਡੀਆਂ ਭਾਵਨਾਵਾਂ ਸੀਗੀਆਂ, ਜਿਹੜੀਆਂ ਅਸੀਂ ਇਹਦੇ ਵਿੱਚ ਇਨਵੈਸਟ ਕੀਤੀਆਂ ਨੇ, ਉਹ 1.5 ਸਾਲ ਬਾਅਦ ਉਹ ਸੰਘਰਸ਼ ਉੱਭਰੇ ਜਾਂ ਨਾ ਉੱਭਰੇ। ਸੋ ਜਿਹੜੀ ਸਾਡੇ ਲੀਡਰ ਸਾਹਿਬਾਨ ਨੇ, ਉਹਨਾਂ ਸਾਹਿਬਾਨ ਤਾਂ ਨਹੀਂ ਹੈਗੇ ਜਿਹੜੇ ਅਖੌਤੀ ਆਗੂ ਬਣ ਚੁੱਕੇ ਨੇ, ਬੇਈਮਾਨੀਆਂ ਤਾਂ ਉਹ ਥਾਂ ਦੇ ਉੱਤੇ ਕਰ ਰਹੇ ਨੇ। ਜਾਪ ਸਿੰਘ, ਤੁਹਾਨੂੰ ਮੈਂ ਇਹ ਮਤਲਬ ਕਿ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਲੱਗਦਾ ਕਿ ਇਹ ਪ੍ਰੈਸ਼ਰ ਜਿਹੜਾ ਹੈਗਾ ਆ ਉਹ ਕੱਲਾ
ਇਕੱਲਾ ਹੁਣ ਅੰਦੋਲਨ ਦਾ ਹੀ ਨਹੀਂ, ਇਹ ਪ੍ਰੈਸ਼ਰ ਸਰਕਾਰ ਦਾ ਵੀ ਇਹਨਾਂ ਦੇ ਬਹੁਤ ਪੈ ਚੁੱਕਾ, ਔਰ ਇਹੀ ਕਾਰਨ ਆ ਕਿ ਇਹ ਹਰ ਥਾਂ ਦੇ ਉੱਤੇ ਸਮਝੌਤੇ ਕਰਦੇ ਪਏ ਨੇ। ਇਹ ਰੂਟ ਦੇ ਉੱਤੇ ਵੀ ਸਮਝੌਤੇ ਕਰਦੇ ਪਏ ਨੇ। ਇਹ ਹੁਣ ਮੈਨੂੰ ਲੱਗਦਾ ਕਿ ਇਹ ਇਸ ਗੱਲ ਨੂੰ ਵੀ ਤਿਆਰ ਹੋਏ ਪਏ ਨੇ ਵੀ ਕਿਸੇ ਤਰੀਕੇ ਇਸ ਅੰਦੋਲਨ ਨੂੰ ਬੰਦ ਕੀਤਾ ਜਾਵੇ। ਹਾਂਜੀ, ਇਸ ਗੱਲ ਦਾ ਤਾਂ ਸਾਨੂੰ ਦੇਖੋ ਕਾਫੀ ਟਾਈਮ ਤੋਂ ਪਤਾ ਹੈ ਵੀ ਇਹ ਜਾਨ ਛਡਾਉਣਾ ਚਾਹੁੰਦੇ ਆ। ਇਹ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਦਿੱਲੀ ਆਉਣਾ ਹੀ ਨਹੀਂ ਸੀ ਚਾਹੁੰਦੇ। ਉਹ ਕੌਮ ਇਹਨਾਂ ਨੂੰ ਲੈ ਆਈ ਆ, ਨਾਕੇ ਨੂਕੇ ਤੋੜਦੀ ਲੈ ਆਈ ਆ। ਉਹਦੇ ਤੋਂ ਬਾਅਦ ਜਿਹੜਾ ਇਸ ਗੱਲ ਦਾ ਸਭ ਤੋਂ ਵੱਡਾ ਪ੍ਰੂਫ ਆ, ਉਹ ਚਰੂਨੀ ਹੋਣਾ ਦਾ ਦਿੱਤਾ ਬਿਆਨ ਹੈ, ਜਿੱਥੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਭਈ ਏਕਤਾ ਉਕਤਾ ਕੋਈ ਨਹੀਂ ਹੈਗੀ। ਉਹਨਾਂ ਦੀ ਵਰਡਿੰਗ ਤੁਸੀਂ ਦੇਖੋ ਕਿਹੜੇ ਸੰਦਰਭ 'ਚ ਉਹਨਾਂ ਕਹੀ ਸੀ, ਏਕਤਾ ਉਕਤਾ ਕੋਈ ਨਹੀਂ ਹੈਗੀ। ਕਹਿੰਦੇ ਵੀ ਆਪਾਂ ਮਤਲਬ ਛਿੱਤਰਾਂ ਤੋਂ ਡਰਦੇ ਸਾਰੇ ਇਕੱਠੇ ਆ, ਹਨਾ। ਤੇ ਕਹਿਣ ਤੋਂ ਭਾਵ ਇਹ ਆ ਵੀ ਇਹ ਛਡਾਉਣਾ ਤਾਂ ਚਾਹੁੰਦੇ ਆ ਪਿੱਛਾ, ਪਰ ਪਿੱਛੇ ਜਿਹੜੀ ਕੌਮ ਖੜੀ ਆ ਜਾਂ ਜਿੰਨਾ ਕਿਸਾਨਾਂ ਨੂੰ ਇਹਨਾਂ ਨੇ ਉੱਥੇ ਮੰਗਵਾਇਆ, ਇਹਨਾਂ ਨੂੰ ਇਹੀ ਡਰ ਵਾ। ਇਹਦੇ ਤੋਂ ਬਾਅਦ ਇੱਕ ਹੋਰ ਬਿਆਨ ਦਿੱਤਾ ਸੀਗਾ ਉਹਨੇ, ਖੂੰਡੇ ਵਾਲੇ ਬਾਬੇ ਨੇ, ਕਿ ਅਸੀਂ ਸਾਡੇ ਨਾਲ ਲੌਂਗੋਵਾਲ ਵਾਲੀ ਹੋਊਗੀ ਜੇ ਅਸੀਂ ਏਦਾਂ ਹੀ ਮੁੜ ਗਏ ਪਿੱਛੇ ਨੂੰ, ਹਨਾ। ਕਹਿਣ ਤੋਂ ਭਾਵ ਇਹ ਆ ਵੀ ਇਹ ਆਪਣੇ ਡਰ ਕਾਰਨ ਜਿਹੜਾ ਆ ਉਹ ਸਟੈਪ ਬੈਕ ਨਹੀਂ ਲੈ ਰਹੇ। ਵੈਸੇ ਤਾਂ ਅੰਦਰੋਂ ਅੰਦਰੀ ਤਾਂ ਇਹ ਚਾਹੁੰਦੇ ਸੀਗੇ ਵੀ ਕੁਝ ਵੀ ਕਰਕੇ ਆਪਾਂ ਗੋਲ ਦੀ ਗੱਲ ਕਰਕੇ ਤਾਂ ਆਪਾਂ ਜਿਹੜੇ ਕਿਸਾਨਾਂ ਨੂੰ ਆ ਪੰਜਾਬ ਵਾਪਸ ਲੈ ਚੱਲੀਏ, ਤੇ ਸਾਡੀ ਵੀ ਇੱਜ਼ਤ ਬਚੀ ਰਹੂਗੀ ਤੇ ਅਸੀਂ ਸਰਕਾਰ ਕੋਲੋਂ ਵੀ ਬਚੇ ਰਹਾਂਗੇ। ਤੇ ਇਹਨਾਂ ਦੇ ਹੈ ਤੇ ਭਾਜੂ ਹੁਣ ਵੀ ਹਰੇਕ ਗੱਲ ਦੇ ਉੱਤੇ ਇਹਨਾਂ ਦੇ ਜਿਹੜੇ ਬਿਆਨ ਬਾਰ-ਬਾਰ ਬਦਲਦੇ ਆ। ਪਹਿਲਾਂ ਤਾਂ ਗਾਣੇ ਸੁਣਾਉਂਦੇ ਰਹੇ ਵੀ ਪੇਚਾ ਪੈ ਗਿਆ ਦਿੱਲੀ ਨਾਲ, ਪੇਚਾ ਪੈ ਗਿਆ ਸੈਂਟਰ ਨਾਲ, ਲਾਲ ਕਿਲੇ ਦੀ ਹਿੱਕ ਤੇ ਟਰੈਕਟਰ ਚਾੜਾਂਗੇ, ਮੋਦੀ ਦੀ ਹਿੱਕ ਤੇ ਟਰੈਕਟਰ ਚਾੜਾਂਗੇ, ਮੋਦੀ ਦੇ ਗਲ 'ਚ ਰੱਸਾ ਪਾਵਾਂਗੇ, ਅਸੀਂ ਐਂ ਕਰਾਂਗੇ, ਇਉਂ ਕਰਾਂਗੇ। ਪਰ ਜਦੋਂ ਸਮਾਂ ਆਇਆ ਉਹਦੇ ਤੋਂ ਬਾਅਦ ਇਹ ਇੱਕਦਮ ਪਲਟੀ ਮਾਰ ਗਏ। ਈਵਨ ਜਿਹੜਾ ਇਹਨਾਂ ਦਾ ਰਿੰਗ ਲੀਡਰ ਆ ਰਾਜੇਵਾਲ, ਉਹਦੇ ਪਹਿਲਾ ਬਿਆਨ ਇਹ ਸੀਗੇ ਵੀ ਅਸੀਂ ਜਿਹੜੀ ਪਰੇਡ ਕਰਾਂਗੇ। ਮੈਨੂੰ ਤਾਂ ਇੱਕ ਗੱਲ ਦੀ ਅਜੇ ਤੱਕ ਸਮਝ ਨਹੀਂ ਆਈ ਵੀ ਤੁਸੀਂ ਉੱਥੇ ਸੰਘਰਸ਼ ਕਰਨ ਗਏ ਆ ਜਾਂ ਦਿੱਲੀ ਸਾਹਮਣੇ ਤੁਸੀਂ ਮੁਜਰਾ ਕਰਨ ਗਏ ਆ। ਉੱਥੇ ਦਿੱਲੀ ਸਾਹਮਣੇ ਪਰੇਡ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਆ? ਇਹਦੇ ਚ ਇੱਕ ਗੱਲ, ਜੇ ਅਸੀਂ ਥੋੜੇ ਜਿਹਾ ਇਹਨੂੰ ਐਨਾਲਿਸਿਸ ਕਰੀਏ ਮਾੜਾ ਜਿਹਾ, ਜਥੇਬੰਦੀਆਂ ਨੂੰ ਖੁਦ ਨਹੀਂ ਸੀ ਪਤਾ ਵੀ ਉਹ ਕਿਹੜੀ ਖੇਡ ਖੇਡਣ ਜਾ ਰਹੇ ਆ। ਜੇ ਆਪਾਂ ਨੂੰ ਓਨੈਸਟਲੀ ਇਹਨੂੰ ਵੇਖੀਏ ਨਾ, ਉਹ ਇਹ ਲੋਕ ਵਾ ਜਿਹੜੇ ਕਿਤੇ ਡੀਸੀ ਦਫ਼ਤਰ ਘੇਰ ਲਿਆ, ਕਿਤੇ ਐਮਐਲਏ ਦੇ ਘਰ ਗੜੀ ਬਹਿ ਗਏ, ਦਿਹਾੜੀ ਖੰਡ ਧਰਨਾ ਕੀਤਾ, ਜੂਸ ਪੀ ਲਿਆ, ਕਿਸੇ ਕੋਲ ਪੈਸੇ ਲੈ ਲਏ, ਕਿਸੇ ਦਾ ਸਮਝੌਤਾ ਕਰਾਤਾ, ਹਨਾ। ਇਹ ਉਹ ਲੋਕ ਸੀ। ਹੁਣ ਜਿਹੜੀ ਕੌਮ ਦੀ ਊਰਜਾ ਹੈ ਨਾ, ਉਹ ਐਡੀ ਪ੍ਰਬਲ ਹੈ ਵੀ ਇਹਨਾਂ ਨੇ ਪਹਿਲਾਂ ਤੇ ਗਲਤੀ ਕੀਤੀ। ਜੇ ਇਹਨਾਂ ਦੇ ਪੱਲੇ ਕੁਛ ਨਹੀਂ ਸੀ, ਇਹਨਾਂ ਨੂੰ ਦਿੱਲੀ ਵਰਸਸ ਪੰਜਾਬ ਇਹ ਮਸਲਾ ਨਹੀਂ ਸੀ ਬਣਾਉਣਾ ਚਾਹੀਦਾ। ਇਹ ਮਸਲਾ ਉਹੀ ਬੰਦਾ ਬਣਾਵੇ ਜਿਹਦੀਆਂ ਲੱਤਾਂ ਭਾਰ ਚੱਲਦੀਆਂ ਨੇ, ਕਿਉਂਕਿ ਪੰਜਾਬ ਦੇ ਨੌਜਵਾਨਾਂ ਵਿੱਚ ਸਿੱਖੀ ਦਾ ਜਜ਼ਬਾ ਉਹ ਹੈ ਵੀ ਜਿਹੜਾ ਦਿੱਲੀ ਨੂੰ ਹਰਾ ਸਕਦਾ, ਦਿੱਲੀ ਨਾਲ ਟੱਕਰ ਲੈ ਸਕਦਾ। ਪਰ ਜੇ ਆਗੂ ਇਹਨੇ ਜੋਗੇ ਨਾ ਹੋਣ ਤੇ ਫਿਰ ਕੁਛ ਨਹੀਂ ਹੋ ਸਕਦਾ। ਜਦੋਂ ਇਹ ਦਿੱਲੀ ਪਹੁੰਚ ਗਏ ਨਾ, ਦਿੱਲੀ ਇਹ ਜਾਣਾ ਨਹੀਂ ਸੀ ਚਾਹੁੰਦੇ, ਜਦੋਂ ਪਹੁੰਚ ਗਏ ਦਿੱਲੀ ਤੇ ਸਟੇਜ ਤੇ ਬਹਿ ਗਏ, ਨੌਜਵਾਨਾਂ ਨੇ ਫਿਰ ਸਟੇਜ ਤੇ ਬਿਠਾ ਦਿੱਤਾ ਇਹਨਾਂ ਨੂੰ। ਨੌਜਵਾਨਾਂ ਦੀ ਇਮਾਨਦਾਰੀ ਸੀ, ਉਹਨਾਂ ਆਪਣੀ ਵੱਖਰੀ ਸਟੇਜ ਨਹੀਂ ਲਾਈ, ਸਗੋਂ ਇਹਨਾਂ ਨੂੰ ਸਟੇਜ ਤੇ ਬਿਠਾ ਦਿੱਤਾ। ਇਹਨਾਂ ਨੂੰ ਉਹਦੇ ਚੋਂ ਨਾ ਇੱਕ ਓਪਰਚੁਨਿਟੀ ਦਿਸੀ, ਆਗੂਆਂ ਨੂੰ ਓਪਰਚੁਨਿਟੀ ਦਿਸੀ। ਜਿਹਦਾ ਕੁੱਤਾ ਵੇਖਦਾ ਨਾ ਮਾਸ ਵੱਲ ਤੇ ਗਾਜ ਗਲ 'ਚ ਹੱਡੀ ਫਸ ਜਾਂਦੀ ਹੈ। ਇਹਨਾਂ ਨੂੰ ਓਪਰਚੁਨਿਟੀ ਦੇਖੀ, ਇਹਨਾਂ ਨੇ ਸੋਚਿਆ ਵੀ ਹੁਣ ਇੱਥੇ ਤੇ ਇੱਕ ਤੇ ਪੈਸਾ ਬਹੁਤ ਹੈ, ਅੰਦੋਲਨ ਜਿਹੜਾ ਚੱਲ ਗਿਆ ਇਹਦੇ 'ਚ ਇੱਕ ਪੈਸਾ ਬਹੁਤ ਹੈ, ਦੂਜਾ ਵੀ ਜਿਹੜੇ ਬੰਦੇ ਕਦੀ ਡੀਸੀ ਦਾ, ਜਿਨ੍ਹਾਂ ਦੇ ਕਹਿਣ ਤੇ ਸਰਕਾਰ ਮਾਲ ਗੱਡੀਆਂ ਨਹੀਂ ਚਲਾ ਰਹੀ ਪੰਜਾਬ 'ਚ, ਜਦੋਂ ਬੈਠੇ ਸੀ ਇਹਨਾਂ ਤਰਲੇ ਮਿੰਨਤਾਂ ਕੀਤੀਆਂ ਸਰਕਾਰ ਨੂੰ ਵੀ ਮਾਲ ਗੱਡੀਆਂ ਚਲਾ ਦਿਓ ਕੋਲੇ ਦੀਆਂ, ਤੇ ਕੋਲਾ ਪਲਾਂਟ ਬੰਦ ਹੋ ਜਾਏ ਤੇ ਕਹਿੰਦੇ ਬਿਜਲੀ ਚਲ ਜਾਣੀ ਹੈ, ਬਲੈਕ ਆਊਟ ਹੋ ਜਾਣਾ। ਉਹ ਸਰਕਾਰ ਦੇ ਬਰਾਬਰ ਬਹਿ ਕੇ ਗੱਲਬਾਤ ਕਰਨ ਲੱਗ ਪਏ। ਸਰਕਾਰ ਨੇ 5-7-10 ਮੀਟਿੰਗਾਂ ਦੇ ਵਿੱਚ ਤੇ ਵੇਖਿਆ ਇਹਨਾਂ ਨੂੰ ਵੀ, ਕਿਉਂਕਿ ਸਰਕਾਰ ਇਹ ਨਹੀਂ ਸੀ ਵੇਂਦੀ ਵੀ ਇਹ ਸਾਡੇ ਨਾਲ ਕੌਣ ਗੱਲ ਕਰਨ ਆਏ ਨੇ। ਸਰਕਾਰ ਅਸਲ 'ਚ ਇਹ ਵੇਂਦੀ ਸੀ ਵੀ ਸਿੱਖਾਂ ਦਾ ਬਹੁਤ ਵੱਡਾ ਹਜੂਮ ਜਿਹੜਾ ਇਹਨਾਂ ਪਿੱਛੇ ਖੜਾ ਹੈ। ਇਸ ਕਰਕੇ ਸਰਕਾਰ ਨੇ ਇਹਨਾਂ ਨੂੰ ਬਰਾਬਰ ਤੇ ਬਿਠਾ ਕੇ ਮੀਟਿੰਗਾਂ ਕੀਤੀਆਂ। ਪਰ ਅਲਟੀਮੇਟਲੀ ਇਵੈਂਚੁਅਲੀ ਸਰਕਾਰ ਨੂੰ ਇਹ ਪਤਾ ਚੱਲ ਗਿਆ ਵੀ ਇਹ ਕਿਹੜੀ ਕਾਦ ਦੇ ਮਾਲਕ ਨੇ। ਫਿਰ ਉਹਨਾਂ ਨੇ ਇਹਨਾਂ ਦੇ ਕੋਲੋਂ ਉਹ ਕੰਮ ਕਰਵਾਏ ਜਿਨ੍ਹਾਂ ਨਾਲ ਅਸਲ 'ਚ ਮੋਰਚੇ ਨੂੰ ਢਾਹ ਲੱਗੀ। ਪਹਿਲੀ ਗੱਲ, ਮੋਰਚੇ ਨੂੰ ਲੰਮਾ ਖਿੱਚਣਾ। ਤੁਸੀਂ ਇੱਕ ਐਗਜ਼ਾਮਪਲ ਦੇ ਤਹਿਤ ਕਿਸੇ ਦੇਸ਼ ਦੇ ਉੱਤੇ ਜਾਂ ਕਿਸੇ ਜਗ੍ਹਾ ਦੇ ਉੱਤੇ ਚੜ੍ਹਾਈ ਕਰਨੀ ਹੈ, ਠੀਕ ਹੈ, ਉਹਦੇ ਬਾਹਰ ਜਾ ਕੇ ਤੁਸੀਂ ਖੜ ਜਾਓ ਤੇ ਤੁਹਾਡੀ 1-2 ਦਿਨ ਤੇ ਚੱਲ ਜਾਂਦਾ ਹੈ। ਜਦੋਂ ਤੁਸੀਂ ਲੰਮਾ ਸਮਾਂ ਖੜੇ ਰਹੋਗੇ, ਤੁਹਾਡੇ ਆਪਸੀ ਫੌਜਾਂ ਦੇ ਜਰਨੈਲਾਂ ਦੇ ਵਿੱਚ ਝਗੜੇ ਸ਼ੁਰੂ ਹੋ ਜਾਣੇ, ਕਿਉਂਕਿ ਅਸਲ 'ਚ ਤੁਸੀਂ ਉਸ এনवायरमेंट ਦੇ ਵਿੱਚ ਉੱਥੇ ਘਰ ਪਾਉਣ ਨਹੀਂ ਗਏ ਆਪਾਂ ਵੀ ਉੱਥੇ ਆਪਾਂ ਕੋਈ ਅਦਾਲਤਾਂ ਸਜਾ ਲੈਣੀਆਂ, ਜਾਂ ਉੱਥੇ ਇਹ ਗੱਲ ਸਾਡੀ ਕੌਮ ਨੇ ਵੀ ਇੱਕ ਨੈਰੇਟਿਵ ਸਿਰਜਤਾ ਵੀ ਉੱਥੇ ਜੀ ਅਸੀਂ ਤੇ ਸਬਜ਼ੀ ਲਾਤੀ ਹੈ ਜੀ, ਅਸੀਂ ਤੇ ਉੱਥੋਂ ਮੁੜਨਾ ਨੀ ਗਾ, ਸਾਡਾ ਜੀ ਨਹੀਂ ਕਰਦਾ। ਇਹ ਗੱਲਾਂ ਪਹਿਲਾਂ ਦੇ ਜੱਜਦੀਆਂ ਸਨ, ਬਾਅਦ 'ਚ ਇਹੋ ਹੀ ਗੱਲਾਂ ਸਾਡੇ ਲਈ ਪ੍ਰੋਬਲਮ ਬਣ ਗਈਆਂ। ਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਇਹ ਫੌੜ ਮਾਰੀ ਸੀ ਨਾ ਵੀ ਉੱਥੇ ਜਾ ਕੇ ਵੀ ਸਾਡਾ ਹੀ ਮਗਰ ਵੱਗ ਸਾਰਾ ਆਇਆ, ਜਿੰਨਾ ਆਇਆ ਉੱਥੋਂ ਪੰਜਾਬ 'ਚੋਂ,
ਇਹ ਸਾਡੇ ਮਗਰ ਹੀ ਸਭ ਸ਼ੇਰਾਂ ਦਾ ਵਗ। ਇਹਨਾਂ ਨੂੰ ਐ ਲੱਗਦਾ ਸੀ ਵੀ ਇਹ ਚੀਜ਼ ਦੇ ਨਾਲ ਅਸੀਂ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਤੇ, ਕਿਤੇ ਨਾ ਕਿਤੇ ਮਤਲਬ ਆਰਥਿਕ ਤੌਰ ਤੇ ਚਲੋ ਮਜ਼ਬੂਤ ਹੋਈ ਹੈ, ਰਾਜਨੀਤਿਕ ਤੌਰ ਤੇ ਮੈਨੂੰ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਸਾਡੀ ਜਿਹੜੀ ਹੈ ਪਕੜ ਬਣ ਜੂਗੀ। ਪਰ ਉਹ ਹਕੂਮਤ ਕੀ ਆ ਵੀ ਹਕੂਮਤ ਨੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਆਗੂਆਂ ਦੀ, ਵੀ ਕਿਸੇ ਨਾ ਕਿਸੇ ਤਰੀਕੇ ਪਈਏ ਲੈ ਜਾਓ ਮੋੜ ਕੇ, ਬਿੱਲ ਬੁੱਲ ਤੇ ਨਹੀਂ ਵਾਪਸ ਹੋਣੇ ਤੇ ਨਾ ਹੀ ਕੋਈ ਸੋਧਾਂ ਕਰਾਂਗੇ। ਹੁਣ ਤੇ ਹਾਲਾਤ ਇਹ ਹੈਗੇ ਵੀ ਸੋਧਾਂ ਵੀ ਕਰਨ ਨੂੰ ਤਿਆਰ ਨਹੀਂ ਹੋਊਗੀ ਹਕੂਮਤ ਮੇਰੇ ਖਿਆਲ ਨਾਲ, ਕਿਉਂਕਿ ਉਹਨਾਂ ਨੇ ਵੇਖ ਲਿਆ ਵੀ ਜਿਹੜੇ ਲੱਖਾਂ ਟਰੈਕਟਰ ਮੰਗਾ ਕੇ ਪੰਜਾਬ ਚੋਂ ਸਾਡੇ ਦਬਾਅ ਹੇਠ ਆ ਗਏ ਆ, ਤੇ ਮਗਰੋਂ ਕਿਹੜਾ ਐਸਾ ਮੌਕਾ, ਅੱਜ ਤੇ ਉੱਥੇ ਚੰਦ ਬੰਦੇ ਬੈਠੇ ਆ, ਪਹਿਲਾਂ ਜਦੋਂ ਉਦੋਂ ਨਹੀਂ ਆਏ, ਹੁਣ ਕੀ ਹੋ ਸਕਦਾ। ਇਸ ਕਰਕੇ ਇਹਨਾਂ ਨੇ ਖੇਡ ਵੱਡੀ ਖੇਡੀ ਹੈ ਜਿਹੜੀ ਇਹਨਾਂ ਦੇ ਗਲੇ ਦੀ ਹੱਡੀ ਬਣ ਗਈ ਹੈ। ਹੁਣ ਇਹਨਾਂ ਨੂੰ ਇਹ ਮੌਕਾ ਸੀ ਵੀ ਦੀਪ ਸਿੱਧੂ ਤੇ ਇਲਜ਼ਾਮ ਸੁੱਟ ਕੇ ਤੇ ਭੱਜ ਜਾਣ, ਉਹ ਵੀ ਇੱਕ ਬਾਈਪਾਸ ਹੋ ਗਿਆ ਚੀਜ਼, ਉਹਨੂੰ 5-7-10 ਦਿਨ ਲੰਘ ਗਏ। ਬਿਲਕੁਲ ਮੈਂ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਵੀ ਇਹ ਜਿਹੜਾ ਫਿਰ ਉਹ ਲਾਲ ਕਿਲੇ ਦੇ ਉੱਤੇ ਜਿਹੜਾ ਝੰਡਾ ਚੜਾਇਆ ਖਾਲਸਾਈ ਨਿਸ਼ਾਨ ਸਾਹਿਬ, ਉਹਦਾ ਕੋਈ ਮੁੱਦਾ ਏਡਾ ਵੱਡਾ ਨਹੀਂ ਸੀ, ਕਿਉਂਕਿ ਲਾਲ ਕਿਲੇ ਦੇ ਉੱਤੇ ਪਹਿਲਾਂ ਵੀ ਖਾਲਸਾਈ ਨਿਸ਼ਾਨ ਸਾਹਿਬ ਚਲਾਏ ਗਏ ਆ ਜਦੋਂ ਫਤਿਹ ਦਿਵਸ ਮਨਾਇਆ ਗਿਆ ਹਰ ਸਾਲ। ਹਾਂਜੀ ਹਰ ਸਾਲ ਚਲਾਉਂਦੇ, ਹਰ ਸਾਲ ਚਲਾਉਂਦੇ, ਹਾਂਜੀ। ਤੇ ਉਹ ਕੋਈ ਏਡਾ ਵੱਡਾ ਮੁੱਦਾ ਨਹੀਂ ਸੀ, ਜਦ ਕਿ ਉਸ ਮੁੱਦੇ ਨੂੰ ਇਹ ਆਪਣੇ ਹੱਕ ਵਿੱਚ ਵਰਤ ਸਕਦੇ ਸੀ, ਕਿਉਂਕਿ ਉਸੇ ਦਿਨ ਉਧਰ ਯੂਪੀ ਗਾਜੀਪੁਰ ਬਾਰਡਰ ਦੇ ਉੱਤੇ ਇੱਕ ਨਿਰਦੋਸ਼ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਿਆ ਗਿਆ, ਇੱਧਰ ਨਿਹੰਗ ਸਿੰਘਾਂ ਦਾ ਘੋੜਾ ਮਾਰ ਦਿੱਤਾ ਗਿਆ, ਤੇ ਜਾਂ ਜਿਹੜੀਆਂ ਸੰਗਤਾਂ ਉਧਰ ਨੂੰ ਜਾ ਰਹੀਆਂ ਸੀ ਜਾਂ ਜਿਹੜੇ ਕਿਸਾਨ ਉਧਰ ਨੂੰ ਜਾ ਰਹੇ ਸੀ ਉਹਨਾਂ ਉੱਤੇ ਜਿਹੜੀ ਆ ਉਹ ਤਸ਼ੱਦਦ ਹੋਇਆ। ਉਹਨਾਂ ਗੱਲਾਂ ਨੂੰ ਇਹ ਮੁੱਦਾ ਬਣਾ ਕੇ ਇੰਟਰਨੈਸ਼ਨਲ ਲੈਵਲ ਤੇ ਸੰਘਰਸ਼ ਨੂੰ ਲਿਜਾ ਸਕਦੇ ਸੀਗੇ, ਪਰ ਇਹਨਾਂ ਨੇ ਉਹਨੂੰ ਮੁੱਦਾ ਬਣਾਉਣ ਦੀ ਜਗ੍ਹਾ ਇਹਨਾਂ ਨੂੰ ਲੱਗਾ ਵੀ ਹੁਣ ਦੀਪ ਸਿੱਧੂ ਨੂੰ ਬਲੀ ਦਾ ਬੱਕਰਾ ਬਣਾ ਦਿਓ, ਕਿਉਂਕਿ ਇਹਨਾਂ ਕੋਲ ਨਾ ਤਾਂ ਕੋਈ ਦੀਪ ਸਿੱਧੂ ਦੇ ਉੱਥੇ ਪਹੁੰਚਣ ਦੇ ਕੋਈ ਸਬੂਤ ਹੈਗੇ ਆ, ਤੇ ਨਾ ਹੀ ਇੱਕ ਵੀ ਇਹ ਵੀਡੀਓ ਜਾਂ ਬਿਆਨ ਲਿਖਤੀ ਜਾਂ ਬੋਲ ਕੇ ਜਾਂ ਕੋਈ ਹੋਰ ਇੱਕ ਵੀ ਪ੍ਰੂਫ ਪੇਸ਼ ਨਹੀਂ ਕਰ ਸਕਦੇ। ਇਹਦੇ ਚ ਇੱਕ ਗੱਲ ਜੇ ਆਪਾਂ ਨੋਟ ਕਰੀਏ, ਕਿਸੇ ਵੀ ਇੰਟਰਨੈਸ਼ਨਲ ਮੀਡੀਆ ਨੇ ਇਸ ਝੰਡੇ ਚੜਾਉਣ ਵਾਲੀ ਘਟਨਾ ਨੂੰ ਖਾਸ ਕਰ, ਈਵਨ ਤੋਂ ਮੈਂ ਤੇ ਹੈਰਾਨ ਹੋ ਗਿਆ ਵੀ ਜਿਹੜੇ ਨਿਊਜ਼ ਲਾਉਂਡਰੀ ਵਰਗੇ ਚੈਨਲ ਨੇ ਨਾ ਜਿਹੜੇ ਹਿੰਦੁਸਤਾਨ ਦੇ ਵਿੱਚ ਕੰਮ ਕਰਦੇ ਨੇ ਉਸ ਸਟਰਕਚਰ 'ਚ ਰਹਿ ਕੇ, ਉਹਨਾਂ ਨੇ ਵੀ ਇਸ ਘਟਨਾ ਨੂੰ ਕੰਡੈਮ ਨਹੀਂ ਕੀਤਾ। ਉਹਨਾਂ ਨੂੰ ਹੈਰਾਨੀ ਹੋ ਰਹੀ ਆ, ਈਵਨ ਦੋ ਉੱਥੇ ਇੱਕ ਖਬਰ 'ਚ ਇਹ ਕਿਹਾ ਗਿਆ ਵੀ ਜਦੋਂ ਤੁਹਾਡੇ ਕੋਲ ਜੋਗਿੰਦਰ ਯਾਦਵ ਵਰਗਾ ਦੋਸਤ ਹੈ, ਤੁਹਾਨੂੰ ਦੁਸ਼ਮਣਾਂ ਦੀ ਕੀ ਲੋੜ ਆ। ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਕਿਹਾ, ਨਿਊਜ਼ ਲਾਉਂਡਰੀ ਵਾਲਿਆਂ ਨੇ, ਵੀ ਇਹ ਘਟਨਾ ਜਿਹੜੀ ਹੈ ਇਹਨੂੰ ਕਿਸੇ ਇੰਟਰਨੈਸ਼ਨਲ ਨਿਊਜ਼ ਨੇ ਇਹਨੂੰ ਕੰਡੈਮ ਨਹੀਂ ਕੀਤਾ ਹੈ। ਉਹਨਾਂ ਨੇ ਵਾਇਲੈਂਸ ਦਿਖਾਈ, ਜਿਹੜੀ ਪੁਲਿਸ ਨੇ ਬਰੂਟੈਲਿਟੀ ਕੀਤੀ ਉਹ ਇੰਟਰਨੈਸ਼ਨਲ ਮੀਡੀਆ ਨੇ ਦਿਖਾਈ ਹੈ। ਇਹਨਾਂ ਨੇ ਇਹ ਸਿਰਫ ਜਥੇਬੰਦੀਆਂ, ਪਹਿਲੀ ਗੱਲ 2 ਮਹੀਨਿਆਂ ਦੇ ਵਿੱਚ ਮੋਦੀ ਦੇ, ਅਮਿਤ ਸ਼ਾਹ ਦੇ, ਗੋਦੀ ਮੀਡੀਆ ਦੇ ਤੇ ਜਥੇਬੰਦੀਆਂ ਦੇ ਸੁਰ ਰਲ ਗਏ ਆਪਸ ਚ, ਸਾਰੇ ਬੰਦੇ ਇੱਕੋ ਗੱਲ ਕਰਨ ਲੱਗ ਪਏ, ਇਹ ਬੜਾ ਵੱਡਾ ਨੁਕਸਾਨ ਹੋ ਗਿਆ ਜੀ, ਇਹ ਬੜਾ ਵੱਡਾ ਨੁਕਸਾਨ ਹੋ ਗਿਆ। ਹਾਲਾਂਕਿ ਜਿਹੜਾ ਗੋਦੀ ਮੀਡੀਆ ਨੂੰ ਅਸੀਂ ਵੜ ਨਹੀਂ ਸੀ ਦਿੰਦੇ ਮੋਰਚੇ ਦੇ ਵਿੱਚ, ਜਿਹਦੀ ਐਂਟਰੀ ਬੈਨ ਸੀ, ਤੇ ਫਿਰ ਉਹਦੇ ਏਡਾ ਰੌਲਾ ਪਾਉਣ ਨਾਲ ਸਾਨੂੰ ਕੀ ਫਰਕ ਪੈਂਦਾ ਸੀ? ਨਹੀਂ, ਪਰ ਇਹ ਅਸਲ 'ਚ ਜਥੇਬੰਦੀਆਂ ਨੂੰ ਜਾਂ ਤੇ ਉੱਤੋਂ ਆਰਡਰ ਆਇਆ, ਜਾਂ ਇਹਨਾਂ ਦਾ ਇਹ ਮੁੱਦਾ ਸੀ ਵੀ ਅਸੀਂ ਇਹਨਾਂ ਦੋਵਾਂ ਮੁੰਡਿਆਂ ਨੂੰ ਬਾਹਰ ਕੱਢ ਕੇ ਤੇ ਫਿਰ ਇੱਥੇ ਖੇਡ ਜੀ ਚਲਾਈ ਜਾਵਾਂਗੇ ਜਾਂ ਮੋਰਚੇ ਨੂੰ ਖਤਮ ਕਰਕੇ ਤੁਰ ਪਾਂਗੇ। ਉਹ ਗੱਲ ਤੇ ਫੇਲ ਹੋ ਗਈ, ਕਿਉਂਕਿ ਉਧਰ ਟਕੈਤ ਵਾਲਾ ਮਸਲਾ ਬਣ ਗਿਆ ਤੇ ਇੱਧਰ ਇਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਭੱਜੀਏ ਕਿੱਧਰ। ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ। ਇਹਨਾਂ ਨੂੰ ਲੱਗਾ ਸੀਗਾ ਵੀ ਹੁਣ ਦੀਪ ਨੂੰ ਜਿਹੜਾ ਹੈ ਉਹ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ, ਤੇ ਸਾਰਾ ਜੋ ਸੰਘਰਸ਼ ਦੇ ਫੇਲੂਅਰ ਆ, ਕਿਉਂਕਿ ਪਤਾ ਇਹਨਾਂ ਨੂੰ ਵੀ ਆ ਵੀ ਮੋਦੀ ਨੇ ਕਾਨੂੰਨ ਰੱਦ ਨਹੀਂ ਕਰਨੇ, ਉਹ ਗੱਲ ਇਹਨਾਂ ਨੂੰ ਬਿਲਕੁਲ ਕਲੀਅਰ ਹੋ ਚੁੱਕੀ ਆ। ਪਰ ਇਹ ਆਪਣੀ ਜਿਹੜੀ ਇਸ ਸੰਘਰਸ਼ ਦੀ ਫੇਲੂਅਰ ਆ ਉਹ ਦੀਪ ਦੇ ਸਿਰ ਮੜ ਕੇ ਤੇ ਆਪੇ ਸਾਫ਼ ਸੁਥਰੇ ਹੋ ਗਏ ਪੰਜਾਬ ਵਾਪਸ ਜਾਣਾ ਚਾਹੁੰਦੇ ਸੀਗੇ। ਪਰ ਉਹ ਵਿੱਚ ਜਿੱਦਾਂ ਕਹਿੰਦੇ ਬਈ ਜੇ ਮਹਾਰਾਜ ਦੀ ਕਲਾ ਵਰਤੀ ਆ ਤੇ ਉਧਰ ਇਹਨਾਂ ਦਾ ਇਹ ਜਿਹੜਾ ਪਲਾਨ ਬਣਾਇਆ ਸੀਗਾ ਬੇਈਮਾਨੀ ਵਾਲਾ, ਇਹ ਫੇਲ ਹੋ ਗਿਆ। ਉਧਰ ਉਹ ਟਕੈਤ ਉਹਨਾਂ ਨੇ ਆਪ ਖੜਾ ਕਰ ਦਿੱਤਾ ਆਪਣਾ, ਹਨਾ। ਤੇ ਉਹ ਚਲੋ ਉਹ ਹੁਣ ਇਹ ਕੱਲ ਨੂੰ ਕੁਝ ਵੀ ਮੋਰਚੇ ਦੇ ਨਾਲ ਹੁੰਦਾ, ਇਹ ਨਹੀਂ ਇਹ ਕਹਿ ਸਕਦੇ ਵੀ ਦੀਪ ਸਿੱਧੂ ਕਰਕੇ ਮੋਰਚਾ ਫੇਲ ਹੋ ਗਿਆ। ਜਦ ਕਿ ਮੈਨੂੰ ਇੱਕ ਨਹੀਂ ਗੱਲ ਦੀ ਸਮਝ ਲੱਗਦੀ ਵੀ 2-2.5 ਲੱਖ ਟਰੈਕਟਰ ਉੱਥੇ ਹੋਵੇ, 12-15 ਲੱਖ ਬੰਦਾ ਹੋਵੇ, ਉਹਦੇ ਤੋਂ ਵੱਧ ਵੀ ਹੋਣਗੇ, ਕੋਈ ਗਿਣਤੀ ਨਹੀਂ, ਕਿਉਂਕਿ ਕੁਝ ਵੀ ਉਹਦਾ ਦਾ ਕੋਈ ਰਿਕਾਰਡ ਨਹੀਂ ਹੈਗਾ। ਤੇ ਉਹਦੇ ਤੋਂ ਮਤਲਬ ਇੱਕ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ ਉਹ ਸਾਰਾ ਮੋਰਚਾ ਕਿਵੇਂ ਫੇਲ ਹੋ ਸਕਦਾ? ਕੀ ਮੋਰਚਾ ਏਡਾ ਕਮਜ਼ੋਰ ਆ ਵੀ ਇੱਕ ਨਿਸ਼ਾਨ ਸਾਹਿਬ ਚਲਾਉਣ ਦੇ ਨਾਲ? ਤੁਸੀਂ ਇੱਕ ਚੀਜ਼ ਵੇਖੋ, ਏਡੀ ਹੈਰਾਨੀ ਵਾਲੀ ਗੱਲ ਹੈ ਵੀ ਜਿਹੜੇ ਮੋਰਚੇ ਨੂੰ ਪੰਜਾਬ ਚਲਾ ਰਿਹਾ ਸੀ ਸਾਰਾ ਕੁਝ, ਉਹਦੇ ਪਿੱਛੇ ਕਿਉਂਕਿ ਸੈਂਟਰ ਇੱਕ ਨਾ ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਵੀ ਸੈਂਟਰ ਇਸ ਮਸਲੇ ਨੂੰ ਸੈਂਟਰ ਵਰਸਸ ਸਿੱਖ ਨਹੀਂ ਬਣਾਉਣਾ ਚਾਹੁੰਦੀ, ਸਟੇਟ ਵਰਸਸ ਸਿੱਖ ਨਹੀਂ ਬਣਾਉਣਾ ਚਾਹੁੰਦੀ। ਉਹ ਨਹੀਂ ਚਾਹੁੰਦੀ ਵੀ ਸਿੱਖ ਬਾਗੀ ਹੋ ਜਾਏ ਤੇ ਅਸੀਂ ਸਿੱਖ ਨਾਲ ਲੜੀਏ, ਹਨਾ। ਸੈਂਟਰ ਇਸ ਗੱਲੋਂ ਬਚਦਾ ਹੈ ਕਿਉਂਕਿ ਮੋਦੀ ਗੁਰਦੁਆਰੇ ਜਾਂਦਾ ਹੈ, ਰਾਜਨਾਥ ਬਿਆਨ ਦਿੰਦਾ ਹੈ ਵੀ ਇਹ ਜਿਹੜੀ ਚੀਜ਼ ਹੈ ਨਾ, ਕਿਉਂਕਿ ਜਦੋਂ ਇਸ ਮੋਰਚੇ ਦੇ ਵਿੱਚ ਸੈਂਟਰ ਅਸੀਂ ਸਟੇਟ ਸਿੱਖ ਵਰਸਸ ਸਟੇਟ ਬਣੂਗਾ ਨਾ, ਤੇ ਜਿਹੜਾ ਆਮ ਬੰਦਾ ਹੈ ਨਾ, ਜਿਹੜਾ ਆਮ ਬੰਦਾ ਆਜ਼ਾਦੀ ਤੋਂ ਭੱਜਦਾ ਵੀ ਹੈ, ਉਹਨੂੰ ਵੀ ਲੱਗੂਗਾ ਵੀ ਨਹੀਂ ਇੱਥੇ ਕੋਈ ਹੋਰ ਹੱਲ ਨਹੀਂ।
ਹੁਣ ਹੋਇਆ ਕੀ ਹੈ ਵੀ ਜਿਹੜੇ ਮੋਰਚੇ ਨੂੰ ਸਿੱਖ ਡਰਾਈਵ ਕਰ ਰਹੇ ਸੀ, ਜਿਹੜੇ ਮੋਰਚੇ ਨੂੰ ਸਿੱਖਾਂ ਦੇ ਕੰਟਰੋਲ ਸੀ, ਭਾਵੇਂ ਜਥੇਬੰਦੀਆਂ ਉੱਥੇ ਬੈਠੀਆਂ ਵੀ ਸੀ, ਪਰ ਜੇ ਜਥੇਬੰਦੀਆਂ ਦੇ ਕੋਲ ਇਹ ਹੀ ਆਪਸ਼ਨ ਨਹੀਂ ਸੀ ਵੀ ਉਹ ਬਿੱਲਾਂ ਦੇ ਉੱਤੇ ਸਮਝੌਤਾ ਕਰਨ ਲਈ ਆਪਣੇ ਕੋਲੋਂ ਤੇ ਜਵਾਬ ਦੇ ਹੀ ਨਹੀਂ ਸਕਦੇ, ਲੋਕਾਂ ਨੇ ਛੱਡਣਾ ਸੀ, ਲੋਕਾਂ ਦੇ ਪ੍ਰੈਸ਼ਰ 'ਚ ਹੀ ਸਾਰਾ ਕੁਝ ਸੀ ਨਾ। ਤੇ ਉਹ ਮੋਰਚਾ ਰਾਤੋਂ ਰਾਤ, ਜਿਹੜੇ ਮੀਡੀਆ ਨੇ ਕਦੀ ਕਵਰੇਜ ਨਹੀਂ ਕੀਤੀ, ਉਹਨਾਂ ਟਕੈਤ ਦੇ ਥਰੂ ਕਵਰ ਕੀਤੇ, ਤੇ ਰਾਤੋਂ ਰਾਤ ਉਹ ਮੋਰਚਾ ਜਿਹੜਾ ਵਾ ਉਹ ਟਕੈਤ ਸਾਹਿਬ ਕੋਲ ਚਲ ਗਿਆ। ਹੁਣ ਮੋਰਚਾ ਪੰਜਾਬ ਨਹੀਂ ਲੀਡ ਕਰ ਰਿਹਾ, ਮੋਰਚਾ ਸਿੱਖ ਨਹੀਂ ਲੀਡ ਕਰ ਰਿਹਾ, ਤੇ ਜਿੱਦਣ ਅਗਲਿਆਂ ਦਾ ਜੀ ਕਰੂਗਾ ਖਤਮ ਕਰਕੇ ਪਰੇ ਮਾਰਨਗੇ। ਮਸਲਾ ਇਹ ਆ ਵੀ ਹੁਣ ਹੋਰ ਵੀ ਅਮਰਤਪਾਲ ਸਿੰਘ, ਇੱਕ ਹੋਰ ਵੀ ਜੇ ਤੁਸੀਂ ਸ਼ਾਇਦ ਉਹ ਪਿਕਚਰ ਦੇਖੀ ਹੋਵੇ, ਹੁਣ ਟਕੈਤ ਵਾਲੀ ਸਟੇਜ ਦੇ ਉੱਤੇ ਆ ਬਾਦਲ ਵਰਗਾ ਲਾਣਾ ਜਿਹੜਾ ਹੈਗਾ ਉਹ ਵੀ ਆਉਣਾ ਸ਼ੁਰੂ ਹੋ ਗਿਆ। ਕਿਉਂਕਿ ਦੇਖੋ ਟਕੈਤ ਨੂੰ ਕੁਝ ਲੈਣਾ ਦੇਣਾ ਨਹੀਂ ਹੈਗਾ ਪੰਜਾਬ ਦੇ ਨਾਲ। ਜਦੋਂ ਅਸੀਂ ਇਵਨ ਪੰਜਾਬ ਦੀ ਹੋਂਦ ਦੀ ਵੀ ਗੱਲ ਕਰਦੇ ਸੀਗੇ, ਤੇ ਇਹ ਵੀ ਬੜਾ ਆਪਾਂ ਵਿਰੋਧੀ ਇੱਕ ਐਕਸ਼ਨ ਰਿਹਾ ਕਿ ਗੱਲ ਅਸੀਂ ਸ਼ੁਰੂ ਕੀਤੀ ਆ ਪੰਜਾਬ ਦੀ ਹੋਂਦ ਦੀ, ਔਰ ਪੰਜਾਬ ਦੀ ਹੋਂਦ ਦੀ ਜੇਕਰ ਗੱਲ ਇਹ ਹੈਗੀ ਆ ਤਾਂ ਫਿਰ ਉਹਦੇ ਵਿੱਚ ਹਰਿਆਣਾ ਕਦੀ ਵੀ ਹਿੱਸਾ ਨਹੀਂ ਪਾ ਸਕਦਾ, ਉਹਦੇ ਵਿੱਚ ਰਾਜਸਥਾਨ ਕਦੀ ਵੀ ਹਿੱਸਾ ਨਹੀਂ ਪਾ ਸਕਦਾ, ਕਿਉਂਕਿ ਹਰਿਆਣਾ ਤੇ ਰਾਜਸਥਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੀ ਹੋਂਦ ਦੇ ਲਈ ਇੱਕ ਚੁਣੌਤੀ ਹੈ ਔਰ ਰਹੇਗੀ ਵੀ। ਮੈਂ ਤਾਂ ਖੈਰ ਇਹ ਕਿਆਸ ਰਾਈ ਕਰਦਾ ਸੀ ਪਹਿਲਾਂ ਕਿ ਹਰਿਆਣਾ, ਰਾਜਸਥਾਨ ਔਰ ਸਮੁੱਚੇ ਭਾਰਤ ਦਾ ਜਿਹੜਾ ਹਿੰਦੁਸਤਾਨ ਦਾ ਜਿਹੜਾ ਮਸਲਾ ਸੀਗਾ ਉਹ MSPਆਂ ਦਾ ਹੀ ਸੀ, ਉਹਨਾਂ ਦੇ ਲਈ ਕਿਸੇ ਦੇ ਲਈ ਵੀ ਹੋਂਦ ਦਾ ਕੋਈ ਖਤਰਾ ਨਹੀਂ ਸੀ। ਤੇ ਮੈਨੂੰ ਇਹ ਵੀ ਇੱਕ ਵਾਰ ਖਦਸ਼ਾ ਸੀ ਕਿ ਜੇ ਕਿਤੇ ਪੰਜਾਬ ਨੂੰ ਇਹਨਾਂ ਨੇ ਕਟਵਾਉਣਾ ਤੇ ਹੋ ਸਕਦਾ ਉਹ ਇਹ ਕਹਿ ਦੇਣ ਕਿ ਭਾਈ MSP ਜਿਹੜੀ ਹੈਗੀ ਆ ਉਹ ਤੁਹਾਡੀ ਲਾਗੂ ਕਰਦੇ ਆ, ਔਰ ਮੈਨੂੰ ਇਹ ਵੀ ਪਤਾ ਵੀ ਕਰ ਨਹੀਂ ਸਕਦੇ, ਕਿਉਂਕਿ ਇਹ ਵੀ ਬਹੁਤ ਵੱਡਾ ਜੰਜਾਲ ਜਿਹੜਾ ਹੈਗਾ ਉਹ ਅੱਗੇ ਆ ਜਾਣਾ ਵੀ ਜੇ ਉਹ MSP ਹੀ ਲਾਗੂ ਕਰਦੇ ਆ ਤੇ ਇੱਕ ਬਹੁਤ ਬਹੁਤ ਵੱਡਾ ਆਰਥਿਕ ਬੋਝ ਜਿਹੜਾ ਹੈਗਾ ਆ ਉਸ ਆਰਥਿਕ ਵਿਵਸਥਾ ਦੇ ਉੱਤੇ ਪੈ ਜਾਣਾ, ਜਾਂ ਆਰਥਿਕ ਜਿਹੜਾ ਉਹਨਾਂ ਦਾ ਜਿਹੜੀ ਉਹਨਾਂ ਦੀ ਹੋਂਦ ਆ ਉਹਦੇ ਉੱਤੇ ਪੈ ਜਾਣਾ, ਉਹ ਪੂਰਾ ਨਹੀਂ ਕਰ ਸਕਦੇ। ਪਰ ਮੈਂ ਇਹ ਕਹਿਣਾ ਵੀ ਲਫ਼ਜ਼ੀ ਤੌਰ ਦੇ ਉੱਤੇ ਵੀ ਮੈਂ ਕਹਿਣਾ ਵੀ ਜੇ ਉਹ ਕਰ ਦਿੰਦੇ ਤਾਂ ਫੇਰ ਵੀ ਜਿਹੜਾ ਪੰਜਾਬ ਦੀ ਹੋਂਦ ਆ ਇਹਨਾਂ ਤੋਂ ਹੀ ਖਤਰੇ ਦੇ ਵਿੱਚ ਆ ਜਾਣੀ ਸੀ। ਹੋ ਸਕਦਾ ਜਦੋਂ ਦਿੱਲੀ ਤੋਂ ਵਾਪਸ ਹੀ ਜਾਂਦੇ, ਵੈਸੇ ਉਹ ਹੁਣ ਵੀ ਜਦੋਂ ਜੇ ਦਿੱਲੀ ਤੋਂ ਵਾਪਸ ਚਾਹੇ ਜਿੱਤ ਕੇ ਜਾਣ ਚਾਹੇ ਕਿਸੇ ਵੀ ਤਰੀਕੇ ਜਾਣ, ਹੋ ਸਕਦਾ ਵੀ ਹਰਿਆਣੇ ਵਾਲੇ ਜਾਂ ਦੂਸਰੇ ਤੀਸਰੇ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਇਹਨਾਂ ਨੇ ਗੁੰਡੇ ਭੇਜੇ ਸੀਗੇ, ਹੋ ਸਕਦਾ ਉਹ ਜਿਹੜੇ ਹੈਗੇ ਆ ਇਹਨਾਂ ਦੇ ਉੱਤੇ ਜ਼ਰੂਰ ਚੜ੍ਹਾਈ ਕਰਨ। ਸੋ ਤੁਹਾਡਾ ਦੋਨਾਂ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਮੈਨੂੰ ਪਤਾ ਕਿ ਇੰਨੇ ਕਿ 1-2 ਘੰਟੇ ਦੇ ਵਿੱਚ ਇਹ ਸਾਰੇ ਦਾ ਸਾਰਾ ਸਾਰੀਆਂ ਗੱਲਾਂ, ਔਰ ਅਸੀਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਊਗੀਆਂ ਜਿਹੜੀਆਂ ਅਸੀਂ ਇਸ ਆਪਣੀ ਜਿਹੜੀ ਛੋਟੀ ਜਿਹੀ ਵਾਰਤਾ ਸੀਗੀ ਉਹਦੇ ਵਿੱਚੋਂ ਅਸੀਂ ਮਿਸ ਵੀ ਕੀਤੀਆਂ। ਪਰ ਇਸ ਸਮੇਂ ਸਾਨੂੰ ਲੋੜ ਹੈਗੀ ਆ ਇਸ ਗੱਲ ਦੀ ਕਿ ਅਸੀਂ ਜਿੰਨੀਆਂ ਵੀ ਵੱਧ ਤੋਂ ਵੱਧ ਆਪਣੇ ਵਿਚਾਰ ਜਿਹੜੇ ਹੈਗੇ ਆ ਉਹ ਫੇਸਬੁੱਕ ਤੇ ਜਾਂ ਦੂਸਰੇ ਸਮਾਜਿਕ ਮੀਡੀਆ ਦੇ ਉੱਤੇ ਪਾਈਏ, ਕਿਉਂਕਿ ਅੰਦੋਲਨ ਕਦੀ ਵੀ ਇੱਕ ਲੀਕਾ ਨਹੀਂ ਹੁੰਦਾ। ਜੇ ਅਸੀਂ ਅਰਬ ਸਪਰਿੰਗ ਦੀ ਵੀ ਗੱਲ ਕਰਦੇ ਹਾਂ ਤੇ ਅਰਬ ਸਪਰਿੰਗ ਵੀ ਕੋਈ ਅੰਦੋਲਨ ਦੀਆਂ ਬਹੁਤ ਸਾਰੀਆਂ ਫਾਰਮ ਸੀਗੀਆਂ, ਉਹਦੇ ਵਿੱਚ ਡਿਫੈਕਸ਼ਨ ਜਾਣੀ ਕਿ ਇਹ ਕਹਿ ਲਓ ਵੀ ਜਿਹੜੀ ਦਲ ਬਦਲੀਆਂ ਵੀ ਹੋਈਆਂ, ਉਹਦੇ ਵਿੱਚ ਮਿਲਟਰੀ ਦੇ ਕੂਪ ਵੀ ਹੋਏ, ਉਹਦੇ ਵਿੱਚ ਪੀਸਫੁਲ ਪ੍ਰੋਟੈਸਟ ਵੀ ਹੋਏ, ਉਹਦੇ ਵਿੱਚ ਅੱਗਾਂ ਵੀ ਲੱਗੀਆਂ, ਉਹਦੇ ਵਿੱਚ ਆਤਮਦਾਹ ਵੀ ਹੋਏ, ਉਹਦੇ ਵਿੱਚ 62,000 ਦੇ ਕਰੀਬ ਜਿਹੜੀਆਂ ਨੇ ਉਹ ਜਾਨਾਂ ਗਈਆਂ, ਕਿਉਂਕਿ ਉਹਨਾਂ ਦਾ ਸੰਕਲਪ ਵੱਡਾ ਸੀ, ਕਿਉਂਕਿ ਉਹਨਾਂ ਦਾ ਲਾਭ ਵੱਡਾ ਸੀ ਜਿਹੜਾ ਉਹਨਾਂ ਨੇ ਆਪਣੇ ਲੋਕਾਂ ਦੇ ਅੱਗੇ ਜਿਨ੍ਹਾਂ ਦੇ ਸਬਜ਼ ਬਾਗ ਦਿਖਾਏ ਸੀਗੇ, ਉਹ ਇੱਕ ਟੀਚਾ ਬਹੁਤ ਵੱਡਾ ਸੀ। ਔਰ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਕੋਈ 62,000 ਦੇ ਕਰੀਬ ਜਿਹੜੀਆਂ ਉਹ ਜਾਨਾਂ ਜਾਂਦੀਆਂ ਨੇ। ਪਰ ਜਿਹੜੇ ਆਗੂ ਨੇ, ਮੈਨੂੰ ਇਹ ਲੱਗਦਾ ਨਹੀਂ ਕਿ ਉਹਨਾਂ ਨੇ ਕਦੀ ਵੀ ਕਿਸੇ ਅੰਦੋਲਨ ਦੇ ਬਾਰੇ ਪੜ੍ਹਿਆ ਹੋਵੇ। ਮੈਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਿਰਫ ਉਹਨਾਂ ਨੂੰ ਇਹ ਕਿਹਾ ਗਿਆ ਕਿ ਰਾਜੇਵਾਲ ਜਿਹੜਾ ਹੈਗਾ ਆ ਉਹਦੇ ਕੋਲ ਤਜਰਬਾ ਵੀ ਬਹੁਤ ਹੈ। ਮੈਂ ਉਦੋਂ ਵੀ ਇਹ ਕਹਿੰਦਾ ਰਿਹਾ ਕਿ ਜੇ ਤਜਰਬੇ ਦੀ ਗੱਲ ਕਰਨੀ ਆ ਤੇ ਬਾਦਲ ਤੋਂ ਜ਼ਿਆਦਾ ਤਜਰਬਾ ਕਿਸੇ ਦਾ ਨਹੀਂ। ਸੋ ਸਾਨੂੰ ਜਾਂ ਇਹਨਾਂ ਨੂੰ ਇਹ ਚਾਹੀਦਾ ਵੀ ਜੇ ਤਜਰਬੇ ਦਾ ਹੀ ਕਰਨਾ ਤੇ ਫਿਰ ਬਾਦਲ ਨੂੰ ਅੱਗੇ ਲਾ ਦੇਣ, ਤੇ ਜੇ ਪੜ੍ਹਾਈ ਲਿਖਾਈ ਦਾ ਕਰਨਾ ਤੇ ਰਾਜੇਵਾਲ ਤੋਂ ਵੀ ਬਹੁਤ ਹੋਰ ਪੜ੍ਹੀ ਲਿਖੀ ਜਨਤਾ ਜਿਨ੍ਹਾਂ ਨੇ 8-8 10-10 ਡਿਗਰੀਆਂ ਜਿਹੜੀਆਂ ਉਹ ਕੀਤੀਆਂ ਨੇ, ਉਹਨਾਂ ਨੂੰ ਅੱਗੇ ਲਾਇਆ ਜਾ ਸਕਦਾ। ਪਰ ਗੱਲ ਅਸੂਲਨ ਇਹ ਨਹੀਂ ਹੈਗੀ। ਅੰਦੋਲਨ ਇੱਕ ਅੰਦੋਲਨ ਹੈ ਤੇ ਇਹਨਾਂ ਨੇ ਇਸ ਅੰਦੋਲਨ ਨੂੰ ਇੱਕ ਸਰਕਸ ਵਾਂਗ ਇਹਨਾਂ ਨੇ ਆਪਣੀਆਂ ਜਿਹੜੀਆਂ
ਆਪਣੀਆਂ ਕਾਰਗੁਜ਼ਾਰੀਆਂ ਦੇ ਨਾਲ ਇਹ ਦਰਸਾਇਆ ਵੀ ਇਹ ਇੱਕ ਸਰਕਸ ਤੋਂ ਵੱਧ ਹੋਰ ਕੁਝ ਨਹੀਂ। ਔਰ ਅਖੀਰ ਦੇ ਵਿੱਚ ਮੈਂ ਜਾਂਦੇ ਆਪਣੇ ਜਿਹੜੇ ਆਪਣੇ ਦੋਸਤ ਨੇ, ਆਪਣੇ ਜਿਹੜੇ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਅਸੀਂ ਉਹਨਾਂ ਦੇ ਅੱਗੇ ਇਹ ਗੱਲ ਜ਼ਰੂਰ ਕਹਾਂਗੇ ਕਿ ਇਹ ਸਾਡੀ ਜਿੰਨੀ ਵੀ ਕੋਸ਼ਿਸ਼ ਸੀ, ਇਹ ਸਾਡੀ ਪਹਿਲੀ ਕੋਸ਼ਿਸ਼ ਸੀ। ਬਹੁਤ ਸਾਰੀਆਂ ਤਰੁੱਟੀਆਂ ਚਾਹੇ ਇਸ ਵੀਡੀਓ ਦੀ ਕੁਆਲਿਟੀ ਦੇ ਵਿੱਚ ਹੋਣ, ਚਾਹੇ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਹੋਣ, ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਨੂੰ ਸ਼ਾਇਦ ਛੂਹ ਵੀ ਨਹੀਂ ਸਕੇ ਹੋਵਾਂਗੇ, ਕਿਉਂਕਿ ਜਿਹੜਾ 5 6 7 8 ਮਹੀਨੇ ਦਾ ਐਡੀ ਵੱਡੀ ਸਟਰਗਲ ਹੈਗੀ ਆ, ਉਹਨੂੰ 2 ਘੰਟੇ ਦੇ ਵਿੱਚ ਕਦੀ ਵੀ ਸਮੇਟਿਆ ਨਹੀਂ ਜਾ ਸਕਦਾ। ਪਰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਧੀਆ ਜਿਹੜੇ ਸਾਧਨਾਂ ਦੇ ਨਾਲ ਤੁਹਾਡੇ ਅੱਗੇ ਪੇਸ਼ ਹੋਈਏ। ਜੋ ਵੀ ਸਾਡੀਆਂ ਤਰੁੱਟੀਆਂ ਹੋਣਗੀਆਂ, ਸਾਨੂੰ ਇਹ ਆਸ ਆ ਕਿ ਸਾਡੇ ਜਿਹੜੇ ਸਰੋਤੇ ਨੇ ਜਾਂ ਸਾਡੇ ਜਿਹੜੇ ਦਰਸ਼ਕ ਨੇ, ਉਹ ਸਾਨੂੰ ਦੱਸਣਗੇ ਔਰ ਅਸੀਂ ਖਿੜੇ ਮੱਥੇ ਪ੍ਰਵਾਨ ਕਰਕੇ ਉਹਨਾਂ ਤਰੁੱਟੀਆਂ ਨੂੰ, ਉਹਨਾਂ ਦੋਸ਼ਾਂ ਨੂੰ ਜਿਹੜਾ ਹੈਗਾ ਨਜਿੱਠਣ ਦੀ ਕੋਸ਼ਿਸ਼ ਕਰਾਂਗੇ। ਔਰ ਪਰ ਉਹਦੇ ਨਾਲ ਦੀ ਨਾਲ ਮੈਂ ਇਹ ਵੀ ਕਹਾਂਗਾ ਕਿ ਅੱਜ ਦਾ ਜਿਹੜਾ ਦੌਰ ਹੈਗਾ, ਉਹ ਇਹ ਨਹੀਂ ਹੈਗਾ ਕਿ ਅਸੀਂ ਤੁਹਾਡੇ ਅੱਗੇ ਕੋਈ ਪਰਫੈਕਟ ਚੀਜ਼ ਜਿਹੜੀ ਪੇਸ਼ ਕਰੀਏ। ਅੱਜ ਦਾ ਦੌਰ ਇਹ ਹੈਗਾ ਕਿ ਘੱਟੋ ਘੱਟ ਸਾਡੀ ਪਾਰਟਿਸਿਪੇਸ਼ਨ ਜਿਹੜੀ ਹੈਗੀ ਆ, ਉਹ ਬਹੁਤ ਜ਼ਿਆਦਾ ਹੋਵੇ, ਕਿਉਂਕਿ ਜਿਹੜਾ ਦੂਸਰੇ ਪਾਸੇ ਦਾ ਨੈਰੇਟਿਵ ਹੈਗਾ, ਜੇ ਅਸੀਂ ਉਹਨਾਂ ਵੱਲ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੰਜੀਦਗੀ ਨਜ਼ਰ ਨਹੀਂ ਆਊਗੀ। ਹਾਂ, ਉਹਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਨਜ਼ਰ ਆਊਗੀ, ਉਹ ਸਿਰਫ ਇਹੀ ਨਜ਼ਰ ਆਊਗੀ ਕਿ ਉਹਨਾਂ ਦਾ ਨੰਬਰ ਜ਼ਿਆਦਾ। ਜੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਮੀਡੀਆ ਦੀ ਵੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਵੀ ਸਾਡੀ ਜਿਹੜੀ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਲੀਕ ਦੇ ਉੱਤੇ ਜਿਹੜਾ ਖੜਿਆ ਬੰਦਾ ਹੈਗਾ, ਉਹਦਾ ਅਲਾਰ ਹਮੇਸ਼ਾ ਜਿਹੜੇ ਪਾਸੇ ਸੰਖਿਆ ਜ਼ਿਆਦਾ ਹੁੰਦੀ ਆ ਉੱਧਰ ਹੁੰਦਾ। ਸੋ ਜੇਕਰ ਤੁਸੀਂ ਇਹ ਕਹਿੰਦੇ ਆ ਕਿ ਇੱਕ ਮਾਸ ਓਪੀਨੀਅਨ ਜਿਹੜੀ ਹੈਗੀ ਆ, ਉਹ ਦੂਸਰੇ ਪੱਖ ਦੀ ਜਾਂ ਦੂਸਰੇ ਨੈਰੇਟਿਵ ਦੀ ਜਿਹੜੀ ਹੈਗੀ ਆ, ਉਹ ਨਾ ਬਣੇ, ਤੇ ਤੁਹਾਨੂੰ ਹਰ ਥਾਂ ਦੇ ਉੱਤੇ ਆਪਣੀ ਜਿਹੜੀ ਸ਼ਮੂਲੀਅਤ ਆ ਉਹ ਦਿਖਾਉਣੀ ਪਏਗੀ, ਚਾਹੇ ਉਹ ਲੋਕਲ ਲੈਵਲ ਦੇ ਉੱਤੇ ਹੋਵੇ, ਚਾਹੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਵੇ। ਦੋਨੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਸਰਦਾਰ ਜਪ ਸਿੰਘ ਤੋਂ ਵੀ ਔਰ ਅੰਮ੍ਰਿਤਪਾਲ ਸਿੰਘ ਹੁਣਾਂ ਤੋਂ ਵੀ। ਮੈਨੂੰ ਇਹ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰੀਕੇ ਦੇ ਨਾਲ ਜੁੜਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।